Rockaway Lincoln X-ray 985 to come back up heading. ਸੋ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਟੂ ਪੰਜਾਬੀ ਪੌਡ ਸ਼ੋਅ। ਅਤੇ ਅੱਜ ਜਿਹੜੇ ਆਪਣੇ ਨਾਲ ਗੈਸਟ ਨੇ, ਮੈਂ ਬਹੁਤ ਹੀ ਐਕਸਾਈਟਡ ਹਾਂ। ਜਦ ਹੀ ਆਪਾਂ ਨੂੰ ਪਤਾ ਲੱਗਿਆ ਵੀ ਆਪਣੀ ਆਹ ਡੇਟ ਰੱਖੀ ਆ, ਇਹਨਾਂ ਨਾਲ ਆਪਾਂ ਸ਼ੋਅ ਕਰਨਾ ਇਹ, ਮੈਂ ਪੂਰਾ ਟਾਈਮ ਜਿੱਦਾਂ ਐਕਸਾਈਟਡ ਹੀ ਰਿਹਾ ਹਰ ਰੋਜ਼। ਅਤੇ ਕਿਉਂਕਿ ਅੱਜ ਦੇ ਜਿਹੜੇ ਗੈਸਟ ਨੇ ਬਹੁਤ ਹੀ ਖਾਸ ਨੇ, ਅਤੇ ਜਿਹੜੇ ਸਕੂਲ 'ਚ ਮੈਂ ਪੜ੍ਹਦਾ ਰਿਹਾ ਉਹਦੇ ਇਹ ਪ੍ਰਿੰਸੀਪਲ ਵੀ ਰਹੇ ਨੇ। ਸੋ ਮੇਰੇ ਲਈ ਤਾਂ ਇਹ ਟੀਚਰ ਨੇ, ਠੀਕ ਹੈ। ਮੈਨੂੰ ਹਮੇਸ਼ਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਜਦੋਂ ਵੀ ਇਹਨਾਂ ਨਾਲ ਬਹਿੰਦੇ ਹਾਂ। ਅਤੇ ਇਹਦੇ ਕਰਕੇ ਆਪਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਪਲੀਜ਼ ਅਸੀਂ ਜਾਣਨਾ ਚਾਹੁੰਦੇ ਹਾਂ, ਥੋੜ੍ਹਾ ਜਿਹਾ ਆਪਦੇ ਬੈਕਗਰਾਊਂਡ ਬਾਰੇ ਸਾਨੂੰ ਸ਼ਾਰਟਲੀ ਦੱਸੋ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈਰੀ ਅਤੇ ਮਨਪ੍ਰੀਤ ਸਿੰਘ, ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਇਸ ਇੱਕ ਵਿਸ਼ੇ 'ਤੇ ਬੋਲਣ ਦਾ, ਜੋ ਕਿ ਟੈਕਨੋਲੋਜੀ ਨਾਲ ਸੰਬੰਧਿਤ ਆ। ਹਾਂਜੀ। ਅਤੇ ਉਸ ਤੋਂ ਪਹਿਲਾਂ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਮੇਰਾ ਸਫ਼ਰ ਇੰਡੀਆ ਤੋਂ ਆਸਟ੍ਰੇਲੀਆ ਤੱਕ ਦਾ ਕਿੱਦਾਂ ਦਾ ਰਿਹਾ। ਇੰਡੀਆ ਦੇ ਵਿੱਚ ਮੈਂ ਇੱਕ ਸਕੂਲ ਦਾ ਪ੍ਰਿੰਸੀਪਲ, ਜੋ ਕਿ ਮੇਰਾ ਆਪਣਾ ਨਿੱਜੀ ਸਕੂਲ ਸੀ, 2001 'ਚ ਸ਼ੁਰੂ ਕੀਤਾ। ਮੈਂ ਛੋਟੇ ਬੱਚਿਆਂ ਤੋਂ ਨਰਸਰੀ ਤੋਂ ਲੈ ਕੇ 3rd ਤੱਕ ਸ਼ੁਰੂ ਕੀਤਾ। ਫਿਰ ਹਰ ਸਾਲ ਇੱਕ ਇੱਕ ਕਲਾਸ ਐਡ ਕਰਦੇ ਗਏ। ਅਤੇ ਹੈਰੀ ਔਰ ਇਹਨਾਂ ਦੇ ਵੱਡੇ ਬ੍ਰਦਰ ਨੇ ਜਿਹੜੇ ਗੈਰੀ, ਇਹ ਦੋਨੋਂ ਮੇਰੇ ਸਟੂਡੈਂਟ ਰਹੇ ਨੇ। ਅਤੇ ਮੈਨੂੰ ਬਹੁਤ ਮਾਣ ਆ ਕਿ ਅੱਜ ਮੈਂ ਇਹਨਾਂ ਦੇ ਸਾਹਮਣੇ ਬੈਠ ਕੇ ਇਹ ਅਸੀਂ ਗੱਲਬਾਤ ਕਰ ਰਹੇ ਹਾਂ। ਅਤੇ ਉਸ ਸਕੂਲ ਦੀ ਜਰਨੀ ਦੇ ਵਿੱਚ ਵੀ ਮੈਂ ਬੱਚਿਆਂ ਨਾਲ ਜ਼ਿਆਦਾ ਦਿਲੋਂ ਅਟੈਚ ਇਸ ਕਰਕੇ ਰਿਹਾ ਕਿਉਂਕਿ ਮੇਰੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਇੱਕ ਤਾਂ ਇਨਫੋਰਮਲ ਐਜੂਕੇਸ਼ਨ ਹੁੰਦੀ ਆ, ਅਤੇ ਦੂਜੀ ਜਿਹੜੀ ਸਾਡੀ ਅਕੈਡਮਿਕ ਐਜੂਕੇਸ਼ਨ ਹੁੰਦੀ ਆ, ਅਤੇ ਇਹ ਦੋਨੇ ਹੀ ਨਾਲ ਨਾਲ ਚੱਲਣ ਤਾਂ ਜਿਹੜਾ ਬੱਚਾ ਆ ਉਹਦਾ ਓਵਰਆਲ ਜਿਹੜੀ ਡਿਵੈਲਪਮੈਂਟ ਆ ਉਹ ਹੁੰਦੀ ਆ ਬੱਚੇ ਦੀ। ਅਤੇ ਉਸ ਤੋਂ ਬਾਅਦ ਚਲੋ ਸਕੂਲ ਚਲਾਉਂਦੇ ਸੀ। ਸਕੂਲ ਚਲਾਉਂਦੇ ਫਿਰ ਇੱਥੋਂ ਦਾ ਜਦੋਂ ਆਸਟ੍ਰੇਲੀਆ ਆਉਣ ਦਾ ਮੌਕਾ ਮਿਲਿਆ ਐਜ ਏ ਐਜੂਕੇਸ਼ਨਲ ਆਫਿਸਰ ਵੀਜ਼ੇ ਦੇ ਉੱਤੇ, ਅਸੀਂ ਇੱਥੇ 2009 ਦੇ ਵਿੱਚ ਆਸਟ੍ਰੇਲੀਆ ਆਏ। ਅਤੇ ਹੁਣ 2009 ਤੋਂ ਹੁਣ ਸਟਿਲ ਅਸੀਂ ਇੱਥੇ ਰਹਿ ਰਹੇ ਹਾਂ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੱਥੇ ਬੁਲਾਇਆ। ਅਤੇ ਨਹੀਂ, ਧੰਨਵਾਦ ਤੁਹਾਡਾ ਸਰ। ਮੈਂ ਸਭ ਤੋਂ ਪਹਿਲਾਂ ਕਹਿਣਾ ਸੀ ਵੀ ਹਰੀ ਭਾਈ, ਤੁਹਾਨੂੰ ਡਰ ਤਾਂ ਨਹੀਂ ਲੱਗ ਰਿਹਾ ਆਪਣੇ ਪ੍ਰਿੰਸੀਪਲ ਸਾਹਿਬ ਦੇ ਸਾਹਮਣੇ ਬੈਠ ਕੇ? ਜੇ ਲੱਗ ਵੀ ਰਿਹਾ ਮੈਂ ਕਹਿ ਨਹੀਂ ਸਕਦਾ। ਨਹੀਂ ਕਹਿ ਨਹੀਂ ਸਕਦੇ, ਇਟਸ ਟੂ ਲੇਟ। ਦੇਖੋ ਐਵੇਂ ਤੁਹਾਨੂੰ ਕਹਾਂ, ਮੈਂ ਕੁੱਟ ਵੀ ਬਹੁਤ ਖਾਧੀ ਇਹਨਾਂ ਤੋਂ। ਅਤੇ ਮੈਂ ਪੁੱਛਣ ਲੱਗਾ ਸੀ, ਪਰ ਸਰ ਨੇ ਕਹਿ ਤਾ ਨਾ ਕਿ ਇਹਨਾਂ ਦੇ ਬਹੁਤ ਮਾਣ ਹੈ। ਮੈਨੂੰ ਲੱਗਾ ਕੁੱਟ ਨਹੀਂ ਖਾਧੀ ਹੋਊਗੀ ਤਾਂ ਕੁੱਟ ਖਾਣੇ ਵਾਲੇ ਤੇ ਵੀ ਮਾਣ ਹੀ ਹੁੰਦਾ। ਚਲੋ, ਜਿੱਥੇ ਬਣਦੀ ਉੱਥੇ ਖਾਣੀ ਵੀ ਚਾਹੀਦੀ ਹੈ। ਅਤੇ ਮੈਨੂੰ ਉਹ ਕੁੱਟ ਨੇ ਆਪਾਂ ਨੂੰ ਸਿਖਾਇਆ ਵੀ ਬਹੁਤ ਆ। ਸੀਰੀਅਸ ਨੋਟ 'ਤੇ ਮੈਂ ਕਹਾਂ ਤੁਹਾਨੂੰ ਕਿ ਕਿਉਂਕਿ ਇੱਕ ਡਿਸਿਪਲਿਨ ਬਹੁਤ ਜ਼ਰੂਰੀ ਹੁੰਦਾ। ਬੱਚੇ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਠੀਕ ਹੈ। ਬਿਲਕੁਲ। ਸੋ ਉਹ ਚੀਜ਼ ਡਿਸਿਪਲਿਨ, ਜਿਵੇਂ ਕਈ ਪਿਆਰ ਨਾਲ ਸਮਝ ਜਾਂਦੇ ਨੇ, ਕਈ ਡੰਡੇ ਨਾਲ ਸਮਝ ਜਾਂਦੇ ਨੇ। ਸੋ ਅਲੱਗ-ਅਲੱਗ ਤਰੀਕੇ ਵੀ ਹੁੰਦੇ ਨੇ ਸਮਝਾਉਣ ਦੇ, ਅਤੇ ਮੈਂ ਨਹੀਂ ਸਮਝਿਆ ਹੋਊਗਾ ਪਿਆਰ ਨਾਲ, ਅਤੇ ਤਾਂ ਕਰਕੇ ਕੁੱਟ ਖਾਣੀ ਪੈ ਗਈ। ਪਰ ਤੁਹਾਨੂੰ ਲੱਗਦਾ ਅੱਜ ਕੱਲ੍ਹ ਇਹ ਚੀਜ਼ ਬਹੁਤ ਸੈਂਸਿਟਿਵ ਹੋ ਗਈ? ਜਦੋਂ ਤੁਸੀਂ ਬੱਚੇ ਨੂੰ ਸਮਝਾਉਂਦੇ ਜੇ ਕੁਛ ਵੀ ਥੋੜ੍ਹਾ ਜਿਹਾ ਵੀ ਫਿਜ਼ੀਕਲ ਕਰਦੇ ਜੋ, ਇਟਸ ਲਾਈਕ ਹੋ ਜਾਂਦਾ ਕਿ ਫਿਜ਼ੀਕਲ ਵਾਇਲੈਂਸ ਕੀਤੀ ਕੋਈ ਬੱਚੇ ਨੂੰ ਇੱਦਾਂ ਨਹੀਂ ਕਰਨਾ, ਜਾਂ ਪਰ ਕਿੱਥੋਂ ਤੱਕ ਉਹਨੂੰ ਕਹਿ ਸਕਦੇ ਹਾਂ, ਕਿੱਦਾਂ ਉਹਨੂੰ ਸਮਝਾ ਸਕਦੇ ਹਾਂ? ਕਿਉਂਕਿ ਕਿਤੇ ਮੈਨੂੰ ਲੱਗਦਾ ਕਿ ਥੋੜ੍ਹਾ ਬਹੁਤ ਕਿ ਜੇ ਬੱਚੇ ਨੂੰ ਡਰ ਨਹੀਂ ਹੈ ਕਿ ਮੈਂ ਉਹ ਚੀਜ਼ ਨਾ ਕਰਾਂ, ਤਾਂ ਫਿਰ ਉਹ ਬੱਚਾ ਕਰੂਗਾ। ਅਸਲ 'ਚ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਦੇ ਵਿੱਚ ਕਾਫੀ ਫਰਕ ਆ। ਜਦੋਂ ਅਸੀਂ ਸਕੂਲ 'ਚ ਹੁੰਦੇ ਸੀ ਤਾਂ ਸਾਨੂੰ ਯਾਦ ਆ, ਜਿਹੜੇ ਸਾਡੇ ਅਧਿਆਪਕ ਸੀਗੇ ਉਹ ਸਾਨੂੰ ਪਿਆਰ ਵੀ ਕਰਦੇ ਸੀ। ਜੇ ਅਸੀਂ ਗਲਤੀ ਕਰਦੇ ਸੀ ਤਾਂ ਸਾਨੂੰ ਉਹ ਕੁੱਟਦੇ ਵੀ ਸੀਗੇ। ਹਾਂਜੀ। ਔਰ ਸਾਡੇ ਜਿਹੜੇ ਮਾਂ ਪਿਓ ਸੀ, ਸਾਡੇ ਮਾਤਾ ਪਿਤਾ ਸੀਗੇ, ਉਹ ਵੀ ਇਸ ਗੱਲ ਨੂੰ ਇੱਦਾਂ ਰਿਐਕਟ ਕਰਦੇ ਸੀ ਬਈ ਜੇ ਸਾਡੇ ਕੁੱਟ ਵੀ ਪੈਣੀ ਸਕੂਲ ਦੇ ਵਿੱਚ ਤਾਂ ਅਸੀਂ ਘਰ ਜਾ ਕੇ ਦੱਸਦੇ ਨਹੀਂ ਸੀਗੇ, ਕਿਉਂਕਿ ਜੇ ਘਰ ਜਾ ਕੇ ਦੱਸਣਾ ਤਾਂ ਉਹ ਟੀਚਰ ਨੂੰ ਕਹਿੰਦੇ ਸੀ ਤੁਸੀਂ ਹੋਰ। ਇੱਥੇ ਇੱਕ ਮੈਨੂੰ ਬਹੁਤ ਵਧੀਆ ਗੱਲ ਯਾਦ ਆਈ, ਕਿਉਂਕਿ ਮੇਰਾ ਨਾ ਲਿਟਰੇਚਰ ਨਾਲ ਕਾਫੀ ਲਗਾਅ ਰਿਹਾ। ਅਤੇ ਇੰਡੀਆ ਦੇ ਵਿੱਚ ਵੀ ਮੈਂ ਸਕੂਲ ਦੇ ਵਿੱਚ 4-5 ਨਿਊਜ਼ਪੇਪਰ ਲਗਾਏ ਹੁੰਦੇ ਸੀਗੇ। ਅਤੇ ਸਪੈਸ਼ਲੀ ਸੰਡੇ ਔਰ ਸੈਚਰਡੇ ਨੂੰ, ਸੰਡੇ ਦੀ ਛੁੱਟੀ ਹੋਣ ਕਰਕੇ ਮੈਂ ਵਿਹਲਾ ਹੋ ਕੇ ਨਹਾ ਧੋ ਕੇ ਆਪਣਾ ਜਦੋਂ ਨਿਊਜ਼ਪੇਪਰ ਪੜ੍ਹਦਾ ਸੀ, ਜਿਹੜੇ ਵੀ ਆਰਟੀਕਲ ਮੈਨੂੰ ਵਧੀਆ ਲੱਗਦੇ ਸੀ ਨਾ, ਮੈਂ ਉਹਨਾਂ ਦੀ ਕਟਿੰਗ ਕੱਟ ਲੈਂਦਾ ਸੀ। ਅੱਜ ਵੀ ਮੇਰੇ ਘਰ ਦੇ ਵਿੱਚ ਜਾਂ ਮੇਰੇ ਸਕੂਲ ਦੇ ਵਿੱਚ 5 ਤੋਂ 10 ਫਾਈਲਾਂ ਪਈਆਂ ਨੇ
ਜਿਨ੍ਹਾਂ ਦੇ ਮੈਂ ਜਿਹੜੇ ਮੇਰੇ ਬਹੁਤ ਹੀ ਵਧੀਆ ਟੌਪਿਕਸ ਮੈਨੂੰ ਵਧੀਆ ਲੱਗਦੇ ਸੀ, ਕੱਟ ਕੇ ਮੈਂ ਰੱਖ ਲੈਂਦਾ ਸੀਗਾ ਕਿਉਂਕਿ ਮੈਨੂੰ ਬਾਰ-ਬਾਰ ਪੜ੍ਹਨ ਨੂੰ ਮਨ ਕਰਦਾ ਸੀਗਾ। ਉਹਦੇ ਵਿੱਚ ਇੱਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਆਉਂਦਾ ਹੁੰਦਾ ਸੀ, ਮੇਰੀਆਂ ਅਭੁੱਲ ਯਾਦਾਂ। ਉਹ ਅੱਜ ਵੀ ਮੇਰੇ ਯਾਦ ਆ। ਅਤੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਬੈਸਟ ਮੈਮਰੀਜ਼ ਸੀਗੀਆਂ, ਕੋਈ ਵੀ ਬੰਦਾ ਸ਼ੇਅਰ ਕਰ ਸਕਦਾ ਸੀ। ਮੈਨੂੰ ਉਹਨਾਂ ਦਾ ਸਰ ਦਾ ਨਾਮ ਸ਼ਾਇਦ ਮੈਨੂੰ ਯਾਦ ਨਹੀਂ, ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੇ ਚੀਫ ਸੀਗੇ, ਚੀਫ ਇੰਜੀਨੀਅਰ। ਹਾਂਜੀ। ਅਤੇ ਉਹਨਾਂ ਨੇ ਆਪਣੀ ਭੁੱਲ ਯਾਦਾਂ ਦੇ ਵਿੱਚ ਉਹ ਆਰਟੀਕਲ 'ਚ ਆਪਣਾ ਤਜਰਬਾ ਜਾਂ ਆਪਣੀ ਯਾਦ ਸ਼ੇਅਰ ਕੀਤੀ। ਅਤੇ ਉਹਦੇ ਵਿੱਚ ਕੀ ਸੀਗਾ ਕਿ ਉਹ ਜਿਹੜੇ ਸੀਗੇ ਸਰ, ਉਹਨਾਂ ਦੇ ਜਿਹੜੇ ਫਾਦਰ ਸੀ DSP ਸੀ ਪੰਜਾਬ ਪੁਲਿਸ ਦੇ ਵਿੱਚ ਜੀ। ਅਤੇ ਉਹ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀਗੇ। ਇੱਕ ਦਿਨ ਕੀ ਹੋਇਆ, ਕਲਾਸ ਦੇ ਵਿੱਚ ਉਹਨਾਂ ਨੂੰ ਖੜ੍ਹੇ ਕਰ ਲਿਆ ਅਧਿਆਪਕ ਨੇ, ਅਤੇ ਉਹ ਸਕੂਲ ਦਾ ਕੰਮ ਕਰਕੇ ਨਹੀਂ ਗਏ ਸੀ, ਅਤੇ ਉਹ ਅਧਿਆਪਕ ਨੇ ਉਹਨਾਂ ਦੇ ਥੱਪੜ ਮਾਰਿਆ। ਓਕੇ। ਉਹ ਜਦੋਂ ਥੱਪੜ ਮਾਰਿਆ, ਜਿਹੜੇ ਨਾਲ ਦੇ ਬੱਚੇ ਸੀਗੇ ਉਹਨਾਂ ਨੇ ਜਦੋਂ ਅਧਿਆਪਕ ਚਲੇ ਗਏ ਕਲਾਸ ਦੇ ਵਿੱਚੋਂ, ਉਹਨਾਂ ਨੇ ਉਹ ਬੱਚੇ ਨੂੰ ਕਹਿਣਾ ਸ਼ੁਰੂ ਕੀਤਾ, ਉਹ ਤੇਰੇ ਪਿਤਾ ਜੀ ਤਾਂ DSP ਨੇ, ਟੀਚਰ ਨੇ ਤੁਹਾਡੇ ਥੱਪੜ ਮਾਰਿਆ, ਬਹੁਤ ਬੇਇੱਜ਼ਤੀ ਹੋ ਗਈ ਤੇਰੀ ਤਾਂ, ਇੱਦਾਂ ਹੋ ਗਿਆ ਇੱਦਾਂ ਹੋ ਗਿਆ। ਜਿਹੜੀ ਉਹ ਬੱਚੇ ਨੂੰ ਐਂ ਲੱਗਿਆ ਵੀ ਮੇਰੀ ਬਹੁਤ ਜ਼ਿਆਦਾ ਇਨਸਲਟ ਹੋਈ ਮੇਰੇ ਦੋਸਤਾਂ ਦੇ ਵਿੱਚ, ਮੇਰੇ ਕਲਾਸਮੇਟਸ ਦੇ ਵਿੱਚ, ਅਤੇ ਉਹ ਘਰ ਗਿਆ। ਅਤੇ ਉਹ ਜਾਣੀ ਆਪਣੀ ਦੱਸ ਰਹੇ ਨੇ ਨਿਊਜ਼ਪੇਪਰ ਦੇ ਆਰਟੀਕਲ ਦੇ ਥਰੂ ਆਪਣੀ ਜਰਨੀ। ਹਾਂਜੀ। ਅਤੇ ਕਹਿੰਦੇ ਮੈਂ ਘਰ ਗਿਆ, ਅਤੇ ਘਰ ਜਾ ਕੇ ਮੈਂ ਆਪਣੇ ਫਾਦਰ ਸਾਹਿਬ ਨੂੰ, ਜੋ DSP, ਉਸ ਟਾਈਮ DSP ਦਾ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਅੱਜ ਦੇ ਸਮਝ ਲਓ ਤੁਸੀਂ IG ਤੋਂ ਵੀ ਵੱਡਾ ਉਹਦਾ, ਹੈ ਨਾ, ਕਿਉਂਕਿ ਪੰਜਾਬ ਦੇ ਵਿੱਚ ਇੱਕ DSP ਕੋਲ ਬਹੁਤ ਵੱਡਾ ਏਰੀਆ ਹੁੰਦਾ ਸੀਗਾ। ਅਤੇ ਚਲੋ ਜੀ, ਕਹਿੰਦੇ ਮੈਂ ਘਰ ਗਿਆ, ਘਰ ਜਾ ਕੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਵੀ ਮੈਨੂੰ ਅੱਜ ਮੇਰੇ ਅਧਿਆਪਕ ਨੇ ਥੱਪੜ ਮਾਰਿਆ। ਅਤੇ ਮੈਂ ਰੋਇਆ, ਕਹਿੰਦਾ ਰੋ ਕੇ ਮੈਂ ਬਹੁਤ ਬਹਾਨੇ ਕੀਤੇ, ਉਹ ਦੱਸਿਆ, ਉਹਨਾਂ ਨੂੰ ਵਧਾ ਚੜ੍ਹਾ ਕੇ ਦੱਸਿਆ, ਹੈ ਨਾ। ਅਤੇ ਕਹਿੰਦਾ ਮੇਰੇ ਪਿਤਾ ਜੀ ਕਹਿੰਦੇ ਠੀਕ ਆ, ਉਹਨਾਂ ਨੇ ਕਹਿੰਦੇ ਬਾਹਰ ਸਾਡੇ ਸਿਕਿਉਰਿਟੀ ਗਾਰਡ ਗਨਮੈਨ ਸੀ, ਅਤੇ ਗਨਮੈਨ ਨੂੰ ਕਿਹਾ ਇੱਧਰ ਆਓ, ਗੱਲ ਸੁਣੋ, ਅਤੇ ਜਾਓ ਸਕੂਲ 'ਚ ਅਧਿਆਪਕ ਨੂੰ ਕਹੋ ਅੱਜ ਸ਼ਾਮ ਨੂੰ ਆ ਕੇ ਮਿਲਣ ਮੈਨੂੰ ਕੋਠੀ 'ਚ। ਅਤੇ ਉਹ ਗਨਮੈਨ ਗਿਆ ਉੱਥੇ, ਅਤੇ ਉਹਨਾਂ ਨੇ ਕਿਹਾ ਅਧਿਆਪਕ ਨੂੰ ਜੀ ਤੁਹਾਨੂੰ ਸਾਹਿਬ ਨੇ ਬੁਲਾਇਆ ਸ਼ਾਮ ਨੂੰ, ਅਤੇ ਉਹ ਕਹਿੰਦਾ ਕੋਈ ਨਹੀਂ ਜੀ ਆ ਜਾਵਾਂਗੇ। ਅਤੇ ਉਹ ਸੀਨ ਕਹਿੰਦਾ ਅੱਜ ਵੀ ਮੇਰੇ ਯਾਦ ਆ। ਮੇਰੇ ਪਿਤਾ ਜੀ ਕਹਿੰਦਾ ਬੈਠੇ ਪਾਰਕ ਦੇ ਵਿੱਚ, ਬਾਹਰ ਸਿਕਿਉਰਿਟੀ ਲੱਗੀ ਹੋਈ ਆ, ਅਤੇ ਮੇਰੇ ਅਧਿਆਪਕ ਸਾਈਕਲ ਲੈ ਕੇ ਆਏ, ਸਾਈਕਲ ਸਟੈਂਡ 'ਤੇ ਲਾਇਆ। ਉਹਨਾਂ ਨੇ ਗਨਮੈਨ ਸੀ ਜਿਹੜੇ, ਉਹਨਾਂ ਨੂੰ ਪੁੱਛਿਆ ਬਈ ਕਿੱਥੇ ਨੇ ਸਾਹਿਬ, ਉਹ ਕਹਿੰਦੇ ਅੰਦਰ ਬੈਠੇ, ਜਾਓ ਸਿੱਧਾ। ਕਹਿੰਦਾ ਮੈਂ ਇੱਕ ਥੰਮਲੇ ਦੇ ਓਹਲੇ ਖੜ ਕੇ ਸਾਰਾ ਸੀਨ ਦੇਖ ਰਿਹਾ ਸੀਗਾ ਵੀ ਹੁਣ ਅਧਿਆਪਕ ਦੀ ਰੇਲ ਬਣੂ ਜਾਂ ਉਹਦਾ ਉਹ ਕਰਨਗੇ, ਹੈ ਨਾ, ਗੁੱਸਾ ਕਰਨਗੇ ਮੇਰੇ ਪਿਤਾ ਜੀ। ਅਤੇ ਮੈਂ ਉਹ ਸਾਰਾ ਸੀਨ ਦੇਖ ਰਿਹਾ। ਕਹਿੰਦਾ ਆਏ ਅਤੇ ਉਹਨਾਂ ਨੇ ਸਾਹਮਣੇ ਬਿਠਾ ਲਿਆ ਉਹਨਾਂ ਨੂੰ, ਅਧਿਆਪਕ ਨੂੰ, ਅਤੇ ਥੋੜ੍ਹੀ ਦੇਰ ਉਹਨਾਂ ਨੇ ਆਪਸ 'ਚ ਗੱਲਬਾਤ ਕੀਤੀ, ਮੈਨੂੰ ਸੁਣੀ ਨਹੀਂ। ਕਹਿੰਦਾ ਫਿਰ ਬਾਅਦ 'ਚ ਮੇਰੇ ਪਿਤਾ ਜੀ ਨੇ ਮੈਨੂੰ ਆਵਾਜ਼ ਦਿੱਤੀ ਇੱਧਰ ਆ ਗੱਲ ਸੁਣ। ਅਤੇ ਕਹਿੰਦਾ ਜਦੋਂ ਮੈਂ ਉੱਥੇ ਗਿਆ ਅਤੇ ਉਹ ਅਧਿਆਪਕ ਨੂੰ ਕਹਿੰਦੇ ਬਈ ਕੀ ਗੱਲ ਹੋਈ ਸੀ? ਕਹਿੰਦੇ ਕੁਛ ਨਹੀਂ ਜੀ, ਇਹਨੇ ਆਪਣਾ ਕਈ ਦਿਨਾਂ ਤੋਂ ਮੈਂ ਕੰਮ ਦਿੱਤਾ ਹੋਇਆ ਸੀ ਸਕੂਲ ਦਾ, ਹੋਮਵਰਕ ਇਹਨੇ ਕੀਤਾ ਨਹੀਂ, ਅਤੇ ਮੈਂ ਇਹਦੇ ਥੱਪੜ ਮਾਰਿਆ, ਅਤੇ ਇੱਥੇ ਗੱਲ 'ਤੇ, ਹੈ ਨਾ। ਅਤੇ ਕਹਿੰਦਾ ਅੱਗਿਓਂ ਮੇਰੇ ਫਾਦਰ ਸਾਹਿਬ ਕਹਿੰਦਾ ਮਾਸਟਰ ਜੀ ਅੱਜ ਤਾਂ ਤੁਸੀਂ ਗੱਲ 'ਤੇ ਥੱਪੜ ਮਾਰਿਆ, ਇਹਨੇ ਮੈਨੂੰ ਦਿਖਾਤਾ, ਕੱਲ੍ਹ ਨੂੰ ਇਹਦੀ ਇਹੋ ਜਿਹੀ ਜਗ੍ਹਾ 'ਤੇ ਮਾਰੋ ਜਿਹੜਾ ਮੈਨੂੰ ਦਿਖਾ ਵੀ ਨਾ ਸਕੇ ਇਹ। ਅਤੇ ਇੰਨੇ 'ਚ ਕਹਿੰਦੇ ਮੇਰੇ ਅਧਿਆਪਕ ਇਮੋਸ਼ਨਲ ਹੋ ਕੇ ਕਹਿੰਦੇ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਐਂ ਤਾਂ ਬੱਚਾ ਤੁਹਾਡਾ ਲਾਇਕ ਆ, ਸਮਝਦਾਰ ਆ, ਬਈ ਕੋਈ ਗੱਲ ਨਹੀਂ, ਵੀ ਚਲੋ ਕੰਮ ਨਹੀਂ ਕੀਤਾ ਅੱਗੇ ਤੋਂ ਕਰ ਲਿਆ ਕਰੂਗਾ। ਫਿਰ ਵੀ ਅਧਿਆਪਕ ਨੇ ਕਹਿੰਦਾ ਮੇਰੀ ਸਾਈਡ ਲਈ, ਮੇਰਾ ਪੱਖ ਪੂਰਿਆ। ਉਸ ਤੋਂ ਬਾਅਦ ਕਹਿੰਦਾ ਤੁਸੀਂ ਦੇਖ ਲਓ ਵੀ ਮੈਂ ਇੰਨਾ ਅਧਿਆਪਕ ਨਾਲ ਮੇਰਾ ਪਿਆਰ ਹੋ ਗਿਆ, ਮੈਂ ਹਮੇਸ਼ਾ ਉਹਨਾਂ ਦਾ ਕੰਮ ਕਰਕੇ ਲੈ ਕੇ ਜਾਣਾ, ਮੇਰੀ ਹੈਂਡਰਾਈਟਿੰਗ ਵਧੀਆ ਹੋ ਗਈ ਹੈ, ਮੈਂ ਇੱਕ ਅੱਛਾ ਉਹਨਾਂ ਦਾ ਸਟੂਡੈਂਟ ਬਣਿਆ। ਇਹੀ ਕਾਰਨ ਆ ਕਿ ਅੱਜ ਮੈਂ ਪੰਜਾਬ ਦੇ ਇੱਕ ਐਡੇ ਵੱਡੇ ਅਹੁਦੇ 'ਤੇ ਬੈਠਾ ਹਾਂ। ਜੇਕਰ ਕਿਤੇ ਮੇਰੇ ਪਿਤਾ ਨੇ ਉਸ ਟਾਈਮ ਮੇਰੀ ਸਾਈਡ ਲੈ ਲਈ ਹੁੰਦੀ ਤਾਂ ਮੈਂ ਅੱਜ ਕੋਈ ਜਾਂ ਤਾਂ ਗੈਂਗਸਟਰ ਹੋਣਾ ਸੀ, ਜਾਂ ਕਿਸੇ ਜੇਲ੍ਹ 'ਚ ਹੋਣਾ, ਜਾਂ ਕੁਛ ਹੋਰ ਆਪਣਾ ਕਰਦਾ ਫਿਰਦਾ। ਸੋ ਕਹਿਣ ਦਾ ਮਤਲਬ ਇਹ ਆ ਵੀ ਉਸ ਸਮਿਆਂ ਦੇ ਵਿੱਚ ਇਹਨੂੰ ਪੋਜ਼ੀਟਿਵ ਵੀ ਲਿਆ ਜਾਂਦਾ ਸੀ। ਜਿੱਥੋਂ ਤੁਸੀਂ ਸਵਾਲ ਕੀਤਾ ਅੱਜ ਦੇ ਸੰਦਰਭ ਦੇ ਵਿੱਚ,
ਅੱਜ ਕਾਫੀ ਸਮਾਂ ਬਦਲ ਗਿਆ। ਇੱਕ ਤਾਂ ਬੱਚਿਆਂ ਦੀ ਜਿਹੜੀ ਫਿਜ਼ੀਕਲ ਫਿਟਨੈਸ ਆ ਔਰ ਜਿਹੜੀ ਪੁਰਾਣੀ ਆ ਉਹਦੇ 'ਚ ਬਹੁਤ ਫਰਕ ਆ, ਕਿਉਂਕਿ ਪਹਿਲਾਂ ਬੱਚੇ ਲਾਡ ਪਾਲ ਨਾਲ ਨਹੀਂ ਪਾਲੇ ਜਾਂਦੇ ਸੀ, ਲਾਡ ਪਿਆਰ ਨਾਲ ਨਹੀਂ ਪਾਲੇ ਜਾਂਦੇ ਸੀ। ਉਦੋਂ ਬੱਚੇ ਖੇਲਦੇ ਹੁੰਦੇ ਸੀ, ਬਾਹਰ ਗਿਰ ਜਾਣਾ, ਉੱਠ ਜਾਣਾ, ਉਹ ਹੋਰ ਤਰ੍ਹਾਂ ਦਾ ਫਿਜ਼ੀਕਲ ਸਟਰਕਚਰ ਸੀ। ਅੱਜ ਦੇ ਸਮੇਂ ਦੇ ਵਿੱਚ ਡਾਈਟ ਦਾ ਬਹੁਤ ਯੋਗਦਾਨ ਆ, ਅਸੀਂ ਬਹੁਤ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਲੁੱਕ ਆਫਟਰ ਬੱਚੇ ਦੀ ਕਰਦੇ ਹਾਂ। ਅਤੇ ਫਿਰ ਜਦੋਂ ਟੀਚਰ ਕੋਈ ਇੱਦਾਂ ਦਾ ਕਿਸੇ ਬੱਚੇ ਨੂੰ ਮਾਰ ਵੀ ਦਿੰਦਾ ਜਾਂ ਹੋਰ ਵੀ ਆ, ਅਤੇ ਹੋ ਸਕਦਾ ਕਈ ਲੋਕਾਂ ਨੂੰ ਇਹ ਗੱਲ ਬੁਰੀ ਲੱਗੇ, ਪਰ ਸਕੂਲ ਦੇ ਵਿੱਚ ਪੇਰੈਂਟਸ ਖੁਦ ਆ ਕੇ ਅਧਿਆਪਕ ਦੇ ਸਾਹਮਣੇ ਇਨਸਲਟ ਕਰਦੇ ਨੇ ਅਧਿਆਪਕ ਦੀ। ਹਾਂਜੀ, ਮੈਂ ਦੇਖਿਆ। ਠੀਕ ਆ ਨੇ ਵੀ ਤੁਹਾਡੇ ਟੀਚਰ ਨੇ ਸਾਡੇ ਬੱਚੇ ਦੇ ਮਾਰਿਆ, ਇਹ ਰਾਤ ਨੂੰ ਸੋਇਆ ਨਹੀਂ, ਅਤੇ ਬਈ ਅਤੇ ਉਹ ਚੀਜ਼ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਗਲਤ ਆ। ਹਾਂ, ਜੇ ਤੁਹਾਡਾ ਕੋਈ ਇਸ਼ੂ ਹੈਗਾ, ਜੇ ਤੁਹਾਡੀ ਕੋਈ ਕੰਪਲੇਂਟ ਹੈਗੀ ਆ, ਤੁਸੀਂ ਆਫਿਸ ਦੇ ਵਿੱਚ ਜਾਓ, ਪ੍ਰਿੰਸੀਪਲ ਨੂੰ ਮਿਲੋ, ਟੀਚਰਸ ਨੂੰ ਬੁਲਾਓ ਅਤੇ ਆਪਣਾ ਜੋ ਵੀ ਤੁਹਾਡਾ ਹੈਗਾ ਉਹਨੂੰ ਸੌਟ ਆਊਟ ਕਰੋ, ਬਟ ਨਾਟ ਫਰੰਟ ਆਫ ਸਟੂਡੈਂਟ। ਦੈਟ ਇਜ਼ ਟੋਟਲੀ ਰੋਂਗ। ਤੋ ਇਹ ਆ ਵੀ ਅੱਜ ਕੱਲ੍ਹ ਥੋੜ੍ਹਾ ਜਿਹਾ ਪਿਆਰ ਨਾਲ ਸਮਝਾਉਣਾ ਹੀ ਬਿਹਤਰ ਮੰਨਿਆ ਜਾਂਦਾ ਆ, ਅਤੇ ਔਰ ਕਈ ਬੱਚੇ ਸਮਝ ਵੀ ਜਾਂਦੇ ਨੇ, ਇੱਦਾਂ ਦੀ ਗੱਲ ਨਹੀਂ। ਪਰ ਮੈਂ ਇੱਕ ਬੈਲੈਂਸ 'ਚ ਰਹਿ ਕੇ ਜੇ ਇੱਕ ਆਪਣੇ ਤਜਰਬੇ ਤੋਂ ਇਹ ਗੱਲ ਕਹਾਂ ਤਾਂ ਅਸੀਂ ਬੱਚੇ ਨੂੰ ਇਸ ਕਰਕੇ ਨਹੀਂ ਮਾਰਦੇ ਸੀਗੇ ਕਿ ਸਾਨੂੰ ਕੋਈ ਬੱਚੇ ਨਾਲ ਕੋਈ ਦੁਸ਼ਮਣੀ ਸੀ ਜਾਂ ਕੁਛ ਹੋਰ ਸੀਗੀ, ਬਲਕਿ ਜਿੰਨਾ ਜ਼ਿਆਦਾ ਕਿਸੇ ਨਾਲ ਪਿਆਰ ਹੁੰਦਾ ਨਾ, ਸਾਨੂੰ ਗੁੱਸਾ ਵੀ ਉਹਦੇ 'ਤੇ ਹੀ ਆਉਂਦਾ। ਜੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਕੇ ਸਮਝਦਾ ਸੀ ਤਾਂ ਹੀ ਮੈਨੂੰ ਉਹਨਾਂ ਦੀ ਕੋਈ ਗਲਤੀ ਬਰਦਾਸ਼ਤ ਨਹੀਂ ਹੁੰਦੀ ਸੀ, ਕਿਉਂਕਿ ਜੇ ਮੈਂ ਸਿਰਫ ਔਰ ਸਿਰਫ ਉਹਨੂੰ ਆਪਣਾ ਬਿਜ਼ਨਸ ਮੰਨ ਕੇ ਚੱਲਦਾ ਜਾਂ ਮੈਂ ਇਹ ਮੰਨ ਕੇ ਚੱਲਦਾ ਵੀ ਚਲੋ ਮੈਨੂੰ ਤਾਂ ਬੱਚੇ ਚਾਹੀਦੇ ਨੇ ਸਕੂਲ 'ਚ ਪੜ੍ਹਨ ਨਾ ਪੜ੍ਹਨ, ਜੇ ਮਤਲਬ ਕਿ ਆਪਣੇ ਆਪ ਨੂੰ ਸੇਫ ਕਰਕੇ ਚੱਲਦਾ, ਬਟ ਨਹੀਂ, ਮੈਨੂੰ ਇਹ ਸੀਗਾ ਵੀ ਬੱਚੇ ਨੇ ਜਿਹੜੇ ਇਹ ਆਉਣ ਵਾਲਾ ਇਹਨਾਂ ਦਾ ਭਵਿੱਖ ਆ ਉਜਵਲ ਹੋਵੇ, ਅਤੇ ਹਰ ਚੀਜ਼ ਨੂੰ ਇਹ ਇੱਕ ਤਰ੍ਹਾਂ ਨਾਲ ਸਮਝਣ ਜ਼ਿੰਦਗੀ ਦੇ ਹਰ ਪਹਿਲੂ ਨੂੰ, ਅਤੇ ਉਸ ਹੀ ਤਰੀਕੇ ਨਾਲ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਇਆ। ਔਰ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ, ਹੈਰੀ ਮੇਰੇ ਸਾਹਮਣੇ ਬੈਠਾ, ਗੈਰੀ ਆ, ਹੋਰ ਵੀ ਬਹੁਤ ਸਾਰੇ ਬੱਚੇ ਨੇ ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ, ਕੈਨੇਡਾ, ਅਮਰੀਕਾ। ਰੀਸੈਂਟਲੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ, ਸ਼ਾਇਦ ਉਹ ਯੂਰਪ ਦੇ ਵਿੱਚ ਇਸ ਟਾਈਮ ਦਿੱਲੀ ਅੰਬੈਸੀ ਦੇ ਵਿੱਚ ਕੰਮ ਕਰਦਾ, ਉਹ ਮੇਰਾ ਸਟੂਡੈਂਟ ਰਿਹਾ। ਬਹੁਤ ਮਾਣ ਵਾਲੀ ਗੱਲ ਆ ਵੀ ਪਹਿਲਾਂ ਮੇਰੇ ਕੋਲ ਪੜ੍ਹਿਆ, ਫਿਰ ਉਹਨੇ ਡੱਚ ਸਿੱਖੀ, ਅਤੇ ਉੱਥੇ ਫਿਰ ਵਨ ਆਫ ਦਾ ਬੈਸਟ ਪੋਸਟ ਆ ਜਿਹੜੀ ਉੱਥੇ ਯੂਰਪੀਅਨ ਕੰਟਰੀ ਦੀ, ਉਹ ਉਹਨੇ ਗੈਟ ਕੀਤੀ। ਅਤੇ ਇਸ ਲਈ ਜੇ ਅਸੀਂ ਬੱਚਿਆਂ ਨੂੰ ਡਾਂਟਿਆ ਵੀ ਆ ਤਾਂ ਅੱਜ ਉਹ ਬੱਚੇ, ਜੇ ਮੈਂ ਉਹ ਬੈਚ ਦੀ ਗੱਲ ਕਰਾਂ ਜਾਂ ਉਸ ਸਮੇਂ ਦੀ ਗੱਲ ਕਰਾਂ, ਬਹੁਤ ਮਾਣ ਵਾਲੀ ਗੱਲ ਆ ਕਿ ਬਹੁਤ ਵਧੀਆ ਪੋਜੀਸ਼ਨ 'ਤੇ ਹੈਗੇ ਬੱਚੇ ਇਸ ਵੇਲੇ। ਹਾਂਜੀ, ਬਹੁਤ ਚੀਜ਼ਾਂ ਮੇਰੇ ਵੈਸੇ ਇਸ ਟਾਈਮ ਦਿਮਾਗ 'ਚ ਆ ਰਹੀਆਂ ਨੇ, ਬਹੁਤ ਅਲੱਗ-ਅਲੱਗ ਕੁਐਸਚਨ ਆ ਰਹੇ ਨੇ, ਬੜੀ ਤੁਸੀਂ ਘੈਂਟ ਐਗਜ਼ਾਮਪਲਾਂ ਦਿੱਤੀਆਂ। ਅਤੇ ਮੈਂ ਤਾਂ ਇਹ ਸੋਚ ਕੇ ਵੈਸੇ ਹੈਰਾਨ ਹੋ ਰਿਹਾ ਕਿ ਜਦ ਪੇਰੈਂਟਸ ਆਪਦੇ ਬੱਚੇ ਦੇ ਪੱਖ ਲੈ ਰਹੇ ਨੇ, ਜਦ ਉਹਦੀ ਗਲਤੀ ਹੈ ਬੱਚੇ ਦੀ ਤਾਂ ਵੀ, ਅਤੇ ਉਹ ਬੱਚੇ ਦੇ ਦਿਮਾਗ 'ਚ ਕੀ ਚੱਲ ਰਿਹਾ, ਅਤੇ ਉਹਦੀ ਮਤਲਬ ਫਿਊਚਰ ਲਾਈਫ 'ਤੇ ਉਹ ਚੀਜ਼ਾਂ ਦਾ ਕੀ ਇਫੈਕਟ ਪੈ ਰਿਹਾ। ਬੜੀ ਕਮਾਲ ਦੀ ਗੱਲ ਹੈ ਨਾ, ਬਹੁਤ ਕਮਾਲ ਦੀ ਗੱਲ ਹੈ, ਕਿਉਂਕਿ ਬੱਚਾ ਜਿੱਥੇ ਬੱਚੇ ਦੀ ਗਲਤੀ ਹੈ ਨਾਲੇ, ਹਾਂ, ਜਿੱਥੇ ਉਹਦੀ ਗਲਤੀ ਆ, ਅਤੇ ਇਹ ਉਹੀ ਹੈ ਨਾ ਵੀ ਬੱਚੇ ਦਾ ਜਿਹੜਾ ਮਨ ਆ ਨਾ, ਬੱਚਾ ਇੱਕ ਕੋਰਾ ਕਾਗਜ਼ ਆ, ਠੀਕ ਆ, ਨਹੀਂ ਉਹਦੇ ਉੱਤੇ ਕੁਛ ਵੀ ਲਿਖਿਆ ਜਾ ਸਕਦਾ। ਇਸੇ ਲਈ ਅਧਿਆਪਕਾਂ ਦਾ ਰੋਲ ਬਹੁਤ ਹੀ ਜ਼ਿਆਦਾ ਅਹਿਮ ਹੋ ਜਾਂਦਾ। ਮੈਂ ਹੁਣ ਇਸੇ ਸਾਲ ਇੰਡੀਆ ਜਾ ਕੇ ਆਇਆ, ਲਾਸਟ ਈਅਰ ਨਵੰਬਰ 'ਚ ਗਿਆ ਸੀ ਮੈਂ, ਉਨੀ ਵਾਪਸ ਆਇਆ, ਅਤੇ ਉੱਥੇ ਐਨੂਅਲ ਫੰਕਸ਼ਨ ਦੇ ਵਿੱਚ ਐਜ ਏ ਡਾਇਰੈਕਟਰ ਮੈਂ ਉੱਥੇ ਸੀਗਾ ਸਕੂਲ ਦੇ ਵਿੱਚ। ਬ੍ਰਦਰ ਨੇ ਬੁਲਾਇਆ ਸੀ ਸਕੂਲ ਦੇ ਵਿੱਚ, ਬੱਚਿਆਂ ਨੂੰ ਇਨਾਮ ਵੀ ਦਿੱਤੇ। ਮੇਰੇ ਖਿਆਲ 8th ਕਲਾਸ ਦੇ ਵਿੱਚ ਆਲ ਓਵਰ ਪੰਜਾਬ ਦੇ ਵਿੱਚ ਇੱਕ ਬੱਚੇ ਦੀ 4th ਪੋਜੀਸ਼ਨ ਆਈ ਆ, ਇੱਕ ਦੀ 7th ਆਈ ਆ, ਅਤੇ ਉਹ ਬੱਚਿਆਂ ਦਾ ਸਨਮਾਨ ਕਰਨਾ ਸੀਗਾ। ਅਤੇ ਉੱਥੇ ਵੀ ਮੈਂ ਬੱਚਿਆਂ ਨਾਲ ਮਤਲਬ ਕਿ ਇਹੀ ਗੱਲ ਕੀਤੀ ਆ, ਜਿਹੜੀ ਕਿ ਹੁਣ ਆਪਣਾ ਵਿਸ਼ਾ ਤੁਸੀਂ ਦੱਸਿਆ ਟੈਕਨੋਲੋਜੀ ਨਾਲ ਸੰਬੰਧਿਤ ਆ, ਬਈ ਇਹ ਜਿਹੜੇ ਆਉਣ ਵਾਲਾ ਸਮਾਂ ਆ, ਇਹ ਹੋਰ ਜ਼ਿਆਦਾ ਚੈਲੰਜ ਵਾਲਾ। ਸਾਡਾ ਸਮਾਂ ਇੰਨਾ ਚੈਲੰਜ ਵਾਲਾ ਨਹੀਂ ਸੀ ਜਿੰਨਾ ਕਿ ਆਉਣ ਵਾਲਾ ਸਮਾਂ ਬੱਚਿਆਂ ਲਈ ਚੈਲੰਜ ਵਾਲਾ ਹੈਗਾ ਆ। ਸਹੀ ਗੱਲ ਆ। ਅਤੇ ਉਹਦੇ ਲਈ ਤਿਆਰ ਕਰਨ ਲਈ ਤਾਂ ਬਲਕਿ ਪੇਰੈਂਟਸ ਨੂੰ ਟੀਚਰ ਦਾ ਸਹਿਯੋਗ ਕਰਨਾ ਚਾਹੀਦਾ ਵੀ ਇਹ ਤੁਹਾਡੇ ਬੱਚੇ ਨੇ ਸਰ ਜੀ, ਤੁਸੀਂ ਇਹਨਾਂ ਦਾ ਦੇਖਣਾ ਮਾੜਾ ਚੰਗਾ। ਸਾਨੂੰ ਪਤਾ ਜੇ ਤੁਸੀਂ ਡਾਂਟੋਗੇ ਵੀ ਤਾਂ ਕਿਸੇ ਗਲਤ ਚੀਜ਼ ਲਈ ਡਾਂਟੋਗੇ, ਠੀਕ ਆ, ਨਹੀਂ ਅਤੇ ਜੇ ਨਹੀਂ ਤੁਸੀਂ ਇਹਨਾਂ ਦਾ ਲੁੱਕ ਆਫਟਰ ਕਰੋਗੇ ਜਾਂ ਅਸੀਂ ਇਹਦੀ ਸਪੋਰਟ ਕਰਾਂਗੇ ਜ਼ਰੂਰਤ ਤੋਂ ਜ਼ਿਆਦਾ, ਤਾਂ ਕਿਤੇ ਨਾ ਕਿਤੇ ਨੁਕਸਾਨ ਪੇਰੈਂਟਸ ਦਾ ਘੱਟੋ ਬੱਚੇ ਦਾ ਬਹੁਤ ਜ਼ਿਆਦਾ ਹੋਊਗਾ।
ਕਿਉਂਕਿ ਬੱਚੇ ਨੇ ਅੱਗੇ ਜਾ ਕੇ ਪੇਰੈਂਟਸ ਲਈ ਵੀ ਸਹਾਰਾ ਬਣਨਾ ਆ, ਸਮਾਜ ਲਈ ਵੀ ਬਣਨਾ, ਪਰਿਵਾਰ ਲਈ ਵੀ ਬਣਨਾ, ਦੇਸ਼ ਲਈ ਵੀ ਬਣਨਾ। ਠੀਕ ਆ ਨਹੀਂ, ਉਹ ਇੱਕ ਇਹੋ ਜਿਹਾ ਲਾਸ ਆ ਜਿਹਨੂੰ ਪੂਰਾ ਹੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੇਰਾ ਤਾਂ ਸਾਰੇ ਪੇਰੈਂਟਸ ਨੂੰ ਇਹੀ ਸੁਝਾਅ ਆ ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਘੱਟ, ਬਹੁਤ ਲਾਈਟਲੀ ਤਰੀਕੇ ਨਾਲ ਜੇ ਕਿਸੇ ਨੂੰ ਪਨਿਸ਼ਮੈਂਟ ਦੇਣੀ ਵੀ ਪਵੇ ਤਾਂ ਟੀਚਰ ਦਿੰਦੇ ਨੇ, ਲੇਕਿਨ ਕਈ ਵਾਰ ਪੇਰੈਂਟਸ ਉਹ 'ਤੇ ਵੀ ਓਵਰ ਰਿਐਕਟ ਕਰਦੇ ਨੇ। ਦੈਟ ਇਜ਼ ਦਾ ਪ੍ਰੋਬਲਮ। ਸਹੀ ਗੱਲ ਹੈ, ਕਿਉਂਕਿ ਤੁਸੀਂ ਬੱਚੇ ਨੂੰ ਕੌਨਫੀਡੈਂਸ ਦੇ ਰਹੇ ਨਾ ਕਿ ਕੱਲ੍ਹ ਨੂੰ, ਅੱਜ ਦਾ ਚੱਲ ਤੈਨੂੰ ਪੈ ਗਈ, ਮੈਂ ਅੱਜ ਟੀਚਰ ਨਾਲ ਜਾ ਕੇ ਗੱਲ ਕਰਦਾ ਕਿ ਤੈਨੂੰ ਕਿਉਂ ਕੁੱਟ ਪਈ। ਹਾਂਜੀ, ਜੇ ਕੱਲ੍ਹ ਨੂੰ ਪਊਗੀ ਤੇ ਬੱਚਾ ਸੋਚੂਗਾ ਵੀ ਮੇਰੇ ਪੇਰੈਂਟਸ ਹੈਗੇ ਆ। ਕੱਲ੍ਹ ਇੱਕ ਵਾਰੀ ਹੋ ਗਿਆ, ਅਗਲੇ ਦਿਨ ਬੱਚਾ ਟੀਚਰ ਦਾ ਹੱਥ ਵੀ ਫੜ ਸਕਦਾ। ਯੂ ਨੋ ਕੌਨਫੀਡੈਂਸ ਜਿਹੜਾ ਬਿਲਡ ਅਪ ਹੁੰਦਾ ਜਾਂਦਾ ਹੌਲੀ ਹੌਲੀ, ਵੀ ਮੇਰੇ ਲਈ ਪੜ੍ਹਨਾ ਇੰਪੋਰਟੈਂਟ ਕਿਉਂ, ਮੇਰੇ ਲਈ ਪੜ੍ਹਨ ਦੀ ਕੀ ਲੋੜ ਹੈ ਜਦੋਂ ਮੈਨੂੰ ਕੋਟੀ ਨਹੀਂ ਪੈਣੀ, ਜਦੋਂ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ, ਕੋਈ ਦੱਸਣ ਅਕਾਊਂਟੇਬਲ ਹੀ ਨਹੀਂ ਰੱਖਣਾ ਕਿਸੇ ਨੂੰ। ਹਾਂਜੀ ਕਰ ਹੀ ਨਹੀਂ ਸਕਦਾ ਕੁਛ। ਸੋ ਇਹ ਵੀ ਮੇਰੇ ਹਿਸਾਬ ਨਾਲ ਮੈਂਟਲੀ ਜਿੱਦਾਂ ਕਹਿ ਲਓ ਕਿ ਉਹ ਚੇਂਜ ਹੋ ਜਾਂਦਾ ਫਿਰ ਉਹਦਾ। ਔਰ ਦੇਖੋ ਅਸੀਂ ਪਿਛੋਕੜ ਤੋਂ ਬਹੁਤ ਕੁਝ ਸਿੱਖਦੇ ਹਾਂ ਕਿਉਂਕਿ ਐਕਸਪੀਰੀਅੰਸ 'ਤੇ ਬੰਦਾ ਬਿਹਤਰ ਜਵਾਬ ਦੇ ਸਕਦਾ। ਕਮਾਲ ਦੀ ਗੱਲ ਇਹ ਆ ਵੀ ਜਿਹੜੇ ਪੇਰੈਂਟਸ, ਜਿਹੜੇ ਮਾਪੇ ਮੇਰੇ ਕੋਲ ਆਉਂਦੇ ਸੀ ਵੀ ਸਾਰੇ ਤੁਹਾਡਾ ਬੱਚਾ ਆ, ਤੁਸੀਂ ਦੇਖਣਾ, ਅਸੀਂ ਤੁਹਾਡੇ ਕੋਲ ਕੋਈ ਕੰਪਲੇਂਟ ਕਰਨ ਨਹੀਂ ਆਉਣਾ। ਔਰ ਕਮਾਲ ਦੀ ਗੱਲ ਇਹ ਆ ਵੀ ਉਹੀ ਬੱਚੇ ਬਹੁਤ ਹੀ ਵਧੀਆ ਪੋਜੀਸ਼ਨ 'ਤੇ ਨੇ। ਜੇ ਕਿਸੇ ਨਾ ਕਿਸੇ ਨੇ, ਪੇਰੈਂਟਸ ਨੇ ਕਿਸੇ ਬੱਚੇ ਦੀ ਕੋਸ਼ਿਸ਼ ਕੀਤੀ ਆ ਜ਼ਰੂਰਤ ਤੋਂ ਵੱਧ ਕੇ ਹਾਂਜੀ ਉਹਦੀ ਸਾਈਡ ਲੈਣ ਦੀ, ਤਾਂ ਉਹ ਬੱਚੇ ਕੁਝ ਕਰ ਨਹੀਂ ਪਾਏ ਮੇਰੇ ਅਨੁਸਾਰ। ਮੇਰੇ ਕੋਲ ਉਹਦੇ ਸਬੂਤ ਨੇ। ਹਾਂਜੀ ਹਾਂਜੀ ਹਾਂਜੀ, ਠੀਕ ਆ। ਨਹੀਂ ਉਹ ਤਾਂ ਗੱਲ ਹੈ, ਜਿੱਦਾਂ ਤੁਸੀਂ ਕਿਹਾ ਕਿ ਸਮਾਜ ਲਈ ਵੀ ਇੱਕ ਬੱਚਾ ਜਿਹੜਾ ਵਾ ਉਹ ਸਹਾਇਕ ਹੁੰਦਾ ਅੱਗੇ ਜਾ ਕੇ। ਸੋ ਤਾਂ ਕਰਕੇ ਉਹ ਵੀ ਬੱਚੇ ਦੀ ਜਿਹੜੀ ਪਰਵਰਿਸ਼ ਜਾਂ ਐਜੂਕੇਸ਼ਨ ਉਹ ਬੜੀ ਇੱਕ ਇੰਪੋਰਟੈਂਟ ਚੀਜ਼ ਆ। ਮੈਂ ਕਈ ਵਾਰੀ ਇੱਦਾਂ ਵੀ ਸੋਚਦਾ ਕਿ ਸਮਾਜ ਦੇ ਵਿੱਚ ਕਈ ਚੀਜ਼ਾਂ ਸਹੀ ਵੀ ਹੁੰਦੀਆਂ ਜਾਂ ਗਲਤ ਵੀ ਹੁੰਦੀਆਂ। ਕਈ ਵਾਰੀ ਸਰਕਾਰ ਵੀ ਗਲਤ ਚੀਜ਼ਾਂ ਲੈ ਕੇ ਆਉਂਦੀ ਹੈ, ਜਿਨ੍ਹਾਂ ਦਾ ਇੱਕ ਹੰਡੇ ਹੋਏ ਇਨਸਾਨ ਨੂੰ ਹੀ ਪਤਾ ਲੱਗਦਾ ਕਿ ਇਹ ਚੀਜ਼ ਗਲਤ ਹੈ, ਜਾਂ ਕੋਈ ਟੈਕਨੋਲੋਜੀ ਆ ਰਹੀ ਹੈ ਉਹ ਮੈਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਤੁਸੀਂ ਲਾਈਫ 'ਚ ਸਹੀ ਤਰੀਕੇ ਨਾਲ ਪੜ੍ਹੇ ਨਹੀਂ ਹੈ, ਜਾਂ ਤੁਸੀਂ ਸ਼ੁਰੂ ਤੋਂ ਹੀ ਫੋਨ ਵੇਖਦੇ ਆ ਰਹੇ, ਜਾਂ ਤੁਸੀਂ ਸ਼ੁਰੂ ਤੋਂ ਹੀ ਟੈਕਨੋਲੋਜੀ ਨਾਲ ਆ ਰਹੇ, ਤੁਸੀਂ ਉਹ ਚੀਜ਼ਾਂ ਜਿਹੜੀਆਂ ਆ ਰਹੀਆਂ ਤੁਹਾਡੀ ਲਾਈਫ 'ਚ ਆ ਰਹੀਆਂ, ਜਿਹੜੀਆਂ ਤੁਹਾਨੂੰ ਸਾਰੀ ਲਾਈਫ 'ਚ ਕਹਿ ਲਓ ਕਿ ਚੇਂਜ ਕਰ ਦੇਣਗੀਆਂ ਜਾਂ ਤੁਹਾਨੂੰ ਸਾਰੀ ਲਾਈਫ 'ਚ ਕੰਟਰੋਲ ਕਰ ਸਕਣਗੀਆਂ, ਤੁਸੀਂ ਉਹਨਾਂ ਨੂੰ ਕਦੇ ਪਛਾਣ ਹੀ ਨਹੀਂ ਸਕਦੇ। ਮਤਲਬ ਉਹਨਾਂ ਨੂੰ ਤੁਸੀਂ ਕਦੇ ਦੇਖ ਨਹੀਂ ਸਕਦੇ ਕਿ ਨਹੀਂ ਇਹ ਮੇਰੇ ਲਈ ਗਲਤ ਹੈ ਜਾਂ ਇਹ ਮੇਰੇ ਲਈ ਸਹੀ ਹੈ, ਕਿਉਂਕਿ ਹਮੇਸ਼ਾ ਹੀ ਤੁਸੀਂ ਕਿਸੇ ਦੀ ਗੱਲ ਨਹੀਂ ਸੁਣੀ, ਤੁਹਾਡਾ ਮਾਈਂਡ ਵੀ ਨਹੀਂ ਉੱਦਾਂ ਡਿਵੈਲਪ ਹੋਇਆ। ਸੋ ਮਤਲਬ ਕਹਿ ਸਕਦੇ ਜਿਸ ਤਰ੍ਹਾਂ ਤੁਸੀਂ ਇੱਕ ਰੋਬੋਟਸ ਦੀ ਜਨਰੇਸ਼ਨ ਬਣਾ ਰਹੇ ਹੋ, ਉਹਨੂੰ ਟੈਕਨੋਲੋਜੀ ਦੇ ਕੇ, ਸ਼ੁਰੂ ਤੋਂ ਬੱਚੇ ਨੂੰ ਦੇ ਕੇ ਆਪਾਂ ਹੁਣ ਹੌਲੀ ਹੌਲੀ ਟੈਕਨੋਲੋਜੀ ਵੱਲ ਚੱਲ ਜਾਈਏ ਕਿ ਜਿੱਦਾਂ ਹੁਣ ਫੋਨ ਆ ਗਏ ਜਾਂ ਇੱਦਾਂ ਇਹ ਚੀਜ਼ ਹੋ ਗਿਆ। ਸੋ ਸਹੀ ਗਲਤ ਦੀ ਪਛਾਣ ਹੋਣੀ ਵੀ ਬੜੀ ਔਖੀ ਹੋ ਜਾਂਦੀ ਜਦੋਂ ਸਾਡਾ ਮਾਈਂਡ ਡਿਵੈਲਪ ਨਹੀਂ ਹੋਇਆ। ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਕਿਉਂਕਿ ਬੱਚਾ, ਜੋ ਮੇਰਾ ਆਪਣਾ ਤਜਰਬਾ ਦੱਸਦਾ ਹੈ ਕਿ ਜਦੋਂ ਟੈਕਨੋਲੋਜੀ ਹੈ ਉਹਦੇ ਦੋ ਪੱਖ ਨੇ। ਹਾਂਜੀ, ਠੀਕ ਆ ਨਹੀਂ, ਉਹ ਇੱਕ ਇਸ ਤਰ੍ਹਾਂ ਦਾ ਇਹ ਕਹਿ ਲਓ ਨਾਈਫ ਆ, ਚਾਕੂ ਆ। ਠੀਕ ਆ ਨਹੀਂ, ਵੀ ਤੁਸੀਂ ਚਾਹੋ ਤਾਂ ਉਹਦੇ ਨਾਲ ਸਬਜ਼ੀ ਕੱਟ ਲਓ, ਚਾਹੋ ਆਪਾਂ ਗਲ ਕੱਟ ਲਓ। ਠੀਕ ਆ ਨਹੀਂ, ਸਵਾਲ ਇਹ ਨਹੀਂ ਵੀ ਮਤਲਬ ਕਿ ਚਾਕੂ ਦਾ ਕੰਮ ਤਾਂ ਕੱਟਣਾ, ਬਿਲਕੁਲ ਸਵਾਲ ਇਹ ਆ ਵੀ ਉਹ ਕਿਹੜੇ ਹੱਥ ਦੇ ਵਿੱਚ ਆ। ਠੀਕ ਆ ਨਹੀਂ, ਯੂਜ਼ ਕਰਨ ਵਾਲਾ ਕੌਣ ਆ। ਹਾਂਜੀ, ਠੀਕ ਆ ਨਹੀਂ, ਹੁਣ ਜਦੋਂ ਬੱਚੇ ਨੂੰ ਪਤਾ ਹੀ ਨਹੀਂ, ਅੱਜ ਕੱਲ੍ਹ ਕੀ ਕਰਦੇ ਆ ਅਸੀਂ, ਜੇ ਬੱਚਾ ਰੋਂਦਾ ਆ ਜਾਂ ਬੱਚਾ ਤੁਹਾਨੂੰ ਡਿਸਟਰਬ ਕਰਦਾ, ਅਸੀਂ ਉਹਨੂੰ ਫੋਨ ਫੜਾ ਦਿੰਦੇ ਆ। ਮੈਂ ਦੇਖਿਆ ਛੋਟੇ ਬੱਚਿਆਂ ਨੂੰ ਖਹਿੜਾ ਛਡਾਉਣ ਲਈ ਅਸੀਂ ਫੋਨ ਫੜਾ ਦਿੰਦੇ ਆ, ਬਈ ਖੇਡੀ ਜਾਊਗਾ ਹੈ ਨਾ ਬੱਚਾ। ਤੇ ਪਹਿਲਾਂ ਤਾਂ 1-2 ਵਾਰ ਤਾਂ ਤੁਸੀਂ ਖਹਿੜਾ ਛਡਾਉਂਦੇ ਹੋ। ਠੀਕ ਆ ਨਹੀਂ, ਫਿਰ ਤੁਹਾਡੇ ਲਈ ਉਹ ਫੋਨ ਦਾ ਉਹ ਤੋਂ ਖਹਿੜਾ ਛਡਾਉਣਾ ਔਖਾ ਹੋ ਜਾਂਦਾ। ਫਿਰ ਜੇ ਤੁਸੀਂ ਕਹਿੰਦੇ ਹੋ ਫੜਾ, ਇੱਧਰ ਰੋਂਦਾ, ਉਹ ਜਿੱਦ ਕਰਦਾ ਆ। ਠੀਕ ਆ ਨਹੀਂ, ਤੇ ਕਿਤੇ ਨਾ ਕਿਤੇ ਤੁਸੀਂ ਮੈਨੂੰ ਦੱਸੋ ਉਹਦੇ 'ਚ ਜ਼ਿੰਮੇਵਾਰ ਕੌਣ ਆ? ਕੀ ਉਹ ਬੱਚਾ ਜ਼ਿੰਮੇਵਾਰ ਆ ਜਾਂ ਮਾਂ ਪਿਓ ਜ਼ਿੰਮੇਵਾਰ ਨੇ? ਓਬਵੀਅਸਲੀ ਮਾਂ ਪਿਓ, ਕਿਉਂਕਿ ਬੱਚੇ ਨੂੰ ਤਾਂ ਪਤਾ ਨਹੀਂ ਉਹਦੇ ਲਈ ਸਹੀ ਕੀ ਹੈ ਜਾਂ ਗਲਤ। ਪਰ ਇਹਦੇ ਨਾਲੋਂ ਵੱਡਾ ਜ਼ਿੰਮੇਵਾਰ ਵੀ ਮੇਰੇ ਹਿਸਾਬ ਨਾਲ, ਜਿਵੇਂ ਹੁਣ ਮੰਨ ਲਓ ਮੈਂ ਬਿਜ਼ਨਸ ਸ਼ੁਰੂ ਕਰਨ ਲੱਗਿਆ, ਮਾਰਕ ਜ਼ਕਰਬਰਗ ਨੇ ਮੰਨ ਲਓ ਇਨਵੈਂਟ ਕਰੀ ਆ ਫੇਸਬੁੱਕ, ਜਾਂ ਬਿਲ ਗੇਟਸ ਹੋ ਗਿਆ, ਮੇ ਬੀ ਤੁਹਾਡੇ ਹਿਸਾਬ ਨਾਲ ਉਹ ਵੀ ਹੋ ਸਕਦੇ ਨੇ ਇਹਦੇ ਗੁਨੇਗਾਰ, ਜਿਨ੍ਹਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਨੇ। ਉਹਨਾਂ ਨੇ ਮੇ ਬੀ ਬਿਜ਼ਨਸ ਪਰਸਪੈਕਟਿਵ ਦੇ ਹਿਸਾਬ ਨਾਲ ਕੀਤੀਆਂ ਨੇ, ਵੀ ਨਵੀਂ ਚੀਜ਼ ਇਨਵੈਂਟ ਕਰਦੇ ਆ, ਨਾ ਉਹਦੇ ਨਾਲ ਕੋਈ ਮੈਨੂਅਲ ਪ੍ਰੋਵਾਈਡ ਕਰਿਆ ਵੀ ਹਾਂ ਇਹ ਕਿੰਨੇ ਕਿਹੜੇ ਹਿਸਾਬ ਨਾਲ ਯੂਜ਼ ਕਰਨੀ ਚਾਹੀਦੀ ਆ, ਕੀ ਇਹਦੇ ਨੈਗੇਟਿਵ ਇਫੈਕਟ ਨੇ। ਤੁਹਾਨੂੰ ਲੱਗਦਾ ਇਹ ਚੀਜ਼ ਵੀ ਉਹ ਵੀ ਗੁਨੇਗਾਰ? ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਅਸਲ 'ਚ ਜਦੋਂ ਤੋਂ ਸਭ ਤੋਂ ਪਹਿਲਾਂ ਤਾਂ ਇੰਡਸਟਰੀ ਰੈਵੋਲੂਸ਼ਨ ਸ਼ੁਰੂ ਹੋਈ ਹੈ ਨਾ,
ਜਦੋਂ ਪਹਿਲਾਂ ਮੈਨੂਅਲ ਹੈਂਡਲਿੰਗ ਤੇ ਕੰਮ ਚੱਲਦਾ ਸੀ, ਸਾਡੀ ਖੇਤੀਬਾੜੀ ਚੱਲਦੀ ਸੀ, ਸਾਡੇ ਸਾਰੇ ਰੋਜ਼ਮਰਰਾ ਦੇ ਕੰਮ ਸਾਡੇ ਮੈਨੂਅਲ ਹੈਂਡਲਿੰਗ ਵਾਲੇ ਸੀਗੇ, ਹੈ ਨਾ। ਅਤੇ ਹੌਲੀ ਹੌਲੀ ਜਦੋਂ ਮਤਲਬ ਕਿ ਇਹ ਇੰਡਸਟਰੀ ਵੱਲ ਨੂੰ ਅਸੀਂ ਆਏ, ਠੀਕ ਆ ਨਹੀਂ। ਇੱਕ ਕਿੱਸਾ ਛੋਟਾ ਜਿਹਾ ਕਿ ਇੱਕ ਕਿਸਾਨ ਆ ਜਿਹੜਾ ਉਹ ਆਪਣੇ ਬੇਟੇ ਨਾਲ ਖੇਤ 'ਚ ਕੰਮ ਕਰ ਰਿਹਾ, ਅਤੇ ਉਹ ਖੇਤ 'ਚ ਕੰਮ ਕਰ ਰਿਹਾ, ਉਹਨੇ ਆਪਣੇ ਬੇਟੇ ਨੂੰ ਨਾ ਮਤਲਬ ਕਿ ਹਲਟਾਂ ਹੁੰਦੀਆਂ ਸੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ, ਹੈ ਨਾ, ਉਹਨਾਂ ਨੂੰ ਇੱਦਾਂ ਚਲਾਉਣਾ ਪੈਂਦਾ ਸੀ ਤਾਂ ਪਾਣੀ ਨਿਕਲਦਾ ਸੀਗਾ, ਠੀਕ ਹੈ। ਉਹਨੇ ਆਪਣੇ ਬੇਟੇ ਨੂੰ ਹੀ ਲਾਇਆ ਹੋਇਆ ਸੀਗਾ ਵੀ ਜਿਹੜੇ ਡੰਗਰ ਨੇ ਇਸ ਟਾਈਮ ਆਰਾਮ ਕਰ ਰਹੇ ਨੇ, ਪਰ ਆਪਾਂ ਪਾਣੀ ਲਾਉਣਾ, ਤੂੰ ਗੇੜਾ ਦੇ ਇਹਨੂੰ, ਹੈ ਨਾ। ਅਤੇ ਉਹ ਇੱਦਾਂ ਦਾ ਬੱਚਾ ਇੱਦਾਂ ਘੁਮਾ ਰਿਹਾ ਸੀ ਉਹਨੂੰ, ਅਤੇ ਉੱਥੇ ਇੱਕ ਪੜ੍ਹਿਆ ਲਿਖਿਆ ਬੰਦਾ ਆਇਆ ਅਤੇ ਉਹ ਆ ਕੇ ਕਹਿੰਦਾ, ਕਮਾਲ ਦਾ ਬੰਦਾ ਯਾਰ ਤੂੰ, ਕਹਿੰਦਾ ਜੇ ਤੂੰ ਕਹਿੰਦਾ ਅਨਪੜ੍ਹ ਆ ਪਰ ਮਾੜਾ ਮੋਟਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਨੂੰ ਪੁੱਛ ਹੀ ਲਓ। ਕਹਿੰਦਾ ਹੁਣ ਤਾਂ ਟੈਕਨੋਲੋਜੀ ਇੰਨੀ ਆ ਗਈ, ਠੀਕ ਆ ਨਹੀਂ, ਵੀ ਇਹ ਮੁੰਡੇ ਤੋਂ ਕਿਉਂ ਕੰਮ ਕਰਾ ਰਿਹਾ ਤੂੰ, ਠੀਕ ਆ ਨਹੀਂ, ਹੁਣ ਤਾਂ ਮਸ਼ੀਨੀ ਯੁੱਗ ਆ ਗਿਆ, ਹੁਣ ਤਾਂ ਇਹ ਪਾਣੀ ਆਪਣੇ ਆਪ ਮੋਟਰਾਂ ਆ ਗਈਆਂ ਥੱਲਿਓ ਨਿਕਲਿਆ ਕਰੂਗਾ, ਠੀਕ ਆ ਨਹੀਂ, ਬਟਨ ਦਬਾਉਣਾ ਆ ਆਪਣੇ ਆਪ ਚੱਲ ਪੈਣੀ ਆ। ਅਤੇ ਉਹ ਕਿਸਾਨ ਨੇ ਬੜਾ ਅਜੀਬ ਜਿਹਾ ਜਵਾਬ ਦਿੱਤਾ, ਉਹ ਕਹਿੰਦਾ ਮੈਨੂੰ ਪਤਾ ਆ ਗਈਆਂ, ਮੈਂ ਪੜ੍ਹਿਆ ਵੀ ਆ ਸੁਣਿਆ ਵੀ ਆ, ਪਰ ਮੈਨੂੰ ਇੱਕ ਛੋਟੀ ਜਿਹੀ ਗੱਲ ਦਾ ਕਹਿੰਦਾ ਤੂੰ ਜਵਾਬ ਦੇ ਬਈ, ਮੋਟਰ ਤਾਂ ਚੱਲ ਜੂ ਆਪਣਾ ਕੰਮ ਕਰ ਲੂ, ਹੈ ਨਾ। ਆਹ ਜਿਹੜਾ ਮੁੰਡਾ ਆ ਇਹਨੇ ਸਵੇਰੇ ਰੋਟੀ ਖਾਧੀ, ਸ਼ਾਮ ਨੂੰ ਫੇਰ ਖਾਣੀ ਆ, ਰਾਤ ਨੂੰ ਫੇਰ ਖਾਣੀ ਆ, ਜਿਹੜੀ ਇਹਦੀ ਐਨਰਜੀ ਆ ਉਹਦਾ ਕੀ ਕਰੂੰ ਮੈਂ, ਕਿੱਥੇ ਲਾਉਣਾ। ਆਰਟੀਫਿਸ਼ਲ ਐਨਰਜੀ ਨਾਲ ਤਾਂ ਮੈਂ ਚਲਾ ਲੂੰ ਮੋਟਰ, ਹਾਂਜੀ, ਠੀਕ ਆ ਨਹੀਂ, ਜਿਹਨੂੰ ਆਪਾਂ ਇਲੈਕਟ੍ਰੀਸਿਟੀ ਪਾਵਰ ਕਹਿ ਦਿੰਦੇ ਹਾਂ, ਹੈ ਨਾ। ਹਾਂਜੀ, ਪਰ ਜਿਹੜੀ ਇਹਦੀ ਐਨਰਜੀ ਆ ਇਹਦਾ ਕੀ ਕਰੂੰ ਮੈਂ, ਜੇ ਇਹ ਯੂਜ਼ ਨਹੀਂ ਹੋਏ ਗਲਤ ਪਾਸੇ ਜਾਊ, ਬਿਲਕੁਲ, ਠੀਕ ਆ ਨਹੀਂ। ਇਹ ਜਿਹੜੀ ਉਹ ਇੱਕ ਅਨਪੜ੍ਹ ਕਿਸਾਨ ਦਾ ਇੱਕ ਸਵਾਲ ਸੀ ਇੰਡਸਟਰੀ ਵਾਲਿਆਂ ਲਈ। ਹੁਣ ਜਿੱਥੋਂ ਤੁਸੀਂ ਗੱਲ ਕੀਤੀ ਆ ਵੀ ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਹੈਗੇ ਨੇ ਜਿਹੜੇ ਇੱਥੇ ਤੱਕ ਲੈ ਕੇ ਆਏ ਨੇ ਸਾਨੂੰ, ਬਿਲਕੁਲ ਉਹ ਜ਼ਿੰਮੇਵਾਰ ਨੇ। ਕਾਰਨ ਇਹ ਆ ਵੀ ਜਦੋਂ ਇੰਡਸਟਰੀ ਯੁੱਗ ਆਇਆ, ਜਦੋਂ ਟੈਕਨੋਲੋਜੀ ਆਈ, ਉਦੋਂ ਜੋ ਵੀ ਕੋਈ ਇਨੋਵੇਸ਼ਨ ਕਰਨ ਵਾਲਾ ਸੀ ਜਾਂ ਕੋਈ ਵੀ ਸਾਇੰਸਦਾਨ ਸੀ ਜਾਂ ਕੋਈ ਵੀ ਬੰਦਾ ਕਿਸੇ ਵੀ ਚੀਜ਼ ਨੂੰ ਮਤਲਬ ਕਿ ਉਹ ਕਰਦਾ ਆ, ਖੋਜ ਕਰਦਾ, ਉਹਦੀ ਖੋਜ ਕਰਨ ਤੋਂ ਬਾਅਦ ਕੋਈ ਇਹੋ ਜਿਹੀ ਸੰਸਥਾ ਨਹੀਂ ਬਣਾਈ ਗਈ ਵੀ ਪਹਿਲਾਂ ਉਹਦਾ ਇਹ ਦੇਖੀਏ ਵੀ ਇਹ ਚੀਜ਼ ਤਿਆਰ ਹੋ ਗਈ, ਇਹਦੇ ਫਾਇਦੇ ਕੀ ਹੋਣਗੇ, ਨੁਕਸਾਨ ਕੀ ਹੋਣਗੇ। ਉਹ ਅਸੀਂ ਯੂਜ਼ ਕਰਨ ਤੋਂ ਬਾਅਦ ਸਮਾਜ ਦੇ ਵਿੱਚ ਪੂਰੀ ਦੁਨੀਆ ਵਿੱਚ ਲਿਆਉਣ ਤੋਂ ਬਾਅਦ ਅਸੀਂ ਇਹ ਗੱਲਾਂ ਸੋਚ ਰਹੇ ਹਾਂ, ਜਦ ਕਿ ਪਹਿਲਾਂ ਸੋਚਣੀਆਂ ਚਾਹੀਦੀਆਂ ਸੀਗੀਆਂ। ਸਹੀ ਗੱਲ ਆ, ਠੀਕ ਆ ਨਹੀਂ, ਟੂ ਲੇਟ ਹੋ ਗਿਆ, ਫਿਰ ਟੂ ਲੇਟ ਹੋ ਗਿਆ। ਅਸੀਂ ਆਧੁਨਿਕਤਾ ਦੇ ਖਿਲਾਫ ਨਹੀਂ, ਅਸੀਂ ਟੈਕਨੋਲੋਜੀ ਦੇ ਖਿਲਾਫ ਨਹੀਂ, ਠੀਕ ਆ ਨਹੀਂ, ਪਰ ਜੇ ਤੁਸੀਂ ਹੁਣ ਇਹ ਗੱਲ ਕਹਿੰਦੇ ਹੋ ਵੀ ਇਹਦਾ ਆਹ ਨੁਕਸਾਨ ਆ, ਇਹਦਾ ਆਹ ਨੁਕਸਾਨ ਆ, ਜਦੋਂ ਲੋਕਾਂ ਦੇ ਹੱਥਾਂ 'ਚ ਹੋ ਗਈ, ਲੋਕ ਅਡਿਕਟਡ ਹੋ ਗਏ, ਕੀ ਉਹਨਾਂ ਲੋਕਾਂ ਦਾ ਪਹਿਲਾਂ ਫਰਜ਼ ਨਹੀਂ ਬਣਦਾ ਸੀਗਾ ਵੀ ਲੋਕ ਆਮ ਜਨਤਾ ਦੇ ਵਿੱਚ ਕੋਈ ਵੀ ਚੀਜ਼ ਲੈ ਕੇ ਜਾਣੀ ਆ ਤਾਂ ਪਹਿਲਾਂ ਉਹਨੂੰ ਪਰਖਿਆ ਤਾਂ ਜਾਵੇ, ਇਹਦੇ ਕੀ ਫਾਇਦੇ ਹੋਣਗੇ, ਕੀ ਨੁਕਸਾਨ ਹੋਣਗੇ। ਸਹੀ ਗੱਲ ਆ, ਠੀਕ ਆ। ਪਰ ਹੁਣ ਜਦੋਂ ਟੂ ਲੇਟ ਹੋ ਗਿਆ, ਆਪਾਂ ਪੇਰੈਂਟਸ ਵਾਲੀ ਗੱਲ ਤੇ ਚੱਲ ਜਾਈਏ। ਜਦੋਂ ਸਾਨੂੰ ਪਤਾ ਕਿ ਇਟਸ ਟੂ ਲੇਟ, ਤਾਂ ਪੇਰੈਂਟਸ ਨੂੰ ਚਾਹੀਦਾ ਕਿ ਬੱਚੇ ਨੂੰ ਨਹੀਂ ਪਤਾ ਕਿ ਉਹਦਾ ਨੁਕਸਾਨ ਕੀ ਹੈ, ਤੁਸੀਂ ਬੱਚੇ ਨੂੰ ਜਦੋਂ ਫੜਾ ਦਿੰਦੇ, ਕਿਉਂਕਿ ਮੈਨੂੰ ਲੱਗਦਾ ਇੱਕ ਬੱਚਾ ਐਂਡ ਆਫ ਦਾ ਡੇ ਇਟਸ ਇਨਵੈਸਟਮੈਂਟ ਫॉर ਦ ਪੇਰੈਂਟਸ, ਕਿ ਉਹ ਕੱਲ੍ਹ ਨੂੰ ਕਿੱਦਾਂ ਤੁਹਾਨੂੰ ਸਾਂਭੂਗਾ ਅਤੇ ਕਿੰਨਾ ਤੁਹਾਨੂੰ ਪਿਆਰ ਕਰੂਗਾ। ਜੇ ਜਿਹਨੂੰ ਤੁਸੀਂ ਫੋਨ ਦੇ ਦਿੱਤਾ ਪਿਆਰ ਕਰਨ ਨੂੰ, ਜੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਅੱਜ ਉਹਨੂੰ ਪਿਆਰ ਕਰਨ ਨੂੰ, ਅਤੇ ਕੱਲ੍ਹ ਨੂੰ ਤੁਹਾਨੂੰ ਘਰੋਂ ਬਾਹਰ ਕੱਢੂਗਾ ਅਤੇ ਤੁਸੀਂ ਉਹਦੇ ਖੁਦ ਜ਼ਿੰਮੇਵਾਰ ਹੋ, ਨਾ ਕਿ ਉਹ ਬੱਚਾ, ਕਿਉਂਕਿ ਉਹ ਬੱਚੇ ਨਾਲ ਤੁਹਾਡੀ ਅਟੈਚਮੈਂਟ ਹੀ ਨਹੀਂ ਕਦੇ ਬਣੀ, ਹੈ ਨਾ। ਬਿਲਕੁਲ। ਦੇਖੋ, ਮੈਂ ਇਹ ਸੋਚਦਾ ਬਈ ਮੇਰਾ ਇਹ ਮੰਨਣਾ ਆ, ਹੋ ਸਕਦਾ ਲੋਕ ਮੇਰੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਤੁਹਾਡੀ ਸਭ ਤੋਂ ਵੱਡੀ ਪ੍ਰੋਪਰਟੀ ਤੁਹਾਡੇ ਬੱਚੇ ਨੇ, ਹੋਰ ਕੁਝ ਵੀ ਨਹੀਂ ਹੈਗਾ। ਹਾਂਜੀ, ਠੀਕ ਆ ਨਹੀਂ। ਤੁਹਾਡੀ ਫਸਟ ਪ੍ਰਾਇਓਰਟੀ ਇਹ ਹੋਣੀ ਚਾਹੀਦੀ, ਅਸੀਂ ਬੱਚਿਆਂ ਨੂੰ ਕਿੱਦਾਂ ਕਾਬਲ ਬਣਾਈਏ। ਬਾਕੀ ਚੀਜ਼ਾਂ ਤੁਹਾਡੀ ਲਿਸਟ ਦੇ ਵਿੱਚ ਬਹੁਤ ਪਿੱਛੇ ਹੋਣੀਆਂ ਚਾਹੀਦੀਆਂ ਨੇ। ਹਾਂਜੀ ਹਾਂਜੀ। ਮੈਂ ਆਪਣੀ ਗੱਲ ਕਰਾਂ, ਮੇਰੇ 2 ਬੇਟੀਆਂ ਨੇ। ਹਾਂਜੀ। ਬੜੀ ਬੇਟੀ ਮੇਰੀ ਈਅਰ 12 ਕੀਤਾ ਉਹਨੇ ਇੱਥੇ, 97.5% ਮਾਰਕਸ ਆਏ, ਸਾਇੰਸ ਸਬਜੈਕਟ ਸੀਗੇ ਉਹਦੇ। ਹਾਂਜੀ। ਸ਼ੀ ਇਜ਼ ਡੂਇੰਗ ਆਪਟੋਮੈਟਿਸਟ। ਅਤੇ ਛੋਟੀ ਬੇਟੀ ਹੈ ਜਿਹੜੀ, ਉਹਨੇ ਈਅਰ 12 ਪਾਸ ਕੀਤਾ, ਸ਼ੀ ਇਜ਼ ਡੂਇੰਗ ਸੌਫਟਵੇਅਰ ਇੰਜੀਨੀਅਰਿੰਗ। ਔਰ ਕਿਉਂਕਿ ਮੈਂ ਇੱਕ ਅਧਿਆਪਕ ਪੇਸ਼ੇ ਤੋਂ ਆਉਣਾ, ਮੇਰਾ ਐਜੂਕੇਸ਼ਨ ਨਾਲ ਸੰਬੰਧ ਰਿਹਾ, ਮੈਂ ਇੱਥੇ ਆ ਕੇ ਬਹੁਤ ਛੋਟਾ ਜਿਹਾ ਘਰ ਰੱਖਿਆ, ਹੁਣ ਵੀ ਮੇਰੇ ਕੋਲ ਛੋਟਾ ਜਿਹਾ ਘਰ ਆ। ਜਦੋਂ ਉਹ 10ਵੀਂ ਤੱਕ ਸੀ, ਮੈਂ ਘਰ 'ਚ TV ਨਹੀਂ ਲਿਆ, ਆਸਟ੍ਰੇਲੀਆ 'ਚ ਵੀ। ਵਾਹ। ਸਾਡੇ ਲਿਵਿੰਗ ਰੂਮ 'ਚ ਵੀ ਹੁੰਦਾ, ਥੀਏਟਰ ਰੂਮ 'ਚ ਵੀ ਹੁੰਦਾ, ਹੁਣ ਤੇ ਫਰੈਸਕੋ 'ਚ ਵੀ ਆ ਗਿਆ ਅਤੇ ਬੈਡਰੂਮ 'ਚ ਵੀ ਆ ਗਿਆ।
ਮਤਲਬ ਸਾਡੇ ਇਨ ਦਾ ਸੈਂਸ ਮਤਲਬ ਜਨਰਲੀ ਗੱਲ ਕਰ ਰਹੇ ਲੋਕ। ਹਾਂਜੀ ਦੱਸ। ਤੇ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਵੀ ਇਹ ਜਿਹੜਾ ਬੱਚਿਆਂ ਦਾ ਟਾਈਮ ਆ ਨਾ, ਇਹ ਅਗਰ ਕਿਸੇ ਗਲਤ ਪਾਸੇ ਇਨਵੈਸਟ ਹੋ ਗਿਆ, ਠੀਕ ਆ ਨਹੀਂ, ਤਾਂ ਜਿਹੜੀ ਰੈਸਟ ਆਫ ਦਾ ਲਾਈਫ ਆ ਇਹਨਾਂ ਲਈ ਵੀ ਔਖੀ ਹੋ ਜਾਣੀ ਆ ਤੇ ਸਾਨੂੰ ਡਾਈਜੈਸਟ ਕਰਨਾ ਔਖਾ ਹੋ ਜਾਣਾ। ਹਾਂਜੀ ਠੀਕ ਆ ਨਹੀਂ। ਆਈਫੋਨ ਨੇ ਜਿਹੜੇ, ਹਾਂਜੀ, ਜਦੋਂ ਉਹ ਈਅਰ 11 ਚ ਹੋਏ ਹਾਂਜੀ, ਉਦੋਂ ਲੈ ਕੇ ਦਿੱਤੇ ਦੋਨਾਂ ਨੂੰ। ਹਾਂਜੀ, ਉਸ ਤੋਂ ਪਹਿਲਾਂ ਉਹਨਾਂ ਨੂੰ ਫੋਨ ਲੈ ਕੇ ਹੀ ਨਹੀਂ ਦਿੱਤਾ। ਸੋ ਇਸ ਕਰਕੇ ਨਹੀਂ ਵੀ ਮੈਂ ਉਹਨਾਂ ਨੂੰ ਪਿਆਰ ਨਹੀਂ ਕਰਦਾ, ਠੀਕ ਆ ਨਹੀਂ, ਜਾਂ ਮੈਂ ਅਫੋਰਡ ਨਹੀਂ ਕਰ ਸਕਦਾ ਸੀ, ਠੀਕ ਆ ਨਹੀਂ, ਮੈਂ ਇਸ ਕਰਕੇ ਕਿਉਂਕਿ ਮੈਨੂੰ ਪਤਾ ਆ ਵੀ ਤੁਹਾਡੇ ਕੋਲ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਇਹ ਆ ਵੀ ਤੁਸੀਂ ਉਹਨੂੰ ਕਿਵੇਂ ਯੂਟਿਲਾਈਜ਼ ਕਰਦੇ ਹੋ। ਬੱਚੇ 'ਚ ਇਹ ਕਾਬਲੀਅਤ ਨਹੀਂ ਹੁੰਦੀ ਕਿ ਉਹ ਸਹੀ ਔਰ ਗਲਤ ਦਾ ਸੋਚ ਸਕੇ ਜਾਂ ਫੈਸਲਾ ਲੈ ਸਕੇ। ਉਹਦੇ ਕੋਲ ਜੇ ਤੁਸੀਂ ਚੀਜ਼ਾਂ ਪ੍ਰੈਜ਼ੈਂਟ ਕਰਤੀਆਂ, ਠੀਕ ਆ ਨਹੀਂ, ਤਾਂ ਉਹਨੇ ਮਤਲਬ ਕਿ ਉਹ ਚੀਜ਼ਾਂ ਵੱਲ ਨੂੰ ਝੁਕਾਓ ਉਹਦਾ ਜ਼ਿਆਦਾ ਰਹਿਣਾ ਆ, ਜਿਹੜੇ ਐਂਟਰਟੇਨਮੈਂਟ ਨਾਲ ਸੰਬੰਧਿਤ ਨੇ ਜਾਂ ਈਜ਼ੀ ਗੈਟ ਕੀਤੀਆਂ ਜਾ ਸਕਦੀਆਂ ਨੇ, ਠੀਕ ਆ ਨਹੀਂ। ਤੇ ਮਾਂ ਪਿਓ ਦੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਪਹਿਲਾਂ ਤਾਂ ਸਾਨੂੰ ਆਪਣੇ ਆਪ ਹੀ ਰੋਲ ਮਾਡਲ ਬਣਨਾ ਪੈਂਦਾ ਜੀ, ਬਿਲਕੁਲ, ਫਿਰ ਹੀ ਐਕਸਪੈਕਟ ਕਰ ਸਕਦੇ ਹਾਂ ਵੀ ਅਸੀਂ ਬੱਚੇ ਸਾਡੇ ਵਧੀਆ ਹੋਣ। ਕਿਉਂਕਿ ਬੱਚੇ ਵਿਜ਼ੂਅਲੀ ਵੀ ਸਿੱਖਦੇ ਨਾ, ਜੋ ਚੱਲਦਾ, ਜੋ ਕਰੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਚੱਲਦਾ, ਕਿਉਂਕਿ ਉਹਨੂੰ ਸਹੀ ਸਮਝਦੇ। ਜੇ ਉਹ ਗਲਤ ਚੱਲਦਾ ਫਿਰ ਉਹ ਗਲਤ ਨੂੰ ਵੀ ਅਡੋਪਟ ਕਰਦੇ ਕਿ ਇਹੋ ਹੀ ਨਾਰਮਲੀ ਦੁਨੀਆ ਉਹਨਾਂ ਦੀ, ਘਰ ਹੀ ਦੁਨੀਆ। ਬਿਲਕੁਲ ਬਿਲਕੁਲ ਬਿਲਕੁਲ। ਸਕੂਲ ਔਰ ਘਰ ਦਾ ਮਾਹੌਲ, ਹਾਂਜੀ, ਇਹ ਦੋਨਾਂ ਚੀਜ਼ਾਂ 'ਚ ਤਾਂ ਉਹਦਾ ਪੂਰਾ ਦਿਨ ਨਿਕਲਦਾ ਆ। ਹਾਂਜੀ, ਹਾਂਜੀ, ਜਾਂ ਤਾਂ ਉਹ ਸਕੂਲ ਦੇ ਵਿੱਚ ਸਮਾਂ ਬਤੀਤ ਕਰਦਾ ਜਾਂ ਉਹ ਘਰ ਕਰਦਾ ਆ, ਹਾਂਜੀ, ਠੀਕ ਹੈ ਨੇ। ਉਹਨੂੰ ਦੋਨੇ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਹਾਂਜੀ, ਸਕੂਲ ਦੇ ਵਿੱਚ ਅਧਿਆਪਕ, ਟੀਚਰਸ ਤੇ ਸਕੂਲ ਦਾ ਡਿਸਪਲਿਨ ਕਿੱਦਾਂ ਦਾ ਆ। ਘਰ ਦੇ ਵਿੱਚ ਜਦੋਂ ਆਉਂਦਾ, ਘਰ 'ਚ ਮਾਪਿਆਂ ਦਾ ਡਿਸਪਲਿਨ ਕਿੱਦਾਂ ਦਾ, ਹਾਂਜੀ, ਠੀਕ ਹੈ ਨੇ। ਮਾਪਿਆਂ ਦਾ ਬੱਚਿਆਂ ਨਾਲ ਕਿੱਡਾ ਕੁ ਜੜਾਓ ਆ, ਕਿੰਨਾ ਉਹਨਾਂ ਨਾਲ ਬੈਠਦੇ ਨੇ, ਗੱਲਬਾਤ ਕਰਦੇ ਨੇ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਪਰ ਕਈ ਮਾਤਾ ਪਿਤਾ ਇਹਨਾਂ ਲਈ ਬਹੁਤ ਸੀਰੀਅਸ ਹੁੰਦੇ ਨੇ। ਨੋ ਡਾਊਟ ਉਹਨਾਂ ਦੇ ਬੱਚੇ ਵੀ ਕਿਤੇ ਨਾ ਕਿਤੇ, ਤੁਸੀਂ ਜਦੋਂ ਬੱਚੇ ਨੂੰ ਮਿਲਦੇ ਹੋ ਨਾ, ਤੁਹਾਨੂੰ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਪੁੱਛਣ ਦੀ ਵੀ ਤੁਹਾਡੇ ਮਾਤਾ ਪਿਤਾ, ਤੁਸੀਂ ਆਪੇ ਅੰਦਾਜ਼ਾ ਲਾ ਲਓਗੇ ਵੀ ਉਹ ਕਿੱਦਾਂ ਦੇ। ਹਾਂਜੀ, ਠੀਕ ਹੈ ਨਹੀਂ। ਆਪਾਂ ਉਦੋਂ ਪਹਿਲਾਂ ਅੱਗੇ ਗੱਲ ਸ਼ੁਰੂ ਕਰੀਏ, ਮੈਂ ਬਹੁਤ ਔਖੀ ਲਾਈ ਸੀ ਟਰਾਲੀ ਬੈਕ ਕਰਕੇ। ਇਹਦੇ ਵੱਲ ਵੀ ਥੋੜਾ ਧਿਆਨ ਦਿਓ ਕਿ ਮੂੰਗਫਲੀ ਜ਼ਰੂਰ ਖਾਓ, ਟਰਾਈ ਕਰੋ। ਠੀਕ ਹੈ ਜੀ, ਇਹਦੇ ਲਈ ਲਾਈ ਸੀ ਆਪਾਂ ਟਰਾਲੀ ਬੈਕ ਇੱਥੇ। ਓਕੇ ਓਕੇ। ਤੇ ਪਾਣੀ ਪੀਓ। ਇਹ ਮੈਨੂੰ ਲੱਗਦਾ ਮੈਂ ਹੀ ਖਾਂਦਾ, ਹੋਰ ਕੋਈ ਖਾਂਦਾ ਨਹੀਂ, ਅਸੀਂ ਵੀ ਖਾ ਮੈਂ ਦਿੰਦੇ ਹਾਂ, ਕੋਈ ਨਹੀਂ, ਯੋਗਦਾਨ ਅਸੀਂ ਵੀ ਕਰਦੇ ਹਾਂ। ਹਾਂਜੀ, ਪਲੀਜ਼ ਕਰੋ। ਮੈਂ ਜਦੋਂ ਸ਼ੁਰੂ ਹੋਣ ਲੱਗਦੇ ਬੈਂਡ ਦੇ ਸੀਨ, ਮੈਂ ਤਾਂ 4-5 ਦਿਨ ਮੈਂ ਪਹਿਲਾਂ ਖਾ ਲੈਂਦਾ। ਹਾਂਜੀ, ਤੇ ਨਹੀਂ ਤੁਹਾਡੀ ਤਾਂ ਇਹ ਖੁਰਾਕ ਆ, ਮੇਰੀ ਤਾਂ ਖੁਰਾਕ ਆ ਭਾਜੀ। ਅੱਛਾ, ਆਪਾਂ ਵਾਪਸ ਆਈਏ ਗੱਲ ਤੇ। ਇਹ ਗਰੀਬ ਦੇ ਬਦਾਮ ਨੇ ਜੀ, ਸਹੀ ਗੱਲ ਹੈ, ਗਰੀਬ ਦੇ ਬਦਾਮ ਨੇ ਗੱਲ। ਪ੍ਰੋਟੀਨ ਵੀ ਹੈਗਾ, ਫੈਟ ਵੀ ਹੈਗੀ ਆ, ਸਭ ਕੁਝ ਹੈ ਜੀ, ਸਭ ਕੁਝ ਹੈਗਾ। ਸਹੀ ਗੱਲ ਆ। ਇਹ ਆਪਾਂ ਗੱਲ ਤੇ ਵਾਪਸ ਆਉਣ ਲੱਗੇ ਸੀ। ਤੁਸੀਂ ਕਹਿੰਦੇ ਸੀ ਆਪਣੇ ਬੱਚਿਆਂ ਨੂੰ ਤੁਸੀਂ 11ਵੀਂ 'ਚ ਫੋਨ ਲੈ ਕੇ ਦਿੱਤਾ ਤੇ ਟੀਵੀ ਵੀ ਉਦੋਂ ਕੀ ਲਿੱਤਾ। ਹਾਂਜੀ। ਤੇ ਇਹ ਕੋਈ ਸਪੈਸੀਫਿਕ ਤੁਸੀਂ, ਤੁਹਾਨੂੰ ਲੱਗਦਾ ਵੀ ਸਰਟਨ ਏਜ ਤੱਕ ਬੱਚੇ ਨੂੰ ਮਤਲਬ ਫੋਨ ਦੂਰ ਰੱਖਣਾ ਚਾਹੀਦਾ ਬੱਚੇ ਤੋਂ, ਜਾਂ ਟੀਵੀ ਕਹਿ ਲਓ, ਟੈਕਨੋਲੋਜੀ ਕਹਿ ਲਓ, ਤੇ ਕਿਵੇਂ ਰੱਖ ਸਕਦੇ ਹਾਂ? ਅਸੀਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਅਸੀਂ ਨਾ ਕਿਤਾਬਾਂ ਤੋਂ ਬਹੁਤ ਦੂਰ ਹੋ ਗਏ। ਹਾਂਜੀ, ਸਭ ਤੋਂ ਵੱਡੀ ਗੱਲ ਇਹ ਆ। ਔਰ ਮੇਰਾ ਇਹ ਮੰਨਣਾ ਆ ਕਿ ਇਨਸਾਨ ਨੂੰ ਬਿਹਤਰ ਜੇ ਕੋਈ ਚੀਜ਼ ਬਣਾ ਸਕਦੀ ਆ ਤਾਂ ਉਹ ਲਿਟਰੇਚਰ ਆ, ਕਿਉਂਕਿ ਲਿਟਰੇਚਰ ਇੱਕ ਇਹੋ ਜਿਹੀ ਚੀਜ਼ ਆ, ਇੱਕ ਕਿਤਾਬ ਹੁੰਦੀ ਆ ਛੋਟੀ ਜਿਹੀ, ਹੈ ਨਾ, ਮੁੱਲ ਉਹਦਾ ਕੁਝ ਵੀ ਨਹੀਂ ਹੁੰਦਾ, 50 ਰੁਪਏ 60 ਰੁਪਏ ਇੰਡੀਅਨ ਕਰੰਸੀ ਦੇ ਵਿੱਚ, ਹੈ ਨਾ। ਪਰ ਉਸ ਕਿਤਾਬ ਦੇ ਵਿੱਚ ਜਿਹਨੇ ਲਿਖੀ ਹੁੰਦੀ ਆ, ਉਹਨੇ ਆਪਣੇ ਸਾਰੀ ਜ਼ਿੰਦਗੀ ਦਾ ਤਜਰਬਾ ਲਿਖਿਆ ਹੁੰਦਾ ਉਹਦੇ 'ਚ। ਬਿਲਕੁਲ, ਠੀਕ ਆ ਨਹੀਂ। ਔਰ ਜੇ ਤੁਹਾਨੂੰ 50 ਰੁਪਏ ਦੇ ਵਿੱਚ ਪੜ੍ਹ ਕੇ ਕਿਸੇ ਬੰਦੇ ਦੀ ਜਰਨੀ ਸ਼ੁਰੂ ਤੋਂ ਐਂਡ ਤੱਕ, ਉਹਦਾ ਸੰਘਰਸ਼ ਹੈ, ਉਹਦੇ ਸਾਰੇ ਕਾਸੇ ਦਾ ਪਤਾ ਲੱਗ ਜਾਵੇ, ਤੁਸੀਂ ਦੱਸੋ ਵੀ ਉਸ ਤੋਂ ਵਧੀਆ ਚੀਜ਼ ਕੋਈ ਹੋ ਸਕਦੀ ਆ? ਸਹੀ ਗੱਲ, ਠੀਕ ਆ। 50 ਰੁਪਏ ਦੇ ਲਈ ਬਹੁਤ ਘੱਟ ਆ, ਹੈ ਨਾ। ਤੇ ਮੇਰਾ ਇਹ ਮੰਨਣਾ ਵੀ ਸਾਨੂੰ ਕਿਤੇ ਨਾ ਕਿਤੇ ਕਿਤਾਬਾਂ ਨਾਲ ਜੁੜਾਓ ਘਟ ਗਿਆ ਜਦੋਂ ਇਨਸਾਨ ਦਾ। ਟੈਕਨੋਲੋਜੀ ਇਹਦੇ ਵਿੱਚ, ਜਿਹੜੀ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਇਹਨੇ ਬਹੁਤ ਜ਼ਿਆਦਾ ਉਹ ਚੀਜ਼ ਤੇ ਉਹ ਕੀਤਾ ਹੈ। ਉਹੀ ਫਿਰ ਟਰਮ ਆ ਜਾਂਦੀ ਨਾ, ਮਾਈਕ੍ਰੋਵੇਵ ਮੈਂਟੈਲਿਟੀ, ਕਿ ਜੋ ਸਾਨੂੰ ਕੁਇਕਲੀ ਮਿਲ ਜੇ, ਸਾਨੂੰ ਉਹ ਚਾਹੀਦਾ। ਹਾਂਜੀ, ਜੋ ਕਿਤਾਬ ਤੇ ਸਾਨੂੰ ਮੋਸਟਲੀ ਲੋਕਾਂ ਨੂੰ ਤਾਂ ਨੀਂਦ ਵੀ ਆ ਜਾਂਦੀ ਹੈ। ਮੈਂ ਵੀ ਪੜ੍ਹਦਾ ਥੋੜ੍ਹੀ ਆ, ਜਿੰਨਾ ਕੁ ਮੈਂ ਪੜ੍ਹ ਸਕਦਾ। ਪਰ ਮੈਨੂੰ ਲੱਗਦਾ ਕਿਤਾਬ ਪੜ੍ਹ ਕੇ ਦੋ ਚੀਜ਼ਾਂ ਹਮੇਸ਼ਾ ਸਿੱਖਣ ਨੂੰ ਮਿਲਦੀਆਂ। ਇੱਕ ਤਾਂ ਜਿਹੜੇ ਉਹ ਟੌਪਿਕ 'ਤੇ ਹੁੰਦੀ, ਸਬਜੈਕਟ 'ਤੇ ਹੁੰਦੀ ਆ, ਅਤੇ ਇੱਕ ਜਿਹੜੀ ਉਹਨੂੰ ਪੜ੍ਹ ਕੇ ਤੁਹਾਡੀ ਪੇਸ਼ੈਂਸ ਜਿਹੜੀ ਹੁੰਦੀ ਹੈ ਨਾ, ਕਿਉਂਕਿ ਕਿਤਾਬ ਪੜ੍ਹਨ ਲਈ ਵੀ ਪੇਸ਼ੈਂਸ ਚਾਹੀਦੀ ਹੈ, ਫੋਕਸ ਵੀ। ਅਤੇ ਹਾਂਜੀ, ਫੋਕਸ ਵੀ। ਅਤੇ ਉਹ ਜਿਹੜਾ ਪੇਸ਼ੈਂਸ ਜਿਹੜਾ ਹੁੰਦਾ ਜਾਂ ਰਿਵਾਰਡ ਹੁੰਦਾ ਨਾ ਜਿਹੜਾ ਇਹਨਾਂ 'ਤੇ, ਉਹ ਤੁਹਾਨੂੰ ਇੱਕ ਜਿਹੜੀ ਖੁਸ਼ੀ ਮਿਲਦੀ ਆ,
ਉਹਦੇ ਨਾਲ ਤੁਸੀਂ ਸੋਸਾਇਟੀ 'ਚ ਪੇਸ਼ੈਂਸ ਹੋਣਾ ਸਿੱਖ ਜਾਂਦੇ ਹੋ। ਟੌਪਿਕ ਅਤੇ ਸਬਜੈਕਟ ਦਾ ਕੋਈ ਵੀ ਹੋ ਸਕਦਾ, ਲਾਈਕ ਜਿੱਦਾਂ ਟੈਕਨੋਲੋਜੀ ਦਾ ਹੋ ਗਿਆ ਜਾਂ ਪੋਲੀਟੀਕਲ ਟੌਪਿਕ ਹੋ ਗਿਆ, ਉਹਦੇ 'ਚ ਤੁਹਾਡੀ ਨੌਲੇਜ ਵਧੀ ਪਰ ਕਿਤਾਬ ਪੜ੍ਹ ਕੇ ਜਿੰਨੀ ਤੁਸੀਂ ਪੇਸ਼ੈਂਸ ਹੋ ਗਈ, ਇੱਕ ਹਿਸਾਬ ਦੀ ਮੈਡੀਟੇਸ਼ਨ ਹੈ ਉਹ, ਕਿਉਂਕਿ ਤੁਸੀਂ ਕਨਸਨਟਰੇਟ ਕਰ ਰਹੇ ਹੋ ਉਹਦੇ 'ਤੇ। ਬਿਲਕੁਲ ਹੁਣ ਜਿੱਦਾਂ ਹੈਰੀ ਨੇ ਸਵਾਲ ਕੀਤਾ, ਸਰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਇਸ ਉਹਦੇ ਤੱਕ ਰੋਕ ਕੇ ਰੱਖਿਆ, ਹੈ ਨਾ। ਹਾਂਜੀ। ਤੇ ਅਸੀਂ ਕੀ ਕਰਦੇ ਸੀ, ਜਦੋਂ ਅਸੀਂ ਜੌਬ ਤੋਂ ਆਉਣਾ ਵਾਪਸ ਅਸੀਂ ਪਾਰਕ ਚਲੇ ਜਾਣਾ ਬੱਚਿਆਂ ਨਾਲ ਖੇਲਣ, ਹੈ ਨਾ। ਹਾਂਜੀ। ਤੇ ਉਹ ਬੱਚਿਆਂ ਨੇ ਉੱਥੇ ਖੇਲਣਾ, ਗੱਲਬਾਤ ਕਰਨੀ ਦੂਸਰੇ ਬੱਚਿਆਂ ਨਾਲ, ਥੱਕ ਹਾਰ ਕੇ ਉਹਨਾਂ ਨੇ ਆ ਕੇ ਸੌਂ ਜਾਣਾ, ਹੈ ਨਾ। ਹਾਂਜੀ। ਫਿਰ ਜਿਹੜੀਆਂ ਤੁਹਾਡਾ ਜਿਹੜਾ ਇੱਕ ਤਰ੍ਹਾਂ ਦਾ ਇਹ ਕਹਿ ਲਓ ਵੀ ਸੱਭਿਆਚਾਰ ਆ ਨਾ, ਉਹ ਬੱਚਿਆਂ ਲਈ ਬਹੁਤ ਜ਼ਰੂਰੀ ਆ। ਬਿਲਕੁਲ। ਠੀਕ ਆ ਨੇ। ਮੇਰੇ ਬੱਚੇ, ਮੇਰੀ ਬੜੀ ਬੇਟੀ ਜਦੋਂ ਇੱਥੇ ਆਸਟ੍ਰੇਲੀਆ ਆਈ ਆ, ਉਹ ਤੀਸਰੀ ਕਲਾਸ 'ਚ ਸੀ, 3rd ਈਅਰ 'ਚ। ਹਾਂਜੀ। ਤੇ ਛੋਟੀ ਬੇਟੀ ਮੇਰੀ ਸ਼ਾਇਦ UKG ਫਸਟ 'ਚ ਸੀ। ਤੇ ਬੋਰਨ ਉਹ ਇੰਡੀਆ ਦੇ ਨੇ, ਮੇਰੇ ਸਕੂਲ 'ਚ ਹੀ ਪੜ੍ਹਦੇ ਸੀਗੇ ਉਦੋਂ। ਤੇ ਜਦੋਂ ਅਸੀਂ ਇੱਥੇ ਆਸਟ੍ਰੇਲੀਆ 'ਚ ਆਏ, ਉਹਨਾਂ ਨੂੰ ਉੱਥੇ ਦਾ ਕਲਚਰ ਪਤਾ ਸੀ, ਹੈ ਨਾ। ਜੇ ਅਸੀਂ ਮਤਲਬ ਜੌਬ ਤੋਂ ਲੇਟ ਹੋ ਜਾਣਾ, ਅਸੀਂ ਦੇਖਣਾ ਉਹਨਾਂ ਨੇ ਉਹ ਖੇਲਦੇ ਨੇ ਬੱਚੇ ਘਰਾਂ ਦੇ ਵਿੱਚ, ਘਰ ਖੇਲਣ ਲੱਗ ਜਾਂਦੇ ਨੇ, ਹੈ ਨਾ। ਬੜੀ ਬੇਟੀ ਨੇ ਟੀਚਰ ਬਣ ਜਾਣਾ, ਛੋਟੀ ਨੇ ਸਟੂਡੈਂਟ ਬਣ ਜਾਣਾ, ਆਪਣੀ ਮੰਮੀ ਦਾ ਹੀ ਉਹਨਾਂ ਨੇ ਕੱਪੜੇ ਪਾ ਲੈਣੇ ਛੋਟੇ, ਹੈ ਨਾ। ਤੇ ਅਸੀਂ ਦੇਖਣਾ ਵੀ ਹਾਂ ਖੇਲ ਰਹੇ ਨੇ ਬੱਚੇ, ਹੈ ਨਾ। ਤੇ ਹੁਣ ਦੱਸੋ, ਜਦੋਂ ਬੱਚੇ ਨੂੰ ਇੰਨਾ ਕ੍ਰੀਏਟੀਵਿਟੀ ਤਾਂ ਹੀ ਆਊਗੀ ਜੇ TV ਦੂਰ ਆ। ਜੇ ਤੁਸੀਂ ਏਦਾਂ ਬੈਠੇ ਦੇਖ ਰਹੇ ਨੇ ਬੱਚੇ, ਹੈ ਨਾ, ਕੀ ਕ੍ਰੀਏਟੀਵਿਟੀ ਆਊ ਦੱਸੋ? ਕੁਛ ਨਹੀਂ। ਪਰ ਜੇ ਘਰ 'ਚ TV ਹੁੰਦਾ ਤੇ ਰਿਮੋਟ ਉੱਥੇ ਪਿਆ ਹੁੰਦਾ ਤੇ ਸਭ ਤੋਂ ਈਜ਼ੀ ਆਪਸ਼ਨ ਕੀ ਹੋਣੀ ਸੀ? ਫਿਰ ਕਦੇ ਵੀ ਨਹੀਂ ਖੇਡਣਾ। ਨਹੀਂ, ਕਦੇ ਵੀ ਨਹੀਂ ਖੇਡਣਾ। ਹਾਂਜੀ। ਠੀਕ ਆ। ਨਹੀਂ ਕਿਉਂਕਿ ਜਿੱਦਾਂ ਤੁਸੀਂ ਕਹਿੰਦਾ ਪਾਰਕ ਤੋਂ ਆ ਕੇ ਥੱਕ ਕੇ ਤੇ ਸੌਂ ਗਏ, ਪਰ ਜੇ ਪਾਰਕ ਤੋਂ ਆ ਕੇ ਘਰੇ ਆ ਕੇ TV ਹੋਇਆ ਤੇ ਨੀਂਦ ਵੀ ਨਹੀਂ ਛੇਤੀ ਆਉਣੀ। ਨੀਂਦ ਵੀ ਨਹੀਂ ਸੀ, ਜੇ ਸਪੈਸ਼ਲੀ ਜੇ ਫੋਨ ਹੋਏ ਫਿਰ ਤੇ ਕਦੇ ਵੀ ਨਹੀਂ ਆਉਣੀ, ਕਦੇ ਵੀ ਨਹੀਂ। ਬਿਲਕੁਲ। ਫਿਰ ਇਹ ਕਾਫੀ ਵੈਸੇ ਹਾਂਜੀ। ਫਿਰ ਜਦੋਂ ਕਿਤਾਬਾਂ ਦੀ ਗੱਲ ਕੀਤੀ, ਫਿਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹ ਆਸਟ੍ਰੇਲੀਆ ਆਇਆ, ਮੈਂ ਛੋਟੀ ਜਿਹੀ ਆਪਣੀ ਸਟੱਡੀ ਬਣਾਈ ਹੋਈ ਆ। ਕਿਤਾਬਾਂ ਪੜ੍ਹਨ ਦਾ ਮੈਨੂੰ ਇੰਡੀਆ ਤੋਂ ਹੀ ਸ਼ੌਂਕ ਰਿਹਾ। ਹਾਂਜੀ। ਤੇ ਇੱਥੇ ਥੋੜ੍ਹਾ ਚਲੋ ਰੁਝੇਵਿਆਂ ਕਰਕੇ ਟਾਈਮ ਘੱਟ ਮਿਲਿਆ, ਪਰ ਫਿਰ ਵੀ ਜਿੰਨਾ ਕੁ ਟਾਈਮ ਆ ਮੈਂ ਪੜ੍ਹ ਲੈਂਦਾ। ਹਾਂਜੀ। ਤੇ ਉਹ ਮੇਰੀ ਉਹ ਸਟੱਡੀ ਦੇ ਵਿੱਚ ਨਾ ਕਿਤਾਬ ਪਈ ਸੀ ਡਾਕਟਰ ਨਰਿੰਦਰ ਸਿੰਘ ਕਪੂਰ। ਹਾਂਜੀ। ਉਹ ਆਪਣੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਜਰਨਲਿਜ਼ਮ ਦੇ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਬਹੁਤ ਹੀ ਵਧੀਆ ਲਿਖਦੇ ਨੇ, ਬਹੁਤ ਹੀ ਸ਼ਾਨਦਾਰ ਲਿਖਦੇ ਨੇ, ਹਰ ਬੰਦੇ ਨੂੰ ਪੜ੍ਹਨਾ ਚਾਹੀਦਾ ਉਹਨਾਂ ਨੂੰ। ਹਾਂਜੀ। ਕਿਸ ਵਿਸ਼ੇ ਤੇ ਲਿਖਦੇ? ਜਰਨਲੀ ਵਿਸ਼ੇ ਹੁੰਦੇ ਨੇ ਉਹਨਾਂ ਦੇ, ਸਮਾਜ ਜਰਨਲਿਜ਼ਮ ਤੇ। ਓਕੇ। ਸਮਾਜ ਨਾਲ ਰਿਲੇਟਡ। ਹਾਂਜੀ। ਉਹਨਾਂ ਦੀ ਮਤਲਬ ਮਹਾਰਤ ਇਹ ਗੱਲ ਦੇ ਵਿੱਚ ਆ ਵੀ ਇੱਕ ਵੱਡੀ ਗੱਲ ਛੋਟੀ ਲਾਈਨ 'ਚ ਕਿਵੇਂ ਕਹਿਣੀ ਆ, ਜ਼ਿੰਦਗੀ ਦੀ ਬਹੁਤ ਵੱਡੀ ਗੱਲ ਛੋਟੇ ਸ਼ਬਦਾਂ 'ਚ ਕਿਵੇਂ ਕਹਿ ਜਾਣੀ ਆ। ਐਕਸਪੀਰੀਅੰਸ, ਹੈ ਨਾ। ਤੇ ਇੰਡੀਆ ਤੋਂ ਮੈਂ ਲੈ ਕੇ ਆਇਆ ਉਹ 3-4 ਕਿਤਾਬਾਂ, ਤੇ ਮੈਂ ਲਿਆ ਕੇ ਘਰੇ ਰੱਖੀਆਂ। ਤੇ ਮੇਰੀ ਬੜੀ ਬੇਟੀ ਆ ਜਿਹੜੀ, ਕਿਉਂਕਿ ਇੱਕ ਮੈਂ ਘਰ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਇੱਦਾਂ ਦਾ ਰੱਖਿਆ ਵੀ ਘਰ 'ਚ ਅਸੀਂ ਇੰਗਲਿਸ਼ ਨਹੀਂ ਬੋਲਦੇ। ਹਾਂਜੀ। ਅਸੀਂ ਪੰਜਾਬੀ ਬੋਲਦੇ ਹਾਂ, ਮੇਰੀ ਵਾਈਫ ਵੀ, ਮੈਂ ਵੀ, ਹੈ ਨਾ। ਅਸੀਂ ਬੱਚੇ ਵੀ ਸਾਡੇ ਨਾਲ ਪੰਜਾਬੀ 'ਚ ਹੀ ਗੱਲ ਕਰਦੇ ਨੇ, ਕਿਉਂਕਿ ਮੇਰਾ ਆਪਣਾ ਮੰਨਣਾ, ਹਰੇਕ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਆ ਉਹ ਸਾਡੀ ਜਨਰੇਸ਼ਨ ਟੂ ਜਨਰੇਸ਼ਨ ਜਾਣੀ ਚਾਹੀਦੀ ਆ, ਕਿਉਂਕਿ ਮਾਂ ਬੋਲੀ ਦਾ ਮੈਂ ਬਹੁਤ ਵੱਡਾ ਪ੍ਰਸ਼ੰਸਕ ਆ। ਤੇ ਕਿਉਂਕਿ ਇੰਗਲਿਸ਼ ਇਹਨਾਂ ਨੇ ਸਕੂਲ 'ਚ ਸਿੱਖ ਹੀ ਲੈਣੀ ਆ। ਦੋਨੇ ਬੱਚੇ ਇੱਥੇ ਪੜ੍ਹੇ ਨੇ, ਉਹ ਉੱਦਾਂ ਹੀ ਐਕਸੈਂਟ ਆ, ਸਾਰਾ ਕੁਝ ਉੱਦਾਂ ਹੀ ਕਰਦੇ ਨੇ, ਹੈ ਨਾ। ਤੇ ਈਅਰ 12 ਦੇ ਵਿੱਚ ਮੇਰੀ ਬੇਟੀ ਕਹਿੰਦੀ, ਪਾਪਾ ਮੈਨੂੰ ਸਕੂਲ ਤੋਂ ਆਫਰ ਹੋਈ ਆ ਵੀ ਤੁਸੀਂ ਆਪਣੀ ਇੱਕ ਲੈਂਗੁਏਜ ਵੀ ਰੱਖ ਸਕਦੇ ਹੋ, ਹਾਂਜੀ, ਹੈ ਨਾ। ਤੇ ਉਹ ਇਲੈਕਟਿਵ ਸਬਜੈਕਟ ਹੋ ਜਾਊਗਾ ਤੇ ਤੁਹਾਨੂੰ ਬੋਨਸ ਮਾਰਕਸ ਮਿਲਣਗੇ। ਜਦੋਂ ਤੁਹਾਡਾ 8R ਬਣਨਾ ਆ, ਉਹਦੇ ਵਿੱਚ ਨਾ ਤੁਹਾਨੂੰ ਅਸੀਂ ਬੋਨਸ ਮਾਰਕਸ ਇੱਥੋਂ ਦੇ ਸਕੂਲ ਦੀ ਗੱਲ, ਇੱਥੋਂ ਦੇ ਸਕੂਲ ਦੀ, ਆਸਟ੍ਰੇਲੀਆ ਦੀ। ਹਾਂਜੀ। ਤੇ ਮੈਨੂੰ ਕਹਿੰਦੀ, ਪਾਪਾ ਮੈਂ ਪੰਜਾਬੀ ਰੱਖ ਲਵਾਂ? ਮੈਂ ਕਿਹਾ ਰੱਖ ਲੈ ਬੇਟੇ। ਕਹਿੰਦੀ, ਪਾਪਾ ਮੈਂ ਬੋਲ ਵੀ ਲੈਂਦੀ ਹਾਂ ਤੇ ਬਾਕੀ ਮੈਂ ਪੜ੍ਹ ਵੀ ਲੈਂਦੀ ਹਾਂ, ਮੈਨੂੰ ਥੋੜ੍ਹੀ ਲਿਖਣ 'ਚ ਪ੍ਰੋਬਲਮ ਆ, ਵੀ ਤੁਸੀਂ ਮਤਲਬ ਕਿ ਮੇਰਾ ਚੈੱਕ ਕਰ ਦਿਆ ਕਰੋ ਜੋ ਵੀ ਮੈਂ ਲਿਖਾਂ। ਕੋਈ ਨਹੀਂ, ਮੈਂ ਕਿਹਾ ਬੇਟੇ ਕਰ ਲਾ ਸ਼ੁਰੂ, ਹੈ ਨਾ। ਹਾਂਜੀ। ਤੇ ਜਦੋਂ ਮੈਂ ਦੇਖਿਆ ਵੀ ਇਹਦੇ 'ਚ ਇੱਦਾਂ ਰੁਝਾਨ, ਕਿਉਂਕਿ 3-4 ਵਾਰ ਮੈਂ ਦੇਖਿਆ ਉਹਨੇ ਜਾਣਾ ਅੰਦਰੋਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਚੱਕ ਲੈਣੀ, ਘੰਟਿਆਂ ਬੱਧੀ ਪੜ੍ਹੀ ਜਾਣਾ ਉਹਨੇ। ਹਾਂਜੀ। ਠੀਕ ਹੈ। ਨਹੀਂ, ਉਹ ਪੜ੍ਹ ਕੇ ਉਹਦਾ ਇੰਟਰਸਟ ਹੋ ਗਿਆ। ਇੰਟਰਸਟ ਹੋ ਗਿਆ ਤੇ ਉਹਨੇ ਜੀ ਪੰਜਾਬੀ ਸਬਜੈਕਟ ਰੱਖਿਆ, ਉਰੇ ਆਸਟ੍ਰੇਲੀਆ 'ਚ ਪੰਜਾਬੀ ਦਾ ਪੇਪਰ ਦਿੱਤਾ, ਉਹਦੇ ਬਹੁਤ ਵਧੀਆ ਮਾਰਕਸ ਆਏ। ਉਹਨੂੰ 15% ਦਾ ਬੋਨਸ ਮਿਲ ਗਿਆ, ਜਿਹੜਾ 8R ਇੱਥੇ ਬਣਦਾ, ਉਹਦੇ ਕਰਕੇ ਉਹਨੂੰ ਆਪਟੋਮੈਟ੍ਰਿਸਟ 'ਚ ਐਡਮਿਸ਼ਨ ਮਿਲ ਗਈ। ਇੱਕ ਕਿਤਾਬ, ਠੀਕ ਹੈ। ਤੇ ਰੀਸੈਂਟਲੀ ਮੈਨੂੰ ਲੱਗਦਾ ਪੰਜਾਬੀ ਲੈਂਗੁਏਜ ਰਜਿਸਟਰ ਹੋਈ ਹੈ ਨਾ ਆਸਟ੍ਰੇਲੀਆ ਦੇ ਵਿੱਚ। ਹਾਂ ਹਾਂਜੀ। ਬਹੁਤ ਖੁਸ਼ੀ ਵਾਲੀ ਗੱਲ ਹੈ। ਹਾਂ, ਬਹੁਤ ਖੁਸ਼ੀ ਵਾਲੀ ਗੱਲ ਆ। ਸੋ ਕਹਿਣ ਦਾ ਮਤਲਬ ਇਹੀ ਆ ਵੀ ਜੇ ਤੁਸੀਂ
ਅਵੇਲੇਬਿਲਟੀ ਰੱਖੋਗੇ ਬੱਚਿਆਂ ਲਈ ਹੈ ਨਾ, ਦੋਨੇ ਚੀਜ਼ਾਂ ਨੇ, ਜਾਂ ਤਾਂ ਤੁਸੀਂ ਉਹਨਾਂ ਦੇ ਟੈਕਨੋਲੋਜੀ ਨਾਲ ਸੰਬੰਧਿਤ ਟੀਵੀ ਹੋ ਗਿਆ, ਮੋਬਾਈਲ ਹੋ ਗਏ, ਹੋਰ ਚੀਜ਼ਾਂ ਲੈ ਕੇ ਰੱਖੋਗੇ, ਬੱਚਿਆਂ ਨੇ ਨੈਚੁਰਲੀ ਉਹੀ ਦੇਖਣੀਆਂ। ਹਾਂ, ਜੇ ਤੁਸੀਂ ਕੋਈ ਆਪਸ਼ਨ ਨਾਲ ਰੱਖੋਗੇ ਤਾਂ ਹੀ ਬੱਚਾ ਉੱਧਰ ਨੂੰ ਜਾਊਗਾ ਨਾ, ਪੁੱਛੂਗਾ ਤੁਹਾਨੂੰ ਪਾਪਾ ਇਹ ਕੀ ਆ, ਕਿੱਦਾਂ ਪੜ੍ਹਨੀ ਆ, ਕਿੱਦਾਂ ਬੋਲਣੀ ਆ, ਸਾਨੂੰ ਵੀ ਦੱਸੋ। ਪਰ ਇਹ ਮਤਲਬ ਹੁਣ ਮੈਂ ਅਸਲੀ ਜਿਹੜੀ ਅੱਜ ਕੱਲ੍ਹ ਦੀ ਘਰਾਂ ਦੀ ਕਹਾਣੀ ਆ, ਹਾਂਜੀ, ਅਸਲ ਸੱਚਾਈ ਤੇ ਆ ਜਾਓ। ਅਸਲ ਸੱਚਾਈ ਜੀ ਅੱਜ ਦੱਸੀ ਜਾਊਗੀ। ਹਾਂਜੀ, ਤੇ ਸਾਰਿਆਂ ਦੀ ਮੰਨ ਲਓ ਘਰਾਂ ਦੀ ਚਲੋ ਕਿਸ਼ਤ ਚੱਲ ਰਹੀ ਆ, ਲੋਕਾਂ ਦੇ ਚਲੋ ਖਰਚੇ ਹੋਰ ਵੀ ਬਹੁਤ ਨੇ, ਖਾਣ ਪੀਣ ਦਾ ਸਾਰਾ, ਚਲੋ ਘਰ ਚਲਾਉਣਾ। ਤੇ ਘਰ ਚਲਾਉਣ ਦੇ ਨਾਲ ਨਾਲ ਮੰਨ ਲਓ ਵੀ ਉਹ ਜੌਬ 'ਚ ਬਹੁਤ ਬਿਜ਼ੀ ਨੇ, ਹਸਬੈਂਡ ਵਾਈਫ ਦੋਨੇ ਬਿਜ਼ੀ ਨੇ। ਬਿਲਕੁਲ ਬਿਲਕੁਲ। ਤੇ ਸਕੂਲ ਉਹ ਛੱਡ ਆਉਂਦੇ ਨੇ ਸਵੇਰੇ ਜਾਣ ਵੇਲੇ, ਸ਼ਾਮ ਨੂੰ ਲੈ ਆਉਂਦੇ ਨੇ। ਹਾਂਜੀ, ਤੇ ਉਹਨਾਂ ਕੋਲ ਤਾਂ ਟਾਈਮ ਹੈ ਨਹੀਂਗਾ ਉਹਨਾਂ ਨਾਲ ਟਾਈਮ ਸਪੈਂਡ ਕਰਨ ਨੂੰ। ਹਾਂਜੀ, ਤੇ ਉਹਨਾਂ ਨੂੰ ਐ ਹੁੰਦਾ ਵੀ ਯਾਰ ਇਹ ਬੱਚਾ ਕਿਤੇ ਇੱਧਰ ਉੱਧਰ ਨਾ ਫਿਰੇ, ਬਾਹਰ ਨਾ ਫਿਰੇ, ਇਹਨੂੰ ਆਪਾਂ ਟੀਵੀ ਲਾ ਕੇ ਦੇ ਦਿੰਦੇ ਆ, ਠੀਕ ਆ, ਜਾਂ ਫੋਨ ਦੇ ਦਿੰਦੇ ਆ। ਸੋ ਇਦਾਂ ਬਿਜ਼ੀ ਕਰ ਦਿੰਦੇ ਆ। ਸੋ ਇਹ ਚੀਜ਼ ਦਾ ਸੋਲੂਸ਼ਨ ਕੀ ਆ? ਸੋਲੂਸ਼ਨ ਤਾਂ ਤੁਹਾਨੂੰ ਜਿਹੜਾ ਔਖਾ ਉਹ ਦੱਸਤਾ, ਔਖਾ ਦੱਸਦਾ ਜਿਹੜਾ ਸੌਖਾ ਉਹ ਤੁਸੀਂ ਦੱਸੋ। ਸੋਲਿਊਸ਼ਨ ਤਾਂ ਮੈਂ ਜਿਹੜੀ ਪਹਿਲਾਂ ਤੁਹਾਨੂੰ ਗੱਲ ਦੱਸੀ ਹੈ, ਪਹਿਲਾਂ ਤਾਂ ਪ੍ਰਾਇਓਰਟੀ ਲਾਈਫ ਦੀ ਸੈੱਟ ਕਰਨੀ ਪੈਣੀ ਹੈ। ਹਾਂਜੀ, ਸੁਣਨ ਨੂੰ ਬਹੁਤ ਔਖਾ ਲੱਗੂ ਸਾਰਿਆਂ ਨੂੰ ਇਹ ਗੱਲ, ਹੈ ਨਾ, ਕਿਉਂਕਿ ਅਸੀਂ ਆਪਣੇ ਆਪ ਨੂੰ ਬਿਜ਼ੀ ਕਿਉਂ ਕੀਤਾ ਹੋਇਆ? ਕੀ ਬਿਹਤਰ ਜ਼ਿੰਦਗੀ ਲਈ ਕੀਤਾ ਹੋਇਆ? ਜ਼ਿਆਦਾ ਪੈਸੇ, ਬਿਹਤਰ, ਜਾਂ ਤੁਸੀਂ ਮਤਲਬ ਕਿ ਟਾਰਗੇਟ ਕੀ ਆ ਲਾਈਫ ਦਾ? ਪਹਿਲਾਂ ਮਾਂ ਪਿਓ ਨੂੰ, ਆਪਾਂ ਪਹਿਲਾਂ ਮਾਂ ਪਿਓ ਨੂੰ ਲੈਂਦੇ ਹਾਂ, ਬੱਚਿਆਂ ਦੀ ਬਾਅਦ 'ਚ ਗੱਲ ਕਰਦੇ ਹਾਂ, ਕਿਉਂਕਿ ਮਾਂ ਪਿਓ ਹੀ ਨੇ ਨਾ ਬਿਜ਼ੀ। ਪਹਿਲਾਂ ਤਾਂ ਉਹਨਾਂ ਦੀ ਗੱਲ ਕੀਤੀ ਜੋ ਕਿਉਂ ਬਿਜ਼ੀ ਨੇ, ਠੀਕ ਆ ਨੇ। ਮੈਂ ਇਸ ਗੱਲ ਦਾ ਪੂਰਾ ਹਾਮੀ ਆ ਵੀ ਤਰੱਕੀ ਕਰੋ, ਮਿਹਨਤ ਕਰੋ, ਪਰ ਆਪਣਾ ਇੱਕ ਦਿਸ਼ਾ ਨਿਰਧਾਰਿਤ ਕਰੋ ਵੀ ਕੀ ਤੁਸੀਂ ਬੱਚਿਆਂ ਨੂੰ ਇੱਦਾਂ ਹੀ ਛੱਡਣਾ ਚਾਹੁੰਦੇ ਹੋ ਉਹਨਾਂ ਦਾ ਹਾਲ 'ਤੇ? ਕੀ ਤੁਹਾਡੇ ਮਤਲਬ ਕਿ ਕੰਮ ਧੰਦੇ ਜੋ ਵੀ ਬੱਚਿਆਂ ਨਾਲ ਦੀ ਜ਼ਿੰਦਗੀ ਤੋਂ ਵੱਧ ਕੇ ਨੇ? ਜੇ ਤਾਂ ਵੱਧ ਕੇ ਨੇ ਫਿਰ ਲੱਗੇ ਰਹੋ, ਪਰ ਜੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਉਹਨਾਂ ਨਾਲ ਜਸਟਿਸ ਨਹੀਂ ਕਰ ਰਹੇ ਤਾਂ ਤੁਹਾਨੂੰ ਆਪਣੀਆਂ ਪ੍ਰਾਇਓਰਟੀ ਸੈੱਟ ਕਰਨੀਆਂ ਪੈਣਗੀਆਂ। ਸਾਡੇ ਪ੍ਰੋਬਲਮ ਪਤਾ ਨਹੀਂ ਕਿਉਂ ਆ ਵੀ ਅਸੀਂ ਦਿਖਾਵੇ ਵੱਲ ਨੂੰ ਜ਼ਿਆਦਾ ਚਲੇ ਗਏ। ਜੇ ਕਿਸੇ ਦਾ 3000 ਸਕੁਅਰ ਮੀਟਰ ਦਾ ਘਰ ਆ ਨਾ, ਤਾਂ ਉਹਦੇ ਵਰਤੋਂ ਲਈ ਜਿਹੜਾ ਘਰ ਉਹ 500 ਸਕੁਅਰ ਮੀਟਰ ਹੀ ਆ। ਜਿਹੜਾ 2500 ਸਕੁਅਰ ਮੀਟਰ ਦਾ ਆ ਉਹ ਸਿਰਫ ਉਹਦਾ ਹੰਕਾਰ ਜਾਂ ਦਿਖਾਵਾ ਦੱਸਣ ਲਈ। ਦੈਟਸ ਦਾ ਪ੍ਰੋਬਲਮ। ਜਿਵੇਂ ਤੁਸੀਂ ਉਹ ਟੋਬੇ ਵਾਲੀ ਐਗਜ਼ਾਮਪਲ ਦਿੱਤੀ ਸੀ ਹਾਂ, ਵੀ ਮੁੰਡੇ ਨੇ ਬੀਚ ਤੇ ਘਰ ਲੈ ਲਿਆ ਏਡੀ ਦੂਰ ਜਾ ਕੇ, ਬਸ ਬਸ ਉਹ ਰਹਿੰਦਾ 7 ਦਿਨ ਜੌਬ ਤੇ ਆ, ਹਾਂ, 12 ਘੰਟੇ ਜੌਬ ਤੇ ਰਹਿੰਦਾ, ਆ ਕੇ ਸੌ ਜਾਂਦਾ, ਸਵੇਰੇ ਉੱਠ ਕੇ ਖਾ ਪੀ ਕੇ ਚਲੇ ਜਾਂਦਾ। ਉਹਦਾ ਬੀਚ ਦਾ ਕੀ ਮਤਲਬ ਉਹਦੇ ਲਈ? ਉਹਦੇ ਲਈ ਟੋਬਾ, ਠੀਕ ਆ ਨਹੀਂ, ਉਹਦੇ ਲਈ ਬੀਚ ਦਾ ਕੀ ਮਤਲਬ, ਹੈ ਨਾ। ਜਿਹੜੇ ਲੋਕ ਬੀਚ ਤੇ ਘਰ ਲੈਂਦੇ ਨੇ ਉਹ ਫਿਰ ਟਾਈਮ ਵੀ ਦਿੰਦੇ ਨੇ। ਤੁਸੀਂ ਮੈਨੂੰ ਦੱਸੋ ਇੱਥੇ ਦੇ ਅਸੀਂ ਮਤਲਬ ਕਿ ਕੰਟਰੀ ਦੇ ਵਿੱਚ ਆ ਕੇ ਕੀ ਸਿੱਖੇ ਆ? ਐਜੂਕੇਸ਼ਨ ਤੁਹਾਡੀ ਬੱਚਿਆਂ ਦੀ ਫ੍ਰੀ, ਮੈਡੀਕਲ ਤੁਹਾਨੂੰ ਗਵਰਨਮੈਂਟ ਦਿੰਦੀ ਆ, ਹੈ ਨਾ। ਹਿੰਦੁਸਤਾਨ 'ਚ ਇਹ ਦੋ ਖਰਚੇ ਕਰਦੇ ਕਰਦੇ ਮਾਂ ਪਿਓ ਬੁੱਢੇ ਹੋ ਜਾਂਦੇ ਨੇ, ਕਰਜ਼ਾਈ ਤੱਕ ਹੋ ਜਾਂਦੇ ਨੇ। ਹਾਂਜੀ, ਉਸ ਤੋਂ ਬਾਅਦ ਵੀ ਇਹ ਪਤਾ ਨਹੀਂ ਹੁੰਦਾ ਵੀ ਉਹਨਾਂ ਦੇ ਬੱਚਿਆਂ ਨੂੰ ਇੰਨਾ ਪੜ੍ਹ ਲਿਖ ਕੇ ਜੌਬ ਮਿਲਣੀ ਹੈ ਜਾਂ ਨਹੀਂ ਮਿਲਣੀ। ਤੁਸੀਂ ਇੱਥੇ ਆ ਕੇ ਇਹ ਦੋ ਚੀਜ਼ਾਂ ਤੇ ਤੁਹਾਨੂੰ ਸਰਕਾਰ ਪੂਰਾ ਸਪੋਰਟ ਕਰ ਰਹੀ ਆ, ਠੀਕ ਆ ਨਹੀਂ, ਪਰ ਫਿਰ ਵੀ ਜੇ ਤੁਸੀਂ ਕਹੋ ਵੀ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ, ਫਿਰ ਕਿਤੇ ਨਾ ਕਿਤੇ ਤਾਂ ਸਾਨੂੰ ਇਹ ਲੱਗਦਾ ਨਾ ਵੀ ਸਾਡੀ ਮਤਲਬ ਕਿ ਫਿਊਚਰ ਦੇ ਵਿੱਚ ਪ੍ਰਾਇਓਰਟੀਆਂ ਨਿਸ਼ਚਿਤ ਨਹੀਂ ਹੈਗੀਆਂ। ਸਾਨੂੰ ਇਹ ਨਹੀਂ ਪਤਾ ਅਸੀਂ ਕਰਨਾ ਕੀ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ, ਬਿਨਾਂ ਦਿਸ਼ਾ ਤੁਸੀਂ ਟੈਕਸੀ ਵਾਲੇ ਨੂੰ ਬੁਲਾਓ ਗੇਟ ਤੇ, ਹਾਂਜੀ, ਵਿੱਚ ਬਹਿ ਜਾਓ, ਉਹ ਤੁਹਾਨੂੰ ਪੁੱਛੂ ਕਿੱਥੇ ਜਾਣਾ, ਤੁਸੀਂ ਕਹੋ ਲੈ ਜਾਓ ਜਿੱਥੇ ਲੈ ਕੇ ਜਿੱਥੇ ਲੈਣਾ ਲੈ ਜਾਓ। ਉਹਨੇ ਤੇ ਮੀਟਰ ਚਲਾਈ ਜਾਣਾ, ਉਹਨੇ ਕਿਹਾ ਸਾਰਾ ਦਿਨ ਚੱਲੀ ਜਾ, ਹਾਂ ਸਾਰਾ ਦਿਨ ਚੱਲੇ ਜਾਣਾ। ਇੱਦਾਂ ਹੀ ਲਾਈਫ ਦਾ, ਠੀਕ ਆ ਨਹੀਂ। ਹੁਣ ਜਦੋਂ ਇਹ ਨਹੀਂ ਪਤਾ ਅਸੀਂ ਜਾਣਾ ਕਿੱਥੇ ਆ, ਠੀਕ ਆ ਨਹੀਂ, ਲਾਈਫ ਦਾ ਮੀਟਰ ਚੱਲ ਰਿਹਾ, ਹਾਂ ਲਾਈਫ ਦਾ ਮੀਟਰ ਚੱਲ ਰਿਹਾ, ਤੁਹਾਨੂੰ ਪਤਾ ਹੈ ਨਹੀਂ ਕਿੱਥੇ ਜਾਣਾ, ਠੀਕ ਆ ਨਹੀਂ। ਉਹੀ ਚੀਜ਼ ਆ ਵੀ ਹਰੇਕ ਬੰਦੇ ਦੀ ਪ੍ਰਾਇਓਰਟੀਜ਼ ਅਲੱਗ-ਅਲੱਗ ਨੇ। ਮੈਂ ਮਤਲਬ ਜ਼ਿਆਦਾਤਰ ਪੇਰੈਂਟਸ ਨੂੰ ਚਾਹੀਦਾ ਵੀ ਜਿਹੜਾ ਬੱਚੇ ਦਾ ਗਰੋਇੰਗ ਟਾਈਮ ਆ, ਹਾਂਜੀ, ਐਟ ਲੀਸਟ, ਹਾਂਜੀ, ਉਹਦੇ ਤੇ ਇੱਕ ਬੰਦੇ ਨੂੰ ਸੈਕਰੀਫਾਈਸ ਕਰ ਲੈਣਾ ਚਾਹੀਦਾ, ਦੋਨਾਂ ਦੇ ਵਿੱਚੋਂ, ਹਾਂਜੀ, ਮਾਂ-ਬਾਪ ਦੇ ਵਿੱਚੋਂ, ਹਾਂਜੀ, ਠੀਕ ਆ ਨਹੀਂ। ਉਹਨੂੰ ਚਾਹੀਦਾ ਵੀ ਕੋਈ ਨਹੀਂ ਤੂੰ ਟਾਈਮ ਦੇ, ਆਪਾਂ ਸਰਵਾਈਵ ਤਾਂ ਕਰ ਹੀ ਰਹੇ ਹਾਂ, ਠੀਕ ਆ ਨਹੀਂ। ਐਡਾ ਵੀ ਇੱਥੇ ਕੋਈ ਉਹ ਨਹੀਂ ਹੈਗਾ ਵੀ ਅਸੀਂ ਖਰਚਾ ਚਲਾ ਨਹੀਂ ਸਕਦੇ, ਠੀਕ ਆ ਨਹੀਂ, ਚਲਾ ਸਕਦੇ ਹਾਂ, ਬਿਹਤਰ ਚਲਾ ਸਕਦੇ ਹਾਂ, ਠੀਕ ਆ ਨਹੀਂ। ਜਦੋਂ ਉਹ ਬੱਚਾ ਥੋੜ੍ਹਾ ਸਮਝਣ ਲੱਗ ਜਾਵੇ, ਮਾਂ ਬੋਲੀ ਨੂੰ ਸਮਝਣ ਲੱਗ ਜਾਵੇ, ਮਾਂ ਪਿਓ ਨੂੰ ਕਿਵੇਂ ਬੁਲਾਉਣਾ, ਕਿਵੇਂ ਰਿਸਪੈਕਟ ਕਰਨੀ ਆ, ਜਿਹੜੀ ਸਾਡੀਆਂ ਕਦਰਾਂ ਕੀਮਤਾਂ ਉਹ ਸਮਝਣ ਲੱਗ ਜਾਵੇ, ਦੈਨ ਸਲੋਲੀ
ਤੁਸੀਂ ਆਪਣੇ ਕੰਮ ਨੂੰ ਨਾਲ ਹੋਰ ਅੱਗੇ ਵਧਾ ਸਕਦੇ ਹੋ। ਫਿਰ ਤੁਹਾਡਾ ਜਿਹੜਾ ਮੇਨ ਮੁੱਖ ਕੰਮ ਆ ਉਹ ਮੁੱਕ ਜਾਂਦਾ ਆ। ਫਿਰ ਤੁਹਾਨੂੰ ਬੱਚੇ 'ਤੇ ਇੰਨਾ ਧਿਆਨ ਦੇਣ ਦੀ ਵੀ ਨਹੀਂ ਲੋੜ ਪੈਣੀ। ਦੇਖੋ ਟਾਈਮ ਕਿਵੇਂ ਸੇਵ ਹੁੰਦਾ ਆ, ਜੇ ਬੱਚੇ ਨੂੰ ਤੁਸੀਂ ਪਹਿਲਾਂ ਧਿਆਨ ਨਹੀਂ ਦਿੱਤਾ ਉਹ ਸਿਰੇ ਦਾ ਜਿੱਦੀ ਬਣ ਗਿਆ। ਹਾਂਜੀ, ਠੀਕ ਆ ਨਹੀਂ, ਉਹਨੂੰ ਘਰ ਆਇਆ ਕੋਈ ਤਾਂ ਨਹੀਂ ਪਤਾ ਕਿਵੇਂ ਮਤਲਬ ਕਿ ਬੁਲਾਉਣਾ, ਹੈ ਨਾ, ਮੈਨਰਸ ਨਹੀਂ ਪਤਾ। ਦੂਜਾ ਉਹਦੀਆਂ ਆਦਤਾਂ ਬਦਲ ਗਈਆਂ। ਤੀਜਾ ਓਵਰਵੇਟ ਹੁੰਦਾ ਜਾ ਰਿਹਾ। ਤੀਸਰਾ ਉਹਦੀਆਂ ਅੱਖਾਂ ਦੇ ਉੱਤੇ ਇੰਨਾ ਪ੍ਰੈਸ਼ਰ ਆ ਰਿਹਾ ਸਾਰਾ ਦਿਨ ਦੇਖ ਦੇਖ ਕੇ, ਹੈ ਨਾ, ਆਈਪੈਡ ਦੇਖ ਕੇ, ਮੋਬਾਈਲ ਦੇਖ ਕੇ, ਹੈ ਨਾ। ਤੇ ਉਹ ਜੇ ਟਾਈਮ ਤੁਸੀਂ ਨਿਗਾਹਤਾ ਕਿਸੇ ਤਰੀਕੇ, ਹੈ ਨਾ, ਆਪਣੇ ਆਪ ਨਾਲ ਕੰਪਰੋਮਾਈਜ਼ ਕਰਕੇ, ਦੇਖੋ ਕਮਾਉਣ ਦੀ ਉਮਰ ਤਾਂ ਸਾਰੀ ਪਈ ਆ, ਪਰ ਉਹ ਬੱਚੇ ਦਾ ਜਿਹੜਾ ਟਾਈਮ ਹੈ ਨਾ, ਟਾਈਮ ਕਿਸੇ ਦਾ ਵੀ ਵਾਪਸ ਨਹੀਂ। ਇੱਥੇ ਰਿਵਰਸ ਗੇਅਰ ਹੈ ਹੀ ਨਹੀਂ ਲਾਈਫ ਦੇ ਵਿੱਚ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਠੀਕ ਆ ਨਹੀਂ, ਜਿਹੜਾ ਸਮਾਂ ਇੱਕ ਵਾਰ ਚਲਾ ਗਿਆ ਉਹਨੇ ਮੁੱਛੇ ਮੁੜ ਕੇ ਨਹੀਂ ਆਉਣਾ। ਇਹ ਪਤਾ ਸਾਰਿਆਂ ਨੂੰ ਪਰ ਯਾਦ ਨਹੀਂ। ਉਹ ਜਾਗਰੂਕਤਾ ਦੀ ਕਮੀ ਹੈ। ਸਬਕੌਂਸ਼ੀਅਸਲੀ ਪਤਾ। ਹਾਂ, ਉਹੀ ਹੈ ਨਾ, ਉਹ ਜਾਗਰੂਕਤਾ ਨਹੀਂ। ਪਰ ਉਹ ਤੁਹਾਡੀ ਗੱਲ ਸਹੀ ਹੈ ਕਿ ਜਾਂ ਤਾਂ ਤੁਸੀਂ ਬੱਚੇ ਨੂੰ ਪਹਿਲਾਂ ਟਾਈਮ ਦੇ ਲਓ, ਪਹਿਲਾਂ ਸਮਝਾ ਲਓ, ਤੇ ਜਾਂ ਫਿਰ ਸਾਰੀ ਉਮਰ ਹੀ ਗਾਲ ਦੋ ਉਹਦੇ ਪਿੱਛੇ ਵੀ ਉਹਨੂੰ ਸਹੀ ਕਿੱਦਾਂ ਕਰੀਏ, ਜਿਹੜਾ ਕਿ ਬਾਅਦ ਸਹੀ ਹੋਣਾ ਨਹੀਂ। ਬਿਲਕੁਲ, ਕਿਉਂਕਿ ਸ਼ੁਰੂ 'ਚ ਤੁਹਾਨੂੰ ਇੱਕ ਫਰੈਸ਼ ਪਾਰਟ ਜਿੱਦਾਂ ਫੋਨ ਲਾ ਲਓ, ਕਿ ਫੋਨ ਜਦੋਂ ਤੁਸੀਂ ਨਵਾਂ ਲੈਂਦੇ ਉਹਦੇ ਉੱਤੇ ਆਉਂਦਾ ਕਿ ਸੈਟਅਪ ਯੋਰ ਆਈਫੋਨ, ਤੁਸੀਂ ਚੀਜ਼ਾਂ ਸਿਲੈਕਟ ਕਰਦੇ ਹੋ ਸ਼ੁਰੂ ਤੋਂ ਫਰੈਸ਼ਲੀ, ਤੁਸੀਂ ਉਹਨੂੰ ਕਰ ਸਕਦੇ ਹੋ ਸੌਖਾ ਸੈੱਟ। ਪਰ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਸੈਟਿੰਗ ਕਰ ਲਈ, ਸਾਰੀ ਕਰਤਾ, ਫਿਰ ਤੁਸੀਂ ਸੋਚਿਆ ਵੀ ਉਹ 'ਚੋਂ ਫਿਰ ਸੈਟਿੰਗਸ ਜਾ ਕੇ ਤੁਹਾਨੂੰ ਔਖਾ ਹੋਣਾ ਸੈੱਟ ਕਰਨਾ। ਸੋ ਮੇਰੇ ਹਿਸਾਬ ਨਾਲ ਇਹ ਬੜੀ ਵਧੀਆ ਚੀਜ਼ ਹੈ ਕਿ ਤੁਸੀਂ ਇੱਕ ਗਰੋਇੰਗ ਏਜ ਦੇ ਵਿੱਚ ਤੁਸੀਂ ਅਗਰ ਬੱਚੇ ਨੂੰ ਕਰ ਸਕਦੇ ਹੋ ਫਿਕਸ, ਤਾਂ ਪਲੀਜ਼ ਟਰਾਈ ਕਰੋ। ਆਮ ਤੌਰ ਤੇ ਮਾਂ ਪਿਓ ਨੂੰ ਪੁੱਛ ਲਓ, ਛੋਟਾ ਜਿਹਾ ਸਵਾਲ ਹੈ ਨਾ, ਵੀ ਤੁਸੀਂ ਇੰਨਾ ਕੰਮ ਕਿਉਂ ਕਰਦੇ ਹੋ? ਕਹਿੰਦੇ ਜੀ ਬੱਚਿਆਂ ਲਈ ਕਰਦੇ ਆ। ਤੇ ਫਿਰ ਬੱਚੇ ਵੱਡੇ ਹੋ ਕੇ ਕੀ ਕਰਨਗੇ? ਜੇ ਤੁਸੀਂ ਬੱਚਿਆਂ ਲਈ ਕਰਦੇ ਹੋ, ਉਹ ਵੀ ਤਾਂ ਕੁਝ ਕਰੂਗਾ ਹੀ ਆਪਣੀ ਲਾਈਫ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਠੀਕ ਆ ਨਹੀਂ, ਅਸੀਂ ਇੰਨੇ ਇਨਸਿਕਿਉਰ ਆ, ਪਤਾ ਨਹੀਂ ਫੋਨ 'ਚ ਬਿਜ਼ੀ ਰਹਿਣਗੇ। ਹਾਂ, ਵੀ ਅਸੀਂ ਭਵਿੱਖ ਨੂੰ ਲੈ ਕੇ ਇੱਦਾਂ ਲੱਗਦਾ ਸਾਨੂੰ ਵੀ ਪਤਾ ਨਹੀਂ, ਸਾਰੇ ਕਿਤੇ ਇਹੀ ਵਰਤਾਰਾ ਹੋ ਰਿਹਾ ਵੀ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ। ਇਹ ਵੀ ਲੱਗਦਾ, ਤੇ ਇਹ ਵੀ ਲੱਗਦਾ ਕਈ ਵਾਰੀ ਲੋਕਾਂ ਨੂੰ ਕਿ ਜਿੰਨੀ ਮੈਂ ਮਿਹਨਤ ਕਰ ਰਿਹਾ, ਪਤਾ ਨਹੀਂ ਮੇਰੇ ਬੱਚੇ ਨੇ ਉਹਨੇ ਮਤਲਬ ਹਾਰਡ ਵਰਕ 'ਚੋਂ ਕਿੱਦਾਂ ਮੈਂ ਆਪਣੇ ਬੱਚੇ ਨੂੰ ਵੇਖੂੰਗਾ। ਪਰ ਤੁਸੀਂ ਵੀ ਤਾਂ ਕਿਸੇ ਦੇ ਬੱਚੇ ਹੋ, ਜੇ ਇਨਸਾਨ ਵੀ ਹੋ ਤੁਸੀਂ, ਜੇ ਤੁਸੀਂ ਕਰ ਸਕਦੇ ਹੋ ਤਾਂ ਤੁਹਾਡਾ ਬੱਚਾ ਵੀ ਓਬਵੀਅਸਲੀ ਉਸ ਲੈਵਲ ਤੱਕ ਪਹੁੰਚੂਗਾ। ਕਿਉਂ ਨਹੀਂ ਪਹੁੰਚੂਗਾ? ਇਹਦੇ 'ਤੇ ਯਕੀਨ ਕਰੋ, ਉਹਨੂੰ ਬਿਲਡ ਅਪ ਕਰੋ। ਸੋ ਇਹ ਵੀ ਚੀਜ਼ ਇੱਕ ਸੋਚਣ ਵਾਲੀ ਗੱਲ। ਮੈਂ ਵੈਸੇ ਰੋਜ਼ ਜਿਵੇਂ ਕੰਮ 'ਤੇ ਜਾ ਰਹੇ ਹੁੰਦੇ ਹਾਂ ਜਾਂ ਕਿਤੇ ਵੀ ਸਾਈਟ 'ਤੇ ਜਾ ਰਹੇ ਹਾਂ, ਮੈਂ ਗੱਡੀ 'ਚ ਬੈਠਾ ਅਬਜ਼ਰਵ ਕਰਾਂ ਨਾ ਵੀ ਕੋਈ ਗੱਡੀ ਇੱਧਰ ਜਾ ਰਹੀ ਆ, ਕੋਈ ਬੰਦਾ ਇੱਧਰ ਨੂੰ ਜਾ ਰਿਹਾ, ਕੋਈ ਤੁਰਿਆ ਜਾ ਰਿਹਾ, ਕੋਈ ਸਾਈਕਲ ਚਲਾਈ ਜਾ ਰਿਹਾ। ਮਤਲਬ ਸਾਰਿਆਂ ਦੀ ਜ਼ਿੰਦਗੀ ਦੀ ਕੋਈ ਨਾ ਕੋਈ ਦੌੜ ਲੱਗੀ ਹੋਈ ਆ, ਕੁਛ ਨਾ ਕੁਛ ਚੱਲ ਰਿਹਾ ਜ਼ਿੰਦਗੀ ਦੇ ਵਿੱਚ। ਹੁਣ ਉਹਨਾਂ 'ਚੋਂ ਮੈਨੂੰ ਲੱਗਦਾ ਕਹਿ ਸਕਦੇ ਹਾਂ ਆਪਾਂ 50-60% ਮਿਨੀਮਮ 60% ਬੰਦੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਡਾਇਰੈਕਸ਼ਨ ਪਤਾ ਨਹੀਂ ਹੈਗਾ, ਉਹ ਹੀ ਕੰਮ ਕਰੀ ਜਾਂਦੇ ਨੇ ਬਸ। ਜਿਵੇਂ ਮਤਲਬ ਸਟਰਕਚਰ ਬਣਾਇਆ ਹੋਇਆ ਕਹਿ ਲਓ, ਇਹ ਵੀ ਚਲੋ ਜ਼ਰੂਰੀ ਆ, ਕੰਮ ਕਰਨਾ ਵੀ ਜ਼ਰੂਰੀ ਆ ਕਿਉਂਕਿ ਖਰਚੇ ਵੀ ਚਲਾਉਣੇ ਨੇ, ਇਹ ਦੁਨੀਆ ਦਾ ਸਟਰਕਚਰ ਚਲੋ ਬਣਾਇਆ ਹੋਇਆ। ਪਰ ਇੱਕ ਇਹ ਵੀ ਚੀਜ਼ ਸੋਚਣੀ ਜ਼ਰੂਰੀ ਆ, ਜਿਵੇਂ ਅਗਰ ਤੁਹਾਡੀ ਫੈਮਿਲੀ ਲਾਈਫ ਆ, ਬੱਚਿਆਂ ਦੇ ਬਾਰੇ ਵੀ ਸੋਚਣਾ ਜ਼ਰੂਰੀ ਆ। ਸਪੈਸ਼ਲੀ ਅੱਜ ਕੱਲ੍ਹ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ, ਹੁਣ ਸਾਰਿਆਂ ਨਾਲੋਂ ਜ਼ਿਆਦਾ ਕਹਿ ਲਓ ਔਖੀ ਹੋਈ ਜਾ ਰਹੀ ਹੈ ਲਾਈਫ ਟੈਕਨੋਲੋਜੀ ਕਰਕੇ। ਮਤਲਬ ਫਾਇਦੇ ਵੀ ਬਹੁਤ ਹੋਏ ਨੇ, ਪਰ ਉਹਦੇ ਕਰਕੇ ਔਖੀ ਵੀ ਬਹੁਤ ਹੋਈ ਜਾਂਦੀ ਕਿਉਂਕਿ ਚੈਲੰਜਸ ਬਹੁਤ ਨੇ। ਬੱਚੇ ਨੂੰ ਟੈਕਨੋਲੋਜੀ ਤੋਂ ਦੂਰ ਕਿਵੇਂ ਰੱਖਣਾ, ਜਿਵੇਂ ਤੁਸੀਂ ਕਿਹਾ ਸੀ ਕੋਈ ਔਰਗਨਾਈਜੇਸ਼ਨ ਪਹਿਲਾਂ ਬਣਾਉਣੀ ਚਾਹੀਦੀ ਹੈ ਇਹ ਚੀਜ਼ ਲਈ ਕਿ ਅਗਰ ਕੋਈ ਚੀਜ਼ ਇੱਦਾਂ ਦੀ ਸੋਸ਼ਲ ਮੀਡੀਆ ਜਾਂ ਕੁਛ ਬਣਦਾ ਤਾਂ ਉਹਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ ਵੀ ਕਿੱਦਾਂ ਦੇ ਉਹਦੇ ਸੋਸਾਇਟੀ 'ਤੇ ਇਫੈਕਟ ਰਹਿਣਗੇ ਅਤੇ ਸਾਰਿਆਂ 'ਤੇ ਇਫੈਕਟ ਪੈਣਗੇ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਨੇ ਸੋਚਣੀਆਂ, ਸਾਰਿਆਂ ਨੂੰ ਸੋਚਣਾ ਚਾਹੀਦਾ ਇਹ ਚੀਜ਼ ਬਾਰੇ। ਅਸਲ 'ਚ ਮਾਂ ਪਿਓ ਦੀ ਜ਼ਿੰਮੇਵਾਰੀ ਹੁਣ ਤਾਂ ਦੁੱਗਣੀ ਤਿੱਗਣੀ ਹੋ ਗਈ। ਇਹ ਸਾਨੂੰ ਗੱਲ ਸਮਝਣੀ ਪੈਣੀ ਆ, ਕਿਤੇ ਨਾ ਕਿਤੇ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਵੀ ਜਦੋਂ ਅਸੀਂ ਬੱਚੇ ਸੀ, ਜਦੋਂ ਸਾਡੇ ਆਲੇ ਦੁਆਲੇ ਦਾ ਜਿਹੜਾ ਸਮਾਜ ਸੀ, ਜਾਂ ਜਦੋਂ ਅਸੀਂ ਖੇਲਦੇ ਸੀ ਜਾਂ ਹੋਰ, ਸਾਡੇ ਸਾਹਮਣੇ ਤਾਂ ਕੋਈ ਚੈਲੰਜ ਹੀ ਨਹੀਂ ਹੁੰਦੇ ਸੀ। ਨਾ ਕੋਈ ਟੈਕਨੋਲੋਜੀ ਦਾ ਚੈਲੰਜ ਸੀ, ਨਾ ਮੋਬਾਈਲ ਸੀ, ਨਾ ਲੈਪਟਾਪ ਸੀ, ਨਾ ਕੁਛ ਸੀਗਾ। ਠੀਕ ਆ ਨਹੀਂ, ਅਤੇ ਜੇ ਸਾਡੇ ਮਾਂ ਪਿਓ ਨਾ ਵੀ ਧਿਆਨ ਦਿੰਦੇ ਤਾਂ ਵੀ ਸਾਡੇ ਮਤਲਬ ਕਿ ਕੋਈ ਐਡਾ ਉਹ ਹੋਣਾ ਨਹੀਂ ਸੀ। ਪਰ ਹੁਣ ਦੇਖੋ ਤੁਹਾਡੇ ਆਲੇ ਦੁਆਲੇ ਬੱਚੇ ਨੂੰ ਘੇਰਨ ਲਈ ਕਿੰਨਾ ਚੀਜ਼ਾਂ ਨੇ, ਡਿਸਟਰੈਕਸ਼ਨਸ ਕਿੰਨੀਆਂ ਨੇ, ਹੈ ਨਾ। ਅਤੇ ਉੱਥੇ ਤਾਂ ਤੁਹਾਨੂੰ ਹੋਰ ਜ਼ਿਆਦਾ ਸੁਚੇਤ ਹੋ ਜਾਣਾ ਚਾਹੀਦਾ ਵੀ ਨਹੀਂ ਯਾਰ, ਵੀ ਬੱਚੇ ਨੂੰ ਇਸ ਕਾਬਲ ਬਣਾਉਣਾ, ਉਹਨੂੰ ਰਾਈਟ ਰੋਂਗ ਦਾ ਪਤਾ ਲੱਗ ਜਾਵੇ, ਹੈ ਨਾ, ਵੀ ਆਹ ਚੀਜ਼ ਮੇਰੇ ਲਈ ਗਲਤ ਆ, ਆਹ ਮੇਰੇ ਲਈ ਠੀਕ ਆ। ਠੀਕ ਆ ਨਹੀਂ, ਕਿਉਂਕਿ ਦੌਰ ਇੱਦਾਂ ਦਾ ਆ ਰਿਹਾ, ਜਿਹੜੇ ਦੌਰ 'ਚ ਅਸੀਂ ਅੱਜ ਵੀ ਜੀ ਰਹੇ ਹਾਂ, ਉਹਦੇ ਵਿੱਚ ਜਿਹੜੀ ਚੋਣ ਕਰਨੀ ਆ ਨਾ, ਦੋ ਚੀਜ਼ਾਂ ਤੁਹਾਡੇ ਸਾਹਮਣੇ ਨੇ। ਠੀਕ ਆ ਨਹੀਂ, ਜਿਹੜੀ ਚੁਆਇਸ ਕਰਨੀ ਆ ਉਹ ਤਦੋਂ ਹੀ ਹੋਊਗੀ ਜੇ ਬੱਚੇ ਦੀ ਓਵਰਆਲ ਡਿਵੈਲਪਮੈਂਟ ਉੱਦਾਂ ਦੀ ਕੀਤੀ ਵੀ ਹੋਊਗੀ। ਠੀਕ ਆ ਨਹੀਂ, ਵਿਜ਼ਨ ਉਹਦੇ ਕਲੀਅਰ ਹੋਣਗੇ, ਥਾਟਸ ਕਲੀਅਰ ਹੋਣਗੇ, ਬੇਸਿਕ ਚੀਜ਼ਾਂ ਕਲੀਅਰ ਹੋਣਗੀਆਂ।
ਠੀਕ ਆ ਨਹੀਂ, ਉਹ ਤਦੇ ਹੀ ਹੋਣਗੀਆਂ ਜੇ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਲਿਟਰੇਚਰ ਨਾਲ ਜੋੜਾਂਗੇ, ਇੱਕ ਕ੍ਰੀਏਟਿਵ ਟਾਈਪ ਦੇ ਅਸੀਂ ਉਹਨਾਂ 'ਚ ਰੁਝਾਨ ਪੈਦਾ ਕਰੀਏ। ਬੱਚਾ ਭਾਵੇਂ ਪੇਂਟਿੰਗ ਸਾਰਾ ਦਿਨ ਕਰੀ ਜਾਵੇ, ਹੋਰ ਕੁਛ ਨਾ ਕਰੇ, ਦੈਟ ਇਜ਼ ਬੈਟਰ ਦੈਨ ਮੋਬਾਈਲ ਔਰ ਜੋ ਵੀ ਹੈਗਾ ਹੈ ਨਾ। ਪਰ ਹਾਂਜੀ ਸਰ ਇੰਨਾ ਫਰਕ ਪੈ ਗਿਆ ਕਿ ਪਹਿਲਾਂ ਬੱਚਾ ਜਦੋਂ ਰੋਟੀ ਖਾਉਂਦੇ ਨਾ ਕਹਿੰਦਾ ਕਿ ਮੈਂ ਰੋਟੀ ਨਹੀਂ ਖਾਣੀ, ਮੇਰੀ ਮੰਮੀ ਨਹੀਂ ਕਰੇ ਜਾਂ ਕੰਮ ਕਰੀ, ਮੇਰੀ ਮੰਮੀ ਘਰੇ ਆਊਗੀ ਤੇ ਰੋਟੀ ਖਾਊਗਾ। ਅੱਜ ਬੱਚਾ ਕਹਿੰਦਾ ਮੈਨੂੰ ਪਹਿਲਾਂ ਫੋਨ ਤੇ ਲਾ ਕੇ ਦਿਓ, ਹਾਂਜੀ ਫਿਰ ਮੈਂ ਰੋਟੀ ਖਾਊਂਗਾ। ਬਿਲਕੁਲ। ਪਿਛਲੇ 10 ਸਾਲਾਂ 'ਚ ਕਿੰਨੀ ਲਾਈਫ ਸਾਡੀ ਚੇਂਜ ਹੋ ਗਈ। ਸੌਣ ਵੇਲੇ ਵੀ ਦੇਖਣਾ ਪੈਂਦਾ ਕਾਰਟੂਨ, ਫੇਰ ਹੀ ਸੌਂਦਾ। ਹੁਣ ਜੇ ਰੱਖਾਂ ਥੱਕ ਗਈਆਂ ਨਾ। ਨਹੀਂ, ਪਰ ਮੈਂ ਅਸਲ 'ਚ ਪਹਿਲਾਂ ਕਹਿਣ ਲੱਗਿਆ ਸੀ ਕਿ ਜਿਹੜੇ ਪੜ੍ਹਾਉਣ ਵਾਲੇ ਟੀਚਰ ਵੀ ਨੇ, ਜਦ ਉਹ ਵੀ ਹੁਣ ਉਹ ਜਨਰੇਸ਼ਨ ਦੇ ਹੀ ਹੋ ਗਏ ਜਿਨ੍ਹਾਂ ਨੇ ਮਤਲਬ ਟੈਕਨੋਲੋਜੀ ਨਾਲ ਹੀ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਆ, ਸੋ ਉਹ ਗਾਹਾਂ ਤੱਕ ਹੀ ਮਤਲਬ ਸਮਝਾਉਣਗੇ, ਕਹਿ ਲਓ ਉਹ ਚੀਜ਼ ਬਾਰੇ ਤਾਂ ਮਨਾ ਨਹੀਂ ਕਰਨਗੇ, ਠੀਕ ਆ। ਉਹਨਾਂ ਲਈ ਤਾਂ ਉਹ ਸਾਰੀ ਚੀਜ਼ਾਂ ਪੋਜ਼ੀਟਿਵ ਹੀ ਦਿਖਣਗੀਆਂ। ਸੋ ਮੇ ਬੀ ਸਭ ਤੋਂ ਵੀ ਪਹਿਲਾਂ ਵਾਲੀ ਜਨਰੇਸ਼ਨ ਜਿਵੇਂ ਤੁਸੀਂ ਹੋ, ਤੁਸੀਂ ਇਹ ਚੀਜ਼ਾਂ ਕਹਿ ਲਓ ਛੋਟੀ ਵਾਲੀ ਜਨਰੇਸ਼ਨ ਤੋਂ ਪਾਸ ਆਨ ਜ਼ਰੂਰੀ ਨੇ ਹੋਣੀ ਆ। ਉਹ ਡਿਸਪਲਿਨ ਟੀਚ ਕਰਨਾ ਜ਼ਰੂਰੀ ਆ, ਕਿਉਂਕਿ ਜਿਵੇਂ ਅਗਰ ਜਿੱਥੇ ਬੱਚੇ ਦੀ ਗਲਤੀ ਹੁੰਦੀ ਆ ਉੱਥੇ ਵੀ ਪੇਰੈਂਟਸ ਮਤਲਬ ਉਹਦੀ ਸਾਈਡ ਲਈ ਜਾਂਦੇ ਨੇ, ਉੱਥੋਂ ਹੀ ਮੈਨੂੰ ਲੱਗਦਾ ਇੱਕ ਵੀਕ ਹਿਊਮਨ ਜਿਹੜਾ ਇਨਸਾਨ ਬਿਲਡ ਹੋ ਰਿਹਾ, ਅੰਦਰ ਉਹਦੇ ਵੀਕਨੈਸ ਪੈਦਾ ਹੋ ਰਹੀ ਆ, ਠੀਕ ਆ, ਕਿ ਮੈਨੂੰ ਪੂਰੀ ਖੁੱਲ੍ਹ ਆ, ਮੈਂ ਕੁਛ ਵੀ ਕਰ ਸਕਦਾ। ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਂਟਰ ਮੈਨੂੰ ਲੱਗਦਾ ਚਾਹੀਦਾ ਹੁੰਦਾ, ਚਾਹੇ ਉਹਨੂੰ ਟੀਚਰ ਕਹਿ ਲਓ, ਚਾਹੇ ਉਹਨਾਂ ਦਾ ਦਾਦਾ ਜੀ, ਮਾਤਾ ਪਿਤਾ, ਉਹਨਾਂ 'ਚੋਂ ਕੋਈ ਨਾ ਕੋਈ ਬੱਚੇ ਦਾ ਮੈਂਟਰ ਚਾਹੀਦਾ ਜਿਹੜਾ ਉਹਨੂੰ ਡਿਸਪਲਿਨ ਕਰਕੇ ਰੱਖੇ, ਸਪੈਸ਼ਲੀ ਇੱਦਾਂ ਦੇ ਦੌਰ 'ਚ। ਬਿਲਕੁਲ ਬਿਲਕੁਲ ਬਿਲਕੁਲ। ਉਹ ਫਿਰ ਆਪਾਂ ਉੱਥੇ ਹੀ ਮਤਲਬ ਕਿ ਗੱਲ ਆ ਜਾਂਦੀ ਆ ਕਿ ਅਸੀਂ ਪਹਿਲੀ ਗਲਤੀ ਉੱਥੇ ਕਰ ਬੈਠਦੇ ਹਾਂ ਜਦੋਂ ਅਸੀਂ ਸਕੂਲ ਦੇ ਵਿੱਚ ਬੱਚਾ ਜਦੋਂ ਪੜ੍ਹਦਾ, ਜਦੋਂ ਅਸੀਂ ਉਹਦੀ ਮਤਲਬ ਕਿ ਸਾਈਡ ਲੈਂਦੇ ਹਾਂ, ਹੈ ਨਾ, ਵੀ ਅਸੀਂ ਬੱਚੇ ਨੂੰ ਇਹ ਸਮਝਾਉਣ ਦੀ ਬਜਾਏ ਬਈ ਹਾਂ ਠੀਕ ਆ, ਜੇ ਤੇਰੇ ਟੀਚਰ ਕਹਿ ਰਹੇ ਨੇ ਤੂੰ ਕੁਛ ਸਾਡੇ ਮਾਂ ਪਿਓ ਤਾਂ ਇਹੀ ਕਹਿੰਦੇ ਸੀ ਤੂੰ ਕੁਛ ਗਲਤ ਕੀਤਾ ਹੋ ਤਾਂ ਤੇਰੇ ਕੁੱਟ ਪਈ ਆ ਬਸ, ਠੀਕ ਆ ਨਹੀਂ, ਆਪਣਾ ਠੀਕ ਕਰਕੇ ਜਾਏਗਾ, ਫਿਰ ਤੈਨੂੰ ਟੀਚਰ ਕਿਉਂ ਮਾਰੂਗਾ, ਤੇਰੀ ਕੋਈ ਦੁਸ਼ਮਣੀ ਥੋੜ੍ਹੀ ਹੈ ਟੀਚਰ ਨਾਲ, ਠੀਕ ਆ ਨਹੀਂ। ਅਤੇ ਉਸ ਤਰ੍ਹਾਂ ਦਾ ਮਾਹੌਲ ਸੀਗਾ, ਦੇਖਣ ਦਾ ਨਜ਼ਰੀਆ, ਦੇਖਣ ਦਾ ਨਜ਼ਰੀਆ। ਅਤੇ ਹੁਣ ਨਜ਼ਰੀਆ ਟੋਟਲੀ ਚੇਂਜ ਹੋ ਗਿਆ। ਹੁਣ ਅਸੀਂ ਕਹਿੰਦੇ ਹਾਂ ਵੀ ਨਹੀਂ ਜੀ ਸਾਡੇ ਬੱਚੇ ਨੂੰ ਤਾਂ ਜੀ ਹੱਥ ਨਹੀਂ ਲਾਉਣਾ, ਤੁਸੀਂ ਕਹਿ ਹੀ ਨਹੀਂ ਸਕਦੇ ਕੁਛ ਤੁਸੀਂ, ਠੀਕ ਆ ਨਹੀਂ। ਸੋ ਇਹ ਚੀਜ਼ਾਂ ਨੇ, ਚੈਲੰਜ ਤਾਂ ਬਹੁਤ ਨੇ, ਪਰ ਉਹੀ ਗੱਲ ਆ ਨਾ ਵੀ ਇਹ 'ਤੇ ਬੈਠ ਕੇ ਸੋਚਣ ਵਿਚਾਰਨ ਦੀ ਲੋੜ ਆ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਨਟੋਲਰੈਂਸ ਆ ਉਹ ਇੰਨੀ ਕੁ ਜ਼ਿਆਦਾ ਵੱਧ ਜਾਣੀ ਆ। ਉਹਦਾ ਰੀਜ਼ਨ ਇਹੀ ਆ, ਇਹ ਇੰਟਰਨੈਟ ਔਰ ਜਿਹੜੀ ਇਹ ਡਿਵਾਈਸਿਸ ਅਸੀਂ ਯੂਜ਼ ਕਰਦੇ ਹਾਂ। ਕਿਉਂਕਿ ਜਦੋਂ ਤੁਸੀਂ ਨੋਟ ਕੀਤਾ ਹੋਣਾ ਵੀ ਜਦੋਂ ਇੰਟਰਨੈਟ ਥੋੜ੍ਹੀ ਜਿਹੀ ਦੇਰ ਲਈ ਨਾ ਮਤਲਬ ਸਲੋ ਡਾਊਨ ਹੋ ਜਾਂਦਾ ਆ, ਤੁਸੀਂ ਆਪਣੀ ਬਰੀਦਿੰਗ ਚੈੱਕ ਕਰੋ ਕਦੇ ਬੈਠ ਕੇ, ਆਪਣੇ ਹਾਵ ਭਾਵ ਚੈੱਕ ਕਰੋ ਵੀ ਤੁਹਾਨੂੰ ਕਿੰਨੀ ਉਤੇਜਨਾ ਹੁੰਦੀ ਆ, ਮਤਲਬ ਕਿਉਂ ਨਹੀਂ ਚੱਲ ਰਿਹਾ, ਕਿਉਂ ਨਹੀਂ ਚੱਲ ਰਿਹਾ, ਕਿਉਂ ਨਹੀਂ ਚੱਲ ਰਿਹਾ, ਹੈ ਨਾ। ਮਤਲਬ ਇਹ ਇੱਕ ਇੱਦਾਂ ਦਾ ਸਮਾਜ ਸਿਰਜਿਆ ਜਾਊਗਾ ਅੱਗੇ ਜਾ ਕੇ, ਠੀਕ ਆ ਨਹੀਂ, ਵੀ ਉਹਦੇ ਵਿੱਚ ਇਨਟੋਲਰੈਂਸ 'ਚ ਸਾਰਾ ਕੁਛ ਹੀ ਆ ਗਿਆ, ਘਰੇਲੂ ਕਲੇਸ਼ ਵੀ ਆ ਗਏ, ਸਮਾਜ ਦੀਆਂ ਲੜਾਈਆਂ ਵੀ ਆ ਗਈਆਂ, ਸਾਰੀਆਂ ਆ ਗਈਆਂ, ਕਿਉਂਕਿ ਸਾਨੂੰ ਕੁਇਕ ਇਨਸਟੈਂਟ ਚਾਹੀਦੀ ਆ, ਹਰ ਚੀਜ਼ ਸਾਨੂੰ ਇੱਕਦਮ ਚਾਹੀਦੀ ਆ, ਠੀਕ ਆ ਨਹੀਂ। ਇਹ ਜਿਹੜੀ ਪ੍ਰਵਿਰਤੀ ਆ ਨਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰੂਗੀ। ਔਰ ਉਹ ਬੱਚਾ ਜਿਹੜਾ ਹਜੇ ਆਪਣਾ ਵਿਕਾਸ ਸ਼ੁਰੂ ਵੀ ਨਹੀਂ ਕੀਤਾ, ਤੁਸੀਂ ਉਹਦੇ ਹੱਥਾਂ 'ਚ ਉਹ ਚੀਜ਼ ਫੜਾਤੀ, ਜੇ ਉਹਦਾ 5 ਸਾਲ ਦੀ ਉਮਰ ਦੇ ਵਿੱਚ ਇਨਟੋਲਰੈਂਸ ਵਧਣੀ ਸ਼ੁਰੂ ਹੋ ਗਈ, ਤੁਸੀਂ ਅੱਗੇ ਚੱਲ ਕੇ ਦੇਖੋ ਵੀ ਕੀ ਬਣੂਗਾ। ਉਹ ਪੇਸ਼ੈਂਸ ਜਮੀ ਖਤਮ, ਜਮੀ ਖਤਮ, ਠੀਕ ਆ ਨੇ। ਇਹ ਇਨੋਵੇਸ਼ਨ ਦਾ ਕਾਰਨ, ਇਨੋਵੇਸ਼ਨ ਤਾਂ ਦੇਖੋ ਆਪਣੀ ਜਗ੍ਹਾ 'ਤੇ ਦੇਖੋ, ਕੁਛ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਸਾਡੇ ਹੱਥ 'ਚ ਨੇ, ਕੁਛ ਸਾਡੇ ਹੱਥ 'ਚ ਹੈ ਨਹੀਂ, ਠੀਕ ਆ ਨਹੀਂ। ਇਨੋਵੇਸ਼ਨ ਨੂੰ ਤੁਸੀਂ ਨਹੀਂ ਰੋਕ ਸਕਦੇ। ਅਸੀਂ ਗੱਲ ਉਸ ਵਿਸ਼ੇ 'ਤੇ ਕਰ ਰਹੇ ਹਾਂ ਜਿਹੜੀ ਸਾਡੇ ਵੱਸ ਤੋਂ ਬਾਹਰ ਆ। ਮੈਂ ਇਹ ਕਹਿੰਦਾ ਤੁਹਾਡੇ ਬੱਚੇ ਨੇ ਰਹਿਣਾ ਇਸੇ ਸਮਾਜ 'ਚ ਆ, ਤੁਸੀਂ ਵੀ ਇਸੇ ਸਮਾਜ 'ਚ ਰਹਿਣਾ, ਚੀਜ਼ਾਂ ਇੱਦਾਂ ਹੀ ਆਉਣਗੀਆਂ, ਹੋਰ ਜ਼ਿਆਦਾ ਟੈਕਨੋਲੋਜੀ ਐਡਵਾਂਸਮੈਂਟ ਆਊਗੀ, ਪਰ ਜੇ ਤੁਹਾਡਾ ਸੱਭਿਆਚਾਰ, ਤੁਹਾਡਾ ਮਤਲਬ ਕਿ ਜਿਹੜੇ ਮਾਂ ਪਿਓ ਨੇ ਤੁਹਾਨੂੰ ਸੰਸਕਾਰ ਦਿੱਤੇ ਨੇ, ਜਾਂ ਜਿਹੜਾ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਹੋਏ ਹੋ, ਹੈ ਨਾ, ਅਤੇ ਰੱਬ 'ਚ ਵਿਸ਼ਵਾਸ ਰੱਖਦੇ ਹੋ, ਜਦੋਂ ਤੁਸੀਂ ਇਹ ਚੀਜ਼ਾਂ ਬੱਚੇ 'ਚ ਭਰਤੀਆਂ ਨਾ, ਉਹਦੇ ਲਈ ਕਵਚ ਦਾ ਕੰਮ ਕਰਨਗੀਆਂ, ਵੀ ਚੀਜ਼ਾਂ ਆਉਣਗੀਆਂ ਟਕਰਾ ਕੇ ਪਿੱਛੇ ਹੋ ਜਾਣਗੀਆਂ, ਉਸ ਬੱਚੇ ਨੂੰ ਟੱਚ ਨਹੀਂ ਕਰ ਪਾਉਣਗੀਆਂ। ਇਹੀ ਕਾਰਨ ਹੈ ਅੱਜ ਕੱਲ੍ਹ ਮੈਂਟਲ ਹੈਲਥ ਵੀ ਜ਼ਿਆਦਾ ਵੱਧ ਰਹੀ, ਤੁਹਾਨੂੰ ਲੱਗਦਾ?
ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਮੈਂਟਲ ਹੈਲਥ ਦੇ ਇਸ਼ੂ ਆ ਰਹੇ ਨੇ ਕਿਉਂਕਿ ਬੱਚਾ ਦੇਖੋ ਫਿਰ ਸ਼ੀਲਡ ਨਹੀਂ ਹੈਗੀ ਬੱਚੇ ਹਾਂ ਮਤਲਬ ਉਹਦੇ 'ਚ ਇੰਨੀ ਹਜੇ ਕਹਿ ਰਹੋ ਨਾ ਜਾਣਕਾਰੀ ਇਕੱਠੀ ਕਰਨ ਦੇ ਯੋਗ ਨਹੀਂ ਹੈਗਾ ਜਿੰਨੀਆਂ ਉਹਦੇ 'ਚ ਭਰੀਆਂ ਜਾ ਰਹੀਆਂ ਨੇ। ਹਾਂ ਠੀਕ ਹੈ ਨੇ, ਇਨਫੋਰਮੇਸ਼ਨ ਜ਼ਿਆਦਾ ਆ। ਉਹ ਬੱਚਾ ਹਜੇ ਉਸ ਲੈਵਲ ਦਾ ਉਹਦਾ ਬ੍ਰੇਨ ਹੈ ਨਹੀਂ ਵੀ ਉਹਨਾਂ ਇਨਫੋਰਮੇਸ਼ਨ ਦੇ ਉੱਤੇ ਰਿਐਕਟ ਕਰ ਸਕੇ ਜਾਂ ਸੋਚ ਸਕੇ ਜਾਂ ਕੁਛ ਹੋਰ ਕਰ ਸਕੇ। ਦੇਖੋ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਆਪਾਂ ਪੁਰਾਣੇ ਸਮੇਂ ਤੋਂ ਲੈ ਚਿੱਠੀ ਪੱਤਰ ਹੈ ਨਾ, ਮੈਨੂੰ ਯਾਦ ਆ ਬਈ ਮੇਰੇ ਨਾਨੀ ਜੀ ਨੇ ਕਹਿਣਾ ਵੀ ਜਾ ਬੈਠ ਤੈਨੂੰ 3 ਦਿਨ ਦਾ ਕਹਿ ਰਿਹਾ 4 ਦਿਨ ਦਾ ਕਹਿ ਰਿਹਾ ਆਪਣੀ ਮਾਸੀ ਨੂੰ ਚਿੱਠੀ ਲਿਖਦੇ ਤੂੰ ਚਿੱਠੀ ਨਹੀਂ ਲਿਖਦਾ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਆਉਂਦੀ ਨਹੀਂ ਸੀ, ਅਨਪੜ੍ਹ ਸੀ। ਚਲੋ ਉਹਨਾਂ ਨੇ ਬਿਠਾ ਲੈਣਾ, ਫਿਰ 3-4 ਇਕੱਠੀਆਂ ਹੀ ਲਿਖਾਣੇ, ਇੱਕ ਮਾਮੇ ਨੂੰ ਵੀ ਪਾ ਦੇ ਇੱਕ ਮਾਸੀ ਨੂੰ ਵੀ ਪਾ ਦੇ ਹੈ ਨਾ। ਇੱਕ ਪੀਲਾ ਕਾਰਡ ਹੁੰਦਾ ਸੀ, ਫਿਰ ਨੀਲਾ ਕਾਰਡ ਇੱਕ ਹੁੰਦਾ ਸੀਗਾ ਨੀਲਾ ਲਿਫਾਫਾ। ਕਿੰਨੇ ਟਾਈਮ ਪੁਰਾਣੀ ਗੱਲ ਹੈ ਇਹ ਗੱਲ ਹੈਗੀ ਆ ਜੀ ਤਕਰੀਬਨ 88-89 ਦੀ। ਸੋ ਇੰਨੀ ਵੀ ਪੁਰਾਣੀ ਗੱਲ ਇੰਨੀ ਕੀ ਪੁਰਾਣੀ ਗੱਲ ਨਹੀਂ ਹੈਗੀ। ਹਾਂਜੀ ਹਾਂਜੀ ਹਾਂਜੀ। ਤੇ ਉਹ ਲਿਖਣੀ ਆ ਤੇ ਉਹ 3-4 ਦਿਨਾਂ 'ਚ ਪਹੁੰਚਦਾ ਸੀਗਾ ਰਿਸ਼ਤੇਦਾਰ ਕੋਲ ਹੈ ਨਾ। ਫਿਰ ਜੇ ਹੁਣ ਤੁਸੀਂ ਦੇਖੋ ਵੀ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਆ ਉਹਦੀ ਦੁਨੀਆ ਉਹੀ ਹੁੰਦੀ ਸੀਗੀ ਹੈ ਨਾ। ਵੀ ਆ ਗਵਾਂਢੀ ਕੋਲ ਕੀ ਨਹੀਂ ਹੈਗਾ, ਸਰਪੰਚ ਕੋਲ ਜਾਣਾ, ਆਹ ਪ੍ਰੋਬਲਮ ਆ ਮੇਰੇ ਖੇਤ 'ਚ, ਆਹ ਚੀਜ਼ ਟੁੱਟੀ ਇਹਨੂੰ ਜੋੜਨੀ, ਬਸ ਉਹਦਾ ਸੰਸਾਰ ਸੀ ਹੈ ਨਾ। ਹਾਂਜੀ। ਫਿਰ ਆ ਗਏ ਉਹ ਫੋਨ ਹੈ ਨਾ, ਉਂਗਲੀ ਨਾਲ ਇੱਦਾਂ ਘੁਮਾਉਂਦੇ ਸੀ, ਉਹ ਕਿਸੇ ਕੋਲ ਹੁੰਦੇ ਸੀਗੇ। ਜੇ ਕਿਸੇ ਨੇ ਕਰਨਾ ਤਾਰ ਆਉਂਦੀ ਹੁੰਦੀ ਸੀ ਪਹਿਲਾਂ, ਆਮ ਹੀ ਆਪਾਂ ਸੁਣਦੇ ਸੀਗੇ ਹੈ ਨਾ, ਸਾਡੇ ਫੋਨ ਦੀ ਤਾਰ ਨਹੀਂ ਆਈ। ਹਾਂਜੀ ਹਾਂਜੀ। ਇਹਨੂੰ ਨਹੀਂ ਇੱਕ ਆਪਾਂ ਟੈਲੀਗ੍ਰਾਮ ਪੋਸਟ ਆਫਿਸ ਟੈਲੀਗ੍ਰਾਮ ਵੀ ਸੀਗਾ ਪਹਿਲਾਂ ਕੁਝ। ਹਾਂਜੀ ਪੋਸਟ ਆਫਿਸ 'ਚ ਟੈਲੀਗ੍ਰਾਮ ਆਉਂਦਾ ਹੁੰਦਾ ਸੀ ਤੇ ਉਹ ਅਰਜੈਂਟ ਮੈਸੇਜ ਹੁੰਦਾ ਸੀ, ਟਾਈਪ ਕੀਤਾ ਜਾਂਦਾ ਸੀਗਾ ਉਸੇ ਟਾਈਮ ਉੱਥੇ ਪੋਸਟ ਆਫਿਸ ਦੇ ਵਿੱਚ ਉਹ ਹੋ ਜਾਂਦਾ ਸੀਗਾ ਪ੍ਰਿੰਟ। ਕੋਈ ਇੱਦਾਂ ਦਾ ਉਹਨਾਂ ਦਾ ਸਿਸਟਮ ਸੀਗਾ। ਤੇ ਫੌਜ 'ਚ ਫੌਜੀ ਭਰਾ ਜਿਹੜੇ ਹੁੰਦੇ ਸੀਗੇ ਸਾਡੇ, ਉਹ ਕਰਦੇ ਹੁੰਦੇ ਸੀ ਟੈਲੀਗ੍ਰਾਮ ਜਾਂ ਉਹ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਜਦੋਂ ਫੋਨ ਆਇਆ, ਉਹ ਕਿਸੇ ਅਮੀਰ ਬੰਦਿਆਂ ਕੋਲ, ਬਹੁਤ ਹੀ ਵੱਡੇ ਬਿਜ਼ਨਸਮੈਨ, ਜਿਵੇਂ ਮੈਂ ਆਪਣੇ ਪਿੰਡ ਦੀ ਗੱਲ ਕਹਾਂ ਉਸ ਟਾਈਮ ਸਿਰਫ 1-2 ਬੰਦਿਆਂ ਕੋਲ ਸੀਗੇ ਹੈ ਨਾ। ਫਿਰ ਉਸ ਤੋਂ ਬਾਅਦ ਫਿਰ ਜੀ ਫੋਨ ਆਮ ਹੋ ਗਏ, ਟੈਲੀਫੋਨ ਹੈ ਨਾ। ਹੌਲੀ ਜਦੋਂ ਮੇਰੇ ਖਿਆਲ ਆ ਜਦੋਂ ਇਹ ਆਪਣੇ ਜ਼ਿਆਦਾ ਪੁਰਾਣੀ ਗੱਲ ਨਹੀਂ ਹੈਗੀ ਆ, ਇਹ ਸੀਗੇ ਆਪਣੇ ਵਾਜਪਾਈ ਸਾਹਿਬ, ਉਹਨਾਂ ਦੇ ਟਾਈਮ ਤੋਂ ਜ਼ਿਆਦਾ ਮਿਲਣੇ ਸ਼ੁਰੂ ਹੋਏ ਨੇ। ਪਹਿਲਾਂ ਤਾਂ 4-4 5-5 ਸਾਲ ਅਪਲਾਈ ਕਰਕੇ ਵੇਟ ਹੀ ਕਰਦੇ ਰਹਿੰਦੇ ਸੀ ਵੀ ਪਤਾ ਨਹੀਂ ਜੇ ਫੋਨ ਆਉਣਾ, ਲੋਕਾਂ ਨੇ ਮਠਿਆਈਆਂ ਮੰਗਾ ਲੈਣੀ, ਸਾਰੇ ਮਹੱਲੇ ਨੇ ਆਉਣਾ ਵੀ ਫੋਨ ਆ ਗਿਆ ਹੈ ਨਾ। ਉਹਨੂੰ ਐਂ ਸਮਾਰ ਕੇ ਰੱਖਣਾ। ਉਹ ਲੇਡੀਜ਼ ਕੀ ਕਰਦੀਆਂ ਸੀ, ਕਢਾਈ ਕਰਕੇ ਬਣਾ ਕੇ ਉਹਦੇ ਉੱਪਰ ਨਾ ਉਹ ਢੱਕਦੀਆਂ ਸੀਗੀਆਂ ਕੱਪੜਾ, ਉਹ ਐਂ ਕਰੋਸ਼ੀਏ ਨਾਲ ਬੁਣ ਕੇ। ਤੇ ਉਸ ਤੋਂ ਬਾਅਦ ਜੀ ਚਲੋ ਉਹ ਵੀ ਦੌਰ ਖਤਮ ਹੋ ਗਿਆ। ਫਿਰ ਮੋਬਾਈਲ ਆਏ, ਨੋਕੀਆ ਦਾ ਐਡਾ ਵੱਡਾ ਮੋਬਾਈਲ ਹੁੰਦਾ ਸੀ, ਉਹ ਕਿਲੋ ਦਾ ਹੋਊਗਾ ਮੇਰੇ ਖਿਆਲ, ਇੱਕ 6600 ਵੀ ਆਉਂਦਾ ਹੁੰਦਾ। ਉਹ ਵੀ ਕਿਸੇ ਕੋਲ ਹੁੰਦੇ ਸੀ ਨਾ। ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਵੱਧਦੀ ਗਈ। ਪਹਿਲਾਂ ਪਿੰਡ ਇੱਕ ਸੰਸਾਰ ਸੀ, ਠੀਕ ਹੈ ਨਹੀਂ, ਫਿਰ ਫੋਨ ਆ ਗਏ, ਸ਼ਹਿਰਾਂ ਤੱਕ ਪਹੁੰਚ ਹੋ ਗਈ, ਫਿਰ ਮੋਬਾਈਲ ਫੋਨ ਆ ਗਏ। ਕਿਉਂਕਿ ਫੋਨ ਤਾਂ ਜੇ ਉੱਥੇ ਟੇਬਲ 'ਤੇ ਜਾਓਗੇ ਡਾਇਲ ਕਰੋਗੇ ਤਾਂ ਕਿਸੇ ਨਾਲ ਗੱਲ ਕਰੋਗੇ, ਠੀਕ ਹੈ ਨਹੀਂ। ਅੱਛਾ ਜੇ ਕਿਸੇ ਦਾ ਆ ਗਿਆ ਫਿਰ ਵੀ ਉੱਠ ਕੇ ਜਾਣਾ ਵੀ ਸੁਣਨਾ ਜਾ ਕੇ ਹੈ ਨਾ, ਕਿਸੇ ਨੇ ਜ਼ਰੂਰੀ ਕਰ ਲਿਆ ਜਾਂ ਸੁਣ ਲਿਆ। ਤੇ ਜਦੋਂ ਮੋਬਾਈਲ ਆ ਗਏ ਫਿਰ ਤਾਂ ਹੁਣ ਮਤਲਬ ਕਿ ਕੋਈ ਗੱਲ ਹੁੰਦੀ ਵੀ ਨਹੀਂ ਜ਼ਰੂਰੀ ਹੈ ਨਾ। ਕਿੱਥੇ ਪਹੁੰਚ ਗਏ ਤੁਸੀਂ, ਕਦੋਂ ਆ ਰਹੇ ਹੋ, ਇੰਨਾ ਟਾਈਮ ਕਿੱਥੇ ਲਾਤਾ। ਮਤਲਬ ਬੰਦਾ ਡਰਾਈਵ ਕਰ ਰਿਹਾ ਤੇ ਅਸੀਂ ਇਹ ਕੁਐਸਚਨ ਕਰ ਰਹੇ ਹਾਂ। ਹੁਣ ਲੋਕ ਉਦੋਂ ਵੀ ਡਰਾਈਵ ਕਰ ਰਹੇ ਸੀ, ਲੋਕ ਉਦੋਂ ਵੀ ਜੀ ਰਹੇ ਸੀ, ਉਦੋਂ ਵੀ ਚੈਲੰਜਸ ਰੋਡ ਤੇ ਸੀਗੇ, ਠੀਕ ਹੈ ਨਹੀਂ। ਪਰ ਉਹ ਟੈਕਨੋਲੋਜੀ ਜਿੱਦਾਂ ਆਉਂਦੀ ਗਈ, ਫਿਰ ਜਦੋਂ ਇੰਟਰਨੈਟ ਆਇਆ ਭਾਜੀ, ਸਿਸਟਮ ਕਹਾਣੀ ਉੱਥੋਂ ਖਰਾਬ ਹੋ ਰਹੀ ਹੈ। ਕਹਾਣੀ ਉੱਥੋਂ ਖਰਾਬ ਹੋਈ ਆ। ਮੈਨੂੰ ਯਾਦ ਆ ਵੀ ਜਦੋਂ ਮੈਂ ਆਸਟ੍ਰੇਲੀਆ ਜਾਏ 2009 ਦੇ ਵਿੱਚ, ਨੋਕੀਆ ਦਾ ਫੋਨ ਸੀ, ਉਹ ਨੰਬਰ ਵਾਲਾ ਹੈ ਨਾ, ਉਹੀ ਯੂਜ਼ ਕਰਦੇ ਸੀ ਉਰੇ। ਤੇ 2012 ਦੇ ਵਿੱਚ ਮੇਰੀ PR ਗ੍ਰਾਂਟ ਹੋਈ, ਕਿਉਂਕਿ ਮੇਰਾ SIR ਵੀਜ਼ਾ ਸੀਗਾ, 2 ਸਾਲ ਰੀਜਨਲ ਏਰੀਆ 'ਚ ਰਹਿਣਾ ਸੀਗਾ। ਤੇ ਉਸ ਤੋਂ ਬਾਅਦ 1 ਸਾਲ ਦਾ ਫੁੱਲ ਟਾਈਮ ਕੰਮ, ਦੈਨ PR ਹੈ ਨਾ। 2012 'ਚ ਮੈਂ ਇੰਡੀਆ ਜਾਣ ਲੱਗੇ, ਇਹ ਪਰਥ ਤੋਂ ਮਤਲਬ ਕਿ ਫੋਨ ਲਿਆ ਸੀ, iPhone 4 ਫਸਟ ਟਾਈਮ। ਛੋਟਾ ਜਿਹਾ ਹੁੰਦਾ ਸੀ, ਛੋਟਾ ਜਿਹਾ ਹੁੰਦਾ, ਉਹਦੇ 'ਚ ਨੈਟ ਮਤਲਬ ਪਵਾਇਆ ਹੈ ਨਾ। ਉਦੋਂ 2012 ਤੋਂ ਦੁਨੀਆ ਪਤਾ ਲੱਗੀ ਵੀ ਹਾਂ ਇੰਟਰਨੈਟ ਵੀ ਹੈਗਾ, ਕੋਈ ਗੂਗਲ ਵੀ ਹੁੰਦਾ ਹੈ ਨਾ, ਐਂ ਵੀ ਹੁੰਦਾ ਆ। ਤੇ ਫਿਰ ਹੁਣ ਹੌਲੀ ਜਦੋਂ ਇੰਟਰਨੈਟ ਉਹ ਹੋ ਗਿਆ, ਫਿਰ ਕੀ ਹੋ ਗਿਆ ਵੀ ਇੱਕ ਬੰਦਾ ਬੈਠਾ ਤਾਂ ਆਪਣੇ ਪਿੰਡ 'ਚ ਆ, ਉਹਨੂੰ ਫਿਕਰ ਪੂਰੀ ਦੁਨੀਆ ਦਾ, ਠੀਕ ਆ ਨਹੀਂ। ਅਮਰੀਕਾ 'ਚ ਹੋ ਗਿਆ, ਕੈਨੇਡਾ 'ਚ ਹੋ ਗਿਆ, ਉੱਥੇ ਇਹ ਹੋ ਗਿਆ, ਫਟਾਫਟ ਉਹ ਸਰਚ ਕਰੀ ਜਾ ਰਿਹਾ, ਦੇਖੀ। ਹਾਲਾਂਕਿ ਉਹਦੇ ਹੱਥ 'ਚ ਕੁਛ ਨਹੀਂ,
ਕਰਨ ਲਈ ਹੈ ਨਾ। ਸਿਰਫ ਉਹ ਉਹਨੂੰ ਦੇਖ ਸਕਦਾ, ਸੋਚ ਸਕਦਾ, ਹੋਰ ਉਹ ਹੱਲ ਕੋਈ ਨਹੀਂ ਕਰ ਸਕਦਾ ਉਹਦਾ, ਹਾਂਜੀ। ਠੀਕ ਆ ਨੇ ਵੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਭਰੀ ਜਾ ਰਹੀ ਆ। ਇਹ ਤਾਂ ਇੱਕ ਆਮ ਜਿਹੜਾ ਬੱਚਾ ਆ ਉਹ ਤਾਂ ਬਿਲਕੁਲ ਹੀ ਯੋਗ ਨਹੀਂ ਨਾ। ਆਪਾਂ ਬੱਚੇ ਤੇ ਗੱਲ ਕਰਦੇ ਸੀ ਨਾ ਵੀ ਤੁਸੀਂ ਤਾਂ ਫਿਰ ਵੀ ਕਿਤੇ ਨਾ ਕਿਤੇ ਵੀ ਠੀਕ ਆ, ਪੜ੍ਹ ਗਏ ਲਿਖ ਕੇ, ਤੁਹਾਨੂੰ ਪਤਾ ਯਾਰ ਵੀ ਜਿਹੜੀ ਚੀਜ਼ ਦੇਖਣੀ ਆ, ਨਹੀਂ ਦੇਖਣੀ ਤੇ ਉਹ ਬੱਚੇ ਦਾ ਤਾਂ ਉਹ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਇੱਥੇ ਸੌਰੀ ਸਰ ਤੁਹਾਨੂੰ ਰੋਕਦਾ, ਜਿੱਦਾਂ ਤੁਸੀਂ ਦੁਨੀਆ ਦੀ ਗੱਲ ਕੀਤੀ ਵੀ ਪਹਿਲਾਂ ਪਿੰਡ ਦੁਨੀਆ ਸੀ, ਫਿਰ ਸ਼ਹਿਰ ਤੱਕ ਪਹੁੰਚ ਹੋ ਗਈ, ਫਿਰ ਹੁਣ ਓਬਵੀਅਸਲੀ ਇੰਟਰਨੈਟ ਦੇ ਨਾਲ ਸਾਡੀ ਸਾਰੀ ਦੁਨੀਆ ਹੀ ਜੋ ਚੱਲ ਰਿਹਾ ਅਸੀਂ ਦੇਖਦੇ ਹਾਂ। ਹੁਣ ਇਸ ਸੇਮ ਨੋਟ 'ਤੇ ਤੁਹਾਨੂੰ ਇੱਦਾਂ ਵੀ ਲੱਗਦਾ ਕਿ ਦੁਨੀਆ 'ਚ ਜੇ ਕਿਤੇ ਕੁਛ ਹੁੰਦਾ, ਨਿਊਜ਼ ਆਉਂਦੀ ਜਿੱਦਾਂ ਕਿ ਇੱਥੇ ਅਟੈਕ ਹੋਇਆ ਜਾਂ ਇੱਥੇ ਅਟੈਕ ਹੋਇਆ, ਪਹਿਲਾਂ ਤਾਂ ਸਾਨੂੰ ਪਤਾ ਵੀ ਨਹੀਂ ਸੀ ਲੱਗਦਾ ਜਦੋਂ ਚਿੱਠੀ ਪੱਤਰ ਦਾ ਜ਼ਮਾਨਾ ਸੀ। ਹੁਣ ਸਾਡੀ ਥੋੜ੍ਹੀ ਨੈਗੇਟਿਵਿਟੀ ਵੀ ਇਸ ਚੀਜ਼ਾਂ ਕਰਕੇ ਵੱਧ ਗਈ, ਯਾਰ ਦੁਨੀਆ ਬਰਬਾਦ ਹੋ ਰਹੀ ਆ, ਕਿਉਂਕਿ ਦੁਨੀਆ ਦੇ ਕਿਸੇ ਇਹੋ ਜਿਹੇ ਕੋਨੇ 'ਤੇ ਕੁਛ ਮਾੜਾ ਹੋਇਆ ਜਿਹਦੇ ਨਾਲ ਤੁਹਾਨੂੰ ਲੈਣਾ ਦੇਣਾ ਵੀ ਨਹੀਂ ਆ, ਪਰ ਉਹ ਜੋ ਕਿ ਪਹਿਲਾਂ ਵੀ ਹੁੰਦਾ ਸੀ ਪਰ ਤੁਹਾਨੂੰ ਪਤਾ ਨਹੀਂ ਸੀ ਲੱਗਦਾ। ਹੁਣ ਜਿੰਨੀ ਇਨਫੋਰਮੇਸ਼ਨ ਆ ਗਈ ਉਹਦੇ ਨਾਲ ਨੈਗੇਟਿਵਿਟੀ ਵੀ ਵੱਧਦੀ ਜਾ ਰਹੀ ਹੈ, ਤੁਹਾਨੂੰ ਲੱਗਦਾ ਫੋਨਾਂ ਦੇ ਨਾਲ, ਕਿਉਂਕਿ ਸਾਨੂੰ ਪਤਾ ਲੱਗ ਰਿਹਾ ਕਿ ਕਿਉਂਕਿ ਇੰਟਰਨੈਟ 'ਤੇ ਚੀਜ਼ ਵਾਇਰਲ ਕਿਹੜੀ ਹੁੰਦੀ ਹੈ, ਜਿਹੜੀ ਨੈਗੇਟਿਵ ਹੁੰਦੀ, ਜਿੱਥੇ ਕੁੱਟਮਾਰ ਹੁੰਦੀ, ਜਿੱਥੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਜਿਹੜੀਆਂ ਸੋਹਣੀਆਂ ਚੀਜ਼ਾਂ ਹੁੰਦੀਆਂ, ਵਧੀਆ ਚੀਜ਼ਾਂ ਹੁੰਦੀਆਂ, ਜਾਂ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ, ਮੈਨੂੰ ਨਹੀਂ ਲੱਗਦਾ ਮੈਂ ਉਹ ਕਦੇ ਦੇਖਿਆ ਕਿ ਉਹ ਕੋਈ ਜ਼ਿਆਦਾ ਲੋਕਾਂ ਦਾ ਟ੍ਰੈਂਡਿੰਗ ਤਾਂ ਨਹੀਂ ਹੁੰਦੇ, ਟ੍ਰੈਂਡਿੰਗ ਨਹੀਂ ਹੁੰਦਾ। ਸੋ ਤੁਹਾਨੂੰ ਲੱਗਦਾ ਇਹ ਦੁਨੀਆ ਵਧਣ ਨਾਲ ਲੋਕਾਂ ਦੀ ਜਿਹੜੀ ਨੈਗੇਟਿਵਿਟੀ ਉਹ ਵੀ ਇਨਕਰੀਜ਼ ਹੋਈ ਹੈ? ਬਿਲਕੁਲ ਬਿਲਕੁਲ, ਬਹੁਤ ਹੀ ਅਹਿਮ ਸਵਾਲ ਆ ਇਹ, ਤੁਸੀਂ ਬਹੁਤ ਵਧੀਆ ਮੁੱਦਾ ਛੇੜਿਆ। ਸਹਿਣਸ਼ੀਲਤਾ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਜਦੋਂ ਸਾਨੂੰ ਦਿਮਾਗ ਸਾਡਾ ਇਸ ਹੱਦ ਤੱਕ ਮਤਲਬ ਇਹ ਚੀਜ਼ਾਂ ਨੇ ਕੈਪਚਰ ਕਰ ਲਿਆ, ਉਹਨੂੰ ਉਹ ਬਣਾ ਲਿਆ ਹੈ ਨਾ ਵੀ ਸਾਨੂੰ ਨਾ ਉਹ ਬਹੁਤ ਹੀ ਬ੍ਰੇਕਿੰਗ ਨਿਊਜ਼ ਚਾਹੀਦੀ ਆ, ਹੈ ਨਾ ਵੀ ਹੁਣ ਤਾਂ ਇਹ ਸੋਚਣ ਲੱਗ ਗਿਆ ਦਿਮਾਗ ਵੀ ਯਾਰ ਜੇ ਕੋਈ ਬੰਦਾ ਵਧੀਆ ਫਸਲ ਉਗਾ ਰਿਹਾ, ਬਾਹਰੋਂ ਆਇਆ ਹੈ ਨਾ, ਇੰਡੀਆ 'ਚ ਆ ਕੇ ਦੇਖੋ ਜੀ ਉਹਨੇ ਆਹ ਕੀਤਾ, ਉਹਨੂੰ ਤਾਂ ਬੰਦਾ ਦੇਖ ਹੀ ਨਹੀਂ ਰਿਹਾ, ਉਹਨੂੰ ਤਾਂ ਸਕਿਪ ਕਰ ਰਿਹਾ ਹੈ ਨਾ। ਉਹ ਦੇਖ ਰਿਹਾ ਵੀ ਯਾਰ ਆਹ ਗੋਲੀ ਚੱਲ ਗਈ ਹੈ ਨਾ, ਉੱਥੇ 2 ਬੰਦੇ ਮਰ ਗਏ ਹੈ ਨਾ, ਇਹ ਦੇਖੋ ਕੌਣ ਮਰਿਆ, ਕਿਹਦਾ ਮਰਿਆ, ਕਿਵੇਂ ਨਹੀਂ ਮਰਿਆ, ਹੈ ਨਾ। ਜਦ ਕਿ ਇਹ ਸਾਰਾ ਕੁਝ ਪਹਿਲਾਂ ਵੀ ਹੁੰਦਾ ਸੀ, ਤੁਹਾਡੀ ਗੱਲ ਬਿਲਕੁਲ ਵਾਜਬ ਆ, ਇਹ ਸਾਰਾ ਕੁਝ ਪਹਿਲਾਂ ਵੀ ਹੁੰਦਾ ਸੀਗਾ, ਉਹ ਸੋਰਸਸ ਨਹੀਂ ਸੀਗੇ, ਹੈ ਨਾ। ਉਹ ਜਦੋਂ ਬਾਰ-ਬਾਰ ਉਹੀ ਚੀਜ਼ ਦਿਖਾਈ ਜਾ ਰਹੀ ਆ ਔਰ ਦੇਖਣਾ ਵੀ ਲੋਕ ਉਹੀ ਚਾਹੁੰਦੇ ਨੇ, ਠੀਕ ਆ ਨਹੀਂ, ਕਿਉਂਕਿ ਲੋਕ ਕਿਉਂ ਦੇਖਣਾ ਚਾਹੁੰਦੇ ਨੇ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜਾ ਵੈਸਟਰਨ ਵਰਲਡ ਆ ਤੇ ਜਿਹੜਾ ਸਾਡਾ ਉਧਰਲਾ ਇੰਡੀਆ ਵਾਲਾ ਪਾਰਟ ਆ, ਜਾਂ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ, ਇਹ ਕੰਟਰੀ ਨੇ, ਇਹਨਾਂ 'ਚ ਮੁੱਖ ਫਰਕ ਇਹ ਆ ਵੀ ਸਾਡਾ ਇਹਦੇ 'ਚ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਆ। ਹੁਣ ਤਾਂ ਸੋਸ਼ਲ ਮੀਡੀਆ 'ਤੇ ਤਾਂ ਖੈਰ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਮੀਡੀਆ ਤਾਂ ਚਲੋ ਫਿਰ ਵੀ ਇੱਕ ਪੂਰੇ ਦੇਸ਼ ਦਾ ਇੱਕ ਨੈਸ਼ਨਲ ਮੀਡੀਆ ਰਜਿਸਟਰਡ 'ਚ ਹੈ ਨਾ, ਤੇ ਉਹ ਬਹੁਤ ਵੱਡਾ ਪੱਤਰਕਾਰੀ ਦਾ, ਜਰਨਲਿਜ਼ਮ ਦਾ ਪੜ੍ਹਾਈ ਕਰਦੇ ਨੇ, ਯੂਨੀਵਰਸਿਟੀ 'ਚ ਜਾਂਦੇ ਨੇ, ਉੱਥੇ ਉਹਨਾਂ ਨੂੰ ਉਹਦੀਆਂ ਰਿਸਪੌਂਸਿਬਿਲਿਟੀਜ਼ ਦੱਸੀਆਂ ਜਾਂਦੀਆਂ ਨੇ, ਹੈ ਨਾ। ਉਹਦੇ ਬਾਵਜੂਦ ਵੀ ਸਾਡੇ ਸਾਰੇ ਦਾ ਸਾਰਾ ਸਵੇਰ ਤੋਂ ਸ਼ਾਮ ਤੱਕ ਜਿਹੜੀਆਂ ਨਿਊਜ਼ ਆ ਰਹੀਆਂ ਨੇ, ਇੱਕ ਘੰਟੇ 'ਤੇ ਬ੍ਰੇਕਿੰਗ ਨਿਊਜ਼ ਚੱਲ ਰਹੀ ਆ, ਹੈ ਨਾ। ਉਹ ਮਤਲਬ ਕਿ ਜੇ ਕਿਤੇ ਲੜਾਈ ਹੋ ਗਈ ਜਾਂ ਕੋਈ ਮਤਲਬ ਕਿ ਇਨਕਾਊਂਟਰ ਹੋ ਗਿਆ ਕਿਸੇ ਦਾ, ਹੈ ਨਾ, ਯੂਪੀ 'ਚ ਇਨਕਾਊਂਟਰ ਹੋ ਗਿਆ, ਹੋਰ ਹੋ ਗਿਆ, ਉਹਨੂੰ ਬੜਾ ਵਧਾ ਚੜਾ ਕੇ ਦੱਸਦੇ। ਹੁਣ ਹੈਪਨਿੰਗ ਉਰੇ ਵੀ ਹੁੰਦੀਆਂ ਨੇ, ਹੁਣ ਦੇਖੋ USA 'ਚ ਆਪਣਾ ਕਿੰਨਾ ਕ੍ਰਾਈਮ ਆ, ਹਾਂਜੀ, ਠੀਕ ਆ ਨੇ, ਪਰ ਉੱਥੇ ਦੇ ਜਿਹੜੇ ਚੈਨਲ ਨੇ ਉਹ ਐਦਾਂ ਤਾਂ ਨਹੀਂ ਬੈਠਦੇ ਹੈਗੇ ਵੀ 2 ਘੰਟੇ ਤੋਂ ਉਹ 'ਤੇ ਡਿਸਕਸ ਕਰ ਰਹੇ ਨੇ। ਉਹ ਕੋਈ ਮਾਸ ਕਿਲਿੰਗ ਹੋ ਗਈ, ਉਹ ਜ਼ਰੂਰ ਖਬਰ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਨਾਰਮਲ ਸ਼ੂਟਿੰਗ ਵਗੈਰਾ ਉੱਥੇ ਕੋਈ ਨਿਊਜ਼ 'ਚ ਨਹੀਂ ਆਉਂਦੀ, ਜੇ ਆਏਗੀ ਬਸ ਛੋਟੀ ਜਿਹੀ ਗੱਲ ਕਰਕੇ ਨੈਕਸਟ ਨਿਊਜ਼ 'ਤੇ ਚਲੇ ਜਾਂਦੇ ਨੇ, ਹੈ ਨਾ। ਸਾਡੇ ਕੀ ਆ, ਸਾਰਾ ਦਿਨ ਦੁਹਰਾਇਆ ਜਾ ਰਿਹਾ, ਠੀਕ ਆ ਨੇ। ਪਹਿਲਾਂ ਮੀਡੀਆ ਦੁਹਰਾ ਰਹੇ ਸੀ, ਹੁਣ ਸੋਸ਼ਲ ਮੀਡੀਆ 'ਚ ਤਾਂ ਮਤਲਬ ਕਿ ਇੰਨਾ ਜ਼ਿਆਦਾ ਹੋ ਗਿਆ ਬਈ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਬਣ ਗਈ। ਇਹ ਵੀ ਚੀਜ਼ ਫਰਕ ਆ, ਦੁਹਰਾਇਆ ਕਿੱਥੇ ਜਾਂਦਾ, ਜਿੱਦਾਂ ਹੁਣ ਸਰਕਾਰਾਂ ਦਾ ਵੀ ਬੜਾ ਫਰਕ ਆ ਕਿ ਆਹ ਸਟੇਟ 'ਚ ਸਾਡੀ ਸਰਕਾਰ ਨਹੀਂ ਹੈਗੀ, ਉੱਥੇ ਜ਼ਿਆਦਾ ਦੁਹਰਾਓ ਕਿ ਉੱਥੇ ਦੇ ਮਾਹੌਲ ਜਿਹੜਾ ਜ਼ਿਆਦਾ ਖਰਾਬ ਆ, ਤਾਂ ਕਿ ਉੱਥੇ ਲੋਕਾਂ ਨੂੰ ਲੱਗੇ ਕਿ ਇਹ ਸਰਕਾਰ ਜਿਹੜੀ ਸਾਡੀ ਨਿਕੰਮੀ ਹੈ। ਜਿੱਥੇ ਸਰਕਾਰ ਕਿਸੇ ਉਸ ਬੰਦੇ ਦੇ ਹੱਥ ਹੈ ਜਿਹੜਾ ਕੰਟਰੋਲ ਕਰ ਰਿਹਾ ਸਾਰੇ ਇੰਡੀਆ ਨੂੰ ਕਰ ਰਿਹਾ, ਉੱਥੇ ਸਾਰਾ ਕੁਛ ਵਧੀਆ ਦਿਖਾਇਆ ਜਾਊਗਾ ਕਿ ਅੱਜ ਸਾਡੇ ਇੱਥੇ ਸੜਕਾਂ ਬਣੀਆਂ, ਸਾਡੇ ਇੱਥੇ ਬਣਿਆ। ਸੋ ਹੀ ਫਿਰ ਤੁਹਾਡੀ ਗੱਲ ਉਹ ਆ ਗਈ ਕਿ ਮੀਡੀਆ ਦਾ ਜੋ ਕੰਮ ਸੀਗਾ, ਜੋ ਸੱਚਾਈ ਦਿਖਾਉਣਾ, ਜੋ ਉਹਨਾਂ ਨੂੰ ਯੂਨੀਵਰਸਿਟੀਆਂ 'ਚ ਡਿਗਰੀਆਂ ਲੈ ਕੇ ਉਹਨਾਂ ਨੂੰ ਸਿੱਖਿਆ ਸੀ, ਉਹ ਨਹੀਂ ਕੰਮ। ਕਿਉਂਕਿ ਪਹਿਲਾਂ ਚੈਨਲ ਹੁੰਦਾ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਦੂਰਦਰਸ਼ਨ 'ਤੇ ਸਿਰਫ ਸ਼ਾਮੀ 7 ਵਜੇ ਖਬਰ ਆਉਣੀਆਂ, ਉਹ ਸਾਰਿਆਂ ਨੇ ਦੇਖਣਾ, ਉਹ ਸਿਰਫ ਅੱਧੇ ਘੰਟੇ ਜਾਂ 35 ਮਿੰਟ ਦੀਆਂ ਕਿੰਨੀਆਂ ਵੀ। ਹੁਣ 100 ਨਿਊਜ਼ ਚੈਨਲ ਹੋ ਗਿਆ ਅਤੇ ਹੋ ਵੀ 24 ਘੰਟੇ ਗਏ। ਇੰਨਾ ਮੈਨੂੰ ਲੱਗਦਾ ਕਿ ਇੰਨਾ 10 ਸਾਲਾਂ 'ਚ ਕੀ ਹੋ ਗਿਆ ਇੰਡੀਆ ਦੇ ਵਿੱਚ ਕਿ ਇੰਨੀ ਨਿਊਜ਼ ਸਾਡੇ ਪੈਦਾ ਹੋ ਗਈ, ਕਿਉਂਕਿ ਕ੍ਰੀਏਟ ਕੀਤੀ ਜਾ ਰਹੀ, ਪੈਦਾ ਹਾਲਾਤ ਤਾਂ ਅਜੇ ਵੀ ਉੱਦਾਂ ਦੇ। ਮੈਨੀਪੂਲੇਸ਼ਨ ਲਈ ਮੇਰੇ ਹਿਸਾਬ ਨਾਲ ਕਾਫੀ ਚੀਜ਼ਾਂ ਹੋ ਰਹੀਆਂ ਨੇ।
ਬਾਕੀ ਮੈਨੂੰ ਲੱਗਦਾ ਇਹ ਵੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਪਹਿਲਾਂ ਜਿਹੜੇ ਪੱਤਰਕਾਰ ਹੁੰਦੇ ਸੀ ਉਹਨਾਂ ਨੂੰ ਪੇ ਕਿਵੇਂ ਕਰਦੇ ਸੀਗੇ, ਆਵਰਲੀ ਜਾਂ ਮੰਥਲੀ ਕਿਵੇਂ ਪੇ ਹੁੰਦਾ ਸੀ? ਕਿਉਂਕਿ ਅੱਜ ਕੱਲ ਚਣਾ ਖਣਾ ਹੀ ਪੱਤਰਕਾਰ ਬਣਿਆ ਫਿਰਦਾ ਤੇ ਉਹਨਾਂ ਨੂੰ ਪੱਤਰਕਾਰਾਂ ਨੂੰ ਇਨਸੈਂਟੀਵਾਈਜ਼ ਹੀ ਇਦਾਂ ਹੁੰਦਾ ਕਿ ਵੱਧ ਵਿਊ ਲਿਆਓ, ਵੱਧ ਪੈਸੇ ਮਿਲਦੇ ਨੇ। ਜਿਹੜੇ ਤਾਂ ਚੰਗੇ ਮਤਲਬ ਕਿ ਗਰੁੱਪਸ ਹੈਗੇ ਨੇ ਮੀਡੀਆ, ਨੈਸ਼ਨਲ ਮੀਡੀਆ ਵਾਲੇ ਨੇ, ਉਸ 'ਚ ਤਾਂ ਪੈਕੇਜ ਸਿਸਟਮ ਚੱਲਦਾ ਹੈ ਨਾ। ਜੇ ਕੋਈ ਚੰਗਾ ਪੱਤਰਕਾਰ ਆ ਜਿਹੜਾ ਪ੍ਰਾਈਮ ਟਾਈਮ ਦੇ ਕਰ ਰਿਹਾ ਕਵਰ, ਜਾਂ ਕੋਈ ਰਿਸਰਚ ਵਾਲੇ ਫੀਲਡ ਦੇ ਵਿੱਚ ਆ, ਜਾਂ ਫੀਲਡ ਤੋਂ ਖਬਰਾਂ ਲੈ ਕੇ ਆ ਰਿਹਾ, ਉਹ ਪੈਕੇਜ ਦੇ ਉੱਤੇ ਹੁੰਦੇ ਨੇ, ਉਹਨਾਂ ਦਾ ਵਿਊ ਨਾਲ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ, ਠੀਕ ਹੈ ਨਾ। ਜਿਹੜੇ ਲੋਅਰ ਲੈਵਲ ਦੀ ਮੀਡੀਆ ਦੇ ਵਿੱਚ ਆ ਜਾਂਦੇ ਆ ਹੈ ਨਾ, ਉੱਥੇ ਜ਼ਰੂਰ ਉਹਨਾਂ ਨੇ ਉਹੀ ਸਿਸਟਮ ਕੀਤਾ ਹੋਇਆ ਵੀ ਜੇ ਤੁਸੀਂ ਖਬਰ ਇੰਨੀ ਵਧੀਆ ਲੈ ਕੇ ਆਓਗੇ ਤਾਂ ਤੁਹਾਨੂੰ ਆਹ ਪੈਸੇ ਦੇਵਾਂਗੇ ਹੈ ਨਾ। ਕਈ ਪ੍ਰਿੰਟ ਮੀਡੀਆ ਦੇ ਵਿੱਚ ਵੀ ਹੈਗਾ ਇਹ, ਕਿਉਂਕਿ ਲੋਕ ਫਿਰਦੇ ਰਹਿੰਦੇ ਨੇ ਵਿਚਾਰੇ, ਦੇਖਦੇ ਰਹਿੰਦੇ ਨੇ ਵੀ ਜੇ ਮੈਂ ਨਾ ਕੋਈ ਇੱਦਾਂ ਦੀ ਨਿਊਜ਼ ਲੈ ਕੇ ਗਿਆ ਮੈਨੂੰ ਜੌਬ ਤੋਂ ਵੀ ਕੱਢ ਸਕਦੇ ਨੇ ਜਾਂ ਮੈਨੂੰ ਪੇ ਨਹੀਂ ਕਰਨਾ ਹੈਗਾ, ਠੀਕ ਆ ਨਹੀਂ। ਪਰ ਉਹੀ ਹੈ ਨਾ ਵੀ ਅਸੀਂ ਸਮਾਜ ਸਿਰਜ ਕਿੱਦਾਂ ਦੇ ਰਹੇ ਹਾਂ, ਠੀਕ ਆ ਨਹੀਂ। ਗੌਰਮੈਂਟ ਤੋਂ ਖੁਦ ਕੰਟਰੋਲ ਨਹੀਂ ਹੋਣੀਆਂ ਚੀਜ਼ਾਂ। ਇਹ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਜੇ ਇਸ ਰਸਤੇ ਇਹ ਸਾਰਾ ਕੁਝ ਚੱਲਦਾ ਰਿਹਾ, ਸਿਸਟਮ ਵੀ ਕੰਟਰੋਲ ਨਹੀਂ ਕਰ ਪਾਊਗਾ ਇਹ ਚੀਜ਼ਾਂ ਨੂੰ। ਸਾਨੂੰ ਚਾਹੀਦਾ ਸੀ ਸਾਰਥਕ ਚੀਜ਼ਾਂ 60% ਦਿਖਾ ਦਈਏ, 40 ਇਹ ਰੱਖ ਲਓ, 70 ਉਹ ਦਿਖਾ ਦਿਓ, 30 ਰੱਖ ਲਓ, ਕੁਛ ਬੈਲੈਂਸ ਤਾਂ ਕਰੋ ਯਾਰ, ਠੀਕ ਆ ਨਹੀਂ। ਇੱਕ ਬੰਦਾ ਖੇਤੀ ਦੇ ਉੱਤੇ ਕੋਈ ਇਨੋਵੇਸ਼ਨ ਕੀਤੀ ਆ, ਉਹਨੇ ਕੋਈ ਮਤਲਬ ਕਿ ਬਹੁਤ ਵਧੀਆ ਉਹਨੇ ਆਪਣੀ ਮਿਹਨਤ ਨਾਲ ਹੈ ਨਾ ਆਰਗੈਨਿਕ ਖੇਤੀ ਬਣਾਈ ਆ, ਤੁਸੀਂ ਉਹ ਦਿਖਾਓ ਉਹਨਾਂ ਨੂੰ, ਠੀਕ ਆ ਨਹੀਂ। ਜਾਂ ਕੋਈ ਬੰਦਾ ਮੋਟੀਵੇਸ਼ਨਲ ਕੋਈ ਪ੍ਰੋਗਰਾਮ ਕਰ ਰਿਹਾ, ਕੋਈ ਯੋਗਾ ਦਾ ਕਰ ਰਿਹਾ, ਕੋਈ ਹੋਰ ਕਰ ਰਿਹਾ, ਜਾਂ ਕਿਸੇ ਵੀ ਤਰ੍ਹਾਂ ਦਾ ਸਮਾਜ ਨਾਲ ਕੋਈ ਸਮਾਜਿਕ ਹੈਲਪ ਕਰ ਰਿਹਾ, ਜਾਂ ਸਮਾਜ ਦੇ ਵਿੱਚ ਕੋਈ ਚੈਰਿਟੀ ਕਰ ਰਿਹਾ, ਐਸੇ ਬੰਦਿਆਂ ਨੂੰ ਹਾਈਲਾਈਟ ਕਰੋ, ਉਹਨਾਂ ਨੂੰ ਵੱਧ ਤੋਂ ਵੱਧ ਸਟੂਡੀਓ 'ਚ ਟਾਈਮ ਦਿਓ, ਉਹਨਾਂ ਨੂੰ ਵੱਧ ਤੋਂ ਵੱਧ ਫਿਲਮ ਬਣਾਓ ਉਹਨਾਂ ਦੀ ਹੈ ਨਾ। ਅਤੇ ਫਿਰ ਲੋਕਾਂ ਦਾ ਆਪਣੇ ਆਪ ਰੁਝਾਨ ਚੇਂਜ ਹੋਊਗਾ। ਜਦੋਂ ਹੁਣ ਸਾਰੇ ਇੱਕ ਪਾਸੇ ਨੂੰ ਲੱਗੇ ਹੋਏ ਨੇ, ਦੇਖੋ ਜੀ ਤੁਸੀਂ 10 ਮੀਡੀਆ ਚੈਨਲ ਨੇ, 9 ਇੱਕ ਪਾਸੇ, ਫਿਰ ਉਹ ਵਿਚਾਰੇ ਇਕੱਲੇ ਨੇ ਨਹੀਂ ਰੋਟੀ ਖਾਣੀ, ਉਹਨੇ ਭੁੱਖੇ ਮਰਨਾ। ਉਹ ਕਹੂਗਾ ਠੀਕ ਆ ਯਾਰ, ਜਦ ਇਹ ਪਸੰਦ ਹੀ ਇਹ ਕੀਤਾ ਜਾ ਰਿਹਾ ਲੋਕਾਂ ਦੁਆਰਾ, ਕਿਉਂਕਿ ਲੋਕਾਂ ਨੂੰ ਦਿੱਤਾ ਹੀ ਉਹ ਕੁਛ ਜਾ ਰਿਹਾ, ਠੀਕ ਆ ਨਹੀਂ। ਪਸੰਦ ਨਾ ਪਸੰਦ ਦਾ ਸਵਾਲ ਨਹੀਂ ਹੋ ਰਿਹਾ, ਸਵਾਲ ਇਹ ਚੀਜ਼ ਦਾ ਵੀ ਤੁਸੀਂ ਪ੍ਰੈਜੈਂਟ ਕੀ ਕਰ ਰਹੇ ਹੋ। ਪਹਿਲਾਂ ਤਾਂ ਬਣਾਉਣ ਵਾਲੇ ਦੀ ਸਟਾਰਟਿੰਗ ਤਾਂ ਉਹਨੇ ਕਰੀ ਆ। ਹਾਂ, ਸਟਾਰਟਿੰਗ ਤਾਂ ਉਹਨੇ ਕੀਤੀ ਹੈ ਨਾ। ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਬਹੁਤ ਵੱਡੀ ਇਫੈਕਟ ਆ ਜਿਹੜਾ ਇਨਸੈਂਟੀਵਾਈਜ਼ ਕਿੱਦਾਂ ਕੀਤਾ ਜਾ ਰਿਹਾ। ਬਈ ਜਿਹੜਾ ਹੁਣ ਪੈਕੇਜ ਦੇ ਹਿਸਾਬ ਨਾਲ ਮਿਲ ਰਿਹਾ, ਉਹਨੂੰ ਪਤਾ ਵੀ ਮੈਂ ਵਧੀਆ ਤੋਂ ਵਧੀਆ ਨਿਊਜ਼ ਪ੍ਰੋਵਾਈਡ ਕਰਨੀ ਆ। ਕਿੱਥੇ ਹੁਣ ਤੁਹਾਨੂੰ ਇਦਾਂ ਦੀ ਨਿਊਜ਼ ਲੈ ਕੇ ਆਉਣੀ ਪੈ ਰਹੀ ਜਿਹਦੇ ਨਾਲ ਵੀ ਜ਼ਿਆਦਾ ਵਿਊਜ਼ ਮਿਲਣ। ਹੁਣ ਮੇਰਾ ਸੋਚਣ ਦਾ ਨਜ਼ਰੀਆ ਡਿਫਰੈਂਟ ਆ। ਮੈਂ ਤਾਂ ਇਹ ਸੋਚ ਹੀ ਨਹੀਂ ਰਿਹਾ ਵੀ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਕਿਸੇ ਚੀਜ਼ ਬਾਰੇ, ਕਿਸੇ ਵਧੀਆ ਚੀਜ਼ ਕੋਈ ਦਿਖਾਉਣੀ ਆ, ਕੋਈ ਸਿੱਖਿਆ ਦੇਣੀ ਆ, ਤਾਂ ਮੈਂ ਸੋਚ ਹੀ ਨਹੀਂ ਪਾ ਰਿਹਾ। ਮੈਂ ਤਾਂ ਇਹ ਦੇਖ ਰਿਹਾ ਵੀ ਜਿਹੜਾ ਚੱਕਵਾਂ ਟੌਪਿਕ ਆ, ਜਿਹੜਾ ਟਰੈਂਡਿੰਗ ਹੋਊਗਾ, ਉਹ ਚੀਜ਼ ਬਾਰੇ ਆਪਾਂ ਖਬਰ ਬਣਾਵਾਂਗੇ। ਸੋ ਨਿਚੋੜ ਇਹ ਆ ਵੀ ਸੋਸ਼ਲ ਮੀਡੀਆ, ਨਿਊਜ਼, ਸਾਰਾ ਕੁਛ ਸੋਚ ਸਮਝ ਕੇ ਵੇਖੋ ਤੇ ਆਪਣੇ ਬੱਚਿਆਂ ਨੂੰ ਗਰੋਇੰਗ ਏਜ ਦੇ ਵਿੱਚ ਤੇ ਵਿਖਾਓ ਹੀ ਨਾ। ਬਿਲਕੁਲ ਨਾ ਦਿਖਾਓ, ਬਿਲਕੁਲ ਨਾ ਦਿਖਾਓ, ਕਿਉਂਕਿ ਇੱਥੇ ਵੀ ਨਾ ਮੈਂ ਜੋ ਦੇਖਣ ਚਾਹ ਰਿਹਾ, ਇੱਕ ਦੌੜ ਲੱਗ ਚੁੱਕੀ ਆ ਸੋਸ਼ਲ ਮੀਡੀਆ ਤੇ ਉੱਤੇ ਵੀ। ਇੱਕ ਐਸੀ ਦੌੜ ਚੱਲ ਪਈ ਆ ਵੀ ਹਰ ਬੰਦਾ ਅੱਗੇ ਨਿਕਲਣਾ ਚਾਹੁੰਦਾ, ਡਜਨਟ ਮੈਟਰ ਉਹ ਕੀ ਦਿਖਾਊਗਾ ਕੀ ਨਹੀਂ ਦਿਖਾਊਗਾ, ਕੀ ਮਤਲਬ ਕਿ ਲੋਕਾਂ ਉਰੇ ਰੱਖੂਗਾ, ਉਹਨੂੰ ਕੋਈ ਮਤਲਬ ਨਹੀਂ ਹੈਗਾ ਹੈ ਨਾ। ਮਤਲਬ ਹਰੇਕ ਬੰਦਾ ਮਤਲਬ ਕਿ ਆਪਣਾ ਚੈਨਲ ਖੋਲ੍ਹ ਕੇ ਉਹਦੇ 'ਚ ਤੁਸੀਂ ਇਹ ਦੇਖੋ, ਲੋਕਾਂ ਨੂੰ ਇੰਡੀਆ ਦੇ ਵਿੱਚ ਇਹ ਹਾਲਤ ਆ, ਲੋਕਾਂ ਨੂੰ ਆਪਣੀ ਡਿਊਟੀਜ਼ ਕਰਨੀਆਂ ਮੁਸ਼ਕਿਲ ਹੋ ਰਹੀਆਂ ਨੇ। ਇੱਕ ਬੰਦਾ ਪੁਲਿਸ 'ਚ ਆ ਜਾਂ ਕੋਈ ਆਪਣੀ ਡਿਊਟੀ ਕਰ ਰਿਹਾ, ਜੇ ਉਹ ਸਹੀ ਵੀ ਕਰ ਰਿਹਾ ਨਾ, 4 ਚੈਨਲ ਵਾਲਿਆਂ ਨੇ ਆ ਕੇ ਲਾਈਵ ਹੋ ਕੇ ਖੜ ਜਾਣਾ, ਦੇਖੋ ਜੀ ਇਹ ਧੱਕਾ ਕਰ ਰਿਹਾ, ਦੇਖੋ ਜੀ ਇਹ ਕਰ ਰਿਹਾ, ਚਾਹੇ ਉਹ ਤੁਹਾਡੀ ਗਲਤੀ ਦਾ ਚਲਾਨ ਕੱਟ ਰਿਹਾ ਹੋਵੇ, ਹਾਂਜੀ ਠੀਕ ਆ ਨਹੀਂ, ਤੁਸੀਂ ਉੱਥੇ ਹੀ ਉਹਦਾ ਜਲੂਸ ਕੱਢਣਾ ਸ਼ੁਰੂ ਕਰ ਦੇਣਾ। ਧਿਆਨ ਸੇ ਦੇਖੀ, ਹਾਂ ਠੀਕ ਹੈ। ਤੇ ਫਿਰ ਛੋਟੀ ਛੋਟੀ ਗੱਲਾਂ, ਲੜਾਈਆਂ ਮੁਹੱਲੇ 'ਚ ਹੋ ਗਈਆਂ, ਕਿਤੇ ਹੋਰ ਹੋ ਗਏ, ਤਾਂ ਪਹਿਲਾਂ ਵੀ ਹੁੰਦੀਆਂ ਸੀ ਭਾਜੀ। ਹਾਂਜੀ, ਪਹਿਲਾਂ ਵੀ ਆਪਾਂ ਦੇਖਿਆ ਹੀ ਆ ਹੈ ਨਾ ਵੀ ਸਤਿਯੁਗ ਤਾਂ ਇੱਥੇ ਧਰਤੀ ਤੇ ਕਦੇ ਵੀ ਨਹੀਂ ਰਿਹਾ, ਠੀਕ ਆ ਨਹੀਂ, ਉਹ ਤਾਂ ਇੱਕ ਕਲਪਨਾ ਆ। ਹਾਂਜੀ, ਪਰ ਉਹੀ ਚੀਜ਼ ਆ ਵੀ ਸਾਨੂੰ ਹੁਣ ਇੱਕ ਗੱਲ ਦਾ ਪਤਾ ਲੱਗਣਾ ਚਾਹੀਦਾ, ਇਹ ਉੱਥੇ ਹੋ ਗਿਆ, ਉਹ ਸਾਰੇ ਉੱਧਰ ਨੂੰ ਤੁਰ ਪੈਂਦੇ ਨੇ ਵੈਨਾਂ ਲੈ ਕੇ ਹੈ ਨਾ, ਸਾਰੇ ਚੈਨਲ ਵਾਲੇ ਉੱਧਰ ਨੂੰ ਭੱਜ ਲੈਂਦੇ ਨੇ, ਰੋਡ ਜਾਮ ਹੋ ਜਾਂਦੇ ਨੇ ਲੋਕਾਂ ਦੀ ਟ੍ਰੈਫਿਕ ਕਰਕੇ ਨਹੀਂ, ਆ ਮੀਡੀਆ ਵਾਲੇ ਟ੍ਰੈਫਿਕ ਕਰਕੇ ਕਈ ਵਾਰ ਹੋ ਜਾਂਦਾ ਇਹ। ਹਾਂਜੀ, ਸੋ ਉਹ ਵੀ ਉਹੀ ਚੀਜ਼ ਹੈ ਨਾ ਕਿ ਜਿਹੜਾ ਦਿਲ 'ਚ ਉਹ ਨਹੀਂ, ਦਰਦ ਨਹੀਂ ਰਿਹਾ ਲੋਕਾਂ ਦੀ, ਆਪਣੀ ਜਿਹੜੀ ਆ ਕਹਿ ਲਓ ਕਿ ਇਨਸਾਨੀਅਤ, ਉਹ ਭੁੱਲ ਕੇ ਇੱਕ ਹਿਸਾਬ ਨਾਲ ਸੀ। ਹਾਂਜੀ, ਬਸ ਉਹ 24 ਘੰਟੇ ਦਾ ਜਿਹੜਾ ਸਲੋਟ ਪੂਰਾ ਕਰਨਾ, ਜਿਹੜੀ ਆਪਣੀ ਜੋਬ ਹੈ। ਬਿਲਕੁਲ। ਬਾਕੀ ਮੈਂ ਉਹ ਸੁਣਨ ਨੂੰ ਚਾਹ ਬਾਣਾ ਤੋਂ ਇੱਕ ਐਗਜ਼ਾਮਪਲ, ਤੁਸੀਂ ਆਪਾਂ ਕਈ ਵਾਰੀ ਬਹਿਨੇ ਆ ਇਕੱਠੇ ਹੋ ਕੇ, ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਕੇ, ਅੱਜ ਵੀ ਬਹੁਤ ਉਵੇਂ ਹੀ ਮਜ਼ਾ ਆ ਰਿਹਾ।
ਤੇ ਸਿੱਖਣ ਨੂੰ ਵੀ ਬਹੁਤ ਮਿਲਦਾ ਤੇ ਹੋਪਫੁਲੀ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਸਿੱਖਣ ਨੂੰ ਬਹੁਤ ਸਿੱਖਦਾ ਤਾਂ ਇਨਸਾਨ ਦੇਖੋ ਜੀ ਸਾਰੀ ਉਮਰ ਹੈ ਨਾ। ਅਸੀਂ ਤਾਂ ਕਹਿੰਦੇ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਤੇ ਤੁਹਾਨੂੰ ਯਕੀਨ ਨਹੀਂ ਹੋਣਾ ਵੀ ਤੁਹਾਡੇ ਤੋਂ ਇਸ ਟਾਈਮ ਮੈਂ ਕੀ ਸਿੱਖ ਰਿਹਾ ਉਹ ਮੈਨੂੰ ਪਤਾ, ਠੀਕ ਆ ਨੇ। ਮੇਰੀ ਆਦਤ ਇਹ ਆ ਵੀ ਜਿਹੜਾ ਇਨਸਾਨ ਦਾ ਐਟੀਟਿਊਡ ਆ ਨਾ, ਜੇ ਉਹ ਇਦਾਂ ਦਾ ਬਣਾ ਲਵੇ ਬਈ ਤੁਸੀਂ ਦੇਖਿਆ ਸ਼ਹਿਦ ਦੀ ਮੱਖੀ ਹੈ ਨਾ, ਸ਼ਹਿਦ ਦੀ ਮੱਖੀ ਦਾ ਕੀ ਹੁੰਦਾ ਵੀ ਉਹਨੇ ਹਰੇਕ ਫੁੱਲ ਤੇ ਬੈਠਣਾ, ਸ਼ਹਿਦ ਆਪਣਾ ਚੂਸਣਾ ਤੇ ਚਲੇ ਜਾਣਾ, ਉਹਨੂੰ ਕੋਈ ਮਤਲਬ ਨਹੀਂ ਹੈ ਗੁਲਾਬ ਆ ਕੀ ਆ ਕੀ ਨਹੀਂ, ਕੀ ਇਹਦਾ ਧਰਮ ਆ, ਕਿਹੜੇ ਧਰਮ 'ਚੋਂ ਆਉਂਦਾ, ਇਹ ਪਾਕਿਸਤਾਨ 'ਚ ਆ ਜਾਂ ਇੰਡੀਆ 'ਚ ਆ ਜਾਂ ਬੰਗਲਾਦੇਸ਼ 'ਚ ਆ, ਉਹਨੂੰ ਕੋਈ ਮਤਲਬ ਨਹੀਂ। ਹਾਂਜੀ, ਉਹਨੇ ਆਪਣਾ ਰਸ ਚੂਸਣਾ ਤੇ ਉੜ ਜਾਣਾ, ਠੀਕ ਆ ਨੇ। ਤੇ ਇਨਸਾਨੀ ਐਟੀਟਿਊਡ ਵੀ ਇਦਾਂ ਦਾ ਰੱਖਣਾ ਚਾਹੀਦਾ। ਮੇਰੀ ਆਪਣੀ ਸੋਚ ਆ ਵੀ ਮੈਨੂੰ ਜਿੱਥੋਂ ਕਿਤੋਂ ਵੀ ਕੁਛ ਮਿਲੇ, ਭਾਵੇਂ ਉਹ ਬੱਚਾ, ਭਾਵੇਂ ਬਜ਼ੁਰਗ ਆ, ਭਾਵੇਂ ਭਿਖਾਰੀ ਆ, ਭਾਵੇਂ ਕੋਈ ਅਫਸਰ ਆ, ਹਰ ਇੱਕ ਤੋਂ ਮੈਂ ਬੜੇ ਨਜ਼ਰੀਏ ਨਾਲ ਉਹਦੀ ਗੱਲ ਸੁਣਦਾ ਤੇ ਕੁਛ ਨਾ ਕੁਛ ਸਿੱਖਦਾ ਜ਼ਰੂਰ। ਅੱਜ ਵੀ ਕੁਛ ਤੁਹਾਡੇ ਸਿੱਖ ਕੇ ਜਾਊਂਗਾ, ਐਸੀ ਗੱਲ ਨਹੀਂ। ਠੀਕ ਹੈ ਜੀ। ਬਾਕੀ ਸਾਨੂੰ ਤਾਂ ਨਹੀਂ ਲੱਗਦਾ ਪਰ ਤੁਸੀਂ ਸਿੱਖ ਲਓ। ਇਹਨਾਂ ਨੇ ਧੱਕੇ ਨਾਲ ਕੱਢ ਲੈਣਾ ਆਪਣਾ। ਉਹ ਐਗਜ਼ਾਮਪਲ ਜ਼ਰੂਰ ਦਿਓ ਜਿਹੜਾ ਇਨਸਾਨ ਨੇ ਮਤਲਬ ਰੱਬ ਨੇ ਇਨਸਾਨ ਬਣਾਇਆ ਤੇ ਤੁਹਾਨੂੰ ਯਾਦ ਆਈ ਗੱਲ? ਅੱਛਾ ਹਾਂ। ਮਧੂਮੱਖੀ ਤਾਂ ਆਪਦੀ ਕੰਮ ਕਰ ਗਈ, ਇਨਸਾਨ ਕੀ ਕਰ ਰਿਹਾ? ਖੈਰ ਗੱਲ ਤਾਂ ਕਾਲਪਨਿਕ ਵੀ ਆ, ਕਹਾਣੀ ਵੀ ਆ, ਹਨਾ, ਪਰ ਉਹ ਢੁਕਦੀ ਬਹੁਤ ਵਧੀਆ, ਬੜੀ ਵਧੀਆ ਗੱਲ, ਬੈਕਗ੍ਰਾਉਂਡ ਮਿਊਜ਼ਿਕ। ਤੇ ਉਹ ਆਪਸ 'ਚ ਗੱਲਾਂ ਕਰਦੇ ਸੀ ਦੋ ਬੰਦੇ, ਹਨਾ, ਤੇ ਅਧਿਆਤਮਿਕ ਟਾਈਪ ਦੀਆਂ ਗੱਲਾਂ ਚੱਲਦੀਆਂ ਸੀਗੀਆਂ ਤੇ ਉਹ ਕਰਨ ਲੱਗ ਗਏ ਵੀ ਯਾਰ ਇੱਕ ਦਿਨ ਕੀ ਹੋਇਆ, ਇੱਕ ਬੰਦਾ ਦੂਸਰੇ ਨਾਲ ਦੇ ਨੂੰ ਦੱਸਦਾ, ਕਹਿੰਦਾ ਯਾਰ ਵੀ ਰੱਬ ਨੇ ਨਾ ਜਦੋਂ ਸ੍ਰਿਸ਼ਟੀ ਰਚੀ, ਉਹ ਪਰਮ ਪਿਤਾ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਜਿਹੜੀ ਰਚੀ, ਉਹਨੇ ਪਹਾੜ ਬਣਾਤੇ ਪੇੜ ਬਣਾਤੇ, ਸਾਰਾ ਕੁਛ ਬਣਾ ਲਿਆ, ਸੂਰਜ ਚੰਦਰਮਾ ਦਿਨ ਰਾਤ, ਹੈ ਨਾ, ਐਨ ਹੋ ਗਿਆ। ਫਿਰ ਉਹਨੇ ਕਿਹਾ ਵੀ ਇੱਥੇ ਤਾਂ ਮਤਲਬ ਕਿ ਇਹਦੇ 'ਚ ਰਚਨਾ ਵੀ ਰਚਣੀ ਚਾਹੀਦੀ ਆ, ਠੀਕ ਆ ਨਹੀਂ, ਕੋਈ ਰੌਣਕ ਵੀ ਹੋਣੀ ਚਾਹੀਦੀ ਆ। ਤਾਂ ਪਰਮਾਤਮਾ ਨੇ ਪੰਛੀ ਬਣਾਤੇ, ਹੈ ਨਾ, ਜਾਨਵਰ ਬਣਾਤੇ, ਐਨ ਪੂਰੀ ਰੌਣਕ ਹੋਣ ਲੱਗ ਗਈ। ਤੇ ਸਾਰਾ ਕੁਛ ਬਣਾਉਣ ਤੋਂ ਬਾਅਦ ਕਹਿੰਦਾ ਪਤਾ ਨਹੀਂ ਰੱਬ ਦੇ ਕੀ ਦਿਮਾਗ 'ਚ ਆਇਆ, ਕਹਿੰਦਾ ਵੀ ਫਿਰ ਉਹਨੇ ਇਨਸਾਨ ਬਣਾਤਾ, ਠੀਕ ਆ ਨੇ। ਕਹਿੰਦਾ ਜਦੋਂ ਇਨਸਾਨ ਬਣਾਤਾ ਉਹਨੇ ਤੇ ਉਹ ਬਣਾਉਣ ਤੋਂ ਬਾਅਦ ਪਰਮਾਤਮਾ ਖੁਦ ਹੀ ਘਬਰਾ ਗਿਆ। ਤੇ ਉਹ ਕਹਿੰਦੇ ਪਰਮਾਤਮਾ ਇਸ ਕਰਕੇ ਘਬਰਾ ਗਿਆ ਵੀ ਬਾਕੀ ਜਿਹੜੀ ਚੀਜ਼ਾਂ ਨੇ ਉਹ ਮੇਰੀ ਰਜ਼ਾ 'ਚ ਰਹਿਣਗੀਆਂ, ਕਿਉਂਕਿ ਮੈਂ ਮਤਲਬ ਕਿ ਸ੍ਰਿਸ਼ਟੀ ਬਣਾਉਣ ਲੱਗੇ ਸਿਸਟਮ ਹੀ ਇੱਦਾਂ ਦਾ ਬਣਾਇਆ ਵੀ ਸੂਰਜ ਚੰਦਰਮਾ ਧਰਤੀ ਗ੍ਰਹਿ ਜੋ ਵੀ ਇਸ ਪਲੈਨਟ ਦੇ ਵਿੱਚ ਜਾਂ ਇਸ ਆਪਣੇ ਹੈਗਾ ਸੰਸਾਰ ਦੇ ਵਿੱਚ, ਉਹ ਜਿਵੇਂ ਉਹਨਾਂ ਨੇ ਫਿਕਸ ਕੀਤਾ ਉਵੇਂ ਚੱਲ ਰਿਹਾ ਸਾਰਾ ਕੁਛ ਨਾ। ਜਾਨਵਰ ਵੀ ਕਹਿੰਦਾ ਵੀ ਜੋ ਸ਼ਾਕਾਹਾਰੀ ਆ ਉਹਨੇ ਸ਼ਾਕਾਹਾਰੀ ਖਾਣਾ, ਜਿਹੜਾ ਮਾਸਾਹਾਰੀ ਉਹਨੇ ਮਾਸਾਹਾਰੀ ਖਾਣਾ। ਵੀ ਮਤਲਬ ਸ਼ੇਰ ਨੇ ਕਦੇ ਨਹੀਂ ਕਹਿਣਾ ਵੀ ਮੈਨੂੰ ਤੁਸੀਂ ਮੈਕਡੋਨਲਡ ਲਿਆ ਦਿਓ, ਠੀਕ ਆ ਨਹੀਂ, ਜਾਂ ਮੈਨੂੰ ਅੱਜ ਖਿਚੜੀ ਬਣਾ ਕੇ ਦੇ ਦਿਓ। ਜੇ ਉਹਨੇ ਮਾਸ ਖਾਣ ਦੀ ਉਹਨੇ ਪ੍ਰਵਿਰਤੀ ਰੱਬ ਨੇ ਪੈਦਾ ਕਰਤੀ, ਉਹੀ ਖਾਣਾ। ਵੀ ਅੱਛਾ ਜਿੰਨੇ ਵਜੇ ਇਹਨਾਂ ਨੇ ਸੌਣਾ ਉਨੇ ਵਜੇ ਸੌਣਾ, ਜਿੰਨੇ ਵਜੇ ਚਿੜੀਆਂ ਆਪਣੇ ਟਾਈਮ 'ਤੇ ਉੱਠਦੀਆਂ। ਇਹ ਕਹਿੰਦਾ ਮੇਰੀ ਰਜ਼ਾ 'ਚ ਰਹਿਣਗੇ ਕਿਉਂਕਿ, ਪਰ ਕਹਿੰਦਾ ਜਿਹੜਾ ਇਨਸਾਨ ਬਣਾਇਆ ਮੈਂ ਤੇ ਇੱਕ ਵਾਧੂ ਚੀਜ਼ ਲਾਤੀ, ਕਹਿੰਦਾ ਇਹਨੂੰ ਮੈਂ ਦਿੱਤਾ ਇੱਕ ਤਾਂ ਦਿਮਾਗ, ਉੱਪਰੋਂ ਦੇਤੀ ਆਜ਼ਾਦੀ, ਵੀ ਤੈਨੂੰ ਦੇਖ ਬੁੱਧੀ ਦੇਤੀ, ਮਨ ਦੇਤਾ, ਠੀਕ ਆ ਨਹੀਂ, ਆਤਮਾ ਦੇ ਵਿੱਚ ਹੈਗਾ ਹੀ ਆ, ਤੇ ਬਈ ਹੁਣ ਤੂੰ ਦੇਖਣਾ ਆਪਣਾ ਭਲਾ ਬੁਰਾ ਜੋ ਵੀ ਹੈਗਾ। ਤੇ ਕਹਿੰਦਾ ਇਨਸਾਨ ਬਣਾਉਣ ਤੋਂ ਬਾਅਦ ਰੱਬ ਇਸ ਡਰ ਗਿਆ ਵੀ ਦੇਖ ਵੀ ਇਹਨੇ ਨਾ ਇੱਕ ਦਿਨ ਮੈਨੂੰ ਵੀ ਜੀਣ ਨਹੀਂ ਦੇਣਾ, ਵੀ ਬਣਾ ਤਾਂ ਲਿਆ ਬੜੀ ਖਤਰਨਾਕ ਚੀਜ਼ ਬਣਾਤੀ, ਇਹਨੇ ਤਾਂ ਮੇਰਾ ਵੀ ਜੀਣਾ ਦੁੱਭਰ ਕਰ ਦੇਣਾ, ਵੀ ਮੈਂ ਕੀ ਕਰਾਂ, ਜਾਵਾਂ ਕਿੱਥੇ। ਉਹ ਜਿਹੜੇ ਕਹਿੰਦੇ ਸਪਤ ਰਿਸ਼ੀ ਸੀਗੇ ਤੇ ਉਹਨਾਂ ਕੋਲ ਵਿਚਾਰ ਕਰਨ ਲੱਗ ਗਏ ਵੀ ਹੁਣ ਦੱਸੋ ਕੀ ਕਰਾਂ, ਵੀ ਇਹ ਤਾਂ ਬਹੁਤ ਗਲਤ ਚੀਜ਼ ਬਣਾ ਲਈ ਮੈਂ, ਠੀਕ ਆ ਨਹੀਂ, ਬਣੀ ਮੇਤੋਂ ਹੀ ਆ ਪਰ ਬਣ ਗਈ, ਹਾਂ ਕਿ ਵੀ ਮੈਂ ਹੁਣ ਕਿੱਥੇ ਜਾਵਾਂ। ਉਹ ਇੱਕ ਕਹਿੰਦੇ ਉਹਨਾਂ ਚੋਂ ਕਹਿੰਦੇ ਵੀ ਤੁਸੀਂ ਐਂ ਕਰੋ ਹਿਮਾਲਿਆ 'ਤੇ ਚਲੇ ਜਾਓ, ਉੱਥੇ ਤੁਸੀਂ ਸੁਰੱਖਿਅਤ ਹੋ, ਤੁਹਾਨੂੰ ਕੋਈ ਡਰ ਨਹੀਂ। ਉਹ ਕਹਿੰਦੇ ਨਹੀਂ ਯਾਰ ਇਹਨੇ ਇੱਕ ਦਿਨ ਹਿਮਾਲਿਆ 'ਤੇ ਵੀ ਚੜ੍ਹ ਜਾਣਾ, ਇਹ ਬਹੁਤ ਕਹਿੰਦਾ ਮੈਂ ਚੀਜ਼ ਇਹੋ ਜਿਹੀ ਬਣਾ ਲਈ, ਇਹਨੇ ਆ ਜਾਣਾ, ਉੱਥੇ ਵੀ ਲੱਭਦੇ ਨੇ। ਤੇ ਉਹ ਦੂਸਰੇ ਕਹਿੰਦੇ ਚਲੋ ਜੀ ਫਿਰ ਛੱਡੋ, ਤੁਹਾਨੂੰ ਜਮਾ ਹੀ ਸੇਫ ਕਰ ਦਿੰਦੇ ਆ, ਹੈ ਨਾ, ਇਹੋ ਜਿਹੀ ਜਗ੍ਹਾ ਭੇਜ ਦਿੰਦੇ ਜਿੱਥੇ ਸੋਚ ਵੀ ਨਹੀਂ ਸਕਦੇ। ਕਹਿੰਦੇ ਤੁਸੀਂ ਚੰਦਰਮਾ 'ਤੇ ਰਹੋ।
ਉਹ ਕਹਿੰਦੇ ਨਹੀਂ ਭਰਾ, ਇਹਨੇ ਚੰਦਰਮਾ ਤੇ ਵੀ ਆ ਜਾਣਾ ਇੱਕ ਦਿਨ। ਇਹ ਕਹਿੰਦਾ ਤੈਨੂੰ ਨਹੀਂ ਪਤਾ, ਇਹਦੇ ਸੌਫਟਵੇਅਰ ਇਹੋ ਜਿਹਾ ਲਾਤਾ ਵੀ ਇਹਨੇ ਹਟਣਾ ਹੀ ਨਹੀਂ, ਆ ਕੇ ਰਹੂ ਚੰਦਰਮਾ ਤੇ, ਹੈਨਾ, ਜੋ ਮਰਜ਼ੀ ਕਰ ਲਵੇ। ਤੇ ਫਿਰ ਉਹ ਤੀਜਾ ਕਹਿੰਦੇ ਵੀ ਹੁਣ ਕਿਤੇ ਕਹਿੰਦੇ ਤੁਸੀਂ ਮਤਲਬ ਕਿ ਧਰਤੀ 'ਚ ਥੱਲੇ ਪਤਾਲ 'ਚ ਦੇਖ ਲਓ, ਕਹਿੰਦੇ ਉੱਥੇ ਵੀ ਇਹਨੇ ਪਹੁੰਚ ਜਾਣਾ ਇੱਕ ਨਾ ਇੱਕ ਦਿਨ, ਠੀਕ ਹੈ ਨੇ। ਉਹਨਾਂ 'ਚੋਂ ਫਿਰ ਇੱਕ ਬਜ਼ੁਰਗ ਜਿਹੇ ਸੀਗੇ, ਹੈ ਨਾ, ਸਪਤ ਰਿਸ਼ੀਆਂ 'ਚੋਂ, ਤੇ ਉਹ ਕਹਿੰਦੇ ਬਸ ਫਿਰ ਹੁਣ ਇੱਕੋ ਹੀ ਜਗ੍ਹਾ ਬਚੀ ਆ। ਉਹ ਕਹਿੰਦਾ ਵੀ 3 ਤਾਂ ਇਹਨਾਂ ਨੇ ਦੱਸਤੀਆਂ, ਹੁਣ ਕਿਹੜੀ ਬਚੀ ਆ? ਕਹਿੰਦਾ ਬਸ ਇੱਕੋ ਹੀ ਜਗ੍ਹਾ ਬਚੀ ਆ ਜਿੱਥੇ ਪਹੁੰਚ ਨਹੀਂ ਸਕਦਾ ਕਦੇ ਵੀ। ਕਹਿੰਦੇ ਉਹ ਕਿਹੜੀ? ਕਹਿੰਦਾ ਤੁਸੀਂ ਕਿਤੇ ਨਾ ਜਾਓ, ਨਾ ਤੁਸੀਂ ਹਿਮਾਲਿਆ ਜਾਓ, ਨਾ ਚੰਦਰਮਾ ਤੇ ਜਾਓ, ਕਹਿੰਦਾ ਤੁਸੀਂ ਇਹਦੇ ਅੰਦਰ ਹੀ ਲੁੱਕ ਕੇ ਬਹਿ ਜਾਓ। ਇਹ ਸਾਰੇ ਕਿਤੇ ਜਾਊ, ਇਹ ਅੰਦਰ ਨਹੀਂ ਜਾਂਦਾ ਆਪਣੇ, ਕਿਉਂਕਿ ਇਹਨੂੰ ਜਿਹੜੇ ਤੁਸੀਂ ਆਹ ਇੰਦਰੀਆਂ ਦੇਤੀਆਂ, ਅੱਖਾਂ, ਇਹ ਬਾਹਰ ਵੱਲ ਨੂੰ ਦੇਖਦੀਆਂ ਨੇ, ਇਹਨੇ ਹਮੇਸ਼ਾ ਬਾਹਰ ਵੱਲ ਨੂੰ ਹੀ ਦੇਖਣਾ। ਇਹ ਕਦੇ ਉੱਧਰ ਭੱਜਣਾ, ਕਦੇ ਉੱਧਰ ਭੱਜਣਾ, ਤੁਹਾਨੂੰ ਲੱਭਦਾ ਫਿਰੀ ਜਾਣਾ, ਇਹਨੇ ਫਿਰੀ ਜਾਣਾ, ਹੈ ਨਾ। ਕੋਈ ਹੁਣ ਸਾਇੰਸ ਵੀ ਇਹੀ ਕਰ ਰਹੀ ਆ, ਪੂਰੀ ਖੋਜ ਕਰ ਰਹੀ ਆ, ਹੈ ਨਾ, ਵੀ ਚੰਦਰਮਾ ਕਿੱਥੇ ਆ, ਕਿੰਨੀ ਗਲੈਕਸੀਆਂ ਨੇ, ਕਿੰਨੇ ਉਹ ਨੇ, ਕਿਉਂਕਿ ਇਹ ਤਾਂ ਸੱਚ ਉਹ ਨਹੀਂ ਮੰਨਦੇ ਨੇ ਜਿਹੜੇ ਅੱਖਾਂ ਨਾਲ ਦੇਖਦੇ ਨੇ, ਹੈ ਨਾ, ਵੀ ਇਹ ਇੱਧਰ ਹੀ ਲੱਭਦਾ ਫਿਰੀ ਜਾਊਗੀ। ਇਹ ਬਣਾਇਆ ਤਾਂ ਬਣਾਇਆ ਕਿਹਨੇ, ਕਿਵੇਂ ਬਣਾਇਆ, ਹੈ ਨਾ, ਵੀ ਤੁਸੀਂ ਬਸ ਇੱਥੇ ਬਾਹਰ ਰਹਿਣ ਦੀ ਕਿਤੇ ਲੋੜ ਨਹੀਂ, ਬਸ ਅੰਦਰ ਜਾ ਕੇ ਬਹਿ ਜਾਓ। ਬਹੁਤ ਡੂੰਘੀ ਗੱਲ ਹੈ ਵੈਸੇ ਨੇ ਵੀ ਅੰਦਰ ਇਹਨੇ ਕਦੇ ਜਾਣਾ ਨਹੀਂ। ਹਾਂ, ਜੇ ਭੁੱਲੇ ਭਟਕੇ ਕੋਈ ਚਲਾ ਗਿਆ ਅੰਦਰ ਆਪਣੇ ਉਹਦੇ ਨਾਲ, ਹੈ ਨਾ, ਤਾਂ ਉਹ ਬੰਦਾ ਤੁਹਾਡੇ ਦਰਸ਼ਨ ਵੀ ਕਰ ਲੂ, ਉਹ ਤੁਹਾਡੀ ਰਜਾ 'ਚ ਵੀ ਰਹੂਗਾ, ਠੀਕ ਆ। ਨਹੀਂ ਉਹ ਤੇ ਰੱਬ, ਫਿਰ ਉਹ ਤੇ ਤੁਸੀਂ ਇੱਕ ਹੋ ਜਾਓਗੇ, ਫਿਰ ਕੋਈ ਫਰਕ ਨਹੀਂ ਰਹਿਣਾ। ਵਾਹ, ਠੀਕ ਹੈ। ਮੈਨੂੰ ਲੱਗਦਾ ਇਸ ਨਜ਼ਰੀਏ ਨਾਲ ਜੇ ਦੇਖ ਲੈਣ ਤੇ ਸਪਿਰਿਚੁਅਲ ਗਰੋਥ ਵਾਲੀਆਂ YouTube ਵੀਡੀਓ ਵੇਖਣ ਦੀ ਲੋੜ ਨਹੀਂ, ਜਿੰਨੀਆਂ ਅਸੀਂ ਦੇਖਦੇ ਹਾਂ ਕਿ ਕਿੱਦਾਂ ਅਸੀਂ ਆਪਣੀ ਸਪਿਰਿਚੁਅਲ ਗਰੋ ਕਰਨੀ, ਕਿਉਂਕਿ ਸਾਡੇ ਅੰਦਰ ਹੀ ਉਹੀ ਗੱਲ ਨਾ। ਇਹ ਚੀਜ਼ ਮੈਂ ਬੜੇ ਲੋਕਾਂ ਨੂੰ ਦਿਖਾਉਣੀ ਆ, ਉਹ ਸੁਣ ਵੀ ਰਹੇ ਹੋਣੇ ਆ ਕਿ ਅਸੀਂ ਕਿੱਥੇ ਕਿੱਥੇ ਰੱਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਸਪਿਰਿਚੁਅਲਿਟੀ ਲਈ, ਪਰ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਹੈ। ਅਤੇ ਮੈਨੂੰ ਲੱਗਦਾ ਕਿ ਇਹ ਅਸਲ 'ਚ ਵੀ ਗੱਲ, ਮੈਨੂੰ ਇਹ 'ਤੇ ਯਕੀਨ ਆ ਰਿਹਾ, ਤੁਸੀਂ ਤਾਂ ਚਲੋ ਸਪਤ ਰਿਸ਼ੀਆਂ ਦੀ ਗੱਲ ਕੀਤੀ ਕਿੱਦਾਂ, ਪਰ ਮੈਨੂੰ ਇਹ 'ਤੇ ਲੱਗ ਰਿਹਾ ਕਿ ਅਸਲ 'ਚ ਯਕੀਨ ਆ ਰਿਹਾ ਕਿ ਇਹ ਗੱਲ ਹੋਈ ਹੋਊ ਕਿਤੇ, ਕਿਉਂਕਿ ਇਹ ਨਹੀਂ ਟਰੂ ਗੱਲ ਹੈ। ਨਹੀਂ, ਬਹੁਤ ਮੈਨੂੰ ਤਾਂ ਇਹ ਐਗਜ਼ਾਮਪਲ ਹਰ ਵਾਰੀ ਮੈਂ ਕਈ ਵਾਰੀ ਤੋਂ ਸੁਣ ਲਈ। ਇੱਕ ਥੋੜ੍ਹਾ ਦੱਸਣ ਦਾ ਤਰੀਕਾ ਵੀ ਬਹੁਤ ਵਧੀਆ ਲੱਗਦਾ ਅਤੇ ਬਹੁਤ ਮਜ਼ਾ ਆਉਂਦਾ ਇਹ ਗੱਲ ਸੁਣ ਕੇ। ਅਤੇ ਗੱਲ ਜਿਹਦੇ ਕਹਿ ਲਓ ਟਿਕਾਣੇ ਪੈਣੀ ਆ ਤਾਂ ਪੈ ਹੀ ਜਾਣੀ ਆ। ਜਿਹੜੇ ਸਿੱਖਣ ਨੂੰ ਤਿਆਰ ਨੇ, ਸਮਝਣ ਨੂੰ ਤਿਆਰ ਨੇ, ਓਪਨ ਮਾਈਂਡਡ ਨੇ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ, ਸਾਡਾ ਇੱਥੇ ਬੈਠ ਕੇ ਗੱਲਬਾਤ ਕਰਨ ਦਾ ਸਿਰਫ ਔਰ ਸਿਰਫ ਇੰਨਾ ਕੀ ਮਕਸਦ ਆ ਬਈ ਅਸੀਂ ਵੀ ਕਿਤੋਂ ਨਾ ਕਿਤੋਂ ਸਿੱਖੇ ਹਾਂ, ਹਾਂਜੀ ਹਾਂਜੀ, ਅਤੇ ਔਰ ਸਿੱਖ ਰਹੇ ਹਾਂ, ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਆ। ਅੱਜ ਕੱਲ੍ਹ ਚੈਲੰਜ ਇੰਨੇ ਨੇ, ਇੰਨੇ ਧਰਮ ਨੇ, ਇੰਨੇ ਮਤਲਬ ਕਿ ਸਾਡੇ ਬਣੇ ਹੋਏ ਨੇ, ਇੱਕ ਤਰ੍ਹਾਂ ਦਾ ਕਹਿ ਲਓ ਵੀ ਡਿਵਾਈਡੇਸ਼ਨ ਹੋਈ ਆ ਆਪਸ ਦੇ ਵਿੱਚ, ਸਾਡਾ ਪਿਆਰ ਘਟਦਾ ਜਾ ਰਿਹਾ, ਛੋਟੀ ਛੋਟੀ ਚੀਜ਼ਾਂ ਦੇ ਝਗੜੇ ਹੋ ਰਹੇ ਨੇ, ਹੈ ਨਾ। ਵੀ ਸਾਡੀ ਤਾਂ ਇਹੀ ਕੋਸ਼ਿਸ਼ ਆ ਵੀ ਇਨਸਾਨ ਆਪਣੇ ਆਪ ਨੂੰ ਸਮਝੇ, ਠੀਕ ਆ, ਨਹੀਂ ਅਤੇ ਆਪਣੇ ਆਪਣੇ ਮਤਲਬ ਕਿ ਬਾਰੀਕੀਆਂ ਜਿਹੜੀਆਂ ਜ਼ਿੰਦਗੀ ਦੀਆਂ ਨੇ ਨਾ, ਇਹਨੂੰ ਜਾਣਨਾ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਔਰ ਇਹ ਸਮਝ ਸਿਰਫ ਔਰ ਸਿਰਫ ਤਾਂ ਹੀ ਆ ਸਕਦੀ ਆ ਜੇ ਅਸੀਂ ਮਤਲਬ ਕਿ ਨਾ ਵਾਈਡ ਐਂਗਲ ਤੋਂ ਜ਼ਿੰਦਗੀ ਨੂੰ ਦੇਖਣਾ ਸ਼ੁਰੂ ਕਰਾਂਗੇ। ਜਦੋਂ ਤੱਕ ਅਸੀਂ ਬਹੁਤ ਆਪਣੇ ਨਜ਼ਰੀਏ ਨੂੰ ਜਿੰਨਾ ਤੁਸੀਂ ਛੋਟਾ ਕਰੋਗੇ, ਓਨਾ ਤੁਸੀਂ ਸਮਝ ਨਹੀਂ ਸਕਦੇ ਇਸ ਕਾਇਨਾਤ ਨੂੰ। ਇਹਨੂੰ ਸਮਝਣ ਲਈ ਤੁਹਾਨੂੰ ਵਾਈਡ ਹੋਣਾ ਪੈਣਾ, ਇਹ ਸਰਹੱਦਾਂ ਤੋਂ ਪਾਰ ਜਾਣਾ ਪੈਣਾ, ਇਹ ਜਾਤਾਂ ਤੋਂ ਬਾਹਰ ਜਾਣਾ ਪੈਣਾ, ਇਹ ਸਾਰੀ ਚੀਜ਼ਾਂ ਤੋਂ ਬਾਹਰ ਜਾ ਕੇ ਤੁਸੀਂ ਐਡੇ ਵੱਡੇ ਪਰਮਾਤਮਾ ਨੂੰ, ਜੇ ਤੁਹਾਡਾ ਮਤਲਬ ਪਾਤਰ ਆ ਜਿਹੜਾ ਚੀਜ਼ ਤੁਸੀਂ ਇੰਨੀ ਕੁ ਚੀਜ਼ 'ਚ ਥੋੜ੍ਹਾ ਪੈ ਜੂ, ਠੀਕ ਆ ਨਾ, ਐਡੀ ਵੱਡੀ ਚੀਜ਼, ਉਹਦੇ ਲਈ ਤਾਂ ਵਿਸ਼ਾਲ ਹਿਰਦਾ ਚਾਹੀਦਾ, ਵਿਸ਼ਾਲ ਸੋਚ ਚਾਹੀਦੀ ਆ, ਕਿਸੇ ਚੀਜ਼ ਦਾ ਬੰਧਨ ਹੋਣਾ ਹੀ ਨਹੀਂ ਚਾਹੀਦਾ, ਫਿਰ ਕਿਤੇ ਸਮਝ ਆਊਗੀ ਗੱਲ। ਪਰ ਅਸੀਂ ਤਾਂ ਬਹੁਤ ਹਜੇ ਮਤਲਬ ਕਿ ਹੇਠਲੇ ਲੈਵਲ ਦੀਆਂ ਲੜਾਈਆਂ ਲੜ ਰਹੇ ਹਾਂ। ਅਸੀਂ ਕਹਿ ਰਹੇ ਕਿ ਮੈਂ ਸਹੀ, ਤੂੰ ਗਲਤ ਆ, ਬਸ ਬਸ ਬਸ। ਤੇ ਉਹ ਫਿਰ ਇੰਨਾ ਕੁ ਹੋ ਗਿਆ ਨਾ, ਆਹ ਨਹੀਂ ਹੋਇਆ। ਹਾਂ, ਇਹ ਨਹੀਂ ਹੋਇਆ, ਹੈ ਨਾ। ਔਰ ਸਹੀ ਵੀ ਅਸੀਂ ਮਤਲਬ ਕਿ ਇਸ ਕਰਕੇ ਨਹੀਂ ਕਿ ਸਾਡਾ ਤਜਰਬਾ ਸਾਨੂੰ ਦੱਸਦਾ, ਜਾਂ ਮਤਲਬ ਕਿ ਇਹ ਸਹੀ ਔਰ ਗਲਤ ਦਾ ਮੈਂ ਜੇ ਆਪਣੇ ਆਪ 'ਚ ਕਹਿ ਰਿਹਾ ਨਹੀਂ ਜੀ ਮੇਰੀ ਗੱਲ ਇਹ ਸਹੀ ਆ, ਜੋ ਮੈਂ ਬੋਲ ਰਿਹਾ ਸਹੀ ਆ, ਉਹਦਾ ਪੈਮਾਨਾ ਕੀ ਹੋਊਗਾ ਵੀ ਮੈਂ ਸਹੀ ਆ। ਆਖਰ ਕੋਈ ਪੈਮਾਨਾ ਤਾਂ ਹੋਣਾ ਚਾਹੀਦਾ ਕਿਸੇ ਗੱਲ ਦਾ। ਮੈਂ ਕਹਿਣ ਨੂੰ ਤਾਂ ਕਹੀ ਜਾਵਾਂ ਮੈਂ ਸਹੀ ਆ, ਕ੍ਰਾਈਟੇਰੀਆ ਕੀ ਆ ਮੇਰੇ ਸਹੀ ਹੋਣ ਦਾ? ਕਿਸੇ ਚੀਜ਼ ਨਾਲ ਤਾਂ ਉਹਨੂੰ ਤੁਸੀਂ ਉਹ ਕਰੋਗੇ ਨਾ, ਠੀਕ ਆ। ਨਹੀਂ, ਹੁਣ ਕੁਛ ਚੀਜ਼ਾਂ ਇੱਦਾਂ ਦੀਆਂ ਨੇ ਜਿਨ੍ਹਾਂ ਦੀ ਮਤਲਬ ਕੱਟ ਹੀ ਨਹੀਂ ਸਕਿਆ ਉਹਨਾਂ ਨੂੰ ਅੱਜ ਤੱਕ ਕੋਈ। ਅਸੀਂ ਕਬੀਰ ਦੀ ਬਾਣੀ ਨੂੰ
ਕਬੀਰ ਜੀ ਦੀ ਬਾਣੀ ਨੂੰ ਅਸੀਂ ਇਸੇ ਲਈ ਐਡੇ ਉੱਚੇ ਉਹਦੇ ਤੇ ਰੱਖਿਆ ਵੀ ਉਹ ਜਿਹੜੇ ਦੋਹੇ ਨੇ ਨਾ, ਹਾਂਜੀ ਉਹਨਾਂ ਦੀ ਘਾਟ ਅੱਜ ਤੱਕ ਕੋਈ ਨਹੀਂ ਕਰ ਸਕਿਆ। ਚਾਹੇ ਸਾਇੰਸ ਆ ਗਈ, ਵਿਗਿਆਨ ਆ ਗਿਆ, ਜੋ ਮਰਜ਼ੀ ਆ ਗਿਆ, ਤੁਸੀਂ ਇੱਕ ਛੋਟਾ ਜਿਹਾ ਦੋਹਾ ਕਦੇ YouTube ਤੇ ਗੂਗਲ ਕਰ ਲਿਓ, ਉਹਨੂੰ ਸੁਣ ਲਿਓ, ਉਹਨੂੰ ਕੋਈ ਹੋਰ ਸ਼ਬਦ ਹੀ ਨਹੀਂ ਬਣਿਆ ਜਿਹੜਾ ਉਹਨੂੰ ਕੱਟ ਦੇਵੇ। ਠੀਕ ਹੈ ਨਹੀਂ, ਕਿਉਂਕਿ ਉਹ ਗੱਲ ਹੀ ਐਡੇ ਉੱਚੇ ਲੈਵਲ ਦੀ ਕਹਿਤੀ ਵੀ ਠੀਕ ਆ ਨਹੀਂ ਵੀ ਜਿੱਡਾ ਮਰਜ਼ੀ ਬੰਦਾ ਜਿੱਦੀ ਤੋਂ ਜਿੱਦੀ ਆ, ਠੀਕ ਆ ਨਹੀਂ, ਉਹ ਵੀ ਕਹੂਗਾ ਨਾ ਯਾਰ ਗੱਲ ਤਾਂ ਬਿਲਕੁਲ ਸਹੀ ਆ, ਕਿਉਂਕਿ ਕਿਸੇ ਪੈਮਾਨੇ ਤੇ ਜਾ ਕੇ ਟਿਕਦੀ ਆ। ਠੀਕ ਆ ਨਹੀਂ, ਸਹੀ ਗੱਲ ਹੈ। ਇਹ ਚੀਜ਼ ਆ ਵੀ ਸਿੱਖਣਾ ਇੱਕ ਇਨਸਾਨ ਦਾ ਧਰਮ ਆ, ਤੇ ਅਸੀਂ ਕਿਤੇ ਨਾ ਕਿਤੇ ਫੁੱਲ ਸਟਾਪ ਲਾ ਲੈਂਦੇ ਆ, ਜਾਣੇ ਅਣਜਾਣੇ ਅਸੀਂ ਕਹਿ ਦਿੰਦੇ ਆ ਵੀ ਸਾਨੂੰ ਤਾਂ ਸਭ ਕੁਝ ਪਤਾ ਜੀ, ਅਸੀਂ ਤਾਂ ਸਭ ਕੁਝ ਜਾਣਦੇ ਆ। ਠੀਕ ਆ ਨਹੀਂ, ਜਦ ਕਿ ਅਸੀਂ ਕੁਝ ਵੀ ਨਹੀਂ ਜਾਣਦੇ, ਸੱਚਾਈ ਇਹ ਹੈ, ਕੁਛ ਵੀ ਨਹੀਂ ਜਾਣਦੇ। ਹਾਂਜੀ, ਠੀਕ ਆ ਨਹੀਂ। ਚਲੋ ਜਿੱਦਾਂ ਆਪਾਂ ਵੈਸੇ ਪਹਿਲਾਂ ਗੱਲ ਕਰਦੇ ਸੀ ਕਿ ਟੈਕਨੋਲੋਜੀ 'ਚ ਆਪਾਂ ਹੁਣ ਬਿਜ਼ੀ ਆ, ਆਪਦੇ ਕੰਮਕਾਰ ਦੀ ਦੌੜ 'ਚ ਬਿਜ਼ੀ ਆ, ਉਹਦੇ ਵਿੱਚੋਂ ਮੈਨੂੰ ਲੱਗਦਾ ਸਾਰਿਆਂ ਨੂੰ ਹਰ ਰੋਜ਼ ਚਾਹੇ ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਿਓ, ਪਰ ਮੈਨੂੰ ਲੱਗਦਾ ਮੈਂ ਜੋ ਕਰਦਾ ਹੁੰਦਾ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਮੈਂ ਗੱਡੀ 'ਚ ਬਹਿ ਕੇ ਅਬਜ਼ਰਵ ਕਰ ਰਿਹਾ ਹਾਂ ਲੋਕਾਂ ਨੂੰ, ਕੋਈ ਨਾ ਕੋਈ ਥੋੜ੍ਹਾ ਜਿਹਾ ਸਮਾਂ ਲੋਕਾਂ ਨੂੰ ਕੱਢਣਾ ਚਾਹੀਦਾ ਹਰ ਰੋਜ਼, ਚਾਹੇ 10 ਮਿੰਟ ਕੱਢੋ ਅਬਜ਼ਰਵ ਕਰਨ ਲਈ ਵੀ ਕਿ ਚੱਲ ਕੀ ਰਿਹਾ ਹੈ, ਕਰ ਕੀ ਰਿਹਾ ਆਪਾਂ। ਹੁਣ ਚਾਹੇ ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਟੈਕਨੋਲੋਜੀ ਤੋਂ ਦੂਰ, ਇਹ ਸੇਮ ਚੀਜ਼, ਤੁਹਾਡੇ ਕੋਲ ਫੋਨ ਵੀ ਨਹੀਂ ਹੋਣਾ ਚਾਹੀਦਾ। ਬਿਲਕੁਲ ਸੇਮ ਚੀਜ਼ ਜਿੱਦਾਂ ਤੁਸੀਂ ਗੱਡੀ 'ਚ ਕਹਿ ਰਹੇ ਹੋ, ਕਈ ਵਾਰੀ ਮੈਨੂੰ ਲੱਗਦਾ ਕਿ ਚੀਜ਼ਾਂ ਨੂੰ ਅਕਨੋਲੇਜ ਕਰਨਾ ਵੀ, ਜਿੱਦਾਂ ਹੁਣ ਆਪਾਂ ਕਮਰੇ 'ਚ ਬੈਠੇ, ਚਲੋ ਹੁਣ ਤੇ ਆਪਾਂ ਆਪਸ 'ਚ ਆਈ ਕੰਟੈਕਟ ਕਰ ਰਹੇ ਹਾਂ, ਜੇ ਮੈਂ ਇਕੱਲਾ ਬੈਠਾ ਜਾਂ TV ਵੇਖ ਰਿਹਾ ਜਾਂ ਕਿੱਦਾਂ, ਜੇ TV ਬੰਦ ਕਰਕੇ ਮੈਂ ਆਪਣੇ ਲਾਉਂਜ ਰੂਮ 'ਚ ਵੇਖਾਂਗੇ ਕਿੱਥੇ ਕੀ ਪਿਆ, ਕਿਉਂਕਿ ਕਈ ਵਾਰੀ ਮੈਨੂੰ ਆਪਣੇ ਜਿਹੜੀਆਂ ਰੈਫਰੈਂਸ ਜਿੱਥੇ ਮਤਲਬ ਸੋਫਾ ਪਿਆ ਜਾਂ ਕਿੱਥੇ ਗੁਲਦਸਤਾ ਪਿਆ ਜਾਂ ਕਿੱਥੇ ਉਹ ਪਿਆ, ਉਹਨਾਂ ਚੀਜ਼ਾਂ ਦੀ ਸਿਰਫ ਐਕਨੋਲੇਜਮੈਂਟ ਕਰਨ ਲਈ ਕਿ ਪਿਆ, ਸਾਡੀ ਮੈਡੀਟੇਸ਼ਨ ਉੱਥੇ ਹੋ ਜਾਂਦੀ, ਤੁਸੀਂ ਇੱਕੋ ਦਮ ਤੁਹਾਨੂੰ ਲੱਗੇਗਾ ਕਿ ਤੁਸੀਂ ਪ੍ਰੈਜ਼ੈਂਟ ਮੂਮੈਂਟ 'ਚ ਆ ਗਏ। ਸੋ ਸੇਮ ਓਬਜ਼ਰਵੇਸ਼ਨ ਜਿਹੜੀਆਂ ਨੇ ਬਿਲਕੁਲ, ਕਿਉਂਕਿ ਅਸੀਂ ਤੁਰਦੇ ਫਿਰਦੇ ਸਾਰਾ ਦਿਨ ਰਹਿੰਦੇ ਹਾਂ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹਦੇ ਲਾਗੋਂ ਨਿਕਲ ਕੇ ਗਏ, ਕਿਹਦੇ ਲਾਗੋਂ। ਸੋ ਸਾਡਾ ਓਬਵੀਅਸਲੀ ਜਿਹੜੀ ਸਾਡੀ ਸ਼ਾਂਤੀ ਭੰਗ ਹੋਈ ਹੈ। ਅਸਲ 'ਚ ਨਾ ਅਸੀਂ ਪ੍ਰੋਬਲਮ ਕਿਤੇ, ਅਸੀਂ ਆਪਣੇ ਆਪ ਨਾਲ ਗੱਲ ਕਰਨਾ ਭੁੱਲ ਗਏ। ਹਾਂਜੀ ਹਾਂਜੀ ਹਾਂਜੀ, ਅਸੀਂ ਪੂਰੇ ਜਹਾਨ ਨਾਲ ਗੱਲਾਂ ਮਾਰ ਰਹੇ ਹਾਂ, ਹਨਾ, ਅਸੀਂ ਮਤਲਬ ਕਿ ਹਰ ਇੱਕ ਨੂੰ ਸਮਝਾ ਰਹੇ ਹਾਂ, ਠੀਕ ਹੈ, ਗਿਆਨੀ ਬਣ ਗਏ। ਹਾਂ, ਤੇ ਕਿਤੇ ਨਾ ਕਿਤੇ ਅਸੀਂ ਇਕੱਲੇ ਬਹਿ ਕੇ ਕਦੇ ਅੱਖਾਂ ਬੰਦ ਕਰਕੇ ਇਹ ਨਹੀਂ ਸੋਚਦੇ ਹੈਗੇ ਜਾਂ ਆਪਣੇ ਆਪ ਨਾਲ ਗੱਲ ਨਹੀਂ ਕਰਦੇ, ਇੱਥੇ ਪ੍ਰੋਬਲਮ ਆ, ਹਨਾ, ਵੀ ਮੈਂ ਕੌਣ ਆ, ਹਨਾ, ਇਹ ਇੰਨੇ ਕੁ ਗੱਲ ਦੇ ਵਿੱਚ ਪੂਰਾ ਗਿਆਨ ਛੁਪਿਆ, ਹੂ ਐਮ ਆਈ। ਠੀਕ ਹੈ ਨਹੀਂ, ਖੈਰ ਆਪਾਂ ਕਦੇ ਇਸ ਵਿਸ਼ੇ ਤੇ ਗੱਲ ਜਦੋਂ ਕਰਾਂਗੇ ਉਹਦੇ ਤੇ ਹੋਰ ਗੱਲ ਕਰਾਂਗੇ। ਹਾਂਜੀ ਹਾਂਜੀ, ਤੇ ਪਰ ਕਹਿਣ ਦਾ ਮਤਲਬ ਜੋ ਹੈਰੀ ਨੇ ਗੱਲ ਕੀਤੀ ਆ ਵੀ ਮੈਂ ਦੇਖਦਾ ਰੋਜ਼ ਦੁਨੀਆ ਨੂੰ ਵਾਚ ਕਰਦਾ, ਹਰ ਬੰਦਾ ਇੱਕ ਦੌੜ 'ਚ ਆ, ਹਰ ਭੱਜਿਆ ਫਿਰ ਰਿਹਾ, ਹਨਾ, ਵੀ ਉਹ ਕਿਤੇ ਨਾ ਕਿਤੇ ਚਾਹੇ ਉਹਨੂੰ ਮੈਡੀਟੇਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ, ਠੀਕ ਹੈ ਨਹੀਂ, ਸਿਸਟਮ ਨੂੰ ਸੁਧਾਰਨਾ ਕੋਈ ਔਖਾ ਨਹੀਂ ਹੈਗਾ, ਹਰ ਬੰਦੇ ਨੂੰ ਪਤਾ ਵੀ ਮੈਂ ਆਪਣੇ ਆਪ ਨੂੰ ਕਿਵੇਂ ਬਿਹਤਰ ਬਣਾ ਸਕਦਾ। ਤੁਸੀਂ ਦੱਸੋ ਵੀ ਕਿਸੇ ਬੰਦਾ, ਕੋਈ ਅੱਜ ਦੀ ਡੇਟ 'ਚ ਕੋਈ ਇਹ ਬੰਦਾ ਹੋਊਗਾ ਜਿਹਨੂੰ ਨਿਊਟ੍ਰੀਸ਼ਨ ਬਾਰੇ ਨਹੀਂ ਪਤਾ, ਜਾਂ ਜਿਹਨੂੰ ਫਿਟਨੈਸ ਬਾਰੇ ਨਹੀਂ ਪਤਾ, ਜਾਂ ਜਿਹਨੂੰ ਵਕਤ ਦੀ ਕਦਰ ਬਾਰੇ ਨਹੀਂ ਪਤਾ। ਉਹ ਜਿਵੇਂ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਲਿਖਿਆ ਸੀ ਵੀ ਜ਼ਿੰਦਗੀ ਜਿਉਣ ਦਾ ਪੂਰਾ 90% ਗਿਆਨ ਸਾਨੂੰ 5ਵੀਂ ਦੀ ਕਿਤਾਬਾਂ ਪੜ੍ਹਨ ਤੱਕ ਆ ਜਾਂਦਾ, ਪਰ ਉਹਨੂੰ ਪ੍ਰੈਕਟੀਕਲ 'ਚ ਲੈ ਕੇ ਆਉਂਦੇ ਆਉਂਦੇ ਸਾਡੀ ਜ਼ਿੰਦਗੀ ਨਿਕਲ ਜਾਂਦੀ ਆ। ਹਾਂਜੀ 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 ਹਾਂਜੀ, ਠੀਕ ਹੈ, ਸਹੀ ਗੱਲ। ਕੰਧਾਂ ਤੇ ਲਿਖਿਆ ਹੁੰਦਾ ਸੱਚ ਬੋਲੋ, ਹੈਨਾ, ਵਿਦਿਆ ਵਿਚਾਰੀ ਦਾ ਪਰਉਪਕਾਰੀ, ਸਾਰਾ ਕੁਝ, ਸਾਰੀਆਂ ਚੀਜ਼ਾਂ ਪਤਾ ਹੀ ਆ। ਔਰ ਅੱਜ ਕੱਲ੍ਹ ਤਾਂ WhatsApp ਤੇ ਬਹੁਤ ਗਿਆਨ ਵੰਡਿਆ ਜਾ ਰਿਹਾ, ਠੀਕ ਹੈ ਨਾ, ਸਵੇਰੇ ਉੱਠਣ ਤੋਂ ਪਹਿਲਾਂ 20 ਮੈਸੇਜ ਆਏ ਹੁੰਦੇ ਨੇ, ਬੈਸਟ ਸਕੂਲ ਹੈ, ਗੁੱਡ ਮਾਰਨਿੰਗ ਦੇ ਨਾਲ। ਪਰ ਪ੍ਰੋਬਲਮ ਉੱਥੇ ਹੈ ਵੀ ਜੇ ਆਪਣੇ ਆਪ ਨਾਲ ਗੱਲ ਕਰਾਂਗੇ ਜਾਂ ਉਹਨੂੰ ਆਪਣੇ ਜੀਵਨ 'ਚ ਉਤਾਰਾਂਗੇ ਕਿਤੇ ਨਾ ਕਿਤੇ, ਹੈ ਨਾ, ਮੈਂ ਕਹਿੰਦਾ ਜੇ ਬੰਦਾ ਜਿੰਨਾ ਕੁ ਗਿਆਨ ਦੀਆਂ ਗੱਲਾਂ ਕਰਦਾ ਜਾਂ ਸੁਣਦਾ ਜਾਂ ਸਮਝਦਾ, ਜੇ ਉਹਦਾ 5% ਵੀ ਪ੍ਰੈਕਟੀਕਲ 'ਚ ਆਪਣੇ ਤੇ ਲਾਗੂ ਕਰਨ 'ਚ ਕਾਮਯਾਬ ਹੋ ਜਾਵੇ, ਉਹਦੇ ਵਰਗਾ ਬਿਹਤਰ ਇਨਸਾਨ ਨਹੀਂ। ਹਾਂਜੀ ਬਿਲਕੁਲ। ਸੌਰੀ ਜੀਵਨ ਸਰ, ਤੁਸੀਂ ਇੱਥੇ ਆਏ ਹੋ ਤੇ ਪਤਾ ਨਹੀਂ ਬਾਅਦ 'ਚ ਅਸੀਂ ਤਾਂ ਚਾਹਾਂਗੇ ਕਿ ਮੌਕਾ ਮਿਲੇ ਹਰ ਵਾਰੀ, ਪਰ ਤੁਸੀਂ ਪਰਸਨਲੀ ਮੇਰੇ ਲਈ ਜਾਂ ਆਡੀਅנס ਲਈ ਵੀ, ਹੈਰੀ ਭਾਜੀ ਲਈ ਪਲੀਜ਼ ਕੁਛ ਇਹੋ ਜਿਹੀਆਂ ਬੁੱਕਸ ਦੱਸ ਸਕਦੇ ਹੋ ਕਿ ਜਿਹੜੀਆਂ ਅਸੀਂ ਆਪਣੀ ਲਾਈਫ 'ਚ ਪੜ੍ਹ ਸਕਦੇ ਹਾਂ, ਜਿਹੜੀਆਂ ਕਿ ਤੁਹਾਡੇ ਐਕਸਪੀਰੀਅੰਸ ਤੁਹਾਨੂੰ ਲੱਗਦਾ ਕਿ ਵਧੀਆ? ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਪੜ੍ਹੋ, ਕਿਉਂਕਿ ਉਹਦਾ ਇੱਕ ਕਾਰਨ ਆ, ਹੈ ਨਾ, ਕਿਉਂਕਿ ਲਿਟਰੇਚਰ ਉਹੀ ਹੁੰਦਾ ਆ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਹੋਵੇ, ਕਿਉਂਕਿ ਤੁਹਾਨੂੰ ਸਮਝ ਦੀ ਗੱਲ ਨਹੀਂ, ਸਮਝ ਤੁਸੀਂ ਹਿੰਦੀ ਵੀ ਲਓਗੇ, ਇੰਗਲਿਸ਼ ਵੀ ਲਓਗੇ, ਹਾਂਜੀ, ਪਰ ਜਿਹੜੀ ਅਟੈਚਮੈਂਟ ਆ ਨਾ, ਬਿਲਕੁਲ
ਇਹ ਬੜੀ ਵੱਡੀ ਪ੍ਰੋਬਲਮ ਹੈ ਸਿਰ ਆਪਾਂ ਅੰਗਰੇਜ਼ੀ ਕਿਤਾਬਾਂ ਜਾਂਦੇ ਆ ਉਹ ਫੜਦੇ ਆ ਮੈਂ ਆ ਬਾਈ ਕੀਤੀ ਫਿਰ ਇੰਸਟਾਗ੍ਰਾਮ ਤੇ ਸਟੋਰੀ ਪਾਤੀ ਕਿਤਾਬ ਪੜ੍ਹੀ ਨਹੀਂ ਆਣੀ ਸਾਡੇ ਕੋਲ ਹਾਂਜੀ 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 ਪਰ ਪੰਜਾਬੀ ਨੂੰ ਹੱਥ ਨਹੀਂ ਲਾਇਆ ਹਾਂ ਉਹੀ ਚੀਜ਼ ਹੈ ਨਾ ਵੀ ਉਹ ਜਿਹੜਾ ਤੁਹਾਡੀ ਅੰਤਰ ਆਤਮਾ ਦੀ ਅਟੈਚਮੈਂਟ ਉਸ ਵਿਸ਼ੇ ਦੇ ਨਾਲ ਤਾਂ ਹੀ ਹੋਊਗੀ ਜੇ ਤੁਸੀਂ ਮਾਂ ਬੋਲੀ 'ਚ ਪੜ੍ਹੋਗੇ। ਅਸੀਂ ਕਿਸੇ ਭਾਸ਼ਾ ਦੇ ਅਗੇਂਸਟ ਨਹੀਂ ਹੈਗੇ ਹੈ ਨਾ, ਮੈਂ ਹਰੇਕ ਭਾਸ਼ਾ ਦਾ ਸਨਮਾਨ ਕਰਦਾ। ਹਿੰਦੀ ਵੀ ਮੈਂ ਪੜ੍ਹੀ ਆ ਐਜ ਏ ਸਬਜੈਕਟ ਵੀ ਪੜ੍ਹੀ ਆ, ਹਿੰਦੀ ਦੇ ਬੁੱਕਸ ਵੀ ਪੜ੍ਹੀਆਂ ਨੇ ਹੈ ਨਾ, ਅਤੇ ਇੰਗਲਿਸ਼ ਵੀ ਪੜ੍ਹੀ ਆ। ਪਰ ਮਾਂ ਬੋਲੀ ਇੱਕ ਇਹੋ ਜਿਹੀ ਬੋਲੀ ਹੁੰਦੀ ਆ ਵੀ ਉਹ ਤੁਹਾਨੂੰ ਆਪਣੇ ਨਾਲ ਜੋੜਦੀ ਆ, ਠੀਕ ਆ ਨਹੀਂ, ਵਿਸ਼ੇ ਨਾਲ ਤੁਹਾਡੀ ਹੋਰ ਗੰਭੀਰਤਾ ਹੋ ਜੂਗੀ, ਤੁਸੀਂ ਉਹ ਚੀਜ਼ ਦਾ ਰਸ ਕੱਢ ਲਓਗੇ ਵੀ ਕੀ ਆ, ਉਹ ਫਿਰ ਤੁਹਾਡੇ ਜੀਵਨ 'ਚ ਉਤਰਨੀ ਵੀ ਆਸਾਨ ਹੋ ਜੂਗੀ। ਕਿਉਂਕਿ ਜਿਹੜੀ ਚੀਜ਼ ਦਾ ਸਾਨੂੰ ਆਨੰਦ ਆਉਂਦਾ ਆ ਅਸੀਂ ਉਹਦੇ ਵੱਲ ਨੂੰ ਝੁਕਾਓ ਜ਼ਿਆਦਾ ਹੁੰਦਾ ਆ, ਠੀਕ ਆ ਨੇ। ਹੁਣ ਝੁਕਾਓ ਦੂਜੀ ਚੀਜ਼ਾਂ ਵੱਲ ਸਾਡਾ ਇਸ ਕਰਕੇ ਆ ਕਿਉਂਕਿ ਸਾਡੇ ਕੋਲ ਸਬਸਟੀਟਿਊਟ ਨਹੀਂ ਹੈਗਾ। ਅਸੀਂ ਉਹ ਸਬਸਟੀਟਿਊਟ ਪੈਦਾ ਹੀ ਨਹੀਂ ਕਰ ਰਹੇ, ਨਾ ਬੱਚਿਆਂ ਲਈ ਹਾਂਜੀ ਨਾ ਆਪਣੇ ਲਈ, ਹਾਂਜੀ ਠੀਕ ਆ ਨਹੀਂ। ਜੇ ਅਸੀਂ ਉਹ ਕਰਾਂਗੇ, ਅਸੀਂ ਨਾਨਕ ਸਿੰਘ ਦੇ ਨਾਵਲ ਹੈ ਨਾ, ਹਾਂਜੀ ਹਾਂਜੀ ਬਹੁਤ ਹੀ ਵਧੀਆ ਲਿਖੇ ਹੋਏ ਨੇ, ਹਾਂਜੀ ਪੜ੍ਹਨਾ ਚਾਹੀਦਾ ਉਹਨਾਂ ਨੂੰ ਜਿੰਨਾ ਵੀ ਹੋ ਸਕੇ। ਬਾਇਓਗ੍ਰਾਫੀਜ਼ ਬਹੁਤ ਵਧੀਆ ਨੇ ਹੈ ਨਾ, ਉਹ ਪੜ੍ਹਨੀਆਂ ਚਾਹੀਦੀਆਂ ਨੇ। ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਜ਼ਰੂਰ ਪੜ੍ਹੋ, ਮੈਂ ਕਹਾਂਗਾ ਸਟਾਰਟਿੰਗ ਤੁਸੀਂ ਉਹਦੇ ਤੋਂ ਕਰੋ। ਬਿਲਕੁਲ ਮੈਂ ਅੱਜ ਹੀ ਰਾਤ ਸੌਣ ਤੋਂ ਪਹਿਲਾਂ ਆਰਡਰ ਕਰਾਂ। ਹਾਂਜੀ ਹਾਂਜੀ ਡਾਕਟਰ ਨਰਿੰਦਰ ਸਿੰਘ ਕਪੂਰ। ਹਾਂਜੀ ਇੱਥੇ ਪਰਸ ਦੇ ਵਿੱਚ ਆਪਾਂ ਨੂੰ ਕਿਤੇ ਈਜ਼ੀਲੀ ਅਵੇਲੇਬਲ ਹੋ ਸਕਦੀਆਂ ਜਾਂ ਤੁਸੀਂ ਆਨਲਾਈਨ ਹੀ ਆਰਡਰ ਕਰਦੇ ਹੋ ਬੁੱਕਸ? ਵੈਸੇ ਮੈਂ ਤਾਂ ਇੰਡੀਆ ਤੋਂ ਖਰੀਦ ਕੇ ਲੈ ਕੇ ਆਇਆ ਸੀ, ਪਰ ਤੁਹਾਡੀ ਸਹੂਲਤ ਲਈ ਮੈਂ ਤੁਹਾਨੂੰ ਦਊਂਗਾ, ਉਹ ਮੇਰੇ ਕੋਲ ਪਈਆਂ ਨੇ ਬਿਲਕੁਲ 4-5 ਕਿਤਾਬਾਂ, ਤੁਸੀਂ ਉੱਥੋਂ ਸ਼ੁਰੂਆਤ ਕਰੋ। ਫਿਰ ਆਪਾਂ ਉਸ ਵਿਸ਼ੇ ਤੇ ਵੀ ਗੱਲ ਕਰਾਂਗੇ ਅੱਗੇ ਜਾ ਕੇ। ਜਦੋਂ ਤੁਸੀਂ ਪੜ੍ਹ ਲਓਗੇ ਤਾਂ ਗੱਲ ਕਰਨ ਦਾ ਹੋਰ ਜ਼ਿਆਦਾ ਮਜ਼ਾ ਆਊਗਾ, ਮਜ਼ਾ ਆਊਗਾ, ਠੀਕ ਆ ਨਹੀਂ। ਨਹੀਂ ਵੈਸੇ ਆਪਾਂ ਨੂੰ ਜਿਵੇਂ ਹਰਲਾਲ ਭਾਜੀ ਆਪਾਂ ਉਹਨਾਂ ਨੂੰ ਵੀ ਸ਼ੋਅ ਤੇ ਜ਼ਰੂਰ ਬੁਲਾਵਾਂਗੇ, ਤੇ ਉਹ ਮਲਵਈ ਗਿੱਧੇ ਦੇ ਸਾਡੇ ਜਿਵੇਂ ਕੋਚ ਨੇ, ਹਾਂਜੀ, ਤੇ ਉਹਨਾਂ ਨੇ ਪੂਰੀ ਜ਼ਿੰਦਗੀ ਲਾਈ ਹੈ ਇਹ ਚੀਜ਼, ਮਤਲਬ ਪੰਜਾਬੀ ਨੂੰ ਅੱਗੇ ਲਿਆਉਣ ਲਈ, ਪੰਜਾਬੀ ਸੱਭਿਆਚਾਰ ਨੂੰ ਪ੍ਰੈਜ਼ੈਂਟ ਮੇਰੇ ਖਿਆਲ ਬੋਲੀਆਂ ਤੇ ਵੀ ਕਾਫੀ ਪਕੜ ਆ ਉਹਨਾਂ ਦੀ। ਹਾਂਜੀ, ਤੇ ਉਹਨਾਂ ਕੋਲੇ ਕਿਤਾਬਾਂ ਇੰਡੀਆ ਤੋਂ ਉਹ ਹਰ ਸਾਲ ਜਦੋਂ ਵੀ ਜਾਂਦੇ ਨੇ ਉਹ ਕਿਤਾਬਾਂ ਲੈ ਕੇ ਆਉਂਦੇ ਨੇ ਪੰਜਾਬੀ ਦੀਆਂ। ਇਹ ਨਹੀਂ ਕਿ ਬਿਜ਼ਨਸ ਕਰਨ ਲਈ, ਜਿੰਨੀ ਉਹਨਾਂ ਨੂੰ ਕਾਸਟ ਪੈਂਦੀ ਆ ਉਨੇ ਕਾਸਟ ਦੀ ਉਹ ਅੱਗੇ ਦੇ ਜਾਂਦੇ ਨੇ, ਕਿਉਂਕਿ ਉਹਨੂੰ ਆਪਦੀ ਉਹਨਾਂ ਨੂੰ ਮਾਂ ਬੋਲੀ ਨਾਲ ਬਹੁਤ ਪਿਆਰ ਆ। ਹਾਂਜੀ ਹਾਂਜੀ ਮੈਂ ਕਾਫੀ ਵਾਰੀ ਉਹਨਾਂ ਕੋਲ ਪੰਜਾਬੀ ਦੀਆਂ ਕਿਤਾਬਾਂ ਲਈ। ਹਾਂਜੀ, ਸੋ ਬੜੇ ਵਧੀਆ ਆਪਣੇ ਲਈ ਐਗਜ਼ਾਮਪਲ ਨੇ, ਤੇ ਚਲੋ ਉਹਨਾਂ ਨੂੰ ਵੀ ਜਦੋਂ ਮੌਕਾ। ਇਸ ਵਿਸ਼ੇ ਤੇ ਖੈਰ ਆਪਾਂ ਬਹੁਤ ਵੱਡਾ ਇੱਕ ਸੈਗਮੈਂਟ ਕਰਾਂਗੇ ਮਾਂ ਬੋਲੀ ਦੇ ਉੱਤੇ, ਮੈਂ ਚਾਹੁੰਦਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਸਾਡੇ ਸਪੈਸ਼ਲੀ ਪੰਜਾਬੀ ਦੇ ਹੈ ਨਾ, ਇੰਡੀਅਨ ਵੀ ਭਾਰਤੀ ਵੀ, ਹਰ ਬੰਦਾ ਇਸ ਗੱਲ ਨਾਲ ਸੰਘਰਸ਼ ਕਰ ਰਿਹਾ ਕਿ ਉਹ ਦੋ ਚੀਜ਼ਾਂ 'ਚ ਡਿਵਾਈਡ ਹੋ ਗਿਆ, ਠੀਕ ਆ ਨਹੀਂ। ਹਾਂਜੀ ਉਹ ਚਾਹੁੰਦਾ ਵੀ ਮੇਰਾ ਬੱਚਾ ਜਿਹੜਾ ਸਾਡਾ ਪਿਛੋਕੜ ਆ, ਸਾਡੀ ਮਾਂ ਬੋਲੀ ਆ, ਸਾਡਾ ਸੱਭਿਆਚਾਰ ਆ, ਅਸੀਂ ਜਨਰੇਸ਼ਨ ਨੂੰ ਅੱਗੇ ਇਹਨੂੰ ਦੇ ਕੇ ਜਾਈਏ ਹੈ ਨਾ, ਇਹ ਜਿਉਂਦੀ ਰਹੇ ਤਮਾਮ ਉਮਰ, ਇਹਦੀ ਇੰਨੀ ਲੰਬੀ ਉਮਰ ਹੋਵੇ ਸਾਡੀ ਮਾਂ ਬੋਲੀ ਦੀ ਤੇ ਸਾਡੇ ਸੱਭਿਆਚਾਰ ਦੀ, ਠੀਕ ਆ ਨਹੀਂ। ਤੇ ਉਹ ਕਿਹੜੀ ਪ੍ਰੋਬਲਮਸ ਨੇ, ਕਿੱਦਾਂ ਅਸੀਂ ਬੱਚਿਆਂ 'ਚ ਉਹ ਲੈ ਕੇ ਆ ਸਕਦੇ ਹਾਂ ਨਾ। ਔਰ ਮਾਪਿਆਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਇੱਕ ਵਾਰ ਦੇਖੋ, ਸ਼ੁਰੂ ਤਾਂ ਕਰਕੇ ਦੇਖੋ, ਤੁਹਾਨੂੰ ਆਪ ਆਨੰਦ ਆਊਗਾ ਹੈ ਨਾ। ਤੁਸੀਂ ਆਪ ਕਹੋਗੇ ਯਾਰ ਜ਼ਿੰਦਗੀ ਬਦਲ ਗਈ। ਤੁਹਾਡੇ ਬੱਚਿਆਂ ਨੂੰ ਗੱਲ ਕਰਨ ਦਾ ਸਲੀਕਾ, ਉਹਨਾਂ 'ਚ ਮੁਸੀਬਤ ਨਾਲ ਲੜਨ ਦੀ ਤਾਕਤ ਹੈ ਨਾ, ਉਹਨਾਂ 'ਚ ਮੋਹ ਪਿਆਰ, ਰਿਸ਼ਤੇ, ਠੀਕ ਆ ਨਹੀਂ। ਹੁਣ ਰਿਸ਼ਤੇ ਦੇਖੋ, ਰਿਸ਼ਤਿਆਂ ਦੀ ਗੱਲ ਕਰ ਲਓ, ਹੁਣ ਜਦੋਂ ਚਾਚਾ ਕਹਿੰਦੇ ਆ ਕਿਸੇ ਨੂੰ, ਤਾਇਆ ਕਹਿੰਦੇ ਆ, ਭੂਆ ਕਹਿੰਦੇ ਆ ਹੈ ਨਾ, ਫੁੱਫੜ ਕਹਿੰਦੇ ਆ, ਮਜ਼ਾ ਆਉਂਦਾ। ਉਹ ਪਤਾ ਲੱਗਦਾ ਹੈ ਨਾ। ਬੱਚੇ ਪੁੱਛਦੇ ਚਾਚੇ ਦਾ ਮਤਲਬ ਕੀ ਹੁੰਦਾ ਨਾ, ਮੇਰੀ ਬੇਟੀਆਂ ਪੁੱਛ ਲੈ ਪਾਪਾ ਜੀ ਤਾਇਆ ਕਿਉਂ ਕਹਿੰਦੇ ਨੇ ਹੈ ਨਾ। ਹੁਣ ਇੰਗਲਿਸ਼ 'ਚ ਕੀ ਆ, ਸਿਰਫ ਅੰਕਲ ਜੀ ਸਤਿ ਸ੍ਰੀ ਅਕਾਲ। ਤੁਸੀਂ ਕੀ ਇਹਨੂੰ ਐਲੈਬੋਰੇਟ ਕਰੋਗੇ, ਕੀ ਇਹਨੂੰ ਜ਼ਿਆਦਾ ਕਿੰਨਾ ਕੁ ਐਕਸਪਲੇਨ ਕਰ ਲਓਗੇ ਤੁਸੀਂ, ਠੀਕ ਆ ਨਹੀਂ। ਇਹ ਆਪਾਂ ਬੁਰਾਈ ਨਹੀਂ ਕਰ ਰਹੇ ਇੰਗਲਿਸ਼ ਦੀ, ਪਰ ਇਹ ਡੰਗਾਈ ਆ ਆਪਣੀ ਪੰਜਾਬੀ ਦੀ। ਹਾਂ, ਬੁਰਾਈ ਤਾਂ ਆਪਾਂ ਕਿਸੇ ਦੀ ਵੀ ਨਹੀਂ ਕਰ ਰਹੇ। ਮੈਂ ਪਹਿਲੀ ਗੱਲ ਇਹ ਤੁਹਾਨੂੰ ਦੱਸੀ ਆ ਵੀ ਹਰੇਕ ਲੈਂਗੁਏਜ ਦਾ, ਇੰਗਲਿਸ਼ ਲਿਟਰੇਚਰ ਦੇ ਵਿੱਚ ਬਹੁਤ ਵਧੀਆ ਕਵੀ ਰਹੇ ਨੇ। ਸ਼ੇਕਸਪੀਅਰ ਦਾ ਨਾਮ ਆ, ਕੀਟਸ ਦਾ ਆ, ਤੇ ਹੋਰ ਬਹੁਤ ਸਾਰੇ ਨੇ। ਜੇ ਤੁਸੀਂ ਦੇਖੋ ਹੈ ਨਾ, ਸਿੱਖੋ ਜੇ ਤੁਸੀਂ, ਠੀਕ ਆ ਨਹੀਂ। ਜੇ ਕਿਸੇ ਦੀ ਇੰਗਲਿਸ਼ ਤੇ ਜ਼ਿਆਦਾ ਪਕੜ ਆ ਤਾਂ ਉੱਥੇ ਵੀ ਬਹੁਤ ਲਿਟਰੇਚਰ ਪਿਆ ਹੈ ਨਾ। ਯੂਰਪ ਦੇ ਵਿੱਚ ਇੰਨੇ ਸਾਡੇ ਵਿਦਵਾਨ ਰਹੇ ਨੇ, ਲਿਟਰੇਚਰ ਨਾਲ ਸੰਬੰਧ ਰਹੇ ਨੇ। ਇੱਥੇ ਅਸੀਂ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ, ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ। ਮੇਰਾ ਸਿਰਫ ਔਰ ਸਿਰਫ ਸਾਰਿਆਂ ਨੂੰ ਇਹ ਕਹਿਣਾ ਆ ਕਿ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਓਵਰ ਡਿਵੈਲਪਮੈਂਟ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਸਾਡੇ ਬੱਚਿਆਂ ਦੇ ਵਿੱਚ ਓਵਰਆਲ ਡਿਵੈਲਪਮੈਂਟ ਹੋਵੇ, ਉਹ ਟੈਕਨੀਕ ਦੇ ਵਿੱਚ ਵੀ ਉੱਚ ਸਿਰੇ ਤੇ ਹੋਣ, ਉਹ ਆਪਣੇ ਮਤਲਬ ਕਿ ਸੱਭਿਆਚਾਰ ਦਾ ਵੀ ਸਾਰਾ ਕੁਝ ਜਾਣਦੇ ਹੋਣ, ਆਪਣੀ ਮਾਂ ਬੋਲੀ ਵੀ ਜਾਣਦੇ ਹੋਣ, ਡਰੈਸ ਕਿੱਦਾਂ ਦੀ ਪਾਉਣੀ ਆ, ਵੱਡੇ ਨਾਲ ਗੱਲ ਕਿੱਦਾਂ ਕਰਨੀ ਆ ਹੈ ਨਾ,
ਤੇ ਇਹ ਚੀਜ਼ਾਂ ਜਦੋਂ ਸਿੱਖੂਗਾ ਉਹ, ਤਾਂ ਉਹ ਇੱਕ ਭੀੜ ਤੋਂ ਅਲੱਗ ਹੋ ਜਾਊਗਾ, ਜਿਹੜੀ ਕਿ ਭੀੜ ਅੱਜ ਹਰੇਕ ਨੂੰ ਕਾਪੀ ਕਰ ਰਹੀ ਹੈ ਨਾ। ਸਾਨੂੰ ਕਿਸੇ ਨੂੰ ਕਾਪੀ ਨਹੀਂ ਕਰਨਾ ਚਾਹੀਦਾ। ਸਾਡੇ ਤਾਂ ਮੈਂ ਤਾਂ ਇੱਕ ਗੱਲ ਹੋਰ ਅੱਗੇ ਵੱਧ ਕੇ ਕਹਿਣਾ ਚਾਹੁੰਦਾ ਬਈ, ਸਾਨੂੰ ਤਾਂ ਇੰਨਾ ਜ਼ਿਆਦਾ ਫਾਇਦਾ ਆ ਕਿਉਂਕਿ ਅਸੀਂ ਇੱਥੇ ਫੋਰਨ 'ਚ ਕਿਉਂ ਆਏ। ਮੈਂ ਕਈ ਵਾਰ ਸੋਚਦਾ ਹੁੰਦਾ, ਆਪਣੇ ਆਪ ਨਾਲ ਸਵਾਲ ਕਰਦਾ ਹੁੰਦਾ, ਮੈਂ ਕਿਹਾ ਯਾਰ ਉੱਥੇ ਵੀ ਜ਼ਿੰਦਗੀ ਵਧੀਆ ਸੀ, ਜਾਂ ਇਹ ਕਹਿ ਲਓ ਬਹੁਤ ਸਾਰੇ ਬੱਚੇ ਜਿਹੜੇ ਸੰਘਰਸ਼ ਕਰਦੇ ਨੇ ਕਿਉਂਕਿ ਪੜ੍ਹਾਈ 'ਚ ਸਾਫ ਮਾਂ ਪਿਓ ਪੈਸਾ ਲਾ ਦਿੰਦੇ ਨੇ, ਸਰਟੀਫਿਕੇਟ ਉਹਨਾਂ ਦੇ ਕੋਲ ਨੇ, ਨੌਕਰੀ ਉਹਨਾਂ ਨੂੰ ਮਿਲਦੀ ਨਹੀਂ, ਜੇ ਮਿਲਦੀ ਆ ਤਾਂ ਵਾਜਬ ਤਨਖਾਹ ਨਹੀਂ ਦਿੰਦੇ, ਕੋਈ 10,000 ਦਿੰਦਾ, ਕੋਈ 15,000 ਦਿੰਦਾ, ਹੈ ਨਾ। ਅਤੇ ਇਨਸਾਨ ਕੀ ਸੋਚਦਾ, ਮੈਨੂੰ ਸ਼ਾਇਦ ਮੈਂ ਗਲਤ ਹੋਵਾਂ, 90% ਜਦੋਂ ਹਰੇਕ ਨੇ ਆਪਣਾ ਦੇਸ਼, ਆਪਣਾ ਪਿੰਡ, ਆਪਣਾ ਸ਼ਹਿਰ ਛੱਡਿਆ ਤਾਂ ਉਹਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਇਹ ਸੀ ਵੀ ਪੈਸਾ ਕਮਾਉਣਾ, ਅਸੀਂ ਬਿਹਤਰ ਜ਼ਿੰਦਗੀ ਲਈ ਪੈਸਾ ਕਮਾਉਣਾ, ਹੈ ਨਾ। ਉਹ ਇੱਥੇ ਆਏ, ਹੈ ਨਾ। ਹੁਣ ਪਹਿਲੀ ਪ੍ਰਾਇਓਰਟੀ ਯਾਦ ਰੱਖਿਓ, ਮੈਂ ਤੁਹਾਨੂੰ ਇਸ ਕਰਕੇ ਰਿਪੀਟ ਕਰ ਰਿਹਾ, ਪੈਸਾ ਕਮਾਉਣਾ, ਠੀਕ ਹੈ ਨੇ। ਹੁਣ ਇੰਡੀਆ 'ਚ ਸਾਡੇ ਕੋਲ ਪੈਸਾ ਨਹੀਂ ਸੀ, ਬਾਕੀ ਸਾਰਾ ਕੁਛ ਸੀ ਸਾਡੇ ਕੋਲ। ਸਾਡੀ ਮਾਂ ਬੋਲੀ, ਸਾਡਾ ਸੱਭਿਆਚਾਰ, ਸਾਡੇ ਰਿਸ਼ਤੇ, ਸਾਡਾ ਬੈਠਣ ਉੱਠਣ ਦਾ ਸਲੀਕਾ, ਉਹ ਸਾਡੇ ਕੋਲ ਬਹੁਤ ਵਧੀਆ ਸੀ, ਹੈ ਨਾ। ਸਿਰਫ ਪੈਸੇ ਨਹੀਂ ਸੀ। ਪੈਸੇ ਇਹ ਕੰਟਰੀ ਨੇ ਦਿੱਤੇ, ਉਹ ਤੁਹਾਡੇ ਕੋਲ ਵਿਰਾਸਤ ਪਹਿਲਾਂ ਤੋਂ ਆ। ਹੁਣ ਇੱਕ ਬੰਦੇ ਕੋਲ ਸਿਰਫ ਵਿਰਾਸਤ ਆ, ਪੈਸਾ ਨਹੀਂ, ਹੈ ਨਾ। ਇੱਕ ਕੋਲ ਪੈਸਾ, ਵਿਰਾਸਤ ਨਹੀਂ, ਉਹ ਤਾਂ ਖਾਲੀ ਹੋ ਗਿਆ ਨਾ। ਤੁਹਾਡੇ ਕੋਲ ਦੋ ਚੀਜ਼ਾਂ ਹੋ ਗਈਆਂ। ਜੇ ਤੁਸੀਂ ਇਹ ਦੋ ਚੀਜ਼ਾਂ ਨੂੰ ਜੋੜ ਦੋਗੇ, ਜਿਹੜਾ ਇਨਸਾਨ ਇਹ ਦੋ ਚੀਜ਼ਾਂ ਨੂੰ ਜੋੜ ਕੇ ਆਪਣੇ ਪਰਿਵਾਰ ਨੂੰ ਸੇਧ ਦਊ ਜਾਂ ਆਪ ਅੱਗੇ ਵਧੂਗਾ, ਉਹਦਾ ਸਬਸਟੀਟਿਊਟ ਕੋਈ ਨਹੀਂ ਹੋਣਾ। ਹਾਂਜੀ, ਦੈਟਸ ਮਾਈ ਓਪੀਨੀਅਨ। ਇਹ ਸਭ ਤੋਂ ਅਮੀਰ ਇਨਸਾਨ ਹੋਊਗਾ, ਅਮੀਰ ਇਨਸਾਨ ਹੋਊਗਾ। ਹਾਂਜੀ, ਤੇ ਇੱਕ ਸਾਡਾ ਉਹੀ ਮਾਂ ਬੋਲੀ ਦੇ ਜਾਏ ਹੋਣ ਦੇ ਨਾਤੇ ਸਾਡਾ ਇਹ ਵੀ ਫਰਜ਼ ਬਣਦਾ ਕਿ ਅਸੀਂ ਉਹਨੂੰ ਬਚਾ ਕੇ ਕਿੱਦਾਂ ਰੱਖਣਾ, ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦੀਆਂ ਐਗਜ਼ਾਮਪਲਾਂ ਦੁਨੀਆ ਦੀਆਂ ਜਿਹੜੀਆਂ ਭਾਸ਼ਾਵਾਂ ਨੇ, ਮਾਂ ਬੋਲੀਆਂ ਨੇ, ਉਹ ਕਿੱਦਾਂ ਹੌਲੀ ਹੌਲੀ ਐਕਸਟੈਂਟ ਹੁੰਦੀਆਂ ਜਾ ਰਹੀਆਂ, ਕਿਉਂਕਿ ਉਹਦੇ ਆਪਣੇ ਹੀ ਬੋਲਣ ਵਾਲੇ ਜਾਂ ਉਹਨਾਂ ਦੀ ਇੱਜ਼ਤ ਨਹੀਂ ਕੀਤੀ, ਜਾਂ ਫਿਰ ਪਾਪੂਲੇਸ਼ਨ ਘੱਟ ਹੈ ਕਿਸੇ ਤਰੀਕੇ ਨਾਲ। ਸੋ ਮੈਨੂੰ ਲੱਗਦਾ ਉਹ ਵੀ ਇੱਕ ਸਾਡਾ ਬਣਦਾ, ਬਹੁਤ ਬਣਦਾ ਜੀ, ਬਹੁਤ ਬਣਦਾ। ਅਸੀਂ ਸਾਰੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹਾਂ, ਔਰ ਪੰਜਾਬੀ ਹਾਂ ਵੀ, ਲੇਕਿਨ ਇੱਕ ਬੰਦਾ ਆਪਣੇ ਆਪ ਨੂੰ ਪੰਜਾਬੀ ਬੋਲੇ, ਉਹਨੂੰ ਬੁੱਲੇ ਸ਼ਾਹ ਦਾ ਨਾ ਪਤਾ ਹੋਵੇ, ਵਾਰਿਸ ਸ਼ਾਹ ਦਾ ਨਾ ਪਤਾ ਹੋਵੇ। ਸਹੀ ਗੱਲ ਹੈ। ਇਹ ਚੀਜ਼ਾਂ ਜੇ ਅਸੀਂ ਪੜ੍ਹਾਂਗੇ ਆਪਣੇ, ਤਾਂ ਹੀ ਆਪਾਂ ਅੱਗੇ ਜਨਰੇਸ਼ਨ ਨੂੰ ਦੇ ਕੇ ਜਾਵਾਂਗੇ। ਜਾਂ ਫਿਰ ਘਰੇ ਗੈਸਟ ਹੋਣ ਤੇ ਉਹ ਬੱਚੇ ਨੂੰ ਕਹਿਣ ਕਿ ਅੱਜ ਗੈਸਟ ਆ ਰਹੇ ਨੇ, ਅੱਜ ਆਪਣੀ ਇੰਗਲਿਸ਼ ਵਿੱਚ ਬੋਲਣਾ ਹੈ, ਪੰਜਾਬੀ ਨਹੀਂ ਬੋਲਣੀ ਅੱਜ, ਠੀਕ ਹੈ। ਮੈਂ ਕੱਲ ਉਹ ਟੀਵੀ ਤੇ ਜਦ ਡਿਨਰ ਕਰ ਰਿਹਾ ਸੀ, ਵੈਸੇ ਮੈਨੂੰ ਮਨ ਕਰਿਆ, ਮੈਂ ਕਿਹਾ ਆਪਾਂ ਛੱਲਾ ਸੁਣੀਏ, ਗੁਰਦਾਸ ਮਾਨ ਦਾ ਗਾਣਾ ਜਿਹੜਾ, ਗਾ ਦੋ ਫਿਰ। ਕਿੰਨਾ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਤੇ ਬਹੁਤ ਹੀ ਮਤਲਬ ਕਿੰਨਾ ਕਮਾਲ ਦਾ ਗੀਤ ਆ ਉਹ। ਤੇ ਮੈਨੂੰ ਮਤਲਬ ਵਾਪਸ ਉਹੀ ਪੁਰਾਣੀ ਪੰਜਾਬ ਦੀ ਯਾਦ ਆ ਰਹੀ ਸੀ ਵੀ ਕਿੱਦਾਂ ਕਿੰਨੀਆਂ ਵਧੀਆ ਵਧੀਆ ਗੱਲਾਂ ਉਹ 'ਚ ਦੱਸੀਆਂ ਗਈਆਂ ਨੇ। ਸੋ ਇਹ ਚਲੋ ਆਪਣਾ ਕਿਸੇ ਹੋਰ ਫਰਕ ਇਹੀ ਹੈ ਨਾ ਵੀ ਜਦੋਂ ਸੁਲਝਿਆ ਹੋਇਆ ਬੰਦਾ ਕੋਈ ਲਾਈਨ ਲਿਖੂਗਾ, ਤੇ ਸੁਲਝਿਆ ਹੋਇਆ ਬੰਦਾ ਕੋਈ ਉਹ ਲਾਈਨ ਨੂੰ ਗਾਊਗਾ, ਤੇ ਉਹ ਜਦੋਂ ਸਮਾਜ ਦੇ ਵਿੱਚ ਜਾਊਗੀ ਤਾਂ ਉਹ ਸਮਾਜ ਦੀ ਚੇਤਨਾ ਤੇ ਵਿਕਾਸ ਹੋਣਾ ਨਿਸ਼ਚਿਤ ਆ, ਖਾਨੇ 'ਚ ਪਾਊਗੀ, ਹੈ ਨਾ। ਹੁਣ ਆਪਾਂ ਇਹਨਾਂ ਦੀ ਡਾਕਟਰ ਨਰਿੰਦਰ ਸਿੰਘ ਇਹਦੇ ਸੁਰਿੰਦਰ ਸਰਤਾਜ ਜੀ ਦੀ ਗੱਲ ਕਰ ਲੈਂਦੇ ਹਾਂ। ਹਾਂਜੀ ਹਾਂਜੀ ਹਾਂਜੀ, ਬਹੁਤ ਵੱਡੀ ਐਗਜ਼ਾਮਪਲ ਨੇ, ਬਹੁਤ ਵੱਡੀ ਐਗਜ਼ਾਮਪਲ ਨੇ। ਪਰਸ਼ੀਅਨ ਭਾਸ਼ਾ ਸਿੱਖੀ, ਉਰਦੂ ਸਿੱਖੀ, ਪੰਜਾਬੀ ਮਾਂ ਬੋਲੀ ਦੇ ਮਾਹਰ, ਹੈ, PhD ਕੀਤੀ ਹੋਈ ਉਹਨਾਂ। ਪਿੱਛੇ ਜੇ ਉਹਨਾਂ ਨੇ ਤੁਹਾਨੂੰ ਪਤਾ ਆਪਣੇ ਸ਼ਾਇਰੀ ਦੀ ਇੱਕ ਐਲਬਮ ਰਿਲੀਜ਼ ਕੀਤੀ ਆ, ਜੀ ਸ਼ਬਾਨਾ ਆਜ਼ਮੀ ਜੀ ਤੇ ਆਪਣੇ ਉਹਨਾਂ ਦੇ ਹਸਬੈਂਡ ਉੱਥੇ ਬੰਬੇ ਜਾ ਕੇ, ਉਹ ਸਾਰੀ ਉਰਦੂ ਦੇ ਵਿੱਚ ਵੀਡੀਓਜ਼ ਨੇ। ਜੇ ਹੁਣ ਬੰਦਾ ਕਹੇ ਵੀ ਨਹੀਂ ਜੀ ਮੈਂ ਤਾਂ ਪੰਜਾਬੀ ਹਾਂ, ਮੈਂ ਤਾਂ ਪੰਜਾਬੀ ਮਾਂ ਬੋਲੀ ਤੋਂ ਬਿਨਾਂ ਜਾਣਦਾ ਹੀ ਨਹੀਂ ਕੁਛ, ਭਾਸ਼ਾ ਕੋਈ ਵੀ ਮਾੜੀ ਨਹੀਂ, ਮੈਂ ਫੇਰ ਕਹਿਣਾ ਦੁਹਰਾਉਣਾ ਇਹ ਗੱਲ, ਠੀਕ ਆ। ਨਹੀਂ ਭਾਵੇਂ ਉਰਦੂ ਆ, ਬਹੁਤ ਮਿੱਠੀ ਭਾਸ਼ਾ ਉਰਦੂ ਵੀ, ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ, ਠੀਕ ਆ। ਨਹੀਂ ਔਰ ਸਾਡੇ ਦਾ ਇੱਧਰ ਜਿਹੜਾ ਪੰਜਾਬ ਆ, ਹੁਣ ਪਾਕਿਸਤਾਨ ਤਾਂ ਬਾਅਦ 'ਚ ਬਣਿਆ, ਪਹਿਲਾਂ ਤਾਂ ਸਾਰਾ ਇੱਕੋ ਹੀ ਸੀ, ਇਹ ਇੱਕੋ ਹੀ ਲੈਂਡ ਆ ਸਾਡੀ, ਹੈ ਨਾ। ਬਈ ਇੱਥੇ 90% ਉਰਦੂ ਹੀ ਚੱਲਦਾ ਸੀ, ਸਾਡੇ ਬਜ਼ੁਰਗ ਉਰਦੂ ਪੜ੍ਹਦੇ ਸੀ, ਲਿਖਦੇ ਸੀ, ਠੀਕ ਆ। ਨਹੀਂ ਤਾਂ ਉਹ ਚੀਜ਼ ਆ ਵੀ, ਇਸ ਲਈ ਜਦੋਂ ਅਸੀਂ ਸੁਣਦੇ ਹਾਂ ਉਹਨਾਂ ਨੂੰ, ਸਰਦਾਰ ਜੀ ਨੂੰ, ਤੇ ਸਾਨੂੰ ਬੜਾ ਆਨੰਦ ਆਉਂਦਾ। ਆਨੰਦ ਆਵੇ ਕਿਵੇਂ ਨਾ, ਪਿੱਛੇ ਸੰਘਰਸ਼ ਦੇਖੋ, ਪਿੱਛੇ ਦੀ ਜਰਨੀ ਦੇਖੋ, ਠੀਕ ਹੈ ਨਾ। ਅਟੈਚਮੈਂਟ ਹੈ ਸਾਡੀ, ਉਹ ਅਟੈਚਮੈਂਟ ਹੈ, ਠੀਕ ਹੈ ਨਾ। ਆਪਾਂ ਮਾਂ ਬੋਲੀ ਤੇ ਜ਼ਰੂਰ ਇੱਕ ਦਿਨ ਬੈਠ ਕੇ ਇਦਾਂ ਹੀ ਡਿਸਕਸ਼ਨ ਕਰਨਾ ਪੈਣਾ, ਹੁਣ ਤੇ ਕਰਨਾ ਹੀ ਪੈਣਾ, ਬਹੁਤ ਇੰਪੋਰਟੈਂਟ ਟੌਪਿਕ ਆ। ਨਹੀਂ, ਬਹੁਤ ਇੰਪੋਰਟੈਂਟ ਆ। ਮੈਂ ਇਹਦੇ ਪਿੱਛੇ ਮਤਲਬ ਕਿ ਹਮੇਸ਼ਾ, ਮਤਲਬ ਜਦੋਂ ਵੀ ਤੁਸੀਂ ਕਹੋਗੇ ਮੈਂ ਹਾਜ਼ਰ ਹਾਂ, ਬਲਕਿ ਆਪਾਂ ਜਿੰਨਾ ਵੱਧ ਤੋਂ ਵੱਧ
ਇਹਦੇ ਤੇ ਆਪਾਂ ਲੋਕਾਂ ਨੂੰ ਚਾਨਣਾ ਪਾ ਸਕੀਏ ਜਾਂ ਉਹਨਾਂ ਨੂੰ ਆਪਣੇ ਨਾਲ ਜੋੜ ਸਕੀਏ। ਚਾਨਣਾ ਪਾਉਣ ਵਾਲੀ ਤਾਂ ਖੈਰ ਕੋਈ ਗੱਲ ਨਹੀਂ, ਕਿਉਂਕਿ ਉਹ ਸਾਡੇ ਤੋਂ ਵਧੀਆ ਸਮਝਦਾਰ ਨੇ। ਬਸ ਇਹੀ ਆ ਵੀ ਕਹਿੰਦੇ ਇੱਕ ਬੰਦਾ ਕਾਫਲੇ 'ਚ ਅੱਗੇ ਚੱਲੇ, ਫਿਰ ਵੱਡਾ ਕਾਫਲਾ ਹੌਲੀ ਹੌਲੀ ਬਣ ਜਾਂਦਾ। ਸਾਡਾ ਤਾਂ ਮਕਸਦ ਕਾਫਲਾ ਬਣਾਉਣ ਦਾ ਆ। ਅਸੀਂ ਜਿੱਥੇ ਜੰਮੇ ਪਲੇ ਆ, ਸਾਡੀ ਰੂਹ, ਸਾਡੇ ਸਰੀਰ ਹੀ ਇੱਥੇ ਨੇ, ਆਤਮਾ ਤਾਂ ਸਾਡੀ ਉੱਥੇ ਹੀ ਆ, ਰਹਿਣੀ ਉੱਥੇ ਰਹਿਣੀ। ਤੇ ਉਹ ਆਤਮਾ ਇੱਥੋਂ ਦੀ ਸਿਟੀਜ਼ਨ ਨਹੀਂ ਹੋਣੀ। ਹਾਂ, ਕਦੇ ਵੀ ਨਹੀਂ ਹੋਣੀ, ਕਦੇ ਵੀ ਨਹੀਂ ਹੋਣੀ ਹੈ, ਠੀਕ ਆ ਨਹੀਂ। ਉਹ ਤਾਂ ਹੈਗਾ ਹੀ ਹੈ, ਠੀਕ ਆ ਨਹੀਂ। ਦਰਦ ਹੁੰਦਾ ਜਦੋਂ ਅਸੀਂ ਮਤਲਬ ਕਿ ਕੋਈ ਵੀ ਗੱਲ ਹੁੰਦੀ ਆ, ਜਾਂ ਅਸੀਂ ਦੇਖਦੇ ਹਾਂ ਵੀ ਪਿਛੜਦਾ ਜਾ ਰਿਹਾ ਸਾਡਾ ਸੱਭਿਆਚਾਰ ਜਾਂ ਮਾਂ ਬੋਲੀ ਦੀ ਅੱਗੇ ਵਾਲੀ ਜਨਰੇਸ਼ਨ 'ਚ ਇਹ ਹੋ ਨਹੀਂ ਰਹੀ। ਦੇਖੋ, ਭਾਸ਼ਾ ਦਾ ਤੁਹਾਡੀ ਇੰਟੈਲੀਜੈਂਸੀ ਨਾਲ ਕੋਈ ਸੰਬੰਧ ਨਹੀਂ। ਜੇ ਤੁਸੀਂ ਕਹੋ ਵੀ ਬੰਦਾ ਬਹੁਤ ਹੀ ਫਲੂਐਂਟ ਇੰਗਲਿਸ਼ ਬੋਲਦਾ ਐਨ, ਐਕਸੈਂਟ ਉਹਦਾ ਬਹੁਤ ਵਧੀਆ ਹੈ, ਤੇ ਉਹਦਾ ਤੇ ਉਹਦੀ ਮਤਲਬ ਕਿ ਜਾਣਕਾਰੀ ਜਾਂ ਉਹਦੇ ਇੰਟੈਲੀਜੈਂਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਆ ਨਹੀਂ। ਹੁਣ ਯੂਰਪ 'ਚ ਦੇਖ ਲਓ, ਇੱਧਰ ਰਸ਼ੀਆ 'ਚ ਦੇਖ ਲਓ, ਚਾਈਨਾ, ਉੱਥੇ ਇੰਟੈਲੀਜੈਂਟ ਪੀਪਲ ਨਹੀਂ ਹੈਗੇ। ਉਹ ਆਪਣੀ ਭਾਸ਼ਾ ਦੇ ਵਿੱਚ, ਈਵਨ ਪ੍ਰਾਈਮ ਮਿਨਿਸਟਰ, ਰਾਸ਼ਟਰਪਤੀ ਸਾਰੇ ਸੰਬੋਧਨ ਆਪਣੀ ਭਾਸ਼ਾ 'ਚ ਕਰਦੇ ਨੇ, ਠੀਕ ਆ ਨਹੀਂ। ਤੇ ਇਹ ਚੀਜ਼ ਆ ਵੀ ਸਾਡੀ ਇੱਕ ਇੱਦਾਂ ਦਾ ਨਜ਼ਰੀਆ ਬਣ ਚੁੱਕਿਆ ਵੀ ਜਿਹੜਾ ਬੰਦਾ ਇੰਗਲਿਸ਼ ਜਾਣਦਾ ਬਸ ਉਹੀ ਜ਼ਿਆਦਾ ਵੱਧ ਜਾਣਦਾ ਜਾਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦਾ, ਦੂਜਾ ਨਹੀਂ ਪਹੁੰਚਾ ਸਕਦਾ। ਅਸੀਂ ਇਸੇ ਕਰਕੇ ਨਾਂ ਪੰਜਾਬੀ ਪਾਊਡਰ ਰੱਖਿਆ, ਤੇ ਪੰਜਾਬੀ ਦੇ PA ਪਾਇਆ, U ਨਹੀਂ ਪਾਇਆ, ਕਿਉਂਕਿ ਉਹ ਜਿਹੜੀ ਇੰਗਲਿਸ਼ ਕਹਿ ਲਓ ਕਿ ਆਪਣਾ ਜਿਹੜਾ ਜਦੋਂ ਅੰਗਰੇਜ਼ ਰਾਜ ਦੇ ਵਿੱਚ ਜਿਹੜਾ ਸਾਰੇ ਨਾਂ ਚੇਂਜ ਕਰਦੇ, ਪੰਜਾਬੀ ਕਰਤਾ, ਮਤਲਬ ਜਿੱਦਾਂ ਇੰਗਲਿਸ਼ ਜਿੱਦਾਂ ਬੋਲਣਾ। ਸੋ ਇਹ ਟਰਾਈ ਕੀਤਾ ਕਿ ਕਿਉਂਕਿ ਪੰਜਾਬ ਦਾ ਮਤਲਬ ਤਾਂ ਇਹੀ ਆ ਪੰਜ ਤੇ ਆਬ। ਹਾਂਜੀ ਹਾਂਜੀ ਹਾਂਜੀ, ਪੁੰਜ ਆਬ ਤਾਂ ਨਹੀਂ ਆ, ਮਤਲਬ ਪੰਜ ਦਾ ਮਤਲਬ ਤਾਂ ਅਸੀਂ 500 ਅਸੀਂ ਟਰਾਈ ਕੀਤਾ ਕਿ ਅਸੀਂ ਜਿੰਨਾ ਵੀ ਅਥੈਂਟਿਕ ਰੱਖੀਏ, ਸੋ ਆਪਣੀ ਮਾਂ ਬੋਲੀ ਦੀ ਸੇਵਾ ਆਪਣੇ ਵੱਲੋਂ ਕਰ ਸਕਦੇ ਹਾਂ। ਬਹੁਤ ਵਧੀਆ ਲੱਗਿਆ। ਖੈਰ ਮੈਂ ਜਦੋਂ ਬੈਠਿਆ ਸੀ ਉਦੋਂ ਇਸ ਗੱਲ ਤੇ ਗੌਰ ਨਹੀਂ ਕੀਤਾ, ਪਰ ਤੁਹਾਡੇ ਦੱਸਣ ਨਾਲ ਬਹੁਤ ਵਧੀਆ, ਕਿਉਂਕਿ 5 ਦਰਿਆਵਾਂ ਦੀ ਧਰਤੀ ਹੈ ਨਾ। ਹਾਂਜੀ ਹਾਂਜੀ ਹਾਂਜੀ, 5 ਆਬ। ਹਾਂਜੀ, ਤੋਂ ਸਾਡਾ ਕਿਉਂਕਿ ਅਸੀਂ ਜਿਹੜਾ ਅਸਲ ਦੇ ਵਿੱਚ ਸਟੇਟ ਦਾ ਨਾਮ ਆ, ਮੈਨੂੰ ਲੱਗਦਾ ਉਹ ਵੀ ਕਰਨਾ ਚਾਹੀਦਾ, ਸਹੀ ਕਰਨਾ ਚਾਹੀਦਾ, ਕਿਉਂਕਿ ਅੰਗਰੇਜ਼ਾਂ ਦੇ ਟਾਈਮ ਤੇ ਬੜੇ ਤੁਸੀਂ ਵੇਖੋਗੇ ਬੜੇ ਸਟੇਟਾਂ ਦੇ ਬੜੇ ਸਿਟੀਜ਼ ਦੇ ਨਾਂ ਜਿਹੜੇ ਆ, ਉਹ ਜਿੱਥੇ A ਪੈਣਾ ਚਾਹੀਦਾ ਉੱਥੇ U ਪਿਆ, ਕਿਉਂਕਿ ਉਹ ਇੱਦਾਂ ਪ੍ਰੋਨਾਊਂਸ ਕਰਦੇ ਸੀ। ਬਿਲਕੁਲ 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 ਬਿਲਕੁਲ, ਇਹਦੇ ਤੇ ਵੀ ਧਿਆਨ ਦੇਣਾ। ਬਿਲਕੁਲ। ਬਾਕੀ ਜਿਵੇਂ ਤੁਸੀਂ ਕਿਹਾ ਸੀ, ਜ਼ਿੰਦਗੀ ਜਿਉਣ ਲਈ ਬੰਦਾ 5 ਮਿੰਟ ਹੀ ਸਿੱਖ ਲੈਂਦਾ, 90-95% ਤਾਂ। ਹਾਂਜੀ। ਸੋ ਜਾਣ ਤੋਂ ਪਹਿਲਾਂ ਆਪਾਂ ਨਿਚੋੜ ਕੱਢੀਏ ਅੱਜ ਜਿਹੜੀ ਗੱਲਬਾਤ ਕੀਤੀ ਆ। ਨਿਚੋੜ ਇਹ ਤਾਂ ਤੁਸੀਂ ਬਿਹਤਰ ਤਰੀਕੇ ਨਾਲ ਦੱਸ ਸਕਦੇ ਹੋ, ਕਿਉਂਕਿ ਜੇ ਤੁਹਾਡੇ ਕੁਝ ਪੱਲੇ ਪਿਆ ਹੋਊਗਾ ਤਾਂ ਹੀ ਆਸ ਕਰਦੇ ਹਾਂ ਜਿਹੜੇ ਸਰੋਤੇ ਨੇ ਵਿਚਾਰੇ, ਉਹਨਾਂ ਨੂੰ ਵੀ ਕੁਝ ਸਾਡਾ ਜੋ ਵੀ ਅਸੀਂ ਮਾੜਾ ਮੋਟਾ ਕੋਸ਼ਿਸ਼ ਕੀਤੀ ਆ ਸਮਝ ਆਇਆ ਹੋਣਾ। ਆਪਾਂ ਕਾਫੀ ਚੀਜ਼ਾਂ ਡਿਸਕਸ ਕਰੀਆਂ ਨੇ ਵੈਸੇ ਅੱਜ, ਹਾਂਜੀ, ਪਰ ਇਹ ਆ ਕਿ ਆਪਾਂ ਜਿਵੇਂ ਟੌਪਿਕ ਟੈਕਨੋਲੋਜੀ ਦਾ ਚੁਣਿਆ ਸੀਗਾ, ਤੇ ਉਹਦੇ ਸੰਬੰਧਿਤ ਕੋਈ ਤੁਹਾਨੂੰ ਲੱਗਦਾ ਵੀ ਕੋਈ ਇੱਦਾਂ ਦੇ ਪ੍ਰਿੰਸੀਪਲ ਆਪਾਂ ਸਾਡੇ ਲਈ ਸਿੱਖਣ ਨੂੰ ਚੀਜ਼ ਹੋਊਗੀ ਤੇ ਸਾਰੇ ਸੁਣਨਗੇ ਕਿ ਇੱਦਾਂ ਦੇ ਬੇਸਿਕ ਪ੍ਰਿੰਸੀਪਲ ਜਿਹੜੇ ਜ਼ਿੰਦਗੀ ਦੇ, ਉਹ ਆਪਾਂ ਨੂੰ ਜ਼ਰੂਰੀ ਨੇ ਲਾਗੂ ਕਰਨੇ। ਪਤਾ ਤਾਂ ਸਾਰਿਆਂ ਨੂੰ ਹੋਊਗਾ, ਤੇ ਤਾਂ ਕਿ ਟੈਕਨੋਲੋਜੀ ਵਾਲੀ ਜਿਹੜਾ ਅੱਜ ਕੱਲ੍ਹ ਜ਼ਿੰਦਗੀ ਆ ਉਹਦੇ ਵਿੱਚੋਂ ਆਪਾਂ ਮਤਲਬ ਵਧੀਆ ਜ਼ਿੰਦਗੀ ਜੀਵਨ ਜੀ ਸਕੀਏ। ਸਭ ਤੋਂ ਪਹਿਲਾ ਪ੍ਰਿੰਸੀਪਲ ਹੈਰੀ ਇਹਦੇ ਲਈ ਇਹ ਆ ਕਿ ਸਾਨੂੰ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਕਿਤੇ ਨਾ ਕਿਤੇ ਸੋਚਣੀ ਵੀ ਪੈਣੀ ਆ ਤੇ ਫਿਕਸ ਕਰਨੀ ਪੈਣੀ ਆ ਕਿ ਟੈਕਨੋਲੋਜੀ ਸਾਡੇ ਲਈ ਆ, ਅਸੀਂ ਟੈਕਨੋਲੋਜੀ ਲਈ ਨਹੀਂ ਹੈਗੇ। ਉਹ ਤੁਹਾਡੀ ਬਿਹਤਰੀ ਲਈ ਬਣੀ ਆ। ਉਹ ਬਿਹਤਰੀ ਲਈ ਤੁਹਾਡੇ ਤਾਂ ਹੀ ਹੋ ਸਕਦੀ ਆ ਜੇ ਤੁਹਾਡਾ ਉਹਨੂੰ ਯੂਜ਼ ਕਰਨ ਦਾ ਤਰੀਕਾ ਵਧੀਆ, ਨਹੀਂ ਉਹ ਤੁਹਾਡੇ ਲਈ ਬਹੁਤ ਵੱਡੀ ਘਾਤਕ ਸਾਬਤ ਹੋਣ ਵਾਲੀ ਆ। ਮੈਨੂੰ ਇਹ ਕਹਿਣ 'ਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਇੰਟਰਨੈਟ ਦੇ ਉੱਤੇ ਦੇਖੋ ਉਹ ਵੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਇੱਕ ਚੰਗਾ ਬਿਹਤਰ ਇਨਸਾਨ ਬਣਾ ਸਕਦੀਆਂ ਨੇ, ਸਾਡੀ ਸੋਚ ਨੂੰ ਬਦਲ ਸਕਦੀਆਂ ਨੇ, ਸਾਡੇ ਨਜ਼ਰੀਏ ਨੂੰ ਬਦਲ ਸਕਦੀਆਂ ਨੇ। ਲੇਕਿਨ ਦੂਸਰੀ ਤਰਫ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੰਨਾ ਕੁਛ ਪਿਆ ਵੀ ਤੁਹਾਨੂੰ ਭਟਕਾ ਵੀ ਸਕਦੀਆਂ ਨੇ, ਠੀਕ ਆ ਨੇ। ਔਰ ਟੈਕਨੋਲੋਜੀ ਨੂੰ ਓਨਾ ਕੁ ਯੂਜ਼ ਕਰੋ ਜਿੰਨਾ ਕੁ ਤੁਹਾਡੇ ਜੀਵਨ ਲਈ ਲੋੜੀਂਦਾ ਆ। ਉਹਨੂੰ ਇੱਕ ਟੂਲ ਦੀ ਤਰ੍ਹਾਂ ਤੁਸੀਂ, ਹਾਂ, ਟੂਲ ਦੀ ਤਰ੍ਹਾਂ ਵਰਤੋ ਉਹਨੂੰ, ਜ਼ਿੰਦਗੀ ਦਾ ਅਹਿਮ ਹਿੱਸਾ ਨਾ ਬਣਾਓ। ਜੇ ਬਿਜ਼ਨਸ ਪਰਪਸ ਲਈ ਯੂਜ਼ ਕਰਨਾ ਤਾਂ ਬਿਜ਼ਨਸ ਪਰਪਸ ਲਈ ਯੂਜ਼ ਕਰੋ। ਇੰਟਰਟੇਨਮੈਂਟ ਕਰਨਾ ਤਾਂ ਉਹਦਾ ਵੀ ਤੁਹਾਡਾ ਨਿਸ਼ਚਿਤ ਹੋਣਾ ਚਾਹੀਦਾ, ਤੁਹਾਡਾ ਟੇਸਟ, ਤੁਹਾਡੀ ਟਾਈਮਿੰਗ, ਠੀਕ ਆ ਨਹੀਂ ਵੀ ਹਾਂ ਇੰਨਾ ਕੁ ਸਮਾਂ ਮੈਂ ਦੇ ਸਕਦਾ ਇਹਨੂੰ, ਠੀਕ ਆ ਨਹੀਂ। ਤੇ ਰੈਸਟ ਆਫ ਦਾ ਟਾਈਮ ਮੈਂ ਸੁਜੈਸਟ ਕਰੂੰਗਾ ਨੇਚਰ ਨਾਲ ਰਹੋ, ਕੁਦਰਤ ਨਾਲ ਰਹੋ, ਕਨੈਕਟੀਵਿਟੀ ਕੁਦਰਤ ਨਾਲ ਵਧਾ ਕੇ ਰੱਖੋ, ਕਿਉਂਕਿ ਉਦੋਂ ਤੁਹਾਨੂੰ ਇਹਨਾਂ ਨੂੰ ਯੂਜ਼ ਕਰਨ ਦਾ ਹੋਰ ਵੀ ਵਧੀਆ ਮਜ਼ਾ ਆਊਗਾ।
ਕਿਤਾਬਾਂ। ਹਾਂ ਠੀਕ ਆ ਨੇ, ਜਦੋਂ ਤੁਸੀਂ ਫਰੈਸ਼ ਹੁੰਦੇ ਹੋ ਤੁਹਾਨੂੰ ਇਹ ਚੀਜ਼ ਨੂੰ ਯੂਜ਼ ਕਰਕੇ ਵੀ ਵਧੀਆ ਲੱਗਦਾ ਤੇ ਤੁਸੀਂ ਸਾਰਥਕ ਯੂਜ਼ ਕਰੋਗੇ ਇਹਦਾ। ਪਰ ਜਦੋਂ ਤੁਸੀਂ ਥੱਕੇ ਇੰਨੇ ਹੋਏ ਹੋ, ਸਾਰਾ ਦਿਨ ਇਹਨੂੰ ਦੇਖੀ ਜਾਂਦੇ ਹੋ, ਸਾਰਾ ਦਿਨ ਇਹਨੂੰ ਦੇਖੀ ਜਾਂਦੇ ਹੋ, ਠੀਕ ਆ ਨਹੀਂ, ਤਾਂ ਇਹ ਤੁਹਾਡੇ ਲਈ ਫਿਰ ਬੋਰਿੰਗ ਹੋ ਜਾਣਾ ਹੈ ਨਾ, ਤੁਸੀਂ ਐਡਿਕਟਡ ਹੋ ਜਾਣਾ। ਅਜੇ ਮੈਂ ਤਾਂ ਕਈ ਵਾਰ ਸੋਚਦਾ ਵੀ ਸ਼ਾਇਦ ਦੁਨੀਆ ਦੇ ਸਾਰੇ ਨਸ਼ਿਆਂ ਦਾ ਕੋਈ ਨਾ ਕੋਈ ਹੱਲ ਸਾਇੰਸ ਲੱਭ ਲਵੇ, ਜਾਂ ਛੁਡਾਏ ਵੀ ਜਾਂਦੇ ਨੇ, ਨਸ਼ਾ ਛੁਡਾਊ ਕੇਂਦਰ ਪਤਾ ਨਹੀਂ ਕੀ ਖੁੱਲ੍ਹਿਆ, ਪਰ ਜਿਹੜੀ ਇਹ ਐਡਿਕਸ਼ਨ ਆ ਨਾ ਇਹਦੇ ਲਈ ਸ਼ਾਇਦ ਹੀ ਕੋਈ ਦਵਾਈ ਬਣੇ, ਕਿਉਂਕਿ ਹਰ ਘਰ ਦੇ ਵਿੱਚ ਇਹ ਇੱਕ ਸਮੱਸਿਆ ਬਣੀ ਹੋਈ ਆ, ਹਰ ਸਮਾਜ ਦੇ ਵਿੱਚ ਇਹ ਸਮੱਸਿਆ ਵੀ ਓਵਰ ਯੂਜ਼ ਹੋ ਰਿਹਾ, ਇਹਦਾ ਓਵਰ ਯੂਜ਼ ਹੋ ਰਿਹਾ। ਇਸ ਲਈ ਸਾਨੂੰ ਕਿਤੇ ਨਾ ਕਿਤੇ ਮੈਂ ਤਾਂ ਇਹੀ ਕਹੂੰਗਾ ਵੀ ਟੈਕਨੋਲੋਜੀ ਇੱਕ ਜ਼ਿੰਦਗੀ ਦਾ ਜ਼ਰੂਰੀ ਅੰਗ ਬਣ ਗਿਆ, ਇਹ 'ਚ ਕੋਈ ਦੋ ਰਾਏ ਨਹੀਂ, ਇਹ ਤੋਂ ਤੁਸੀਂ ਦੂਰ ਜਾ ਹੀ ਨਹੀਂ ਸਕਦੇ, ਕਿਉਂਕਿ ਬਣਾਉਣ ਵਾਲਿਆਂ ਨੇ ਸਿਸਟਮ ਹੀ ਇੱਦਾਂ ਦਾ ਬਣਾਤਾ। ਬੱਚਿਆਂ ਦੀ 90% ਕੀ 99% ਪੜ੍ਹਾਈ ਇੰਟਰਨੈਟ ਨਾਲ ਜੋੜ ਦਿੱਤੀ ਗਈ ਆ। ਉਹ ਚਾਹੁੰਦੇ ਹੋਏ ਵੀ ਉਹ ਤੋਂ ਵੱਖ ਨਹੀਂ ਹੋ ਸਕਦੇ। ਪਹਿਲੀ ਗੱਲ, ਹੁਣ ਸਾਡੀ ਕੀ ਜ਼ਿੰਮੇਵਾਰੀ ਆ ਵੀ ਬੱਚੇ ਨੂੰ ਇਸ ਲਾਇਕ ਬਣਾਈਏ ਵੀ ਬੇਟਾ ਆਪਾਂ ਇਹਦੇ ਲਈ ਬਣੇ ਆ, ਇਹ ਸਾਡੇ ਲਈ ਬਣਿਆ, ਅਸੀਂ ਇਹਦੇ ਲਈ ਨਹੀਂ ਬਣੇ, ਇਹਨੂੰ ਕਿਵੇਂ ਯੂਜ਼ ਕਰਨਾ ਆਪਾਂ ਉਹ ਸਿੱਖਣਾ। ਠੀਕ ਆ ਨਹੀਂ, ਬਿਲਕੁਲ ਉਹਦੀ ਨੀਂਹ ਇੰਨੀ ਆਪਾਂ ਮਜ਼ਬੂਤ ਕਰ ਦਈਏ ਤਾਂ ਕਿ ਉਹ ਮਤਲਬ ਕਿ ਇਹਦੇ 'ਚ ਕਿਤੇ ਨਾ ਕਿਤੇ ਗੁੰਮਰਾਹ ਨਾ ਹੋ ਜਾਣ, ਕਹਿਣ ਦਾ ਮਤਲਬ। ਹਾਂਜੀ ਠੀਕ ਆ ਨਹੀਂ। ਔਰ ਦੂਸਰੀ ਗੱਲ ਇਹ ਆ ਵੀ ਜਦੋਂ ਜ਼ਿੰਦਗੀ ਦਾ ਪਾਰਟ ਬਣ ਹੀ ਚੁੱਕਿਆ, ਸਾਨੂੰ ਅਸੈਪਟ ਵੀ ਕਰਨਾ ਚਾਹੀਦਾ। ਅਸੀਂ ਪੂਰੀ ਤਰ੍ਹਾਂ ਇਹਦਾ ਵਿਰੋਧ ਵੀ ਨਹੀਂ ਕਰਨਾ ਚਾਹੀਦਾ, ਨਹੀਂ ਜੀ ਇਹ ਠੀਕ ਨਹੀਂ ਹੋ ਰਿਹਾ, ਇਹ ਨਹੀਂ ਹੋ ਰਿਹਾ, ਪ੍ਰੋਬਲਮਸ ਹੈਗੀਆਂ ਨੇ, ਪਰ ਉਹਦੇ ਸੋਲਿਊਸ਼ਨ ਸਾਨੂੰ ਆਪ ਲੱਭਣੇ ਪੈਣੇ ਨੇ। ਪ੍ਰੋਬਲਮ ਪਹਿਲਾਂ ਵੀ ਹੁੰਦੀਆਂ ਸੀਗੀਆਂ, ਪਹਿਲਾਂ ਹੋਰ ਕਿਸਮ ਦੀਆਂ ਹੁੰਦੀਆਂ ਸੀ, ਹਰੇਕ ਦੌਰ ਦੇ ਵਿੱਚ ਆਪਣੀਆਂ ਆਪਣੀਆਂ ਪ੍ਰੋਬਲਮ ਸੀਗੀਆਂ। ਠੀਕ ਆ ਨਹੀਂ, ਤੇ ਹੁਣ ਜੇ ਫਾਇਦੇ ਗਿਣਾਉਣ ਲੱਗੇ ਤਾਂ ਫਾਇਦੇ ਵੀ ਬਹੁਤ ਨੇ। ਉਹੀ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਜਿਹੜਾ ਬੰਦਾ ਗੱਡੀ ਚਲਾ ਰਿਹਾ, ਡਰਾਈਵਰ ਆ ਜਿਹੜਾ, ਹੈ ਨਾ, ਤੁਹਾਡਾ ਡਰਾਈਵਰ ਕੌਣ ਆ, ਤੁਹਾਨੂੰ ਕੌਣ ਚਲਾ ਰਿਹਾ? ਕੀ ਤੁਹਾਡਾ ਮਨ ਚਲਾ ਰਿਹਾ, ਤੁਹਾਡੀ ਬੁੱਧੀ ਚਲਾ ਰਹੀ ਹੈ ਤੁਹਾਨੂੰ? ਠੀਕ ਆ ਨਹੀਂ, ਕੌਣ ਚਲਾ ਰਿਹਾ, ਡਰਾਈਵਰ ਕੌਣ ਆ ਤੁਹਾਡੀ ਲਾਈਫ ਦਾ, ਉਹ ਜ਼ਰੂਰੀ ਆ। ਜੇ ਤੁਸੀਂ ਆਪਣੇ ਮਨ ਦੇ ਪਿੱਛੇ ਲੱਗੇ ਹੋ ਤਾਂ ਤੁਹਾਡੇ ਲਈ ਘਾਤਕ ਆ ਇਹ। ਠੀਕ ਆ ਨਹੀਂ, ਜੇ ਤੁਸੀਂ ਆਪਣੀ ਬੁੱਧੀ ਤੋਂ ਕੰਮ ਲੈ ਰਹੇ ਹੋ ਫਿਰ ਤੁਹਾਡੇ ਲਈ ਬਹੁਤ ਵਧੀਆ ਟੂਲ ਆ ਇਹ। ਬਹੁਤ ਘੱਟ % ਲੋਕ। ਮੈਂ ਆਪਣੇ ਸਕੂਲ 'ਚ ਬੱਚਿਆਂ ਨੂੰ, ਤੁਸੀਂ ਸ਼ਾਇਦ ਵੀਡੀਓ ਪਈ ਹੋਊਗੀ ਆ, ਹੁਣੇ 2 ਮਹੀਨੇ ਪਹਿਲਾਂ ਦਾ ਲੈਕਚਰ ਆ, ਮੇਰੇ ਖਿਆਲ ਐਨੂਅਲ ਫੰਕਸ਼ਨ ਸੀ, 25 ਤੋਂ 30 ਮਿੰਟ ਮੈਂ ਸਿਰਫ ਇਹਦੇ ਤੇ ਬੱਚਿਆਂ ਨੂੰ ਭਾਸ਼ਣ ਦਿੱਤਾ, ਕਿਉਂਕਿ ਮੈਨੂੰ ਪਤਾ ਸੀਗਾ। ਮੈਂ ਕਿਹਾ ਬੇਟੇ ਤੁਸੀਂ ਦੇਖੋ, ਇਨਕਲੂਡ ਟੀਚਰ, ਸਾਰੇ ਆਪਣਾ ਮੋਬਾਈਲ ਕੱਢੋ, ਮੈਂ ਕਿਹਾ ਇਹਦੇ ਵਿੱਚ ਆਪਣਾ ਇੰਟਰਨੈਟ ਯੂਜ਼ ਚੈੱਕ ਕਰੋ ਅੱਜ ਇੱਕ ਦਿਨ ਦਾ। ਮੈਂ ਦਾਅਵੇ ਨਾਲ ਕਹਿੰਦਾ ਤੁਹਾਡਾ ਸਾਰਿਆਂ ਦਾ 6 ਘੰਟੇ ਤੋਂ ਉੱਪਰ ਹੋਊ, ਪਹਿਲੀ ਗੱਲ। ਦੂਸਰੀ ਗੱਲ, ਉਹਦੀ ਡਿਵਾਈਡੇਸ਼ਨ ਦੇਖੋ, YouTube ਤੇ ਕਿੰਨਾ ਟਾਈਮ ਦਿੱਤਾ, ਠੀਕ ਆ ਨਹੀਂ, ਤੇ ਬਾਕੀ ਚੀਜ਼ਾਂ ਤੇ ਕਿੰਨਾ ਦਿੱਤਾ। ਹੁਣ ਤੁਸੀਂ ਉਹ ਟਾਈਮ ਦੇ ਵਿੱਚ ਲੱਭੋ ਵੀ ਤੁਸੀਂ ਆਪਣੀ ਬਿਹਤਰੀ ਲਈ ਇਹਦੇ 'ਚ ਕੀ ਦੇਖਿਆ। ਔਰ ਅੱਧੇ ਤੋਂ ਵੱਧ ਮੈਂ ਕਿਹਾ ਤੁਸੀਂ ਲੱਭ ਨਹੀਂ ਸਕਣਾ ਕੁਝ ਵੀ ਇਹਦੇ 'ਚੋਂ। ਇਸ ਲਈ ਮੈਂ ਕਿਹਾ ਤੁਸੀਂ ਅੱਜ 10th ਕਲਾਸ 'ਚੋਂ ਕੱਲ੍ਹ ਨੂੰ 11th 'ਚ ਜਾਣਾ, ਫਿਰ 12th 'ਚ ਜਾਣਾ। ਜਿਹੜੀ ਡਿਵਾਈਸਿਸ ਨੇ ਨਾ ਜਿਹੜੀਆਂ ਅੱਜ ਕੱਲ੍ਹ ਦੀਆਂ ਨੇ, ਚਾਹੇ ਮੋਬਾਈਲ ਆ, ਆਈਪੈਡ ਆ, ਜਾਂ ਇੰਟਰਨੈਟ ਆ, ਜਾਂ ਜੋ ਵੀ ਹੈਗਾ ਨਾ ਮਟੀਰੀਅਲ, ਇਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ। ਪਰ ਬੱਚੋ, ਮੈਂ ਕਿਹਾ ਤੁਸੀਂ ਇੱਕ ਬਿਹਤਰ ਇਨਸਾਨ ਜੇ ਬਣਨਾ ਆ ਤਾਂ ਤੁਸੀਂ ਕੋਸ਼ਿਸ਼ ਕਰੋ ਇੱਕ ਅੱਛੀ ਚੀਜ਼ ਦੇਖੋ, ਔਰ ਜ਼ਿਆਦਾ ਤੋਂ ਜ਼ਿਆਦਾ ਟਾਈਮ ਇਹਦੇ 'ਚ ਉਹ ਦੇਖੋ। ਰੋਜ਼ ਸ਼ਾਮ ਨੂੰ ਚੈੱਕ ਕਰੋ, ਆਦਤ ਪਾ ਲਓ ਵੀ ਸ਼ਾਮ ਨੂੰ ਮੈਂ ਆਪਣਾ ਮੋਬਾਈਲ ਦਾ ਡਾਟਾ ਦੇਖਣਾ ਹੈ ਵੀ ਮੈਂ ਕਿੰਨਾ ਯੂਜ਼ ਕੀਤਾ। ਫਿਰ ਕੱਲ੍ਹ ਨੂੰ ਕੋਸ਼ਿਸ਼ ਕਰਨੀ ਆ ਵੀ ਨਹੀਂ ਯਾਰ 6 ਘੰਟੇ ਮੈਂ ਲਾਤੇ, ਮੇਰੀ ਜ਼ਿੰਦਗੀ ਦੇ ਵਿੱਚ 24 ਘੰਟੇ ਦਾ ਸਮਾਂ ਆ, 8 ਘੰਟੇ ਤਾਂ ਸੋਣਾ ਆ ਹੈ, ਬਾਕੀ ਤੂੰ ਜੌਬ ਵੀ ਕਰਨੀ ਹੈ ਜਾਂ ਬੱਚੇ ਨੇ ਸਕੂਲ ਜਾਣਾ ਆ, ਉਹਦੇ ਵਿੱਚੋਂ ਵੀ ਤੂੰ 6 ਘੰਟੇ ਕੱਢ ਲਏ। ਕਮਾਲ ਦੀ ਗੱਲ ਆ। ਅੱਛਾ, ਫਿਰ ਜੇ ਤੁਹਾਨੂੰ ਕੋਈ ਕਹਿ ਦੇਵੇ ਵੀ ਕੰਮ ਕਰ ਲਓ, ਸਾਡੇ ਕੋਲ ਟਾਈਮ ਹੈ ਨਹੀਂ, ਠੀਕ ਹੈ ਨਾ, ਕਿਤੇ ਨਾ ਕਿਤੇ ਤਾਂ ਅਸੀਂ ਰੋਂਗ ਹੈਗੇ ਆ ਨਾ। ਸਹੀ ਗੱਲ ਆ। ਤੇ ਉਹ ਆ ਵੀ ਟੈਕਨੋਲੋਜੀ ਮਾੜੀ ਨਹੀਂ, ਤੇ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਆਪਣੇ ਆਪ ਨਾਲ ਗੱਲ ਕਰੋ। ਮਾਂ-ਬਾਪ ਨੂੰ ਵੀ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਟਾਈਮ ਦਿਓ, ਖੇਲਣ ਦੇ ਵਿੱਚ ਉਹਨਾਂ ਦਾ ਸਹਿਯੋਗ ਕਰੋ, ਉਹਨਾਂ ਨੂੰ ਪੇਂਟਿੰਗ ਸਿਖਾਓ, ਠੀਕ ਆ ਨੇ, ਉਹਨਾਂ ਨੂੰ ਗਾਉਣਾ ਸਿਖਾਓ, ਉਹਨਾਂ ਨੂੰ ਬਾਣੀ ਪੜ੍ਹਨਾ ਸਿਖਾਓ, ਉਹਨਾਂ ਨਾਲ ਛੋਟੀ ਛੋਟੀ ਖੇਲਾਂ ਖੇਲੋ, ਹੈ ਨਾ, ਤੇ ਤਾਂ ਕਿ ਉਹ ਕ੍ਰੀਏਟਿਵ ਬਣਨ। ਇਹ ਜਿਹੜਾ ਚੀਜ਼ਾਂ ਉਹਨੂੰ ਕ੍ਰੀਏਟਿਵ ਨਹੀਂ ਬਣਾਉਣਗੀਆਂ, ਐਡਿਕਟਡ ਬਣਾਉਣਗੀਆਂ। ਠੀਕ ਆ ਨੇ,
ਕ੍ਰੀਏਟੀਵਿਟੀ ਜੇ ਤੁਸੀਂ ਪੈਦਾ ਕਰਨੀ, ਤੁਸੀਂ ਨੇਚਰ 'ਚ ਜਾਓ, ਬਾਹਰ ਜਾ, ਬੱਚਿਆਂ ਨੂੰ ਘੁੰਮ ਕੇ, ਤੁਹਾਨੂੰ ਵੀ ਫਰਕ ਪਊਗਾ। ਨਾ ਓਨਲੀ ਬੱਚਿਆਂ ਦੀ ਗੱਲ ਨਹੀਂ ਕਰਦਾ, ਜਿਹੜਾ 8 ਘੰਟੇ ਦੀ ਫੋਰਨ ਵਰਲਡ 'ਚ ਜੌਬ ਕਰਕੇ ਆਉਂਦਾ, ਥੱਕ ਹਾਰ ਕੇ ਆਉਂਦਾ, ਸਾਰਾ ਕੁਝ ਕਰਕੇ ਆਉਂਦਾ, ਜੇ ਉਹ 6 ਘੰਟੇ ਦੀ ਰੀਲ ਦੇਖ ਰਿਹਾ ਜਾਂ ਕੋਈ ਹੋਰ ਦੇਖ ਰਿਹਾ, ਉਹਨੇ ਹੋਰ ਟਾਇਰਡ ਹੋ ਜਾਣਾ, ਭਾਵੇਂ ਫਿਜ਼ੀਕਲੀ ਨਹੀਂ, ਮੈਂਟਲੀ ਟਾਇਰਡ ਹੋ ਜਾਣਾ ਉਹਨੇ। ਠੀਕ ਹੈ ਨਹੀਂ? ਤੁਸੀਂ ਆਓ ਫੋਨ ਆਪਣਾ ਰੱਖੋ, ਚਾਰਜਿੰਗ 'ਤੇ ਲਾ ਦਿਓ, ਜਾਂ ਉਹਨੂੰ ਆਪਣਾ ਬੈਲ ਬੰਦ ਕਰਕੇ ਜੇਬ 'ਚ ਰੱਖੋ, ਜਾਓ ਬੱਚਿਆਂ ਨਾਲ ਘੁੰਮਣ, ਗੇੜਾ ਕੱਢ ਕੇ ਆਓ, ਹੱਸੋ ਖੇਲੋ। ਠੀਕ ਆ ਨਹੀਂ? ਤੁਹਾਨੂੰ ਵੀ ਫਰਕ ਪਊਗਾ, ਤਾਂ ਥੋੜ੍ਹੇ ਦਿਨਾਂ 'ਚ ਹੀ ਫਰਕ ਮਹਿਸੂਸ ਕੀਤਾ ਜਾ ਸਕਦਾ। ਸੋ ਕਹਿੰਦਾ ਮਤਲਬ ਰਹਿਣਾ ਇਹਦੇ ਨਾਲ ਹੀ ਆ, ਸਮਝਣਾ ਆ, ਅਤੇ ਅਸੀਂ ਇਹਦਾ ਸਾਰਥਕ ਯੂਜ਼ ਕਰਨਾ ਆ। ਠੀਕ ਆ ਨਹੀਂ? ਬੱਚਿਆਂ ਨੂੰ ਵੀ ਇਹਦਾ ਵਧੀਆ ਯੂਜ਼ ਕਰਨਾ ਸਿਖਾਉਣਾ ਆ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਚੈਲੰਜਸ ਹੋਰ ਵਧਣ ਵਾਲੇ। ਨਾ ਇਹ ਗੱਲ ਤੁਹਾਡੀ ਬਿਲਕੁਲ ਸੀ। ਮੈਨੂੰ ਵੀ ਇਹੀ ਲੱਗਿਆ ਕਿ ਕਈ ਵਾਰੀ ਮੈਂ ਥੱਕਿਆ ਕੰਮ ਤੋਂ ਆਇਆ ਹੁੰਦਾ ਅਤੇ ਮੈਂ ਆਪਦਾ ਸੋਸ਼ਲ ਮੀਡੀਆ ਖੋਲ੍ਹ ਲਈਦਾ, ਅਤੇ ਐਂ ਪਤਾ ਲੱਗਦਾ ਵੀ ਅੱਧਾ ਘੰਟਾ ਨਿਕਲ ਗਿਆ, ਘੰਟਾ ਨਿਕਲ ਗਿਆ, ਅਤੇ ਉਦੋਂ ਬਾਅਦ ਰਿਜ਼ਲਟ ਕੀ ਹੁੰਦਾ ਉਹਦਾ? ਸਿੱਖਣ ਨੂੰ ਤਾਂ ਚਲੋ ਕੁਛ ਮਿਲਿਆ ਨਹੀਂ, ਉਹ ਤਾਂ ਦੂਰ ਦੀ ਗੱਲ ਆ, ਪਰ ਮੈਂ ਸੋਚ ਕੇ ਬੈਠਾ ਸੀਗਾ ਵੀ ਚੱਲ ਯਾਰ ਹੁਣ ਥਕਾਵਟ ਹੋਈ ਹੈ, ਥੱਕੇ ਹੋਏ ਆ, ਮਾੜਾ ਜਿਹਾ ਚੱਲ ਕਰਦੇ ਹਾਂ। ਠੀਕ ਆ, ਸਮਾਂ 'ਤੇ ਮੈਂ ਉਹਦੇ ਨਾਲ ਹੋਰ ਥੱਕ ਗਿਆ। ਬਿਲਕੁਲ, ਸਾਨੂੰ ਪਤਾ ਨਹੀਂ ਲੱਗਦਾ। ਮੈਂ ਤੁਹਾਨੂੰ ਦੱਸਦਾ ਵੀ ਇੱਕ ਤਾਂ ਆਦਤ ਇਹ ਹੋ ਗਈ ਵੀ ਬੈੱਡ 'ਤੇ ਲੇਟ ਕੇ ਦੇਖਦੇ ਨੇ ਸਾਰੇ। ਠੀਕ ਆ ਨਹੀਂ? ਉਹਦੇ 'ਚ ਕੀ ਆ ਵੀ ਪਹਿਲਾਂ ਤਾਂ ਬੰਦਾ ਐਦਾਂ ਸ਼ੁਰੂ ਕਰਦਾ ਦੇਖਣਾ, ਫਿਰ ਐਂ ਹੋ ਜਾਂਦਾ, ਫਿਰ ਇੱਦਾਂ ਹੋ ਜਾਂਦਾ, ਲਿਟਦਾ ਨਾ, ਉਹਨੂੰ ਇਹ ਨਹੀਂ ਪਤਾ ਵੀ ਮੇਰੀ ਜਿਹੜੀ ਹੱਥ ਆ ਜਾਂ ਬਾਂਹ ਆ, ਇਹ ਪਿਛਲੇ 45 ਮਿੰਟ ਤੋਂ ਐਦਾਂ ਆ, ਹੈ ਨਾ? ਅਤੇ ਉਦੋਂ ਫਿਰ ਮੋਢੇ 'ਚ ਦਰਦ ਹੋਊ, ਮਸਲਸ ਪੇਨ ਕਰਨਗੇ। ਅੱਛਾ, ਜੇ ਕਿਸੇ ਨੂੰ ਵੈਸੇ ਤੁਸੀਂ ਕਹਿ ਦਿਓ ਨਾ, ਮੈਨੂੰ ਇੱਥੇ ਸਟੂਡੀਓ 'ਚ ਕਹਿ ਦਿਓ ਵੀ ਸਰ ਜੀ ਤੁਸੀਂ ਆਪਣਾ ਹੱਥ ਥੋੜ੍ਹਾ ਜਿਹਾ ਇੱਦਾਂ ਰੱਖਿਓ, 10 ਮਿੰਟ ਲਈ ਹੋਲਡ ਕਰਕੇ, 10 ਮਿੰਟਾਂ 'ਚ ਤੁਹਾਨੂੰ ਦਰਦ ਮਹਿਸੂਸ ਹੋਣ ਲੱਗ ਜੂ। ਪਰ ਉੱਥੇ ਕਿਉਂ ਨਹੀਂ ਮਹਿਸੂਸ ਰੱਖੋਗੇ? ਤੁਹਾਡਾ ਜਿਹੜਾ ਬ੍ਰੇਨ ਆ ਨਾ, ਉਹਦੇ ਨਾਲ ਇੰਨਾ ਇੰਟਰਕਨੈਕਟ ਹੋਇਆ ਵੀ ਤੁਹਾਨੂੰ ਆਹ ਚੀਜ਼ ਮਹਿਸੂਸ ਹੀ ਨਹੀਂ ਹੋ ਰਹੀ ਵੀ ਮੈਂ ਆਪਣੇ ਆਪ 'ਤੇ ਕਿੰਨਾ ਤਸੱਦਦ ਕਰ ਰਿਹਾ। ਬ੍ਰੇਨ ਕਹਿੰਦਾ ਤੂੰ ਕੰਮ ਖਿੱਚ, ਇੱਧਰੋਂ ਮੈਂ ਸਾਂਭ ਲੂੰਗਾ, ਇੱਧਰੋਂ ਮੈਂ ਨਹੀਂ ਇਦੋਂ ਹਲੇ ਤੁਸੀਂ ਅੱਗੇ ਨਹੀਂ ਦੱਸਿਆ, ਜਿਹੜਾ ਐਂ ਤਾਂ ਪੈ ਗਿਆ ਸੀਗਾ, ਇਦੋਂ ਬਾਅਦ ਜਾਂ ਥੋੜਾ ਨੀਂਦ ਦਾ ਝਮਕਾ ਜਿਹਾ ਲੱਗਦਾ, ਫੋਨ ਮੂੰਹ ਤੇ ਵੀ ਵੱਜਦਾ, ਫਿਰ ਉੱਠਦਾ ਬੰਦਾ, ਆਹ ਕੀ ਹੋ ਗਿਆ? ਮੈਂ ਉਹੀ ਕਹਿੰਦਾ ਵੀ ਸਾਡੇ ਵੇਲੇ ਟੀਵੀ ਕਿਸੇ ਕੋਲ ਹੁੰਦਾ ਸੀ, ਲੋਕਾਂ ਦੇ ਘਰਾਂ 'ਚ ਟੀਵੀ ਦੇਖਣ ਜਾਂਦੇ ਸੀ, ਹੈ ਨਾ? ਸਵੇਰ ਨੂੰ 7:30 ਵਜੇ ਚਿੱਤਰਹਾਰ ਆਉਂਦਾ ਸੀ ਸੰਡੇ ਨੂੰ, ਅਤੇ ਹਫ਼ਤੇ 'ਚ ਇੱਕ ਅੱਧੀ ਫਿਲਮ ਆਉਂਦੀ ਸੀ ਪੰਜਾਬੀ ਫਿਲਮ, ਉਹ ਦੇਖਣੀ। ਚਲੋ ਫਿਰ ਘਰਾਂ 'ਚ ਟੀਵੀ ਆ ਜਾਏ। ਅੱਛਾ, ਟੀਵੀ 'ਚ ਵੀ ਇਹ ਸੀਗਾ ਵੀ ਚਲੋ ਸਾਰੇ ਉੱਠ ਕੇ ਬੈਠਣਗੇ ਤਾਂ ਸਹੀ, ਹੈ ਨਾ? ਕੁਰਸੀ 'ਤੇ ਬੈਠਣਗੇ ਜਾਂ ਕਿਤੇ ਐਂ ਬੈਠ ਕੇ ਦੇਖਣਗੇ, ਹੈ ਨਾ? ਕਿਸੇ ਦੇ ਘਰੇ ਜਾਂਦਾ ਸੀ। ਹਾਂ, ਚਲੋ ਆਪਣੇ ਘਰੇ ਵੀ ਹੋ ਗਏ ਤਾਂ ਵੀ ਬੰਦਾ ਬੈਠ ਕੇ ਦੇਖਦਾ ਸੀ, ਚਲੋ ਇੱਦਾਂ ਬੈਠ ਕੇ ਦੇਖ ਲਿਆ ਥੋੜ੍ਹੀ ਦੇਰ, ਜਦ ਤੱਕ ਦੇਖਿਆ ਫੈਮਿਲੀ ਨਾਲ ਬੈਠੀ ਆ, ਬੰਦ ਕਰਕੇ ਸੋ ਗਿਆ। ਹੁਣ ਤਾਂ ਵੀ ਮਤਲਬ ਟੀਵੀ ਉਹ ਤੁਹਾਡੇ ਛਾਤੀ 'ਤੇ ਚੜ੍ਹੇ ਪਏ ਨੇ। ਇੱਕ ਤਰ੍ਹਾਂ ਦਾ ਟੀਵੀ ਕਹਾਂਗੇ, ਛੋਟਾ ਟੀਵੀ ਇਹਨੂੰ ਤਾਂ ਹੈ, ਇਹਦੀ HD ਕੁਆਲਿਟੀਜ਼ ਆ ਸਾਰੀ, ਟੀਵੀ ਨਾਲੋਂ ਵੀ ਮਾੜਾ। ਹਾਂ, ਵੀ ਹੁਣ ਡਰਾਇੰਗ ਰੂਮ ਤੋਂ ਹਟ ਕੇ ਉਹ ਤੁਹਾਡੇ ਉੱਤੇ ਬਹਿ ਗਏ ਆ ਕੇ। ਠੀਕ ਹੈ ਨਹੀਂ? ਵੀ ਫਿਰ ਵੀ ਉਹਨੇ ਕਹਿਣਾ ਲੈ ਕਰ ਲਾ ਜੋ ਕਰਨਾ। ਅੱਜ ਦੇ ਪੋਡਕਾਸਟ ਦੀ ਮੇਨ ਇਹੀ ਗੱਲ ਹੈ ਕਿ ਟੀਵੀ ਤੁਹਾਡੇ ਛਾਤੀ ਤੇ ਚੜ ਗਏ। ਨਹੀਂ, ਜਦੋਂ ਅਸੀਂ ਗੌਰ ਨਾਲ ਦੇਖਾਂਗੇ, ਜੇ ਤਾਂ ਆਪਾਂ ਨੂੰ ਲੱਗਦਾ ਵੀ ਇਹਦੇ 'ਚ ਕੁਝ ਝੂਠ ਆ, ਫਿਰ ਤਾਂ ਅਸੀਂ ਮਾਫੀ ਮੰਗ ਲੈਂਦੇ ਹਾਂ ਸਾਰਿਆਂ ਤੋਂ ਵੀ ਹਾਂ ਜੀ ਸਾਡੇ ਤੋਂ ਗਲਤੀ ਸੀ, ਕੋਈ ਝੂਠ ਠੀਕ ਆ ਨਹੀਂ? ਅਸੀਂ ਵੀ ਤੁਹਾਡੇ ਵਰਗੇ ਹਾਂ, ਅਸੀਂ ਵੀ ਹਰੇਕ ਬੰਦਾ ਇਹਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਇੱਥੇ ਬੈਠ ਕੇ ਜਾਂ ਤੁਸੀਂ ਮੇਰੇ ਮੂਹਰੇ ਬੈਠ ਕੇ ਅਸੀਂ ਗੱਲਾਂ ਕਰੀਏ ਵਧੀਆ, ਅਸੀਂ ਵੀ ਇਹਦੇ ਉਹ ਹੈਗੇ ਆ ਸ਼ਿਕਾਰ। ਪਰ ਅਸੀਂ ਆਪਾਂ ਵੀ ਗਿਲਟੀ ਗਿਲਟੀ ਆ, ਠੀਕ ਆ ਨਹੀਂ? ਪਰ ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ, ਸੋਚਣਾ ਸ਼ੁਰੂ ਕਰੋ। ਜਦੋਂ ਬੰਦਾ ਸੋਚਣਾ ਸ਼ੁਰੂ ਕਰਦਾ ਨਾ, ਥੋੜ੍ਹੀ ਜਿਹੀ ਸ਼ੁਰੂਆਤ ਕਰ ਲਵੇ, ਫਿਰ ਆਪਣੇ ਆਪ ਬਿਹਤਰ ਹੁੰਦਾ ਚਲਾ ਜਾਂਦਾ। ਹੁਣ ਇਹ ਗੱਲਾਂ ਪਹਿਲਾਂ ਤਾਂ ਜਦੋਂ ਆਇਆ ਨਵੀਂ ਚੀਜ਼ਾਂ ਹੁੰਦੀਆਂ ਨੇ, ਹੈ ਨਾ? ਬੰਦੇ ਨੂੰ ਕਰੇਜ਼ ਹੁੰਦਾ ਦੇਖਣ ਦਾ, ਦੇਖੀ ਜਾਓ। ਫਿਰ ਜੇ ਕੋਈ ਬੰਦਾ ਥੋੜ੍ਹਾ ਜਿਹਾ ਵੀ ਆਪਣੇ ਆਪ ਨਾਲ ਗੱਲ ਕਰਦਾ ਨਾ, ਜਾਂ ਜਾਗਰੂਕ ਹੈਗਾ, ਉਹ ਫਿਰ ਸੋਚਦਾ ਯਾਰ ਵੀ 6 ਘੰਟੇ ਦੇਖਿਆ ਇਹਦੀ ਵੀ ਮੈਂ ਇਹਦਾ ਉਹ ਤਾਂ ਦੇਖੂੰਗਾ ਨਾ ਵੀ ਇਹ ਤਾਂ ਮੇਰੀ ਲਾਈਫ ਦੇ ਵਿੱਚ ਕੀ ਫਾਇਦਾ ਹੋਇਆ, ਹੈ ਨਾ? ਜਾਂ ਮੈਂ ਤਾਂ ਗੈਟ ਕੀ ਕੀਤਾ, ਗੇਨ ਕੀ ਕੀਤਾ, ਹੈ ਨਾ? ਉਹ ਬਲਕਿ ਇੰਨੇ ਟੌਪਿਕ ਮਿਕਸ ਕਰਕੇ ਸੌਂਦਾ ਰਾਤ ਨੂੰ ਸੁਪਨੇ ਕਿਹੋ ਜਿਹੇ ਆਉਂਦੇ ਹੋਣੇ? ਸਮੂਥੀ ਬਣ ਸੁਪਨੇ ਵੀ ਆਉਂਦੇ ਹੋਣੇ, ਕਹਿੰਦੇ ਕਿਹਦਾ ਸੁਪਨਾ ਵਾ, ਤੂੰ ਕੰਟੈਂਟ ਹੀ ਬਹੁਤ ਜ਼ਿਆਦਾ ਵੇਖ ਲਿਆ, ਇਨਫੋਰਮੇਸ਼ਨ ਬਾਹਲੀ ਹੋਊਗੀ, ਪਤਾ ਹੀ ਨਹੀਂ ਲੱਗਿਆ। ਅੰਦਰ ਜ਼ਿਆਦਾ ਉਹ ਕਰ ਲਿਆ ਅਸੀਂ ਆਪਣੇ ਆਪ ਨਾਲ ਨਾ, ਇੱਕ ਤਸ਼ੱਦਦ ਹੀ ਕਰ ਰਿਹਾ, ਮੈਂ ਤਾਂ ਇਹ ਗੱਲ ਕਹੂੰਗਾ। ਠੀਕ ਆ ਨਹੀਂ? ਥੋੜ੍ਹਾ ਬਹੁਤਾ ਰੁਕ ਕੇ ਸੋਚਣ ਦੀ ਲੋੜ ਆ ਬਈ ਅਸੀਂ ਕਿਤੇ ਸ਼ਿਕਾਰ ਤਾਂ ਨਹੀਂ ਹੋ ਰਹੇ ਇਹਦੇ। ਇਹ ਜਿਹੜੀ ਨया ਵਰਲਡ ਆ, ਜਾਂ ਨਈ ਜਿਹੜੀ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ ਅੱਜ ਕੱਲ੍ਹ ਇੱਕ ਸ਼ਬਦ ਆਇਆ, ਹੈ ਨਾ? ਉਹ ਵੀ ਟੈਕਨੋਲੋਜੀ ਦਾ ਇੱਕ ਹਿੱਸਾ ਆ, ਹੈ ਨਾ? ਬਈ ਸਾਰੀਆਂ ਚੀਜ਼ਾਂ ਤੁਹਾਨੂੰ ਕਰੀਆਂ ਕਰਾਈਆਂ ਮਿਲਣਗੀਆਂ, ਤੁਸੀਂ ਕੁਛ ਨਹੀਂ ਕਰਨਾ।
ਇਹ ਦੇਖੋ ਕਿੱਡਾ ਖਤਰਨਾਕ ਰੁਝਾਨ ਆ ਵੀ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਸਿਰਫ ਕਹੋ ਅਸੀਂ ਕਰਕੇ ਦੇਵਾਂਗੇ। ਇਹ ਕਿਤੇ ਨਾ ਕਿਤੇ ਇਨਸਾਨ ਨੂੰ ਲੇਜ਼ੀ ਬਣਾਉਣ ਦੀ, ਲੇਜ਼ੀ ਬਣਾ ਰਿਹਾ, ਮੈਂ ਕਹਿੰਦਾ ਲੇਜ਼ੀ ਬਣਾ ਰਿਹਾ। ਸਾਈਕਲ ਬ੍ਰੇਕ ਕਰਨਾ ਪੈਣਾ ਹੈ ਥੋੜਾ, ਕਿਉਂਕਿ ਸਾਈਕਲ ਬ੍ਰੇਕ ਕਰੋਗੇ ਫੇਰ ਹੀ ਤੁਸੀਂ ਸੋਚੋਗੇ ਨਹੀਂ ਯਾਰ ਮੈਂ 3-4 ਦਿਨ ਨਹੀਂ ਵੇਖਿਆ, ਹੁਣ ਮੈਂ ਫਰਕ ਮਹਿਸੂਸ ਕੀਤਾ। ਹਾਂਜੀ ਹਾਂਜੀ, ਜੇ ਚੱਲੀ ਜਾਓ ਫੇਰ ਤੁਹਾਨੂੰ ਰਿਅਲਾਈਜ਼ ਵੀ ਨਹੀਂ ਹੋਣਾ। ਉਹੀ ਜਿਵੇਂ ਕਾਫੀ ਲੋਕ ਕਰ ਦਿੰਦੇ ਨੇ ਬਈ ਟ੍ਰੈਂਡਿੰਗ ਆ ਇਹ ਚੀਜ਼ਾਂ ਗੱਲਾਂ ਅੱਜ ਕੱਲ੍ਹ ਵੀ 90 ਡੇਜ਼ ਬ੍ਰੇਕ ਲੈਣੀ ਸੋਸ਼ਲ ਮੀਡੀਆ ਤੋਂ, ਸੋਸ਼ਲ ਮੀਡੀਆ ਫਾਸਟਿੰਗ ਅੱਜ ਕੱਲ੍ਹ ਦੀ। ਅੱਛਾ ਜੀ, ਸੋ ਇਹ ਤਾਂ ਨਵੀਂ ਗੱਲ ਤੁਹਾਡੇ ਤੋਂ ਸੁਣੀ ਅੱਜ, ਇਹ ਵੀ ਫਾਸਟਿੰਗ ਸ਼ੁਰੂ ਹੋ ਗਈ। ਇਹ ਫਾਸਟਿੰਗ ਅੱਜ ਕੱਲ੍ਹ ਕਰਨੀ ਪੈਂਦੀ ਆ। ਅੱਛਾ ਜੀ, ਨਹੀਂ ਤੁਹਾਨੂੰ ਪਤਾ ਬਚਿਆ ਨਹੀਂ ਜਾਂਦਾ ਇਹ ਚੀਜ਼ਾਂ ਤੋਂ। ਉਹ ਨਾਲ ਇਹ ਵੀ ਕਹਿੰਦੇ ਤੁਹਾਡੀ ਮਨੋਕਾਮਨਾ ਪੂਰੀ ਹੋਊਗੀ, ਤੁਸੀਂ 6 ਮਹੀਨੇ ਫਾਸਟਿੰਗ ਕਰੋ। ਇਹ ਚੀਜ਼ਾਂ ਅੱਜ ਕੱਲ੍ਹ ਚੱਲਦੀਆਂ ਨੇ। ਨਹੀਂ ਹੈਗਾ ਨਹੀਂ 90 ਡੇਜ਼ ਵੈਸੇ ਕਰਕੇ ਦੇਖਣਾ ਚਾਹੀਦਾ ਜੇ ਜਿਹਾ ਅੱਜ ਕੱਲ੍ਹ ਜ਼ਮਾਨਾ। ਮੈਨੂੰ ਲੱਗਦਾ ਮਨ ਨੂੰ ਬਹੁਤ 90 ਡੇਜ਼ ਨਹੀਂ 40 ਡੇਜ਼ ਹੀ ਕਰ ਲਓ। ਸਾਡੇ ਉਹੀ ਆ ਵੀ 40 ਦਿਨ ਭਾਈ ਤੁਸੀਂ ਚੌਂਕੀ ਭਰਨੀ ਆ ਹਨਾ। 40 ਦਿਨ ਦਾ ਬਹੁਤ ਵੱਡਾ ਇੱਕ ਨਾ ਇਹ ਹੈਗਾ ਸੰਬੰਧ ਸਾਡੇ ਸੱਭਿਆਚਾਰ ਨਾਲ। ਸਵਾ ਮਹੀਨਾ ਵੀ ਕਹਿ ਦਿੰਦੇ ਆ ਆਪਾਂ ਹਨਾ। ਸਵਾ ਵਧਾਈ। ਹਾਂ ਵੀ ਜੇ ਹੁਣ ਮਤਲਬ ਕਿ ਵੀ ਕਿਸੇ ਦੇ ਬੱਚਾ ਹੋਇਆ ਕਈ ਵਾਰ ਨਹੀਂ ਜਾਣ ਦਿੰਦੇ ਸੀ, ਸਵਾ ਮਹੀਨਾ ਜਾਣਾ ਨਹੀਂ ਹਨਾ। ਹਾਲਾਂਕਿ ਉਹਦਾ ਮਤਲਬ ਤਾਂ ਇਹ ਸੀਗਾ ਵੀ ਬੈਕਟੀਰੀਆ ਵਗੈਰਾ ਨਾ ਕੋਈ ਬੱਚੇ ਕੋਲ ਆ ਜਾਵੇ ਹਰ ਬੰਦੇ ਨੂੰ ਜਾਣ ਲਈ। ਪਹਿਲਾਂ ਸਾਡੇ ਜਿਹੜੇ ਰੀਤੀ ਰਿਵਾਜ ਸੀਗੇ ਅੱਜ ਪਤਾ ਲੱਗਦਾ ਵੀ ਕਿੰਨੇ ਸਾਇੰਟੀਫਿਕ ਸੀ ਹੈ ਨਾ। ਕਣਕ ਦੇ ਦਾਣੇ ਬਾਹਰ ਰੱਖੇ ਹੁੰਦੇ ਸੀਗੇ ਉਹਦੇ 'ਚ ਬਰਤਨ ਦੇ ਵਿੱਚ, ਜੇ ਕਿਸੇ ਨੇ ਅੰਦਰ ਬੱਚੇ ਨੂੰ ਦੇਖਣ ਜਾਣਾ ਤਾਂ ਕਣਕ ਦੇ ਦਾਣੇ 'ਚ ਏਦਾਂ ਹੱਥ ਕਰਕੇ ਜਾਂਦਾ ਸੀ। ਦੇਖ ਲਓ ਹੈ ਨਾ ਵੀ ਬਾਹਰੋਂ ਆਏ ਆ ਵੀ ਬੱਚੇ ਨੂੰ ਜਾਣਾ ਵੀ ਹੋਰ ਕੋਈ ਇਨਫੈਕਸ਼ਨ ਨਾ ਹੋ ਜਾਵੇ ਹੈ ਨਾ। ਤੇ ਨਿੰਮ ਦੇ ਪੱਤੇ ਬਾਹਰ ਟੰਗ ਦਿੰਦੇ ਸੀਗੇ, ਨਾਲ ਉਹ ਖਿਲਾਉਣੇ ਜੇ ਵੀ ਹੁੰਦੇ ਸੀ ਨਿੰਮ ਦੇ ਪੱਤੇ। ਹੁਣ ਨਿੰਮ ਦਾ ਐਂਟੀਬਾਇਓਟਿਕ ਆਪਣੇ ਆਪ 'ਚ ਬਹੁਤ ਵੱਡੀ ਆ ਹੈ ਨਾ ਨਿੰਮ। ਤੇ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਸਾਨੂੰ ਵੈਸਟਰਨ ਵਰਲਡ 'ਚ ਜਦੋਂ ਸਾਨੂੰ ਬਕਵਾਸ ਲੱਗਣ ਲੱਗ ਜਾਂਦੇ, ਲੱਗਦਾ ਪੁਰਾਣਾ ਬੰਦਾ ਯਾਰ ਅੰਧ ਵਿਸ਼ਵਾਸੀ ਬੰਦਾ ਇਹਨੂੰ। ਉਹ ਜੇ ਤੁਸੀਂ ਉਹਦੀ ਡਿਟੇਲ 'ਚ ਜਾਓਗੇ ਤਾਂ ਹੀ ਪਤਾ ਲੱਗੂਗਾ ਨਾ। ਕਈ ਵਾਰੀ ਇਹੋ ਜਿਹੀ ਗੱਲਾਂ ਦੇ ਮਤਲਬ ਵੀ ਬਹੁਤ ਹੋਰ ਬਣ ਚੁੱਕੇ ਨੇ। ਜਿਵੇਂ ਹੁਣ ਮੈਂ ਤੁਹਾਡੇ ਕੰਨ 'ਚ ਗੱਲ ਦੱਸੀ, ਆਪਾਂ ਲਾਈਨ 'ਚ ਬੈਠੇ ਆ, ਗਾਹਾਂ ਜਾ ਕੇ ਐਂਡ ਤੇ ਗੱਲ ਹੋਰ ਹੀ ਨਿਕਲ ਜਾਂਦੀ। ਸੋ ਉਹ ਚੀਜ਼ਾਂ ਵੀ ਨੇ, ਮਤਲਬ ਕਈ ਇਹਦੇ ਮਤਲਬ ਵੀ ਬਹੁਤ ਅਲੱਗ-ਅਲੱਗ ਕੱਢੇ ਪਏ ਨੇ। ਉਹ ਫਿਰ ਉਹ ਚੀਜ਼ਾਂ ਮਿਕਸ ਹੋ ਜਾਂਦਾ। ਮੇਰੇ ਗੱਲ ਯਾਦ ਆ ਗਈ ਬਈ ਇੱਕ ਨਾ ਪ੍ਰੋਫੈਸਰ ਸੀ, ਇਤਿਹਾਸਕਾਰ ਸੀਗੇ। ਉਹ ਇਤਿਹਾਸ ਲਿਖਣ ਦਾ ਬੜਾ ਸ਼ੌਂਕ ਸੀ, ਹਿਸਟਰੀ। ਉਹ ਸਾਰੀਆਂ ਕਿਤਾਬਾਂ ਹਿਸਟਰੀ ਦੀਆਂ ਪੜ੍ਹੀਆਂ, ਮੈਂ ਵੀ ਪੂਰੀ ਹਿਸਟਰੀ ਲਿਖਣੀ ਆ ਹੈ ਨਾ। ਅਤੇ ਹਿਸਟਰੀ ਪੜ੍ਹੀ ਜਾਵੇ ਲਿਖੀ ਜਾਵੇ ਹੈ ਨਾ। ਅਤੇ ਇੱਕ ਦਿਨ ਕੀ ਹੋ ਗਿਆ ਨਾ, ਘਰ ਦੇ ਬਾਹਰ ਲੜਾਈ ਹੋ ਗਈ। ਉਹ ਲੜਾਈ ਹੋਈ ਤਾਂ ਅੱਧੀ ਰਾਤ ਦਾ ਟਾਈਮ ਸੀ, ਉਹ ਲਿਖ ਰਹੇ ਸੀ ਕੁਛ, ਬਾਹਰ ਗਏ। ਉਹ ਬਾਹਰ ਜਾ ਕੇ ਕਹਿੰਦੇ ਕੀ ਗੱਲ ਹੋਈ ਸੀ। ਅਤੇ ਉਹ ਜਿਹੜਾ ਬੰਦਾ ਘੰਟਾ ਪਹਿਲਾਂ ਉੱਥੇ ਪਹੁੰਚਿਆ ਹੋਇਆ ਸੀਗਾ, ਉਹ ਕਹਿੰਦਾ ਜੀ ਇਹਨੇ ਉਹਨੂੰ ਗਾਲ ਕੱਢੀ, ਇਹਨੇ ਚੱਕ ਕੇ ਇਹਦੇ ਇੱਟ ਮਾਰੀ ਹੈਂ, ਇੱਦਾਂ ਕਰਕੇ ਲੜਾਈ ਹੋਈ ਹੈ ਨਾ। ਫਿਰ ਉਹ ਅੱਗੇ ਇੱਕ ਗਰੁੱਪ ਖੜਿਆ ਸੀਗਾ, ਕਹਿੰਦੇ ਉਹ ਕਹਿੰਦੇ ਵੀ ਕੀ ਹੋਇਆ ਤੁਸੀਂ ਦੱਸੋ। ਕਹਿੰਦਾ ਜੀ ਅਸੀਂ ਤਾਂ ਅੱਧਾ ਕੁ ਘੰਟਾ ਬਾਅਦ 'ਚ ਆਏ ਹਾਂ, ਇਹ ਗੱਲ ਨਹੀਂ ਹੋਈ। ਉਹਨਾਂ ਨੇ ਪਹਿਲਾਂ ਗਾਲ ਕੱਢੀ, ਇਹਨਾਂ ਨੇ ਬਾਅਦ 'ਚ ਮਾਰੀ ਆ। ਠੀਕ ਹੈ ਨੇ। ਕਹਿੰਦਾ ਜਦੋਂ ਮੈਂ ਘਰ ਕੋਲ ਵਾਲਾ ਉੱਥੇ ਹੋਰ ਬੰਦੇ ਖੜੇ ਸੀਗੇ, ਉਹ ਕਹਿੰਦਾ ਜੀ ਇਹ ਤਾਂ ਦੋਨੇ ਝੂਠ ਬੋਲਦੇ, ਇਹਨਾਂ ਨੂੰ ਕੀ ਪਤਾ। ਠੀਕ ਹੈ ਨਹੀਂ ਬਈ ਇਹ ਤਾਂ ਗੱਲ ਹੀ ਨਹੀਂ ਹੋਈ। ਗੱਲ ਤਾਂ ਇਹਦੀ ਨਹੀਂ, ਬੱਚੇ ਪਿੱਛੇ ਲੜਾਈ ਹੋਈ ਆ। ਠੀਕ ਆ ਨਹੀਂ, ਆਪਸ 'ਚ ਇਹ ਲੜ ਪਏ, ਕਸੂਰ ਦੋਨਾਂ ਦਾ ਆ। ਉਹ ਕਹਿੰਦਾ ਵੀ 1 ਘੰਟਾ ਪਹਿਲਾਂ ਹੈਪਨਿੰਗ ਹੋਈ ਆ ਹੈਂ। 1 ਘੰਟੇ ਤੋਂ ਜਦੋਂ ਅੱਧੇ ਘੰਟੇ ਤੇ ਹੀ ਫੇਰ ਬਦਲ ਗਈ। ਜਦੋਂ ਮੈਂ ਘਰ ਕੋਲ ਆਇਆ ਫੇਰ ਬਦਲ ਗਈ। ਉਹਨੇ ਸਾਰੇ ਉਹਨੂੰ ਆਪਣੀ ਲਾਇਬ੍ਰੇਰੀ ਨੂੰ ਅੱਗ ਲਾਤੀ। ਕਹਿੰਦਾ ਇਤਿਹਾਸ ਹੀ ਨਹੀਂ ਲਿਖਣਾ। ਵੀ ਜਿਹੜਾ ਇਤਿਹਾਸ ਮੈਂ 5000 ਜਾਂ 2000 ਸਾਲ ਦਾ ਪੜ੍ਹਦਾ, ਇਹ ਤਾਂ ਪਤਾ ਨਹੀਂ ਕਿੰਨੀ ਸਟੇਜਾਂ ਤੋਂ ਹੋ ਕੇ ਆਇਆ। ਕਿਹਨੇ ਕੀ ਕੁਛ ਇਹ 'ਚ ਬਦਲਤਾ। ਜਦੋਂ ਮੇਰੇ ਸਾਹਮਣੇ ਹੋਇਆ 1 ਘੰਟੇ ਦਾ ਵਾਕਿਆ, ਉਹ ਇੰਨਾ ਬਦਲ ਗਿਆ। ਤੇ ਇਹ ਇਤਿਹਾਸ ਸਾਡੇ ਕੋਲ ਆਉਂਦਾ ਕਿੰਨਾ ਮਤਲਬ ਕਿ ਲੋਕਾਂ ਨੇ ਵਿੱਚ ਐਡ ਕਰਤਾ ਹੋਊਗਾ। ਠੀਕ ਆ ਨਹੀਂ, ਉਹ ਤਾਂ ਹੈਗੀ ਇੱਕ ਸਮੱਸਿਆ। ਠੀਕ ਆ ਨਹੀਂ, ਉਹ 'ਚ ਕੋਈ ਦੋ ਰਾਏ ਨਹੀਂ ਹੈਗੀ ਹੈ ਨਾ। ਚਾਹੇ ਉਹ ਕਿਸੇ ਧਾਰਮਿਕ ਗ੍ਰੰਥ ਆ, ਠੀਕ ਆ ਨਹੀਂ, ਚਾਹੇ ਕੁਛ ਵੀ ਆ। ਤੇ ਉਹ ਕਿਤੇ ਨਾ ਕਿਤੇ ਇਹ ਵਿਸ਼ੇ ਹੈਗੇ ਨੇ ਹੈ ਨਾ। ਵੀ ਕਹਿੰਦੇ ਨੇ ਵੀ ਨਹੀਂ ਜੀ ਛੇੜਛਾੜ ਹੋਈ ਆ, ਇਹ ਤਾਂ ਕਿਸੇ ਨੇ ਆਪਣੇ ਕੋਲੋਂ ਲਿਖਤੀਆਂ ਚੀਜ਼ਾਂ, ਇਹ ਤਾਂ ਉਹ ਕਰਤਾ। ਹੁਣ ਦੀਆਂ ਹੀ ਗੱਲਾਂ ਨੇ, ਤਾਂ ਕਿਹੜਾ ਪੁਰਾਣੀਆਂ ਨੇ। ਠੀਕ ਆ ਨਹੀਂ, ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਵਿਸ਼ੇਸ਼ ਤੌਰ 'ਤੇ, ਤਾਂ 550 ਸਾਲ ਸਮਥਿੰਗ ਇੰਨਾ ਕੀ ਟਾਈਮ ਹੋਇਆ ਹੈ ਨਾ। ਪਰ ਹੁਣ ਇੰਨੇ ਸਮੇਂ ਦੇ ਵਿੱਚ ਵਿਵਾਦ ਖੜੇ ਹੋ ਗਏ ਹੈ ਨਾ, ਦਸਮ ਗ੍ਰੰਥ ਨੂੰ ਲੈ ਕੇ, ਉਹਨਾਂ ਨੂੰ ਲੈ ਕੇ। ਠੀਕ ਆ ਨਹੀਂ। ਤੇ ਜੇ ਮੈਂ ਹੁਣ ਸਨਾਤਨ ਧਰਮ ਦੀ ਜਾਂ ਹਿੰਦੂ, ਉਹ ਤਾਂ ਪਤਾ ਨਹੀਂ ਕਿਹੜੇ ਵੇਲਿਆਂ ਦੇ ਨੇ ਹੈ ਨਾ। ਉਹਨਾਂ ਤੋਂ ਤਾਂ ਮਿਥਿਹਾਸਿਕ ਵੀ ਕਿਹਾ ਜਾਂਦਾ, ਇਤਿਹਾਸਿਕ ਨਹੀਂ ਮਿਥਿਹਾਸਿਕ ਕਿਹਾ ਜਾਂਦਾ ਹੈ ਨਾ।
ਤੇ ਉੱਥੇ ਕੀ ਹੋਊਗਾ। ਸੋ ਇਹ ਤਾਂ ਚੀਜ਼ਾਂ ਹੈਗੀਆਂ ਨੇ ਕਿਤੇ ਨਾ ਕਿਤੇ, ਪਰ ਉਹੀ ਗੱਲ ਆ ਨਾ ਵੀ ਹਰੇਕ ਦਾ ਆਪਣਾ ਆਪਣਾ ਮੰਨਣਾ ਆ, ਆਪਣੀ ਆਪਣੀ ਸਮਝ ਆ। ਬਿਲਕੁਲ। ਬਾਕੀ ਦੇਖੋ ਤੁਹਾਡੇ ਨਾਲ ਦਿਲ ਸੋਚ ਮਿਲੇ ਦੀ ਗੱਲ ਹੈ। ਆਪਣੀਆਂ ਗੱਲਾਂ ਮੁੱਕਣੀਆਂ ਨਹੀਂ ਹੈਗੀਆਂ। ਤੇ ਪਰ ਬਹੁਤ ਹੀ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ, ਤੁਸੀਂ ਇੰਨਾ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ। ਮੇਰੀ ਇੱਕ ਕਮੀ ਵੀ ਆ, ਇਹ ਕਹਿ ਲਓ ਵੀ ਮੈਂ ਪਹਿਲਾਂ ਹੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਵੀ ਮੈਂ ਜੇ ਕਿਸੇ ਵਿਸ਼ੇ ਤੇ ਬੋਲਣਾ ਸ਼ੁਰੂ ਕਰਦਾ, ਮੈਨੂੰ ਖੁਦ ਨਹੀਂ ਪਤਾ ਲੱਗਦਾ ਵੀ ਬੋਲਦਾ ਬੋਲਦਾ ਮੈਂ ਕਿਹੜੇ ਵਿਸ਼ੇ ਦੇ ਵਿੱਚ ਹੋਰ ਅੱਗੇ ਚਲੇ ਗਿਆ। ਇਸ ਕਰਕੇ ਜੇ ਅੱਗੇ ਵੀ ਕਦੇ ਹੋਵੇ ਤਾਂ ਮੈਨੂੰ ਦੱਸ ਦਿਆ ਕਰੋ, ਨਹੀਂ ਸਾਰੇ ਆਪਾਂ ਇਸੇ ਵਿਸ਼ੇ ਤੇ ਰਹਿਣਾ ਜਾਂ ਇਸੇ ਵਿਸ਼ੇ ਤੇ ਗੱਲ ਕਰਨੀ ਹੈ। ਇੰਨਾ ਕੰਟਰੋਲ ਕਰਨ ਦੀ ਕੋਈ ਗੱਲ ਨਹੀਂ, ਕਿਉਂਕਿ ਸਾਨੂੰ ਤੁਹਾਡੇ ਦਿਲ ਦੀਆਂ ਗੱਲਾਂ ਚਾਹੀਦੀਆਂ। ਉਹ ਜਿਵੇਂ ਸੱਥ 'ਚ ਬੈਠੇ ਹੁੰਦੇ ਔਰ ਅੱਛਾ ਫਾਇਦਾ ਵੀ ਉਹ ਚੀਜ਼ ਦਾ ਜਿਹੜੀ ਨੈਚੁਰਲ ਹੋਵੇ, ਹੈ ਨਾ। ਬਿਲਕੁਲ ਬਿਲਕੁਲ, ਹਾਂਜੀ। ਕਿਉਂਕਿ ਅਸੀਂ ਕੋਈ ਤਿਆਰੀ ਕਰਕੇ ਨਹੀਂ ਬੈਠੇ, ਨਾ ਅਸੀਂ ਮਤਲਬ ਕਿ ਕੋਈ ਇੱਦਾਂ ਦਾ ਆ ਵੀ ਅਸੀਂ ਕੋਈ ਆਪਣਾ ਪ੍ਰਭਾਵ ਪਾਉਣਾ ਜਾਂ ਹੋਰ ਕਰਨਾ। ਅੱਜ ਤਾਂ ਇੱਕ ਇਹ ਆ ਵੀ ਇੱਕ ਆਮ ਦੇ ਇੱਕ ਇਨਸਾਨ ਦੇ ਤੌਰ ਤੇ ਆਪਸ 'ਚ ਬੈਠੇ ਆ। ਤੁਸੀਂ ਮੇਰੇ ਬੱਚੇ ਹੋ, ਤੁਸੀਂ ਤਾਂ ਮੇਰੇ ਪੜ੍ਹੇ ਹੋ ਮੇਰੇ ਕੋਲ, ਹੈ ਨਾ। ਔਰ ਇਹੀ ਬਹੁਤ ਖੁਸ਼ੀ ਦੀ ਗੱਲ ਆ ਵੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਤੁਸੀਂ ਐਡੀ ਸਮਝ ਰੱਖਦੇ ਹੋ ਕਿ ਮਾਂ ਬੋਲੀ ਨੂੰ ਕਿਵੇਂ ਬਚਾਇਆ ਜਾਵੇ। ਇਹ ਆਪਣਾ ਟੈਕਨੋਲੋਜੀ ਬਾਰੇ ਕੁਐਸਚਨ ਕਰ ਰਹੇ ਹੋ। ਤੇ ਮੇਰਾ ਤਾਂ ਅੱਜ ਹੋਰ ਵੀ ਸਿਰ ਉੱਚਾ ਹੋ ਗਿਆ ਵੀ ਮੇਰਾ ਪੜ੍ਹਾਇਆ ਹੈ ਬੱਚਾ ਮੈਨੂੰ ਇਸ ਵਿਸ਼ਿਆਂ ਦੇ ਉੱਤੇ ਪੁੱਛ ਰਿਹਾ ਜਿਹੜੇ ਕਿ ਵਿਸ਼ੇ ਵਿਸਾਰੇ ਜਾ ਰਹੇ ਨੇ। ਔਰ ਅੱਜ ਦਾ ਨੌਜਵਾਨ ਆ ਜਿਹੜਾ ਉਹ ਇਹ ਤੇ ਗੱਲ ਨਹੀਂ ਕਰਨਾ ਚਾਹੁੰਦਾ। ਉਹਦੇ ਲਈ ਪ੍ਰਾਇਓਰਟੀਜ਼ ਕੁਝ ਹੋਰ ਹੋਈਆਂ ਹੋਈਆਂ ਨਾ, ਪਾਉਣਾ ਕਿਹੋ ਜਿਹਾ, ਖਾਣਾ ਕਿਹੋ ਜਿਹਾ, ਹੈ ਨਾ। ਤੇ ਜਿਹੜਾ ਮਟੀਰੀਅਲਿਸਟਿਕ ਵਰਲਡ ਆ, ਦਿਖਾਵੇ ਦੀ ਚੀਜ਼ਾਂ ਇੱਦਾਂ ਨੂੰ ਰੁਝਾਨ ਆ। ਬਲਕਿ ਸਾਨੂੰ ਮੈਂਟਲੀ ਔਰ ਹੈਲਦੀ ਸਟਰੋਂਗ ਹੋਣਾ ਚਾਹੀਦਾ। ਉਹ ਤਾਂ ਹੀ ਹੋਊਗਾ ਜੇ ਵਿਚਾਰ ਚੰਗੇ ਹੋਣਗੇ, ਆਚਾਰ ਚੰਗਾ ਹੋਊਗਾ, ਹੈ ਨਾ। ਤਾਂ ਹੀ ਆਪਾਂ ਇੱਕ ਬਿਹਤਰ ਜੀਵਨ ਜੀ ਵੀ ਸਕਦੇ ਹਾਂ, ਬਿਲਕੁਲ ਸਹੀ ਗੱਲ, ਸਮਾਜ ਔਰ ਦੇਸ਼ ਨੂੰ ਦੇ ਵੀ ਸਕਦੇ ਹਾਂ। ਬਿਲਕੁਲ ਨਹੀਂ, ਬਿਲਕੁਲ। ਹੋਰ ਕੋਈ ਤੁਹਾਡਾ ਰਹਿੰਦਾ ਹੋਵੇ? ਨਹੀਂ, ਮੈਨੂੰ ਲੱਗਦਾ ਕਿ ਰਹਿੰਦਾ ਤਾਂ ਸਾਡਾ ਬਹੁਤ ਕੁਛ ਤੇ ਤੁਸੀਂ ਦੱਸ ਵੀ ਬਹੁਤ ਕੁਝ ਦੇਣਾ, ਪਰ ਮੈਂ ਚਾਹੁੰਦਾ ਕਿ ਤੁਸੀਂ ਬਾਰ-ਬਾਰ ਆਓ, ਆਪਾਂ ਇੱਕ ਵਾਰ 'ਚ ਕੁਛ ਫਿਨਿਸ਼ ਨਾ ਕਰੀਏ। ਤੁਹਾਡਾ ਹਾਂਜੀ ਹਾਂਜੀ ਦੋਨਾਂ ਦਾ ਨਹੀਂ ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢ ਕੇ ਆਏ ਹੋ। ਅਸੀਂ ਤੇ ਕਹਿ ਲਓ ਕਿ ਆਪਾਂ ਤਾਂ ਇੱਥੇ ਹੀ ਰਹਿਣਾ, ਇੱਥੇ ਹੀ। ਤੇ ਚਲੋ ਤੁਸੀਂ ਵੀ ਆਉਂਦੇ ਜਾਂਦੇ ਰਹੋ। ਤੇ ਜਿੰਨੇ ਵੀ ਸਬਜੈਕਟ ਅਸੀਂ ਕਰ ਸਕਦੇ ਤੁਹਾਡੇ ਨਾਲ, ਮੈਨੂੰ ਲੱਗਦਾ ਉਨੇ ਘੱਟ ਹੈ, ਕਿਉਂਕਿ ਤੁਸੀਂ ਬਹੁਤ ਸਟੱਡੀ ਕਰਦੇ ਹੋ ਉਸ ਚੀਜ਼ਾਂ ਦੀ। ਤੇ ਹੋਰ ਕੋਈ ਭਾਜੀ ਤੁਹਾਡਾ ਕੁਐਸਚਨ? ਹੈਰੀ ਭਾਜੀ ਤੁਸੀਂ ਪੁੱਛ ਲਓ। ਕੁਐਸਚਨ ਜਿਵੇਂ ਤੁਸੀਂ ਕਿਹਾ ਬਹੁਤ ਨੇ ਆਪਣੇ ਕੋਲੇ, ਪਰ ਆਪਾਂ ਹੁਣ ਜ਼ਰੂਰ ਕਿਸੇ ਟਾਈਮ ਦੁਬਾਰਾ ਬੈਠਾਂਗੇ। ਹਾਂਜੀ, ਬਹੁਤ ਟੌਪਿਕ ਜਿਹੜੇ ਆਪਾਂ ਇੰਨੀ ਬਰੀਕੀ 'ਚ ਨਹੀਂ ਗਏ ਇਸ ਸ਼ੋਅ ਤੇ, ਉਹ ਅਗਲੇ ਸ਼ੋਅ 'ਚ ਆਪਾਂ ਜ਼ਰੂਰ ਬਿਲਕੁਲ। ਕਿਉਂਕਿ ਮੇਰਾ ਆਪਣਾ ਮੰਨਣਾ ਹਰ ਪਰਿਵਾਰ ਦਾ, ਹਰ ਇੱਕ ਸਮਾਜ ਦਾ ਇਹ ਮਸਲੇ ਇੱਕੋ ਜਿਹੇ ਨੇ। ਹਾਂਜੀ, ਕੋਈ ਬਹੁਤੇ ਫਰਕ ਨਹੀਂ ਹੈਗੇ, ਹੈ ਨਾ। ਤੇ ਉਹ ਮਸਲੇ ਬਸ ਫਰਕ ਇਹਨਾਂ ਵੀ ਉਹਨਾਂ ਮਸਲਿਆਂ ਤੇ ਗੱਲ ਕੀਤੀ ਜਾਵੇ, ਉਹਨਾਂ ਦੇ ਸਹੀ ਹੱਲ ਲੱਭੇ ਜਾਣ। ਤੇ ਉਹ ਇੱਕ ਆਪਾਂ ਸਿਰ ਜੋੜ ਕੇ ਬੈਠੀਏ ਤੇ ਆਪਾਂ ਇਸ ਜਿਹੜੇ ਕਾਫਲੇ ਨੂੰ ਸ਼ੁਰੂ ਕੀਤਾ ਤੇ ਅੱਗੇ ਲੈ ਕੇ ਜਾਈਏ, ਤਾਂ ਕਿ ਸਭ ਨੂੰ ਫਾਇਦਾ ਹੋਵੇ, ਸਾਰਿਆਂ ਦੀ ਜ਼ਿੰਦਗੀ ਬਿਹਤਰ ਹੋਵੇ। ਆਪਣੀ ਤਾਂ ਅਸੀਂ ਕਰਾਂਗੇ ਜੇ ਕੁਝ ਸਿੱਖਾਂਗੇ, ਤੇ ਜੇ ਸਿੱਖਦੇ ਨਾਲ ਅਸੀਂ ਆਪਣੇ ਵਿਚਾਰ ਸਾਂਝੇ ਵੀ ਕਰਦੇ ਜਾਵਾਂਗੇ ਤਾਂ ਜਿਹੜੇ ਸਰੋਤੇ ਨੇ ਜਾਂ ਸਾਨੂੰ ਸੁਣਨ ਵਾਲੇ ਨੇ, ਠੀਕ ਆ ਨਹੀਂ, ਤੇ ਉਹਨਾਂ ਤੋਂ ਵੀ ਸਿੱਖਾਂਗੇ, ਉਹ ਵੀ ਆਪਣੇ ਸੁਝਾਅ ਦੇਣਗੇ ਸਾਨੂੰ। ਜੀਵਨ ਸਰ, ਤੁਹਾਡਾ ਧੰਨਵਾਦ ਕਰਦੇ ਹਾਂ ਇੱਕ ਵਾਰੀ ਫਿਰ ਤੋਂ। ਤੇ ਆਪਾਂ ਅੱਜ ਦਾ ਪੋਡਕਾਸਟ ਇੱਥੇ ਫਿਨਿਸ਼ ਕਰਦੇ ਹਾਂ ਤੇ ਆਸ ਕਰਦੇ ਹਾਂ ਤੁਹਾਨੂੰ ਫਿਰ ਛੇਤੀ ਤੋਂ ਛੇਤੀ ਮੁਲਾਕਾਤ। ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ। ਥੈਂਕ ਯੂ। ਜਦੋਂ ਵੀ ਯਾਦ ਕਰੋਗੇ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਹੋ ਸਕਦਾ ਤੁਹਾਨੂੰ ਕੱਲ ਨੂੰ ਯਾਦ ਕਰ ਲਈਏ। ਠੀਕ ਹੈ, ਚਲੋ ਠੀਕ ਹੈ, ਓਕੇ।